ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਸਿੱਖ ਚੈਨਲ ਸਕਾਈ 840 ਤੇ ਪੂਰੇ ਯੂਰਪ ਦੇ ਵਿੱਚ ਤੇ ਪੂਰੇ ਵਰਲਡ ਦੇ ਵਿੱਚ ਇੰਟਰਨੈਟ ਤੇ ਐਪਲੀਕੇਸ਼ਨ ਦੇ ਰਾਹੀਂ ਤੁਸੀਂ ਇਸ ਦਾ ਆਨੰਦ ਮਾਣਦੇ ਹੋ। ਸਿੱਖ ਚੈਨਲ ਦੀ ਸਦਾ ਹੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਹਰ ਇੱਕ ਸ਼ਖਸੀਅਤ ਨੂੰ ਤੁਹਾਡੇ ਨਾਲ ਰੂਬਰੂ ਕਰਵਾਇਆ ਜਾਵੇ। ਪਿਛਲੇ ਕੁਝ ਦਿਨਾਂ ਤੋਂ ਤੁਸੀਂ ਸਿੱਖ ਚੈਨਲ ਤੇ ਪ੍ਰੋਮੋ ਦੇਖ ਰਹੇ ਸਨ ਵੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਵਫਦ ਇੱਥੇ ਪਹੁੰਚ ਰਿਹਾ ਹੈ ਤੇ ਉਹ ਵਫਦ ਪਿਛਲੇ ਕੁਝ ਦਿਨ ਤੋਂ ਯੂਕੇ ਵਿੱਚ ਪਹੁੰਚ ਚੁੱਕਾ ਤੇ ਅਸੀਂ ਉਹਨਾਂ ਦਾ ਇੱਥੇ ਜੀ ਆਇਆਂ ਕਰਦੇ ਹਾਂ। ਇਹ 7 ਮੈਂਬਰੀ ਕਮੇਟੀ ਇੱਥੇ ਬੜੇ ਹੀ ਉਤਸ਼ਾਹ ਨਾਲ ਪਹੁੰਚੀ ਹੈ। ਆਪਣੇ ਸਿੱਖ ਭਾਈਚਾਰੇ ਦੇ ਲਈ ਕੁਝ ਕਰਨਾ ਚਾਹੁੰਦੇ ਆ। ਜੋ ਪ੍ਰੋਬਲਮਸ ਨੇ, ਚਾਹੇ ਉਹ ਸੋਸ਼ਲ ਪ੍ਰੋਬਲਮਸ ਨੇ, ਚਾਹੇ ਐਜੂਕੇਸ਼ਨ ਪ੍ਰੋਬਲਮਸ ਨੇ, ਚਾਹੇ ਉਹ ਧਾਰਮਿਕ ਹੋਵੇ ਜਾਂ ਉਹ ਪੋਲੀਟੀਕਲ ਲੈਵਲ 'ਤੇ ਕੋਈ ਗੱਲ ਹੋਵੇ, ਉਹ ਸਾਰੀਆਂ ਵਿਚਾਰਾਂ ਕਰਨ ਦੇ ਲਈ ਉਚੇਚੇ ਤੌਰ 'ਤੇ ਉਹਨਾਂ ਨੇ ਸਿੱਖ ਚੈਨਲ ਦੇ ਨਾਲ ਇਹ ਪ੍ਰੋਗਰਾਮ ਬਣਾਇਆ। ਤੇ ਅੱਜ ਸਿੱਖ ਚੈਨਲ ਦੇ ਸਟੂਡੀਓ ਦੇ ਵਿੱਚ ਪੈਣੀ ਹੈ ਵਿਚਾਰਾਂ ਦੀ ਸਾਂਝ, ਆਮਣੇ ਸਾਹਮਣੇ ਹੋਣੀ ਹੈ ਗੱਲ ਤੇ ਗੱਲਾਂ ਦੀ ਹੋਵੇਗੀ ਪੁਸ਼ਟੀ। ਸੋ ਸਭ ਤੋਂ ਪਹਿਲਾਂ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਤੁਹਾਨੂੰ ਮੈਂ ਉਸ ਵਫਦ ਦੇ ਨਾਲ ਮੁਲਾਕਾਤ ਕਰਵਾਉਣਾ ਹੈ। ਇਸ ਵੇਲੇ ਸਾਡੇ ਸਟੂਡੀਓ ਦੇ ਵਿੱਚ ਸਟੂਡੀਓ ਦੇ ਵਿੱਚ ਅਸੀਂ ਵਫਦ 7 ਮੈਂਬਰਾਂ ਨੂੰ ਨਹੀਂ, ਅਸੀਂ ਸਿਰਫ 3 ਮੈਂਬਰਾਂ ਦੀ ਚੋਣ ਕੀਤੀ ਹੈ, ਜਿਨ੍ਹਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਮੈਂ ਮਿਲਵਾਉਣਾ ਹੈ ਸਰਦਾਰ ਮਨਜੀਤ ਸਿੰਘ ਜੀਕੇ ਸਾਹਿਬ, ਜਿਹੜੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੇਨ ਸੇਵਾਦਾਰ ਨੇ। ਤੇ ਉਹਨਾਂ ਦੇ ਨਾਲ ਬੈਠੇ ਨੇ ਸਰਦਾਰ ਪਰਮਦੀਪ ਸਿੰਘ ਰਾਣਾ ਜੀ, ਜਿਹੜੇ ਧਰਮ ਪ੍ਰਚਾਰ ਕਮੇਟੀ ਦੇ ਉਹਨਾਂ ਦੇ ਮੇਨ ਸੇਵਾ ਨਿਭਾ ਰਹੇ ਨੇ। ਤੇ ਉਹਨਾਂ ਦੇ ਨਾਲ ਬੈਠੇ ਨੇ ਬੀਬੀ ਦਲਜੀਤ ਕੌਰ ਖਾਲਸਾ ਜੀ, ਜਿਹੜੇ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੁਣੇ ਹੋਏ ਮੈਂਬਰ ਤੇ ਨਾਲ ਦੀ ਨਾਲ ਚੇਅਰਮੈਨ ਨੇ, ਹਰਕਿਸ਼ਨ ਪਬਲਿਕ ਸਕੂਲ ਮੈਂਬਰ ਦੇ ਚੇਅਰਮੈਨ ਵੀ ਨੇ। ਤੇ ਦੂਜੇ ਪਾਸੇ ਜਿਹੜੇ ਵਿਚਾਰਾਂ ਦੀ ਸਾਂਝ ਪਾਉਣ ਦੇ ਲਈ ਸਪੈਸ਼ਲ ਉਚੇਚੇ ਤੌਰ 'ਤੇ ਸਾਡੇ ਨਾਲ ਡਾਕਟਰ ਸਾਧੂ ਸਿੰਘ ਜੀ ਤੇ ਸਰਦਾਰ ਸਰਦੂਰ ਸਿੰਘ ਮਾਰਵਾ ਜੀ ਤੇ ਸਿੱਖ ਚੈਨਲ ਦੇ ਸਾਰੇ ਹੀ ਉਹ ਪਤਵੰਤੇ ਸੱਜਣ ਜਿਹੜੇ ਚਾਹੁੰਦੇ ਨੇ ਵਿਚਾਰਾਂ ਦੀ ਸਾਂਝ ਪਾਉਣ ਲਈ ਸਾਡੇ ਦਰਮਿਆਨ ਪਹੁੰਚੇ ਨੇ। ਸੋ ਮੈਂ ਸਭ ਤੋਂ ਪਹਿਲਾਂ ਸਰਦਾਰ ਮਨਜੀਤ ਸਿੰਘ ਜੀ ਕੇ ਨਾਲ ਫਤਿਹ ਸਾਂਝ ਪਾਉਣਾ ਜੀ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸਭ ਤੋਂ ਪਹਿਲਾਂ ਜਾਣਨਾ ਚਾਹੁੰਦੇ ਵੀਰ ਜੀ ਯੂਕੇ ਆ ਕੇ ਕਿਵੇਂ ਲੱਗਿਆ? ਬਹੁਤ ਚੰਗਾ ਲੱਗਾ ਐਂਡ ਬਹੁਤ ਮੈਂ ਸਮਝਦਾ ਵਾਂ ਕਿ ਇਹ ਜਿਸ ਪਰਪਸ ਲਈ ਅਸੀਂ ਆਏ ਹਾਂ ਉੱਦਾਂ ਅਸੀਂ ਲੋਕਾਂ ਨਾਲ ਰਾਬਤਾ ਕਾਇਮ ਕਰ ਰਹੇ ਹਾਂ, ਲੋਕਾਂ ਦੇ ਵਿਚਾਰ ਸਮਝ ਰਹੇ ਹਾਂ, ਸੁਣਦੇ ਪਏ ਹਾਂ। ਔਰ ਮੈਂ ਸਮਝਦਾ ਕਿ ਕਾਫੀ ਆਈ ਓਪਨਿੰਗ ਸਾਡਾ ਇਹ ਟੂਰ ਹੋਏਗਾ। ਓਕੇ ਜੀ। ਸੋ ਮੈਂ ਇੱਥੇ ਇਹ ਤੁਹਾਨੂੰ ਜ਼ਰੂਰ ਦੱਸਦਾ ਜਾਵਾਂ ਕਿ ਸਰਦਾਰ ਮਨਜੀਤ ਸਿੰਘ ਜੀਕੇ ਜੀ ਦੇ ਫਾਦਰ ਸਾਹਿਬ ਜਥੇਦਾਰ ਸੰਤੋਖ ਸਿੰਘ ਜੀ, ਜਿਨ੍ਹਾਂ ਦੀ ਸਿੱਖ ਧਰਮ ਨੂੰ, ਸਿੱਖ ਪੰਥ ਨੂੰ, ਸਿੱਖੀ ਲਈ ਉਹਨਾਂ ਨੇ ਬਹੁਤ ਕਾਲਨਾ ਕਾਲੀ ਤੇ ਉਹਨਾਂ ਦਾ ਇੱਕ ਆਪਣਾ ਸਿੱਖੀ ਦੇ ਵਿੱਚ ਨਾਮ ਆ। ਸੋ ਮੈਂ ਇਸ ਸ਼ੋਅ ਨੂੰ, ਇਸ ਵਿਚਾਰਾਂ ਦੀ ਸਾਂਝ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਚਾਹਾਂਗਾ ਕਿ ਉਹਨਾਂ ਦੇ ਸਪੁੱਤਰ ਸਰਦਾਰ ਮਨਜੀਤ ਸਿੰਘ ਜੀ ਕੇ ਜੀ ਆਪਣੇ ਜ਼ੁਬਾਨੀ ਦੱਸਣ ਕਿ ਉਹਨਾਂ ਦੇ ਪਿਤਾ ਜੀ ਦੇ ਬਾਰੇ, ਕਿਉਂਕਿ ਬਹੁਤ ਸਾਰੇ ਮੇਰੇ ਵਰਗੇ ਯੰਗਸਟਰ ਤੇ ਬਹੁਤ ਸਾਰੇ ਵੀਰਾਂ ਨੂੰ ਇਸ ਚੀਜ਼ ਦਾ ਪਤਾ ਨਹੀਂ, ਪਰ ਅਸੀਂ ਸਿੱਖ ਚੈਨਲ ਦੇ ਰਾਹੀਂ ਹਰ ਇੱਕ ਉਹ ਚੀਜ਼ ਤੁਹਾਡੇ ਸਾਹਮਣੇ ਲੈ ਕੇ ਆਉਣਾ ਚਾਹੁੰਦੇ ਹਾਂ ਜਿਨ੍ਹਾਂ ਦੀ ਸਿੱਖੀ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਜੋ ਕਾਲਨਾ ਰਹੀ ਹੈ। ਸੋ ਅਸੀਂ ਚਾਹੁੰਦੇ ਹਾਂ ਕੁਝ ਕੁ ਮਿੰਟਾਂ ਲਈ ਉਹ ਉਸ 'ਤੇ ਚਾਨਣਾ ਪਾਉਣ, ਤਾਂ ਕਿ ਯੂਕੇ ਦੇ ਵਿੱਚ ਜੋ ਯੂਰਪ ਦੇ ਵਿੱਚ ਇਸ ਪ੍ਰੋਗਰਾਮ ਦੇਖ ਰਹੇ ਨੇ ਉਹਨਾਂ ਨੂੰ ਪਤਾ ਲੱਗੇ ਕਿ ਇਹ ਜਥੇਦਾਰ ਸਰਦਾਰ ਸੰਤੋਖ ਸਿੰਘ ਜੀ ਦੇ ਸੁਪੁੱਤਰ ਨੇ। ਮੇਰੇ ਪਿਤਾ ਜਥੇਦਾਰ ਸੰਤੋਖ ਸਿੰਘ ਖੁਰੀ ਦਿੱਲੀ ਦੀ ਸਿੱਖ ਸਿਆਸਤ ਦੇ ਵਿੱਚ ਇੱਕ ਅਹਿਮ ਰੋਲ ਉਹਨਾਂ ਨੇ ਨਿਭਾਇਆ। ਔਰ ਮੈਂ ਸਮਝਦਾ ਕਿ ਗੁਰੂ ਮਹਾਰਾਜ ਦੀ ਬਖਸ਼ਿਸ਼ ਸੀ ਕਿ ਜਿਹੜੀਆਂ ਸੇਵਾਵਾਂ ਉਹਨਾਂ ਕੋਲੋਂ ਗੁਰੂ ਨੇ ਲਈਆਂ, ਇਹ ਉਹਨਾਂ ਦੀ ਜਿਹੜੀ ਲਾਈਫ ਸੀ ਉਹ 52 ਈਅਰਸ ਦੇ ਸੀ ਜਦੋਂ ਉਹਨਾਂ ਦੀ ਡੈਥ ਹੋਈ। ਅਤੇ ਮੈਂ ਸਮਝਦਾ ਇੰਨੀ ਛੋਟੀ ਏਜ ਦੇ ਵਿੱਚ ਜੋ ਕੁਛ ਉਹ ਕਰ ਗਏ ਨੇ, ਭਾਵੇਂ ਉਹ ਐਜੂਕੇਸ਼ਨ ਦੇ ਫੀਲਡ 'ਚ ਹੋਵੇ, ਭਾਵੇਂ ਉਹ ਗੁਰਦੁਆਰਾ ਜਿਹੜੇ ਧਾਰਮਿਕ ਅਸਥਾਨ ਨੇ ਦਿੱਲੀ 'ਚ 10 ਧਾਰਮਿਕ ਅਸਥਾਨ ਨੇ, ਉਹਨਾਂ 10 ਦੀ ਜ਼ਮੀਨਾਂ ਬਾਰੇ, ਉਹਨਾਂ ਦੇ ਪ੍ਰਸਾਰ ਬਾਰੇ, ਉਹਨਾਂ ਦੇ ਐਕਸਪੈਂਸ਼ਨ ਬਾਰੇ, ਉਸ ਤੋਂ ਬਾਅਦ ਕਾਲਜਸ ਬਾਰੇ, ਉਸ ਤੋਂ ਬਾਅਦ ਸਿੱਖ ਮਸਲੇ ਭਾਵੇਂ ਕਿਤੇ ਹੋਣ, ਭਾਵੇਂ ਹਿੰਦੁਸਤਾਨ ਦੇ ਵਿੱਚ ਤਰਾਈ ਦੇ ਵਿੱਚ ਸਿੱਖਾਂ ਨੂੰ ਉਜਾੜਨ ਦੀ ਗੱਲ ਕੀਤੀ ਗਈ ਪੰਡਤ ਨਹਿਰੂ ਵੇਲੇ, ਬੀਬੀ ਇੰਦਰਾ ਗਾਂਧੀ ਵੇਲੇ, ਭਾਵੇਂ ਕਲਕੱਤੇ ਬਾਗਬੜੀ ਦਾ ਗੁਰਦੁਆਰਾ ਸੜਿਆ ਹੋਵੇ 1967 ਦੇ ਵਿੱਚ, ਭਾਵੇਂ ਪੌਂਟਾ ਸਾਹਿਬ ਮਈ 1964 ਦੇ ਵਿੱਚ ਮਹੰਤਾਂ ਕੋਲੋਂ ਆਜ਼ਾਦ ਕਰਾਇਆ ਗਿਆ ਹੋਵੇ ਜਦੋਂ 11 ਸਿੰਘ ਸ਼ਹੀਦ ਹੋਏ ਸਨ, ਔਰ ਜਾਂ ਦਸਤਾਰ ਦਾ ਮਸਲਾ 1969 'ਚ ਬ੍ਰਿਟਨ ਦੇ ਵਿੱਚ ਜਦੋਂ ਹੋਇਆ। ਇਹ ਐਸੇ ਇਸ਼ੂਜ਼ ਨੇ ਜਿਹੜੇ ਉਹਨਾਂ ਨੇ ਚੁੱਕੇ, ਔਰ ਜਿਹੜੇ ਇਤਿਹਾਸਿਕ ਕੰਮ ਉਹਨਾਂ ਨੇ ਕੀਤੇ ਨੇ ਉਹਨਾਂ ਦੇ ਵਿੱਚ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੀ ਇੰਗਲਿਸ਼ ਮੀਡੀਅਮ ਸਕੂਲ ਜਿਹੜਾ 1965 ਦੇ ਵਿੱਚ ਇੰਡੀਆ ਗੇਟ ਤੋਂ ਸ਼ੁਰੂ ਹੋਇਆ, ਅੱਜ ਉਹਦੀਆਂ 13 ਬ੍ਰਾਂਚਾਂ ਨੇ, 40,000 ਬੱਚਾ ਉਹਨਾਂ 'ਚ ਪੜ੍ਹਦਾ ਹੈ। ਔਰ ਜੇ ਮੈਂ ਲੈਂਡ ਐਕੁਜ਼ੀਸ਼ਨ ਦੀ ਗੱਲ ਕਰਾਂ ਤਾਂ ਗੁਰਦੁਆਰਾ ਸੀਸਗੰਜ ਸਾਹਿਬ ਸਾਰਿਆਂ ਨੇ ਚਾਂਦਨੀ ਚੌਕ ਦਰਸ਼ਨ ਕੀਤੇ ਦਿੱਲੀ, ਜਿੱਥੇ 9ਵੇਂ ਪਾਤਸ਼ਾਹ ਦੀ ਸ਼ਹਾਦਤ ਹੋਈ ਸੀ। ਗੁਰਦੁਆਰਾ ਸਾਹਿਬ ਦੇ ਨਾਲ ਕੋਤਵਾਲੀ ਲੱਗਦੀ ਸੀ ਜਿਹੜੀ ਔਰੰਗਜ਼ੇਬ ਦੇ ਜ਼ਮਾਨੇ ਤੋਂ ਸੀਗੀ। ਉਹ ਕੋਤਵਾਲੀ ਜਿਹਦੇ 'ਚ ਗੁਰੂ ਤੇਗ ਬਹਾਦਰ ਹੋਰਾਂ ਨੂੰ 6 ਮਹੀਨੇ ਕੈਦ ਰੱਖਿਆ ਗਿਆ ਸੀ ਸ਼ਹੀਦ ਕਰਨ ਤੋਂ ਪਹਿਲੇ,
ਉੱਥੇ ਹੀ ਉਹਨਾਂ ਦੇ ਨਾਲ ਜਿਹੜੇ ਭਾਈ ਮਤੀਦਾਸ ਜੀ, ਭਾਈ ਦਿਆਲਾ ਜੀ, ਉਹਨਾਂ ਨੂੰ ਕੈਦ ਰੱਖਿਆ ਗਿਆ ਸੀਗਾ। ਉਹ ਇਤਿਹਾਸਿਕ ਕੋਤਵਾਲੀ ਵੀ ਗੁਰਦੁਆਰਾ ਸਾਹਿਬ ਦੇ ਨਾਲ ਜੋੜੀ ਔਰ ਸਰਕਾਰ ਨੂੰ ਮਜਬੂਰ ਕੀਤਾ ਉਹ ਕੋਤਵਾਲੀ ਲੈਣ ਵਾਸਤੇ। ਇਸੇ ਤਰੀਕੇ ਬੰਗਲਾ ਸਾਹਿਬ ਦੇ ਅਗਲੇ ਸੜਕ ਹੋਵੇ ਰਾਜਾ ਜੈ ਸਿੰਘ ਮਾਰ, ਜਿੱਥੇ ਸਰੋਵਰ ਬਣਿਆ ਉਹ ਸਥਾਨ ਹੋਵੇ, ਜਿੱਥੇ ਲੰਗਰ ਹਾਲ ਆ ਉਹ ਸਥਾਨ ਹੋਵੇ। ਪਾਰਲੀਮੈਂਟ ਦੇ ਆਲੇ ਦੁਆਲੇ ਇੰਨੀਆਂ ਜ਼ਮੀਨਾਂ ਲੈਣੀਆਂ ਮੈਂ ਕਹਿੰਦਾ ਆਪਣੇ ਆਪ 'ਚ ਇੱਕ ਮਾਇਨਾ ਰੱਖਦਾ। ਔਰ ਇਸ ਤੋਂ ਇਲਾਵਾ ਦੁਨੀਆ 'ਚ ਕਿਸੇ ਜਗ੍ਹਾ 'ਤੇ ਕਿਸੇ ਸਿੱਖ ਨੂੰ ਦਿੱਕਤ ਆਈ ਹੈ ਤੇ ਉਹਨਾਂ ਨੇ ਹਮੇਸ਼ਾ ਖੱਡਾ ਖੜਕਾਇਆ। ਦਿੱਲੀ ਦੀ ਸੰਗਤ ਦੀ ਉਹਨਾਂ ਨੇ ਰਹਿਨੁਮਾਈ ਕੀਤੀ ਹੈ ਔਰ ਅਕਾਲੀ ਦਲ ਦੀ ਇੱਕ ਲੀਡਰਸ਼ਿਪ ਐਸੀ ਇਸਟੈਬਲਿਸ਼ ਕੀਤੀ ਪੰਜਾਬੋਂ ਬਾਹਰ, ਭਾਵੇਂ ਮਾਸਟਰ ਤਾਰਾ ਸਿੰਘ ਹੋਣ, ਉਹਨਾਂ ਤੋਂ ਬਾਅਦ ਸੰਤ ਫਤਿਹ ਸਿੰਘ ਸਨ, ਉਹਨਾਂ ਤੋਂ ਬਾਅਦ ਤੁੜ ਸਾਹਿਬ ਸਨ, ਤਲਵੰਡੀ ਸਾਹਿਬ ਸਨ। ਜਥੇਦਾਰ ਜੀ ਨੇ ਦਿੱਲੀ ਦੇ ਵਿੱਚ ਇੱਕ ਐਸਾ ਮੁਕਾਮ ਸਿੱਖਾਂ ਦਾ ਬਣਾਇਆ ਕਿ ਵੱਡੀਆਂ ਵੱਡੀਆਂ ਸਰਕਾਰਾਂ ਵੀ ਸਿੱਖ ਮਸਲਿਆਂ ਦੇ ਉੱਤੇ ਉਹਨਾਂ ਨੂੰ ਸੀਰੀਅਸਲੀ ਲੈਂਦੀਆਂ ਸਨ ਔਰ ਇੰਪੋਸੀਬਲ ਹੋਣ ਵਾਲੇ ਕੰਮ ਵੀ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਹੱਲ ਕੀਤੇ। ਸੋ ਤੁਸੀਂ ਉਹਨਾਂ ਸਰਦਾਰ ਮਨਜੀਤ ਸਿੰਘ ਜੀ ਕੇ ਦੀ ਜ਼ੁਬਾਨੀ ਜੋ ਆਪਣੇ ਉਹਨਾਂ ਨੇ ਫਾਦਰ ਸਾਹਿਬ ਦੀ ਜਥੇਦਾਰ ਸਰਦਾਰ ਸੰਤੋਖ ਸਿੰਘ ਦੀ ਜਰਨੀ ਦੱਸੀ, ਉਹ ਇਸ ਕਰਕੇ ਉਹਨਾਂ ਦੇ ਮੂੰਹ ਤੋਂ ਅਸੀਂ ਸੁਣਵਾਈ ਹੈ ਕਿਉਂਕਿ ਜੋ ਇਹ ਇਸ ਵੇਲੇ ਕਾਰਨਾਮੇ ਕਰ ਰਹੇ ਨੇ ਸਿੱਖ ਕੌਮ ਦੇ ਲਈ, ਜੋ ਇਹ ਕਰਨਾ ਚਾਹੁੰਦੇ ਨੇ, ਉਹ ਸਭ ਕੁਝ ਤੁਸੀਂ ਆਪਣੇ ਅੱਖੀਂ ਪਿਛਲੇ ਦਿਨ ਦੇਖ ਚੁੱਕੇ ਹੋ। ਸੋ ਹੁਣ ਸਿਲਸਿਲਾ ਸ਼ੁਰੂ ਹੁੰਦਾ ਹੈ ਵਿਚਾਰਾਂ ਦਾ, ਆਮੋ ਸਾਹਮਣੇ ਵਿਚਾਰਾਂ ਦਾ। ਸੋ ਸਭ ਤੋਂ ਪਹਿਲਾਂ ਸਿੱਖ ਚੈਨਲ ਦੇ ਪੈਨਲ ਤੋਂ ਡਾਕਟਰ ਸਾਧੂ ਸਿੰਘ ਜੀ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਉਹ ਆਪਣਾ ਸਵਾਲ ਰੱਖਣ। ਹਾਂ ਮਨਜੀਤ ਸਿੰਘ ਜੀ, ਮੈਂ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੁਹਾਡੀ ਗਿਆਤ ਲਈ ਦੱਸਾਂਗਾ ਕਿ ਤੁਹਾਡੇ ਪਿਤਾ ਨੇ 1975 ਦੇ ਵਿੱਚ 300 ਸਾਲਾ ਸ਼ਹੀਦੀ ਦੇ ਵਿੱਚ ਗੁਰੂ ਤੇਗ ਬਹਾਦਰ ਦੇ ਰਾਮਲੀਲਾ ਗਰਾਊਂਡ ਦੇ ਵਿੱਚ ਉਸ ਸਟੇਜ 'ਤੇ ਮੈਂ ਸੀ। ਉਦੋਂ ਫਿਲਮ ਵੀ ਬਣਾਈ ਸੀ, ਸੰਤ ਕਰਤਾਰ ਸਿੰਘ ਭਿੰਡਰਾਂਵਾਲੇ ਅਤੇ ਪ੍ਰਧਾਨ ਮੰਤਰੀ ਵੀ ਸੀ, ਉਹ ਮੇਰੇ ਕੋਲ ਇਸ ਵੇਲੇ ਨੇ। ਅਤੇ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਬਹੁਤ ਬਰੀਫਲੀ, ਤੁਹਾਡੇ ਤੋਂ ਪਹਿਲਾਂ ਜਿਹੜੇ ਪ੍ਰਬੰਧਕ ਗੁਰਦੁਆਰਾ ਕਮੇਟੀ ਦੇ ਉਹਨਾਂ ਕਈ ਟਰਮਾਂ ਰਹੀਆਂ, ਉਹ ਤੋਂ ਪਹਿਲਾਂ ਤੁਹਾਡੀ ਪਾਰਟੀ ਦੇ ਵਿਹਿਤ ਸਾਹਿਬ ਉਹ ਵੀ ਸੇਵਾ ਨਿਭਾਉਂਦੇ ਰਹੇ, ਪਰ ਥੋੜ੍ਹੇ ਹੀ ਮਹੀਨਿਆਂ ਦੇ ਵਿੱਚ ਜੋ ਪੈਂਡਾ ਤੁਸੀਂ ਤੈਅ ਕੀਤਾ ਹੈ, ਜੋ ਸ਼ੋਹਰਤ, ਜੋ ਮਾਣ ਤੁਹਾਨੂੰ ਮਿਲਿਆ, ਤੁਸੀਂ ਇਹਦਾ ਕੀ ਕਾਰਨ ਸਮਝਦੇ ਹੋ? ਮੈਂ ਸਮਝਦਾ ਕਿ ਇਹ ਕਿਸੇ ਦੇ ਵੱਸ ਨਹੀਂ ਹੁੰਦਾ। ਕਿ ਮੈਨੂੰ ਯਾਦ ਆ ਮੈਂ ਆਪਣੇ ਪਿਤਾ ਦੀ ਇੱਕ ਵਾਰੀ ਸਵਾਲ ਕੀਤਾ ਸੀਗਾ ਕਿ ਤੁਸੀਂ ਇੰਨੇ ਕੰਮ ਕੀਤੇ ਨੇ, ਤੇ ਉਹਨਾਂ ਨੇ ਕਿਹਾ ਮੇਰੇ ਵਰਗੇ ਕਈ ਸੰਤੋਖ ਸਿੰਘ ਤੁਰੇ ਫਿਰਦੇ ਦਿੱਲੀ 'ਚ, ਇਹ ਗੁਰੂ ਮਹਾਰਾਜ ਨੇ ਮੇਰੇ ਤੋਂ ਸੇਵਾ ਲੈਣੀ ਸੀ ਔਰ ਲੈ ਲਈ। ਮੈਨੂੰ 6 ਮਹੀਨੇ ਉਹ ਆਏ ਹੋਏ ਆ, 6 ਮਹੀਨਿਆਂ ਤੋਂ ਬਾਅਦ ਇੱਕ ਇਸ਼ੂਜ਼ ਐਸੇ ਆਉਂਦੇ ਚਲੇ ਗਏ ਔਰ ਜਿੱਥੇ ਸਾਡਾ ਵੀ ਐਸਿਡ ਟੈਸਟ ਹੋਇਆ। ਮੈਂ ਸਮਝਦਾ ਕਿ ਸਾਡਾ ਐਸਿਡ ਟੈਸਟ ਸੀਗਾ ਕਿ ਭਾਵੇਂ ਉਹ ਸੱਜਣ ਕੁਮਾਰ ਨੂੰ ਛੱਡਿਆ ਜਾਂਦਾ ਕੜਕੜਡੂਮਾ ਕੋਰਟ ਦੇ ਵਿੱਚ, ਨਿਰਪ੍ਰੀਤ ਕੌਰ ਉੱਥੇ ਬੈਠਦੀ ਹੈ, ਉਸ ਦਾ ਸਾਰਾ ਮਸਲਾ ਅਸੀਂ ਚੁੱਕਦੇ ਹਾਂ। ਉਸ ਤੋਂ ਬਾਅਦ ਜੇ ਜਿਹੜਾ 84 ਦੀ ਯਾਦਗਾਰ ਦੀ ਗੱਲ ਸੀਗੀ ਕਿ ਉਸ ਯਾਦਗਾਰ ਬਣਾਉਣ ਦੇ ਵਿੱਚ ਸਰਕਾਰ ਨੇ ਅੜਚਨ ਲੜਾਈ, ਕਿਉਂਕਿ ਸਰਕਾਰ ਕਦੀ ਨਹੀਂ ਚਾਹੇਗੀ ਕਿ ਪਾਰਲੀਮੈਂਟ ਦੇ ਸਾਹਮਣੇ ਉਹ ਯਾਦਗਾਰ ਬਣਾ ਦਿੱਤੀ ਜਾਵੇ ਰਕਾਬਗੰਜ ਸਾਹਿਬ ਵਰਗੇ ਇਤਿਹਾਸਿਕ ਸਥਾਨ ਤੇ। ਉਹਦਾ ਨੀਂਹ ਪੱਥਰ ਰੱਖਿਆ ਗਿਆ। ਜਿਹੜੇ ਸਾਬਕਾ ਪ੍ਰਧਾਨ ਗਏ ਨੇ ਉਹਨਾਂ ਨੇ ਕੋਰਟ 'ਚ ਕੇਸ ਵੀ ਪਾਇਆ ਉਸ ਨੂੰ ਰੋਕਣ ਵਾਸਤੇ, ਅਸੀਂ ਉਸ ਦਾ ਵੀ ਹੱਲ ਲੱਭ ਲਿਆ। ਉਸ ਤੋਂ ਬਾਅਦ ਉੱਤਰਾਖੰਡ 'ਚ ਐਡੀ ਵੱਡੀ ਤਰਾਸਦੀ ਹੋਈ ਆ, ਉਹਦੇ ਵਿੱਚ ਜੋ ਦਿੱਲੀ ਕਮੇਟੀ ਦਾ ਰੋਲ ਰਿਹਾ ਉਹ ਆਪਣੇ ਆਪ 'ਚ ਇਤਿਹਾਸਿਕ ਹੈ। ਲੋਕਾਂ ਨੇ ਰੈਕੋਗਨਾਈਜ਼, ਲੋਕਾਂ ਨੇ ਕੀ ਹਿੰਦੁਸਤਾਨ ਨੇ ਸਾਰੇ ਚੈਨਲਸ ਨੇ ਰੈਕੋਗਨਾਈਜ਼ ਕੀਤਾ। ਉਹਦੇ ਬਾਅਦ ਇਟਲੀ ਅਸੀਂ ਆਉਂਦੇ ਹਾਂ, ਤੁਹਾਡੇ ਚੈਨਲ ਨੇ ਉੱਥੇ ਦਸਤਾਰ ਅਵੇਅਰਨੈਸ ਡੇ ਰੱਖਿਆ ਸੀਗਾ, ਅਸੀਂ ਉਸ ਨੂੰ ਅਟੈਂਡ ਕਰਨ ਆਉਂਦੇ ਹਾਂ। ਇਟਾਲੀਅਨ ਐਮਬੈਸੀ ਤੋਂ ਪਾਰਟਿਕੂਲਰਲੀ ਵੀਜ਼ਾ ਲਿਆ ਜਾਂਦਾ ਕਿ ਵੀ ਆਰ ਗੋਇੰਗ ਫॉर ਟਰਬਨ ਅਵੇਅਰਨੈਸ ਡੇ। ਜਦੋਂ ਅਸੀਂ ਵਾਪਸ ਰੋਮ ਤੋਂ ਫਲਾਈਟ ਫੜਦੇ ਹਾਂ ਤਾਂ ਸਾਨੂੰ ਰੋਕ ਲਿਆ ਜਾਂਦਾ। ਰਾਣਾ ਜੀ ਨਾਲ ਸੀਗੇ, ਹੋਰ ਮੇਰੇ ਨਾਲ ਉਸ ਵੇਲੇ ਡੈਲੀਗੇਸ਼ਨ ਦੇ ਮੈਂਬਰ ਸੀਗੇ, ਸਾਨੂੰ ਰੋਕ ਲਿਆ ਜਾਂਦਾ ਕਿ ਤੁਸੀਂ ਯੂ ਰਿਮੂਵ ਯੂਰ ਹੈਟ। ਸਾਨੂੰ ਏਅਰਪੋਰਟ ਤੇ ਕਿਹਾ ਜਾਂਦਾ, ਉਹਨਾਂ ਨੂੰ ਸਮਝਾਉਂਦੇ ਹਾਂ ਹੈਟ ਨਹੀਂ, ਇਟਸ ਟਰਬਨ ਹੈ, ਸਾਡਾ ਧਾਰਮਿਕ ਅੰਗ ਹੈ, ਅਸੀਂ ਨਹੀਂ ਲਾ ਸਕਦੇ। ਉੱਥੇ ਫਿਰ ਜੋ ਕੁਛ ਹੈ ਤੁਹਾਡੇ ਸਾਹਮਣੇ ਹੈ। ਅਸੀਂ ਵੀ ਸਟੈਂਡ ਲਿਆ ਕਿ ਭਾਵੇਂ ਫਲਾਈਟ ਮਿਸ ਹੋ ਜਾਵੇ, ਭਾਵੇਂ 10 ਦਿਨ ਬਹਿਣਾ ਪੈ ਜਾਵੇ, ਜਾਵਾਂਗੇ ਦਸਤਾਰ ਬੰਨ੍ਹ ਕੇ ਔਰ ਇਹਨੂੰ ਲਾਣ ਨਹੀਂ ਦੇਵਾਂਗੇ। ਇਫ ਦੇ ਨੀਡ ਟੂ ਚੈੱਕ ਇਟ ਫॉर ਸਿਕਿਉਰਿਟੀ ਰੀਜ਼ਨ ਦੇ ਕੈਨ ਡੂ ਇਟ। ਇਹ ਆਪਣੇ ਉਹਦੇ ਨਾਲ ਚੈੱਕ ਕਰ ਲੈਣ ਮੈਟਲ ਡਿਟੈਕਟਰ ਦੇ ਨਾਲ, ਦੇ ਹੈਵ ਅ ਸਕੈਨਰ, ਦੇ ਗੋ ਹੈਡ ਵਿਦ ਇਟ। ਬਟ ਈਵਨ ਆਈ ਸੈਡ ਕਿ ਡੂ ਯੂ ਹੈਵ ਐਨੀ ਪਰਟੀਕੂਲਰ ਇਨਫੋਰਮੇਸ਼ਨ ਆਊਟ ਆਫ ਦ 5 ਦੈਟ ਕਿਸੇ ਦੇ ਕੋਈ ਪ੍ਰੋਬਲਮ ਹੈ? ਕਹਿੰਦੇ ਨੋ, ਇਟਸ ਅ ਰੂਟੀਨ, ਤੁਹਾਨੂੰ ਪੰਜਾਂ ਨੂੰ ਪੱਗ ਲਾਣੀ ਪਊਗੀ। ਮੈਂ ਕਿਹਾ ਨੋ ਆਈ ਐਮ ਸੌਰੀ। ਅਸੀਂ ਰੁਕੇ ਔਰ ਅਗਲੇ ਦਿਨ ਤੁਸੀਂ ਦੇਖਿਆ ਕਿ ਸਾਡੇ ਲੀਡਰ ਸਾਹਿਬ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ। ਬੀਬੀ ਹਰਸਿਮਰਤ ਬਾਦਲ, ਕਿਉਂਕਿ ਪਾਰਲੀਮੈਂਟ ਆਉਣ ਸੀਗਾ, ਪਾਰਲੀਮੈਂਟ 'ਚ ਰੌਲਾ ਪੈ ਗਿਆ। ਦਿੱਲੀ ਕਮੇਟੀ ਨੇ ਉਸੇ ਦਿਨ ਹੀ ਮੁਜ਼ਾਹਰਾ ਰੱਖ ਦਿੱਤਾ ਐਮਬੈਸੀ ਦੇ ਬਾਹਰ। ਪਹਿਲੀ ਦਫਾ ਇਸ ਇਸ਼ੂ ਦੇ ਉੱਤੇ ਇਟਾਲੀਅਨ ਇਨਵਾਏ ਨੂੰ ਗਵਰਨਮੈਂਟ ਆਫ ਇੰਡੀਆ ਨੇ ਸਮਨ ਕੀਤਾ ਔਰ 24 ਘੰਟਿਆਂ ਬਾਅਦ ਸਾਨੂੰ ਇੱਜ਼ਤ ਨਾਲ ਪ੍ਰੋਟੋਕਾਲ ਦੇ ਕੇ
ਸਾਨੂੰ ਉੱਥੋਂ ਬਾਹਰ ਕੱਢਿਆ ਗਿਆ। ਸੋ ਮੈਂ ਕਹਿੰਦਾ ਕਿ ਇਹ ਇਸ਼ੂਜ਼ ਇੱਕ ਤੋਂ ਬਾਅਦ ਇੱਕ ਆਉਂਦੇ ਚਲੇ ਗਏ, ਔਰ ਰੱਬ ਨੇ ਮਿਹਰ ਕੀਤੀ ਕਿ ਸਾਡੇ ਕੋਲੋਂ ਉਹ ਇਸ਼ੂਜ਼ ਮੈਨੇਜ ਹੋਏ, ਹੱਲ ਹੋਏ, ਠੀਕ ਹੱਲ ਨਿਕਲੇ। ਸੋ ਸਰਦਾਰ ਮਨਜੀਤ ਸਿੰਘ ਜੀ ਕੇ ਹੋਰਾਂ ਨੂੰ ਬੜੇ ਹੀ ਵਧੀਆ ਢੰਗ ਨਾਲ ਇਸ ਗੱਲ ਦਾ ਜਵਾਬ ਦਿੱਤਾ। ਪਰ ਅਸੀਂ ਦੱਸਣਾ ਚਾਹੁੰਦੇ ਹਾਂ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਜਿਹੜਾ ਇਹ ਸਿੱਖ ਚੈਨਲ ਦੇ ਪ੍ਰੋਮੋ ਚੱਲ ਰਿਹਾ ਸੀ, ਜੀਕੇ ਸਾਹਿਬ ਇੱਥੇ ਸਟੂਡੀਓ 'ਚ ਪਹੁੰਚ ਰਿਹਾ ਤੇ ਬਹੁਤ ਸਾਰੇ ਵੀਰਾਂ ਨੇ ਆਪਣੇ ਜਿਹੜੇ ਕੁਐਸਚਨ ਆ ਸਾਨੂੰ ਈਮੇਲ ਰਾਹੀਂ ਜਾਂ ਫੋਨ ਰਾਹੀਂ ਜਾਂ ਕਿਸੇ ਵੀ ਤਰੀਕੇ ਸਾਨੂੰ ਪਹੁੰਚਾਇਆ। ਮੈਂ ਚਾਹਾਂਗਾ ਮਨਜੀਤ ਸਿੰਘ ਵੀਰ ਜੀ, ਇੱਕ ਬਹੁਤ ਹੀ ਕਹਿ ਲਓ ਪੋਲੀਟੀਕਲ ਲੈਵਲ ਦਾ ਸਵਾਲ ਜਿਹੜਾ ਆਇਆ ਆ ਉਹ ਇਹ ਆ, ਇੱਕ ਇੱਥੇ ਸਾਡਾ ਵੀਰ ਆ, ਉਹਨਾਂ ਨੇ ਨਾਮ ਲੈਣ ਤੋਂ ਮਨਾ ਕੀਤਾ ਆ। ਉਹ ਕਹਿੰਦੇ ਜੀ ਮੈਂ ਇੱਥੇ ਪੋਲੀਟੀਕਲ ਸਟੇ 'ਤੇ ਆ, ਪਰ ਜਦੋਂ ਮੈਂ ਸਿੱਖ ਚੈਨਲ 'ਤੇ ਸਰਦਾਰ ਮਨਜੀਤ ਸਿੰਘ ਜੀਕੇ ਦੇ ਪ੍ਰੋਗਰਾਮ, ਉਹਨਾਂ ਦੀ ਸ਼ਬਦਾਵਲੀ ਤੇ ਜੋ ਉਹਨਾਂ ਦੇ ਕੰਮ ਨੇ ਸਿੱਖੀ ਪ੍ਰਤੀ ਦੇਖੇ ਤੇ ਮੇਰਾ ਮਨ ਗਦ-ਗਦ ਹੋ ਉੱਠਿਆ। ਤੇ ਮੇਰਾ ਇਹਨਾਂ ਨੂੰ ਸਵਾਲ ਹੈ ਕਿ ਜਿਹੜੇ ਵੀ ਕਿਸੇ ਵੀ ਕਾਰਨ ਕਰਕੇ, ਚਾਹੇ 1984 ਦੇ ਜਿਹੜੇ ਵਿਕਟਮਸ ਨੇ ਜਾਂ ਕਿਸੇ ਵੀ ਤਰੀਕੇ ਨਾਲ ਜਿਨ੍ਹਾਂ ਨੇ ਇੱਥੇ ਆ ਕੇ ਪੋਲੀਟੀਕਲ ਸਟੇ ਲਈ ਆ, ਤੁਸੀਂ ਉਹਨਾਂ ਦੇ ਲਈ ਵੀ ਉਹ ਵਾਪਸ ਇੰਡੀਆ, ਜਿੱਦਾਂ ਉਹਨਾਂ ਦੇ ਪਾਸਪੋਰਟ ਤਾਂ ਮਿਲੇ ਹੁੰਦੇ ਆ ਪਰ ਉਹ ਚਾਹੁੰਦੇ ਵੀ ਸਾਨੂੰ ਇੰਡੀਆ ਜਾਣ ਦੀ ਮਨਾਹੀ ਆ, ਵੀ ਤੁਸੀਂ ਕੋਈ ਉੱਥੋਂ ਉਪਰਾਲਾ ਕਰ ਸਕਦੇ ਆ ਜਾਂ ਕੀ ਹੋ ਸਕਦਾ ਜਾਂ ਤੇ ਕੋਈ ਹੋਪ ਹੈ? ਇਹ ਬਹੁਤ ਹੀ ਰੈਲੇਵੈਂਟ ਸਵਾਲ ਹੈ ਜਿਹੜੇ ਵੀ ਸਾਹਿਬ ਨੇ ਪੁੱਛਿਆ। ਇਹ ਸਾਡੀ ਵੀ ਬੜੀ ਵੱਡੀ ਚਿੰਤਾ ਹੈ ਕਿ 84 ਤੋਂ ਬਾਅਦ ਈਵਨ ਮੈਂ ਹਿੰਦੁਸਤਾਨ ਛੋੜ ਕੇ ਬਾਹਰ ਜਾਣਾ ਸੀ, ਮੇਰਾ ਛੋਟਾ ਬ੍ਰਦਰ ਗਿਆ, ਉਹ ਨਿਊਯਾਰਕ ਹੈਗਾ, ਕਿਉਂਕਿ ਜੋ ਹਾਲਾਤ ਸੀ ਹਿੰਦੁਸਤਾਨ ਦੇ ਵਿੱਚ, ਇਹ ਨਹੀਂ ਕਿ ਅਸੀਂ ਕੁਝ ਕਰਕੇ ਜਾ ਰਹੇ ਸੀਗੇ, ਉੱਥੇ ਰਹਿਣ ਦੇ ਹਾਲਾਤ ਹੀ ਨਹੀਂ ਸੀਗੇ। ਅਸੀਂ ਵੀ ਦਿੱਲੀ ਨੇ ਸਭ ਤੋਂ ਜ਼ਿਆਦਾ ਉਹਦਾ ਦੁਖਾਂਤ ਸਹਿਆ। ਕਈ ਲੋਕੀ ਹਿੰਦੁਸਤਾਨ ਛੱਡ ਕੇ ਬਾਹਰਲੇ ਮੁਲਕਾਂ 'ਚ ਆ ਕੇ ਉਹਨਾਂ ਨੇ ਪੋਲੀਟੀਕਲ ਅਸਾਈਲਮ ਲਿਆ। ਪੋਲੀਟੀਕਲ ਅਸਾਈਲਮ ਇਸ ਲਈ ਲਿਆ ਕਿ ਦੈਟ ਵਾਜ਼ ਦੀ ਸ਼ਾਰਟੈਸਟ ਕੱਟ ਟੂ ਦੀ ਇਮੀਗ੍ਰੇਸ਼ਨ ਆਫ ਦੈਟ ਕੰਟਰੀ। ਅੱਜ ਇੰਨੇ ਸਾਲ ਹੋ ਗਏ ਨੇ, ਅੱਜ ਇੰਡੀਅਨ ਗਵਰਨਮੈਂਟ ਉਹਨਾਂ ਨੂੰ ਜੇ ਵੀਜ਼ਾ ਨਹੀਂ ਦਿੰਦੀ, ਉਹਨਾਂ ਨੂੰ ਵਾਪਸ ਨਹੀਂ ਆਉਣ ਦਿੰਦੀ। ਅਸੀਂ ਇਹ ਇਸ਼ੂ ਜਿਹੜਾ ਇੰਡੀਅਨ ਗਵਰਨਮੈਂਟ ਨਾਲ ਚੁੱਕ ਰਹੇ ਹਾਂ ਕਿ ਤੁਸੀਂ ਜੰਮੂ ਕਸ਼ਮੀਰ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਐਡੀ ਵੱਡੀ ਤਸ਼ੱਦਦ ਕੀਤੀ ਹੈ, ਜਿਨ੍ਹਾਂ ਨੇ ਕਈ ਹਜ਼ਾਰਾਂ ਲੋਕਾਂ ਨੂੰ ਮਾਰਿਆ ਹੈ, ਜਿਨ੍ਹਾਂ ਨੇ ਉੱਥੇ ਬੰਬ ਚਲਾਏ ਨੇ, ਜਿਨ੍ਹਾਂ ਨੇ ਉੱਥੇ ਕਦੀ ਫੌਜ ਤੇ ਹਮਲੇ ਹੁੰਦੇ ਨੇ, ਕਦੀ ਕਿਤੇ ਹਮਲੇ ਹੁੰਦੇ ਨੇ, ਉਹਨਾਂ ਵਾਸਤੇ ਗਵਰਨਮੈਂਟ ਆਫ ਇੰਡੀਆ ਨੇ ਐਮਨੈਸਟੀ ਸਕੀਮ ਲਾਗੂ ਕਰ ਦਿੱਤੀ ਹੈ ਕਿ ਜਦੋਂ ਉਹਨਾਂ ਦਾ ਜੀ ਕਰੇ ਪਾਕਿਸਤਾਨ ਤੋਂ ਉੱਠਣ ਔਰ ਵਾਪਸ ਇੱਥੇ ਆ ਸਕਦੇ ਆ। ਮੈਂ ਪੁੱਛਣਾ ਚਾਹੁੰਦਾ ਕਿ ਸਿੱਖਾਂ ਨਾਲ ਇਹ ਵਤੀਰਾ ਕਿਉਂ ਹੋ ਰਿਹਾ ਕਿ ਜਿਹੜੇ ਲੋਕੀ ਇੱਥੋਂ ਕੁਝ ਕੀਤੇ ਬਗੈਰ ਗਏ ਆ, ਲੇਕਿਨ ਬਾਹਰ ਜਾ ਕੇ ਆਪਣੇ ਬੱਚਿਆਂ ਦੇ ਸੇਫ ਹੈਵਨ ਵਾਸਤੇ, ਆਪਣੀ ਰੋਟੀ ਕਮਾਉਣ ਵਾਸਤੇ ਉਹਨਾਂ ਨੇ ਪੋਲੀਟੀਕਲ ਅਸਾਈਲਮ ਲਿਆ। ਅੱਜ ਉਹਨਾਂ ਦੀ ਰੁਕਾਵਟ ਇੰਨੇ ਸਾਲਾਂ ਬਾਅਦ ਕਿਉਂ ਹੈ? ਅਗਰ ਤੁਸੀਂ ਜੰਮੂ ਕਸ਼ਮੀਰ ਵਾਲਿਆਂ ਨੂੰ ਐਮਨੈਸਟੀ ਦੇ ਰਹੇ ਹੋ, ਗਿਵ ਐਮਨੈਸਟੀ ਟੂ ਸਿੱਖਸ ਆਲਸੋ। ਨਾਓ ਦੈਟ ਪ੍ਰੋਬਲਮ ਆਫ 80s ਇਜ਼ ਓਵਰ। ਉਹ ਮੇਨ ਸਟ੍ਰੀਮ 'ਚ ਆਉਣਾ ਚਾਹੁੰਦੇ ਆ, ਤੇ ਇਹ ਮੈਂ ਸਮਝਦਾ ਗਵਰਨਮੈਂਟ ਆਫ ਇੰਡੀਆ ਦੀ ਡਿਊਟੀ, ਔਰ ਅਸੀਂ ਪੂਰਾ ਪ੍ਰੈਸ਼ਰ ਬਣਾਵਾਂਗੇ ਕਿ ਇਹਨਾਂ ਲੋਕਾਂ ਨੂੰ ਵਾਪਸ ਲੈ ਕੇ ਜਾਵਾਂਗੇ ਤੇ ਆਪਣੀ ਪਿਲ ਤੇ ਜਿਹੜੇ ਆਉਣਾ ਚਾਹੁੰਦੇ ਹੋਣ। ਤੁਸੀਂ ਕੀ ਚਾਹੁੰਦੇ ਵੀ ਜੇ ਤੁਹਾਨੂੰ ਇੱਥੋਂ ਬਾਹਰੋਂ ਕਿੱਦਾਂ ਦੀ ਸਪੋਰਟ ਚਾਹੀਦੀ ਹੈ? ਮੀਡੀਆ ਦੇ ਪੱਖ ਤੋਂ ਜਾਂ ਪੋਲੀਟੀਕਲ ਲੈਵਲ ਤੋਂ ਕਿੱਦਾਂ ਦੀ ਸਪੋਰਟ ਚਾਹੀਦੀ ਹੈ ਤਾਂ ਕਿ ਤੁਹਾਨੂੰ ਵੀ ਥੋੜੀ ਆਸਾਨੀ ਹੋ ਜਾਵੇ ਇਸ ਚੀਜ਼ ਦੇ ਵਿੱਚ? ਅਸੀਂ ਅੱਜ ਸਾਡੇ ਇੱਥੋਂ ਦੇ ਜਿਹੜੇ ਮੈਂਬਰ ਪਾਰਲੀਮੈਂਟ ਨੇ, ਪੌਲ ਉੱਪਰ ਹੋਰਾਂ ਨਾਲ ਵੀ ਮੀਟਿੰਗ ਸੀ, ਇਹ ਇਸ਼ੂ ਉਹਨਾਂ ਨਾਲ ਵੀ ਡਿਸਕਸ ਹੋਇਆ ਕਿ ਬ੍ਰਿਟਨ ਗਵਰਨਮੈਂਟ ਨੂੰ ਵੀ ਅਸੀਂ ਚਾਹਾਂਗੇ ਕਿ ਇਸ ਤੋਂ ਅਵੇਅਰ ਕਰਾਉਣਾ ਕਿ ਜਿਹੜੀ ਇੱਥੋਂ ਦੀ ਇੰਡੀਅਨਸ ਦੀ ਸਿੱਖਾਂ ਦੀ ਪ੍ਰੋਬਲਮ ਹੈ, ਔਰ ਇਹਦਾ ਜ਼ਿਆਦਾ ਰੋਲ ਗਵਰਨਮੈਂਟ ਆਫ ਇੰਡੀਆ ਦੀ ਪਾਲਿਸੀ ਦੇ ਉੱਤੇ ਹੈ ਕਿ ਸਾਨੂੰ ਗਵਰਨਮੈਂਟ ਆਫ ਇੰਡੀਆ ਦੀ ਪਾਲਿਸੀ ਬਦਲਾਉਣ ਦੇ ਵਿੱਚ ਪ੍ਰੈਸ਼ਰ ਬਣਾਉਣਾ ਪਏਗਾ। ਇਹੀ ਗੱਲ ਅਸੀਂ ਸਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨਾਲ, ਮੁੱਖ ਮੰਤਰੀ ਹੋਰਾਂ ਨਾਲ ਵੀ ਕੀਤੀ ਹੈ ਕਿ ਬਹੁਤ ਵੱਡੀ ਕਮਿਊਨਿਟੀ ਹੈ ਜਿਨ੍ਹਾਂ ਨੂੰ ਬਾਹਰ ਤੋਂ ਆਉਣ ਤੋਂ ਰੋਕ ਲਾਈ ਗਈ ਹੈ, ਉਹਨਾਂ ਨੂੰ ਵਾਪਸ ਆਉਣ ਦੇਣਾ ਚਾਹੀਦਾ। ਉਹ ਵੀ ਆਪਣੇ ਵਤਨ ਆਉਣਾ ਚਾਹੁੰਦੇ ਨੇ, ਆਪਣੇ ਰਿਸ਼ਤੇਦਾਰਾਂ ਨੂੰ ਜਿਹੜੀ ਜਗ੍ਹਾ ਉਹ ਜੰਮੇ ਨੇ। ਅਗਲੀਆਂ ਜਨਰੇਸ਼ਨਾਂ ਨੇ ਤੇ ਹਲੇ ਉਹ ਦੇਖਿਆ ਹੀ ਨਹੀਂ ਥਾਵਾਂ, ਲੇਕਿਨ ਜਿਹੜੇ ਸਾਡੇ ਵੱਡੇ ਹਲੇ ਹੈਗੇ ਨੇ ਉਹਨਾਂ ਨੂੰ ਆਉਣ ਦੀ ਪਰਮਿਸ਼ਨ ਹੋਣੀ ਚਾਹੀਦੀ। ਐਂਡ ਵੀ ਆਰ ਵਰਕਿੰਗ ਔਨ ਇਟ, ਐਂਡ ਬਹੁਤ ਜਲਦੀ ਮੈਨੂੰ ਲੱਗਦਾ ਹੈ ਕਿ ਜਾਂ ਤਾਂ ਇਹ ਸਰਕਾਰ ਫੈਸਲਾ ਲਊਗੀ, ਨਹੀਂ ਤੇ 2014 ਚ ਜਿਹੜੀ ਨਵੀਂ ਸਰਕਾਰ ਆਏਗੀ ਉਹਦੇ ਕੋਲੋਂ ਅਸੀਂ ਫੈਸਲਾ ਕਰਾਉਣ ਦੇ ਵਿੱਚ ਕਾਮਯਾਬ ਹੋਵਾਂਗੇ। ਸੋ ਤੁਸੀਂ ਇਸ ਵੇਲੇ ਵਿਚਾਰਾਂ ਦੀ ਸਾਂਝ ਪਾ ਰਹੇ ਹੋ ਸਰਦਾਰ ਮਨਜੀਤ ਸਿੰਘ ਜੀ ਦੇ ਨਾਲ। ਜਿਹੜੇ ਵੀ ਵੀਰ ਭੈਣ ਭਰਾ ਪੂਰੇ ਯੂਕੇ ਦੇ ਵਿੱਚ, ਪੂਰੇ ਯੂਰਪ ਦੇ ਵਿੱਚ, ਪੂਰੇ ਵਰਲਡ ਦੇ ਵਿੱਚ ਸਿੱਖ ਚੈਨਲ ਦੇਖ ਰਹੇ ਨੇ, ਆਪਣੇ ਉਹਨਾਂ ਦੇ ਕੋਈ ਵੀ ਉਹਨਾਂ ਦੇ ਮਨ ਦੇ ਵਿੱਚ ਸਵਾਲ ਹੈ, ਉਹ 0121 380 1050 0121 380 1050 ਉੱਤੇ ਫੋਨ ਕਰਕੇ ਆਪਣੇ ਸਵਾਲ ਦੱਸ ਸਕਦੇ ਹੋ। ਤਾਂ ਮੈਂ ਚੱਲਦਾ ਹੁਣ ਆਪਣੀ ਜਿਹੜੀ ਸੰਗਤ ਇੱਥੇ ਪਹੁੰਚੀ ਹੋਈ ਹੈ, ਜਿਨ੍ਹਾਂ ਦੇ ਕੋਲ ਪੋਲੀਟੀਕਲ, ਧਾਰਮਿਕ, ਸੋਸ਼ਲ ਜਿੰਨੇ ਵੀ ਤਰ੍ਹਾਂ ਦੇ ਕੋਈ ਸਵਾਲ ਨੇ, ਅਸੀਂ ਉਹਨਾਂ ਸਾਂਝ ਪਾਉਂਦੇ ਹਾਂ। ਸੋ ਜਿਵੇਂ ਸਾਰੇ ਹੱਥ ਖੜਾ ਕਰ ਰਹੇ ਨੇ, ਸਭ ਤੋਂ ਪਹਿਲਾਂ ਅਸੀਂ ਚੱਲਦੇ ਹਾਂ ਡਾਕਟਰ ਗੁਰਨਾਮ ਸਿੰਘ ਜੀ ਵੱਲ। ਉਹਨਾਂ ਦਾ ਪੋਲੀਟੀਕਲ ਇਸ਼ੂ ਆ, ਸੋ ਅਸੀਂ ਪਾਉਂਦੇ ਹਾਂ ਸਾਂਝ ਉਹਨਾਂ ਦੇ ਨਾਲ। ਡਾਕਟਰ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਤੁਸੀਂ ਖੜੇ ਹੋ ਜਾਓਗੇ ਜੀ ਥੋੜਾ ਜਿਹਾ, ਤੇ ਤੁਸੀਂ ਤੁਹਾਡਾ ਕੀ ਸਵਾਲ ਹੈ ਜੀ? ਜੀ ਮੈਂ ਸਭ ਤੋਂ ਪਹਿਲਾਂ ਮੈਂ ਦਲਜੀਤ ਕੌਰ ਮਨਜੀਤ ਸਿੰਘ ਦਾ, ਪਰਮਜੀਤ ਸਿੰਘ ਤੁਹਾਨੂੰ ਵਧਾਈ ਦਿੰਦਾ, ਕਿਉਂਕਿ ਇਸ ਕਰਕੇ ਕਿ ਪਹਿਲਾ ਸਮਾਂ ਆ ਵੀ ਇੰਡੀਆ ਤੋਂ ਜਿਹੜੇ ਸਾਡੇ ਲੀਡਰ ਆ, ਸਿਰਫ ਨਹੀਂ ਤਾਂ ਗੁਰਦੁਆਰੇ ਸਰੋਪੇ ਲੈ ਕੇ ਥਾਪੀਆਂ ਲੈ ਕੇ ਤੱਕ ਜਾਂਦੇ। ਅੱਜ ਤੁਸੀਂ ਰੂਬਰੂ ਹੋਏ ਔਰ ਇਹ ਤੁਸੀਂ ਵਧਾਈ ਦੇ ਪਾਤਰ ਹੋ।
ਜਿਹੜਾ ਮੇਰਾ ਸਵਾਲ ਆ ਇਹਦੇ ਵਿੱਚ ਕੋਈ ਪੋਲੀਟੀਕਲ ਖੇਡ ਨਹੀਂ ਹੈਗੀ, ਕਲੈਰੀਫਿਕੇਸ਼ਨ ਵਾਸਤੇ ਮੈਂ ਪੁੱਛਣਾ ਔਰ ਮੈਂ ਇੰਗਲਿਸ਼ ਦੇ ਵਿੱਚ ਪੁੱਛੂੰਗਾ ਕਿਉਂਕਿ ਬਹੁਤੇ ਸਾਡੇ ਜਿਹੜੇ ਵਿਊਜ਼ ਨੇ ਉਹ ਇੰਗਲਿਸ਼ ਵੀ ਬੋਲਦੇ ਨੇ ਔਰ ਨੌਜਵਾਨਾਂ ਦੇ ਕਰਕੇ The issue is to do with the suggestion that Narendra Modi may become the next leader of the Bharatiya Janata Party. And ਜਿਹੜੀ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ ਉਹ ਬਿਲਕੁਲ ਉਹਨਾਂ ਦੇ ਨਾਲ ਇੱਕ ਹੈ. They are supporting them. So the question is this: Sikhism believes in a secular worldview. ਉਪਦੇਸ਼ ਚੋਂ ਵਰਨੋ ਕਸਾਂਝਾ, ਹਰਿਮੰਦਰ ਸਾਹਿਬ ਦੇ ਵੀ 4 ਦਰਵਾਜ਼ੇ ਨੇ ਔਰ ਜਿਹੜੀ BJP ਹੈਗੀ ਆ it is a Hindutva party. Last week there was a demonstration in London against Narendra Modi coming to this country. He is also allegedly responsible for massacres in Gujarat. Recently he was also been identified as suggesting that the Sikh farmers should be expelled from Gujarat. So the question for me is, to what extent are you in alliance with the Hindutva movement, or can you give us assurances that you are not dictated? Because recently you were supported in your election by Prakash Singh Badal openly, and his son in fact came to your rallies as well. So could you reassure the Sangat that you are not a Hindutva party or a Hindutva supporter? ਹਾਂਜੀ ਮਨਜੀਤ ਸਿੰਘ ਜੀ। ਇਸ ਤਰ੍ਹਾਂ ਜੀ ਕਿ ਮੈਂ ਇਸ ਚੈਨਲ ਤੋਂ ਬੜਾ ਕਲੀਅਰ ਕਰਨਾ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਦੀ BJP ਨਾਲ ਪੋਲੀਟੀਕਲ ਸਾਂਝ ਹੈ। There is no doubt about it. In no simple words ਮੈਂ ਇਹਨੂੰ ਮਿੰਸ ਨਹੀਂ ਕਰਨਾ ਚਾਹੁੰਦਾ. I want to make it very clear that we are in alliance with ਭਾਰਤੀ ਜਨਤਾ ਪਾਰਟੀ ਨੰਬਰ 1. ਉਹ ਹਿੰਦੂਤਵ ਪਾਰਟੀ ਹੈ ਕਿ ਨਹੀਂ ਹੈ, we are not concerned about that. There is a common minimum program between ਅਕਾਲੀ ਦਲ and ਭਾਰਤੀ ਜਨਤਾ ਪਾਰਟੀ. ਹੁਣ ਅਕਾਲੀ ਦਲ ਸਟੇਟਾਂ ਨੂੰ ਵੱਧ ਅਧਿਕਾਰਾਂ ਦੀ ਗੱਲ ਕਰਦੀ ਹੈ, ਭਾਰਤੀ ਜਨਤਾ ਪਾਰਟੀ ਉਹਦੇ ਹੱਕ 'ਚ ਨਹੀਂ ਹੈ। ਹੁਣ ਕਸ਼ਮੀਰ ਦੇ ਵਿੱਚ ਜਿਹੜੀ ਧਾਰਾ 370 ਆ ਉਹ ਉਸ ਨੂੰ ਅਬੋਲਿਸ਼ ਕਰਨ ਦੀ ਗੱਲ ਕਰਦੀ ਹੈ, ਅਕਾਲੀ ਦਲ ਉਸ ਨੂੰ ਅਬੋਲਿਸ਼ ਕਰਨ ਦੀ ਗੱਲ ਨਹੀਂ ਕਰਦਾ। ਸੋ ਸਾਨੂੰ ਅਗਰ ਮੇਨ ਨੈਸ਼ਨਲ ਲੈਵਲ ਤੇ ਆਪਣੀ ਰਿਪਰੈਜ਼ੈਂਟੇਸ਼ਨ ਲੈ ਕੇ ਆਣੀ ਹੈ ਤੇ ਸਾਨੂੰ ਕਿਸੇ ਨਾ ਕਿਸੇ ਪੋਲੀਟੀਕਲ ਪਾਰਟੀ ਨਾਲ ਰਹਿਣਾ ਪਊਗਾ। ਕਾਂਗਰਸ ਨੇ ਜੋ ਸਾਡੇ ਨਾਲ 84 ਕੀਤਾ ਅਸੀਂ ਬਿਲਕੁਲ ਨਹੀਂ ਜਾ ਸਕਦੇ। ਭਾਰਤੀ ਜਨਤਾ ਪਾਰਟੀ ਦੇ ਨਾਲ ਸਾਡਾ ਅਲਾਇੰਸ ਬਹੁਤ ਪੁਰਾਣਾ ਹੈ, ਹਿਸਟੋਰੀਕਲ ਹੈ। ਸਾਡੇ ਇਸ਼ੂਜ਼ ਦੇ ਉੱਤੇ ਕਿਤੇ ਵੀ ਉਹ ਸਾਨੂੰ ਕ੍ਰਾਸ ਨਹੀਂ ਕਰਦੇ, ਜਿੱਥੇ ਵੀ ਲੋੜ ਹੁੰਦੀ ਹੈ ਸਾਨੂੰ ਮਦਦ ਕਰਦੇ ਹੈ। ਐਂਡ ਵੀ ਆਰ ਵੈਰੀ ਮਚ ਗੋਇੰਗ ਫॉर ਦੀ ਇਲੈਕਸ਼ਨਸ ਵਿਦ ਭਾਰਤੀ ਜਨਤਾ ਪਾਰਟੀ ਇਨ 2013 ਜਿਹੜੀ ਦਿੱਲੀ ਦੀਆਂ ਵਿਧਾਨ ਸਭਾ ਇਲੈਕਸ਼ਨ ਆ ਰਹੀਆਂ ਤੇ 2014 ਦੀਆਂ ਜਿਹੜੀਆਂ ਇਲੈਕਸ਼ਨਸ ਆ ਰਹੀਆਂ ਉਹਨਾਂ ਦਾ ਕੀ ਏਜੰਡਾ ਕੀ ਨਹੀਂ ਹੈ, ਵੀ ਆਰ ਨਾਟ ਕੰਸਰਨਡ ਅਬਾਊਟ ਦੈਟ। ਜੇ ਤੁਸੀਂ ਉਹਨਾਂ ਨੂੰ ਕਹਿੰਦੇ ਕਿ ਉਹਨਾਂ ਦੇ ਉੱਤੇ ਕਿਸੇ ਦਾ ਲੇਬਲ ਲੱਗਦਾ ਕਿਸੇ ਨੂੰ ਮਾਰਨ ਦਾ, ਤੇ ਕਾਂਗਰਸ ਤੇ ਵੀ ਲੱਗਦਾ। ਜੇ ਤੁਸੀਂ ਮੁਲਾਇਮ ਸਿੰਘ ਦੀ ਪਾਰਟੀ ਕੋਲ ਜਾਓਗੇ ਉਹਨਾਂ ਤੇ ਵੀ ਕਿਸੇ ਨੂੰ ਮਾਰਨ ਦਾ ਲੇਬਲ ਲੱਗੇਗਾ। ਜੇ ਤੁਸੀਂ ਮਾਇਆਵਤੀ ਦੀ ਪਾਰਟੀ ਜਾਓਗੇ ਉਹਨਾਂ ਦੇ ਉੱਤੇ ਵੀ ਕਿਸੇ ਨਾ ਕਿਸੇ ਦਾ ਲੇਬਲ ਲੱਗੇਗਾ। ਤੇ ਸਾਡੇ ਉੱਤੇ ਸਿੱਖਾਂ ਦੇ ਉੱਤੇ ਵੀ ਲੇਬਲ ਲੱਗਦਾ ਕਿ ਤੁਸੀਂ ਫਲਾਣੇ ਨੂੰ ਮਾਰਿਆ ਫਲਾਣੇ। ਅਸੀਂ ਹੁਣ ਰਾਜੋਵਾਣਾ ਸਾਹਿਬ ਨੂੰ ਅਸੀਂ ਸਰੋਪਾ ਦਿੰਦੇ ਹਾਂ ਜਾਂ ਅਸੀਂ ਉਹਨਾਂ ਨੂੰ ਜਿੰਦਾ ਸ਼ਹੀਦ ਕਿਹਾ, ਸਾਡਾ ਬੜਾ ਕ੍ਰਿਟਿਸਿਜ਼ਮ ਹੋਇਆ। ਟੂ ਹੈਲ ਵਿਦ ਇਟ, ਇਹਨਾਂ ਨੂੰ ਕ੍ਰਿਟਿਸਾਈਜ਼ ਕਰਨ ਦਿਓ। ਜਿਹੜੇ ਲੋਕਾਂ ਨੇ ਸਾਡੇ ਲੋਕਾਂ ਦੇ ਉੱਤੇ ਤਸ਼ੱਦਦ ਕੀਤਾ ਹੈ ਅਸੀਂ ਉਹਨਾਂ ਦੇ ਖਿਲਾਫ ਜਿਹਾਦ ਛੇੜਿਆ ਹੋਇਆ, ਛੇੜਾਂਗੇ, ਅੱਗੋਂ ਵੀ ਲੜਾਂਗੇ। ਲੇਕਿਨ ਅਗਰ ਅਸੀਂ ਨੈਸ਼ਨਲ ਪੋਲਿਟਿਕਸ 'ਚ ਆਉਣਾ ਹੈ ਸਿੱਖਾਂ ਨੇ ਤੇ ਸਾਨੂੰ ਕਿਸੇ ਨਾਲ ਅਲਾਇੰਸ ਕਰਨਾ ਪਏਗਾ। ਤੇ ਫਿਰ ਜਿਹਦੇ ਨਾਲ ਸਭ ਤੋਂ ਨੇੜਤਾ ਸਾਨੂੰ ਲੱਗਦੀ ਹੈ, ਜਿਹਦੇ ਉੱਤੇ ਕੋਈ ਸਾਡੇ ਨਾਲ ਐਸਾ ਰਾਬਤਾ ਨਹੀਂ ਹੈ, ਮੇਰਾ ਖਿਆਲ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਨਾਲ ਸਾਡਾ ਅਲਾਇੰਸ ਹੈਗਾ ਔਰ ਅਸੀਂ ਇਸ ਨੂੰ ਓਪਨਲੀ ਐਡਮਿਟ ਕਰਦੇ ਹਾਂ, ਅਸੀਂ ਕੁਝ ਛੁਪਾਉਂਦੇ ਨਹੀਂ ਇਸ ਗੱਲ। ਸਰਦਾਰ ਮਨਜੀਤ ਸਿੰਘ ਜੀ, ਕਈ ਤੁਸੀਂ ਹੁਣੇ ਆਪਣੇ ਵਿਚਾਰਾਂ ਦੇ ਵਿੱਚ ਇਹ ਸਾਂਝ ਪਾਈ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਦਾ ਹਿਸਟੋਰਿਕ ਸਾਂਝ ਆ, ਤੁਸੀਂ ਕੋਈ ਐਗਜ਼ਾਮਪਲ ਦੇ ਸਕਦੇ ਆ ਵੀ ਕਿਸ ਕਿਸ ਮੌਕੇ ਤੇ, ਕੋਈ ਇੱਕ ਛੋਟੀ ਐਗਜ਼ਾਮਪਲ ਵੀ, ਤਾਂ ਕਿ ਜਿਹੜੇ ਸਾਡੇ ਵਰਗੇ ਯੰਗਸਟਰ ਨੇ ਉਹਨਾਂ ਨੂੰ ਪਤਾ ਚੱਲ ਜਾਵੇ ਕਿ ਉਹ ਸਾਂਝ ਜਾਂ ਜਿਹੜੀ ਇਹ ਹਿਸਟੋਰਿਕ ਸਾਂਝ ਆ ਇਹਦੇ ਵਿੱਚ ਕਿੱਥੇ ਕੁ ਜ਼ਿਆਦਾ ਮਜ਼ਬੂਤੀ ਆ ਜਾਂ ਕਿਸ ਢੰਗ ਨਾਲ ਮਜ਼ਬੂਤੀ ਬਣੀ ਆ। ਇਸ ਤਰ੍ਹਾਂ ਕਿ ਜਦੋਂ ਐਮਰਜੈਂਸੀ ਦਾ ਮੋਰਚਾ ਲੱਗਾ ਸੀਗਾ, ਐਮਰਜੈਂਸੀ ਦੇ ਮੋਰਚੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਫੈਸਲਾ ਕੀਤਾ ਸੀ, ਜਿਹੜੀ ਉਦੋਂ ਜਨਤਾ ਪਾਰਟੀ ਬਣੀ ਸੀ, ਉਦੋਂ BJP ਦਾ ਨਾਂ ਨਹੀਂ ਹੁੰਦਾ ਸੀ, ਉਦੋਂ ਜਨਸੰਘ ਹੁੰਦਾ ਸੀਗਾ। ਉਹਦੇ ਵਿੱਚ ਕਈ ਪਾਰਟੀਆਂ ਹੋਰ ਸੀਗੀਆਂ ਔਰ ਜਿਹੜੀ ਮੂਵਮੈਂਟ ਚਲਾਈ ਸੀ ਜੈ ਪ੍ਰਕਾਸ਼ ਨਾਰਾਇਣ ਨੇ, 19 ਮਹੀਨੇ ਉਹ ਮੋਰਚਾ ਲੱਗਾ। ਜਨਸੰਘ ਵਾਲੇ ਮਾਫੀ ਮੰਗਾ, ਕਈ ਜਗ੍ਹਾ ਤੋਂ ਜੇਲ੍ਹਾਂ ਚੋਂ ਨਿਕਲ ਗਏ, ਲੇਕਿਨ ਅਕਾਲੀ ਦਲ ਨੇ 70,000 ਸਿੰਘ ਗ੍ਰਿਫਤਾਰ ਕਰਾਏ ਔਰ ਉਹ ਮੂਵਮੈਂਟ ਅਗਰ ਕਿਸੇ ਨੇ ਲਾਈਵ ਰੱਖੀ ਤੇ ਸ਼੍ਰੋਮਣੀ ਅਕਾਲੀ ਦਲ ਨੇ। ਅਗਲੀ ਗੱਲ ਮੈਂ ਕਰਦਾ, ਜਦੋਂ 1984 ਦੇ ਦੰਗੇ ਹੋਏ, ਤਿਲਕ ਨਗਰ ਜਿਹੜੀ ਸਿੱਖਾਂ ਦੀ ਸਭ ਤੋਂ ਵੱਧ ਵਸੋਂ ਹੈ ਦਿੱਲੀ ਦੇ ਵਿੱਚ, ਜਿਹਨੂੰ ਐਪਿਕ ਸੈਂਟਰ ਕਿਹਾ ਜਾ ਸਕਦਾ,
ਉੱਥੇ ਖਲੋ ਕੇ ਅਟਲ ਬਿਹਾਰੀ ਵਾਜਪਾਈ ਨੇ ਲੈਕਚਰ ਦਿੱਤਾ ਸੀ। ਉਸਨੇ ਕਿਹਾ ਸੀਗਾ ਕਿ 84 ਦੇ ਦੰਗੇ ਕਾਲਾ ਕਲੰਕ ਨੇ, ਕਾਲਾ ਧੱਬਾ ਹੈ ਡੈਮੋਕ੍ਰੇਸੀ ਦੇ ਉੱਤੇ ਔਰ ਇੰਡੀਅਨ ਹਿਸਟਰੀ ਦੇ ਉੱਤੇ। ਇਹ ਸਭ ਤੋਂ ਵੱਡਾ ਕਾਲਾ ਕਲੰਕ ਹੈ। ਇਹ ਉਸਨੇ ਗਟਸ ਕੀਤੇ ਸੀਗੇ ਸਾਡੇ ਲਈ ਆਹ ਦਾ ਨਾਰਾ ਮਾਰਨ ਲਈ, ਜਦੋਂ ਰਾਜੀਵ ਗਾਂਧੀ ਨੇ ਸਪੀਚ ਦਿੱਤੀ ਸੀਗੀ ਇੰਡੀਆ ਗੇਟ ਕਿ ਜਬ ਬੜਾ ਪੇੜ ਗਿਰਤਾ ਹੈ ਤਾਂ ਧਰਤੀ ਹਿਲਤੀ ਹੈ, ਉਦੋਂ ਇਹਨਾਂ ਨੇ ਸਾਡੀ ਬਾਹ ਫੜੀ ਸੀ। ਔਰ ਯਕੀਨ ਮੰਨਿਓ, ਇਹ ਲੈਕਚਰ ਦੇਣ ਤੋਂ ਬਾਅਦ ਜਦੋਂ ਰਿਜ਼ਲਟ ਆਇਆ ਇਲੈਕਸ਼ਨ ਦਾ, ਭਾਰਤੀ ਜਨਤਾ ਪਾਰਟੀ ਸਿਰਫ 2 ਸੀਟਾਂ ਤੇ ਰਹਿ ਗਈ ਸੀਗੀ। ਕਿਉਂ? ਕਿਉਂਕਿ ਉਹਨਾਂ ਨੇ ਸਾਡੇ ਵਾਸਤੇ ਆਹ ਦਾ ਨਾਰਾ ਮਾਰਿਆ ਸੀਗਾ। ਜਦੋਂ ਉਸ ਦੇ ਬਾਅਦ ਐਸਾ ਸਮਾਂ ਆਇਆ ਕਿ ਭਾਰਤੀ ਜਨਤਾ ਪਾਰਟੀ ਨੇ ਸਰਕਾਰ ਬਣਾਈ ਹਿੰਦੁਸਤਾਨ ਦੇ ਵਿੱਚ, ਤੇ ਮੈਂ ਸਮਝਦਾ ਵਾਂ ਕਿ ਸਾਡਾ ਉਹਨਾਂ ਨਾਲ ਅਲਾਇੰਸ ਹੈ। ਉਹਨਾਂ ਦੀ ਸੋਚ ਅਲੱਗ ਹੋ ਸਕਦੀ ਹੈ, ਉਹਨਾਂ ਦਾ ਆਪਣਾ ਕੋਈ ਮੈਨੀਫੈਸਟੋ ਹੋ ਸਕਦਾ ਹੈ, ਅਕਾਲੀ ਦਲ ਦਾ ਵੀ ਆਪਣਾ ਮੈਨੀਫੈਸਟੋ। ਅਸੀਂ ਆਪਣੇ ਤੇ ਪਹਿਰਾ ਦਿੰਦੇ ਹਾਂ, ਆਪਣੇ ਤੇ ਪਹਿਰਾ ਦੇਣ, ਲੇਕਿਨ ਦੇयर ਆਰ ਕਾਮਨ ਮਿਨੀਮਮ ਪ੍ਰੋਗਰਾਮ ਬਿਟਵੀਨ ਅਸ ਐਂਡ ਵੀ ਗੋ ਅਕੋਰਡਿੰਗ ਟੂ ਆਰ ਕਾਮਨ ਮਿਨੀਮਮ ਪ੍ਰੋਗਰਾਮ। ਸੋ ਮਨਜੀਤ ਸਿੰਘ ਜੀਕੇ ਜੀ ਨਾਲ ਪੈਰੀਏ ਵਿਚਾਰਨ ਸਾਂਝ ਤੇ ਤੁਸੀਂ ਦੇਖ ਰਹੇ ਹੋ ਸਕਾਈ 840 ਤੇ ਸਿੱਖ ਚੈਨਲ ਤੇ ਸਪੈਸ਼ਲ ਪ੍ਰੋਗਰਾਮ ਉਚੇਚੇ ਤੇ ਲਿਖਿਆ ਗਿਆ ਹੈ। ਤੇ ਜਿਹੜੇ ਵੀ ਘਰ ਬੈਠੇ ਇਸ ਪ੍ਰੋਗਰਾਮ ਵਾਚ ਦੇਖ ਰਹੇ ਨੇ ਤੇ ਉਹ ਚਾਹੁੰਦੇ ਨੇ ਵਿਚਾਰਨ ਸਾਂਝ ਪਾਣੀ ਤੇ 0121 380 1050 ਤੇ ਫੋਨ ਕਰਕੇ ਆਪਣਾ ਸਵਾਲ ਛੱਡ ਸਕਦੇ ਆ। ਤੇ ਅਸੀਂ ਅੱਜ ਬੜੇ ਹੀ ਵਧੀਆ ਢੰਗ ਦੇ ਨਾਲ ਜਿਹੜੇ ਕਈ ਚਿਰਾਂ ਤੋਂ ਕਈ ਮਸਲਿਆਂ ਦੇ ਗੱਲ ਹੋਣੀ ਦੀ ਅੱਜ ਵਫਦ ਇੱਥੇ ਪਹੁੰਚਿਆ ਤੇ ਵਿਚਾਰਨ ਸਾਂਝ ਪੈ ਰਹੀ ਹੈ। ਤਾਂ ਮੈਂ ਜੀਕੇ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਇੱਕ ਹੁਣੇ ਮੇਰੇ ਕੰਨ ਦੇ ਵਿੱਚ ਕਾਲ ਆਈ ਹੈ ਤੇ ਉਹਨਾਂ ਦਾ ਇਹ ਸਵਾਲ ਹੈ ਕਿ ਤੁਹਾਡੇ ਕੋਲ ਕੋਈ ਇੰਟਰਨੈਸ਼ਨਲ ਲੈਵਲ ਦੀ ਟੀਮ ਵੀ ਹੈਗੀ ਆ ਜਿਹੜੇ ਸਿੱਖਾਂ ਦੇ ਨਾਲ ਰਲ ਕੇ ਕੰਮ ਕਰਦੀ ਹੈ? ਜਿਵੇਂ ਤੁਸੀਂ ਅੱਜ ਵਫਦ ਆਏ ਹੋ, ਤੁਸੀਂ ਵਾਪਸ ਚਲੇ ਜਾਓਗੇ, ਤੁਹਾਡੀ ਇੱਥੇ ਕੋਈ ਨੁਮਾਇੰਦੇ ਜਾਂ ਕਿ ਕੋਈ ਕਿਸੇ ਨੂੰ ਕੋਈ ਮਸਲਾ ਹੈ, ਤੁਹਾਡੇ ਤੱਕ ਕਿਵੇਂ ਪਹੁੰਚ ਕੀਤੀ ਜਾ ਸਕਦੀ ਹੈ ਦੁਬਾਰਾ ਤੋਂ? ਇਸ ਤਰ੍ਹਾਂ ਕਿ ਅਸੀਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਡੀ ਵੈਬਸਾਈਟ ਹੈ, ਸਾਡੇ ਟੈਲੀਫੋਨ ਹੈ, ਜਿੱਥੇ ਕੋਈ ਮਸਲਾ ਹੋਵੇ ਸਾਨੂੰ ਅਪਰੋਚ ਕੀਤਾ ਜਾ ਸਕਦਾ। ਅਸੀਂ ਹੌਲੀ ਹੌਲੀ ਜਿਹੜੇ ਅਸੀਂ ਟ੍ਰਿਪ ਲਗਾਏ ਹੈ, ਇਹਦੇ ਵਿੱਚ ਅਸੀਂ ਆਇਡੈਂਟੀਫਾਈ ਕਰ ਰਹੇ ਹਾਂ। ਅਸੀਂ ਇੱਕ ਕਿਸਮ ਦੀ ਆਪਣੇ ਇੱਥੇ ਬੰਦੇ ਰਿਪਰੈਜ਼ੈਂਟੇਟਿਵ ਹਰੇਕ ਸ਼ਹਿਰ ਦੇ ਵਿੱਚ, ਹਰੇਕ ਮੁਲਕ ਦੇ ਵਿੱਚ ਰੱਖਾਂਗੇ, ਜਿਹੜੇ ਰਿਪਰੈਜ਼ੈਂਟ ਕਰਨਗੇ ਇੱਥੋਂ ਦੇ ਲੋਕਾਂ ਨੂੰ, ਸਾਡੇ ਤੱਕ ਇਹ ਇਸ਼ੂਜ਼ ਨੂੰ ਲੈ ਕੇ ਆਣਗੇ। ਮੈਂ ਸਮਝਦਾ ਵਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ, ਜਿੱਦਾਂ ਮੈਂ ਕਿਹਾ ਕਿ ਨੈਕਸਟ ਈਅਰ ਬਿਗਨਿੰਗ ਦੇ ਵਿੱਚ ਅਸੀਂ ਇੱਕ ਇੰਟਰਨੈਸ਼ਨਲ ਕਨਵੈਨਸ਼ਨ ਦਿੱਲੀ ਕਰਨ ਜਾ ਰਹੇ ਹਾਂ। ਸਾਰੇ ਮੁਲਕਾਂ ਦੇ ਰਿਪਰੈਜ਼ੈਂਟੇਟਿਵਸ ਨੂੰ ਬੁਲਾਇਆ ਜਾਊਗਾ। ਜਿਹੜੀ ਵੀ ਆ ਜਥੇਬੰਦੀਆਂ ਇਹਨਾਂ ਇਸ਼ੂਜ਼ ਦੇ ਉੱਤੇ ਕੰਮ ਕਰਦੀਆਂ ਪਈਆਂ ਉਹਨਾਂ ਨੂੰ ਇਨਵਾਈਟ ਕਰਾਂਗੇ। ਔਰ ਦਿੱਲੀ ਦੇ ਵਿੱਚ ਜਿੰਨੇ ਐਂਬੈਸਡਰਸ ਨੇ ਐਂਬੈਸੀਜ਼ ਦੇ, ਉਹਨਾਂ ਨੂੰ ਇਨਵਾਈਟ ਕਰਾਂਗੇ ਤਾਂ ਕਿ ਅਸੀਂ ਉੱਥੇ ਆਪਸ 'ਚ ਆਪਣੇ ਮਸਲੇ ਵੀ ਤੈਅ ਕਰ ਸਕੀਏ। ਉਹਨਾਂ ਦੇ ਉੱਤੇ ਅਗਲਾ ਰੋਡ ਮੈਪ ਕੀ ਬਣਾਉਣਾ ਉਹ ਵੀ ਅਸੀਂ ਇਸਟੈਬਲਿਸ਼ ਕਰ ਸਕੀਏ। ਪਲੱਸ ਜਿਹੜੇ ਐਂਬੈਸਡਰਸ ਨੇ ਦੂਜੀਆਂ ਐਂਬੈਸੀਆਂ ਦੇ, ਦੂਜੇ ਮੁਲਕਾਂ ਦੇ ਜਿਹੜੇ ਐਂਬੈਸਡਰਸ ਨੇ, ਉਹਨਾਂ ਨੂੰ ਅਸੀਂ ਦੱਸ ਸਕੀਏ ਕਿ ਸਾਡੀਆਂ ਇਹ ਦਿੱਕਤਾਂ ਹੈਗੀਆਂ ਨੇ, ਦੇ ਸ਼ੁੱਡ ਆਲਸੋ ਵਰਕ। ਐਂਡ ਸਭ ਤੋਂ ਵੱਡੀ ਗੱਲ, ਗਵਰਨਮੈਂਟ ਆਫ ਇੰਡੀਆ ਜਿਹੜੀ ਹਮੇਸ਼ਾ ਸੌਫਟ ਸਟੈਂਡ ਲੈਂਦੀ ਹੈ, ਜਿਹੜੀ ਹਮੇਸ਼ਾ, ਮੈਂ ਸਮਝਦਾ ਕਿ ਤੁਸੀਂ ਇਹ ਦੇਖ ਲਓ ਕਿ ਅਗਰ ਅਮਰੀਕਨ ਸਿਟੀਜ਼ਨ ਕਿਤੇ ਫਸਿਆ ਹੋਵੇ, ਬ੍ਰਿਟਿਸ਼ ਸਿਟੀਜ਼ਨ ਕਿਤੇ ਫਸਿਆ ਹੋਵੇ ਤੇ ਇਹ ਆਲ ਆਊਟ ਜਾਂਦੇ ਨੇ ਉਹਨੂੰ ਕੱਢ ਕੇ ਲਿਆਉਣ ਵਾਸਤੇ। ਲੇਕਿਨ ਹਿੰਦੁਸਤਾਨੀ ਕਿਤੇ ਵਾਸਤੇ ਹੁਣ ਕੋਈ ਪ੍ਰੋਬਲਮ ਆ ਜਾਵੇ, ਸਾਡੀ ਸਰਕਾਰ ਦੇ ਸਿਰ ਤੇ ਜੂੰ ਨਹੀਂ ਰੇਂਗਦੀ। ਮੈਂ ਸਮਝਦਾ ਕਿ ਸਾਡੀ ਸਰਕਾਰ ਨੂੰ ਥੋੜਾ ਟਫ ਸਟੈਂਡ ਲੈਣਾ ਪਏਗਾ ਉਹਨਾਂ ਨੂੰ। ਔਰ ਜਦ ਕਿ ਇੰਡੀਆ ਇਜ਼ ਅ ਬਿਗ ਇਕਨੋਮੀ ਨਾਓ, ਅਗਰ ਜਿੰਨੀ ਮਰਜ਼ੀ ਅੱਜ ਹਾਲਤ ਉੱਥੇ ਖਰਾਬ ਹੋ ਰਹੀ ਹੋਵੇ, ਜੇ ਓਬਾਮਾ ਆਂਦਾ ਤੇ ਉੱਥੇ ਸਮਾਨ ਵੇਚਣ ਆਂਦਾ, 50,000 ਜੌਬਸ ਆਪਣੇ ਕੰਟਰੀ ਦੀ ਸਿਕਿਉਰ ਕਰਨ ਆਂਦਾ। ਅੱਜ ਬ੍ਰਿਟਿਸ਼ ਹੈ, ਅੱਜ ਫਰਾਂਸ ਹੈ, ਇਹਨਾਂ ਲੋਕਾਂ ਨੂੰ ਲੋੜ ਹੈ ਹਿੰਦੁਸਤਾਨ ਦੇ ਵਿੱਚ ਆਪਣਾ ਮਾਲ ਵੇਚਣ ਦੀ, ਬਿਕੋਜ਼ ਦੈਟ ਇਜ਼ ਦੀ ਬਿਗੇਸਟ ਕੰਜ਼ਿਊਮਰ ਮਾਰਕੀਟ। ਅੱਜ ਇਕਨੋਮਿਕਸ ਦਾ ਜ਼ਮਾਨਾ ਆ ਚੁੱਕਾ। ਅੱਜ ਮੈਂ ਸਮਝਦਾ ਗਲੋਬਲਾਈਜੇਸ਼ਨ ਦੇ ਵਿੱਚ ਇੰਡੀਆ ਕੈਨ ਡਿਕਟੇਟ ਟਰਮਸ, ਬਟ ਦੇ ਕੈਨ ਓਨਲੀ ਡਿਕਟੇਟ ਟਰਮਸ ਵੈਨ ਆਰ ਗਵਰਨਮੈਂਟ ਇਜ਼ ਫਰਮ। ਸਾਡੀ ਗਵਰਨਮੈਂਟ ਆਪਣੇ ਸਿਟੀਜ਼ਨਸ ਵਾਸਤੇ ਉਹ ਸਾਰੇ ਕੰਮ ਕਰੇ ਜੋ ਇਹਨੂੰ ਕਰਨੇ ਚਾਹੀਦੇ ਨੇ। ਦੇ ਸ਼ੁੱਡ ਆਲਸੋ ਡਿਕਟੇਟ other countries that yes we need to do this on this issue। ਮੇਰਾ ਖਿਆਲ ਹੈ ਕਿ ਇਹ ਲੋੜ ਹੈ ਸਾਡੀ ਸਰਕਾਰ ਨੂੰ ਟਫ ਹੋਣ ਦੀ। ਤੁਹਾਡਾ ਬਹੁਤ ਧੰਨਵਾਦ ਜੀ, ਕਿਉਂਕਿ ਕਾਲਸ ਵੀ ਬਹੁਤ ਆ ਰਹੀਆਂ ਨੇ ਤੇ ਸਾਡੀ ਸੰਗਤਾਂ ਦੇ ਵਿੱਚ ਵੀ ਬੜੇ ਸਵਾਲ ਨੇ। ਪਰ ਸੰਗਤਾਂ ਦੇ ਵਿੱਚ ਜਾਣ ਤੋਂ ਪਹਿਲਾਂ ਮੈਂ ਆਪਣੇ ਪੈਨ ਵੱਲ ਚੱਲ ਜਾਵਾਂ। ਸਰਦਾਰ ਸਰਦੂਲ ਸਿੰਘ ਜੀ ਮਾਰਵਾ ਜੀ ਨੂੰ ਮੈਂ ਰਿਕਵੈਸਟ ਕਰਦਾ ਹਾਂ ਕਿ ਤੁਸੀਂ ਆਪਣਾ ਪਹਿਲਾਂ ਸਵਾਲ ਰੱਖੋ ਤੇ ਬੜਾ ਸ਼ਾਰਟ ਰੱਖਣਾ ਤਾਂ ਕਿ ਅਸੀਂ ਸੰਗਤਾਂ ਵੱਲ ਵੀ ਦੁਬਾਰਾ ਤੋਂ ਆਉਣਾ ਹੈ ਜੀ। ਮਨਜੀਤ ਸਿੰਘ ਜੀ, ਮੈਂ ਤੁਹਾਨੂੰ ਦੱਸਾਂ ਵੀ ਜਿਹੜੇ ਸਿੱਖ ਨੇ ਰਿਐਕਸ਼ਨਰੀ ਪ੍ਰੋਐਕਟਿਵ ਕੋਈ ਨਹੀਂ। ਤੁਸੀਂ ਗਵਰਨਮੈਂਟ ਦੀ ਗੱਲ ਕਰੀ ਜਾਂਦੇ ਬਾਰ-ਬਾਰ, ਜਿੱਥੇ ਤੱਕ ਵੀ ਤੁਹਾਡੇ ਕੋਈ ਕੈਲੀਬਰ ਬੰਦਾ ਅੱਜ ਤੱਕ ਜੰਮਿਆ ਹੀ ਨਹੀਂ ਪੰਜਾਬ ਦੇ ਵਿੱਚ, ਸਿੱਖ ਕੋਈ ਹੈ ਹੀ ਨਹੀਂ ਜਿਹੜਾ ਉਹ ਮੁੜ ਕੇ ਆਪਣੇ ਬਣ ਜਾਵੇ ਫੋਰਨ ਮਿਨਿਸਟਰ, ਉਹ ਪ੍ਰਧਾਨ ਬਣ ਜਾਵੇ ਤੇ ਆਪਣੇ ਹੁਣ ਆਪਣੇ ਮੋਹਨ ਸਿੰਘ ਬਣ ਜਾਵੇ। ਤੇ ਤੁਸੀਂ ਅਕਾਲੀ ਦਲ ਇੱਕ ਛੋਟੀ ਜਿਹੀ ਪਾਰਟੀ ਲੈ ਕੇ ਕਿਸੇ ਨਾਲ ਭਾਈਵਾਲੀ ਕਦੇ ਨਹੀਂ ਚੱਲਦੀ ਹੁੰਦੀ। ਭਾਈਵਾਲੀ ਦੇ ਵਿੱਚ ਹਮੇਸ਼ਾ ਲੜਾਈ ਹੁੰਦੀ ਹੈ ਤੇ ਕਿੰਨਾ ਕੁ ਚਿਰ ਤੁਸੀਂ ਭਾਈਵਾਲੀ ਕਰੀ ਜਾਓਗੇ? ਤੁਸੀਂ ਕਿਉਂ ਨਹੀਂ ਆਪਣੇ ਆਪ ਦਿੱਲੀ ਦੇ ਵਿੱਚੋਂ ਉੱਠ ਕੇ ਉੱਥੇ ਦਾ ਚੀਫ ਮਿਨਿਸਟਰ ਬਣ ਕੇ ਤੁਸੀਂ ਉੱਥੋਂ ਹੋ ਕੇ ਉੱਥੇ ਹੀ ਤੁਰਦੇ? ਤੁਸੀਂ ਸਿਰਫ ਆਪਣੀਆਂ ਗੁਰਦੁਆਰਿਆਂ ਦੀਆਂ ਇਲੈਕਸ਼ਨਾਂ ਦੇ ਵਿੱਚ ਤੁਰੇ ਫਿਰਦੇ ਆ। ਤੁਸੀਂ ਅੱਜ ਤੱਕ ਪੋਲੀਟਿਕਸ ਨੂੰ ਸਮਝਿਆ ਹੀ ਨਹੀਂ।
ਤੁਸੀਂ ਉਸ ਪੋਲਿਟਿਕਸ ਨੂੰ ਸਮਝੋ, ਸਿੱਖੀ ਨੂੰ ਉੱਪਰ ਲੈ ਕੇ ਆਓ। ਕੀ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਮੈਂ ਸਮਝਦਾ ਕਿ ਤੁਹਾਡਾ ਸਵਾਲ ਤੇ ਬੜਾ ਰੈਲੇਵੈਂਟ ਹੈ ਕਿ ਤੁਸੀਂ ਜਿਹੜਾ ਸਵਾਲ ਕੀਤਾ ਹੈ ਬਿਲਕੁਲ ਠੀਕ ਹੈ ਕਿ ਸਾਡੇ ਕੋਲ ਪੋਲੀਟੀਕਲ ਤਾਕਤ ਹੋਣੀ ਚਾਹੀਦੀ ਹੈ, ਲੇਕਿਨ ਪੋਲੀਟੀਕਲ ਤਾਕਤ ਵਾਸਤੇ ਸਾਡਾ ਨੰਬਰ ਵੀ ਹੋਣਾ ਚਾਹੀਦਾ ਹੈ। ਸਾਡੀ ਕਮਿਊਨਿਟੀ 2% ਤੋਂ ਘੱਟ ਹੈ ਔਰ 2% ਦੇ ਘੱਟ ਹੋਣ ਦੇ ਨਾਲ ਜਿਹੜੀ ਸਾਡੇ ਕੋਲ ਪਾਵਰ ਵਾਸਤੇ ਜਿਹੜੀ ਤੁਸੀਂ ਪਾਵਰ ਪੋਲਿਟਿਕਸ ਦੀ ਗੱਲ ਕਰਦੇ ਹੋ ਉਹਦੇ ਵਿੱਚ ਆਉਣ ਲਈ ਅਸੀਂ ਇਕੱਲੇ ਆਪਣੇ ਦਮ ਤੇ ਨਹੀਂ ਆ ਸਿਰਫ ਸਕਦੇ। 2% ਦੀ ਗੱਲ ਨਾ ਕਰੋ। ਅਗਰ ਤੁਹਾਡੇ ਕੋਲ ਪਾਲਿਸੀਜ਼ ਹੈਗੇ, ਲੋਕ ਪਾਲਿਸੀ ਨੂੰ ਸਮਝ ਕੇ ਵੋਟ ਪਾਉਂਦੇ ਆ, ਸਿਰਫ ਸਿੱਖ ਨੂੰ ਵੋਟ ਨਹੀਂ ਕਦੇ ਪਾਉਂਦੇ। ਇੱਥੇ ਅਸੀਂ ਸਿੱਖ ਕਾਉਂਸਲਰ ਬਣ ਗਏ ਆ, ਇੱਥੇ MP ਬਣ ਗਏ ਆ, ਅਸੀਂ 2% ਨਾਲ ਬਣੇ ਇੱਥੇ। ਨਹੀਂ, ਮੈਂ ਸਮਝਦਾ ਇੱਥੋਂ ਦੇ ਲੋਕ ਜਿਹੜੇ ਆ ਇਹ ਜ਼ਿਆਦਾ ਅਵੇਅਰ ਨੇ। ਇੱਥੋਂ ਦੇ ਲੋਕ ਜਿਹੜੇ ਨੇ ਇਹ ਜਾਤ ਪਾਤ ਦੀ ਰਾਜਨੀਤੀ ਇੱਥੇ ਨਹੀਂ ਹੁੰਦੀ, ਇੱਥੇ ਇਸ਼ੂਜ਼ ਬੇਸਡ ਰਾਜਨੀਤੀ Why don't ਹੁੰਦੀ you create that ਹੈ। then? ਬਟ ਇੰਡੀਆ ਇਜ਼ ਅ ਬਿਗ ਕੰਟਰੀ। ਉੱਥੇ ਕਈਆਂ ਨੂੰ ਤੇ ਇਹ ਵੀ ਨਹੀਂ ਪਤਾ ਵੋਟ ਦਾ ਮਤਲਬ ਕੀ ਹੈ। ਉੱਥੇ ਕਈਆਂ ਨੂੰ ਇਹ ਨਹੀਂ ਪਤਾ ਕਿ ਇਸ਼ੂਜ਼ ਕੀ ਹੈਗੇ ਵੋਟ ਖਰੀਦੀ ਜਾਂਦੀ ਹੈ। ਉੱਥੇ ਖਰੀਦੀ ਜਾਂਦੀ ਹੈ, ਉੱਥੇ ਸਭ ਕੁਝ ਹੁੰਦਾ ਹੈ। then whatever you were saying ਹੋਣਾ ਨਹੀਂ ਕੁਝ ਵੀ ਫਿਰ। ਸੋ ਅਸੀਂ ਮੈਂ ਚਾਹੁੰਦਾ ਵੀ ਜਿਹੜਾ ਵਿਚਾਰਾਂ ਦਾ ਸਿਲਸਿਲਾ ਬੜਾ ਹੁਣ ਗਰਮ ਹੋ ਰਿਹਾ ਹੈ, ਸੰਗਤਾਂ ਵਿੱਚੋਂ ਬੜੇ ਹੱਥ ਉੱਠ ਰਹੇ ਨੇ। ਸੋ ਮੈਂ ਇੱਕ ਇੱਕ ਕਰਕੇ ਸਾਰੇ ਕੋਲ ਆਉਣਾ ਜੀ। ਹਾਂਜੀ, ਗਿਆਨੀ ਚਮਕੌਰ ਸਿੰਘ ਜੀ, ਮੈਂ ਕਹਿੰਦਾ ਟਰਨ ਬਾਈ ਟਰਨ ਸਾਰੇ ਦੀ ਵਾਰੀ ਆਪਾਂ ਲੈਂਦੇ ਹਾਂ। ਹਾਂਜੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਸਵਾਲ ਇਹਨਾਂ ਸਾਰਿਆਂ ਸਵਾਲਾਂ ਤੋਂ ਹਟ ਕੇ ਹੈ ਕਿ ਤੁਸੀਂ ਪ੍ਰਬੰਧਕ ਕਮੇਟੀਆਂ ਸਾਡੀਆਂ ਦੋ ਵੱਡੀਆਂ ਨੇ, ਸ਼੍ਰੋਮਣੀ ਕਮੇਟੀ ਤੇ ਦੂਜੀ ਦਿੱਲੀ ਦੀ। ਅਸੀਂ ਇਹੋ ਜਿਹੇ ਕੁਐਸਚਨ ਕਰ ਰਹੇ ਹਾਂ ਜਿੱਦਾਂ ਇੱਥੇ ਤੁਸੀਂ ਚੀਫ ਮਿਨਿਸਟਰ ਆਏ ਹੋਣੇ, ਤੁਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੋ ਜੀਕੇ ਸਾਹਿਬ ਸਰਦਾਰ ਮਨਜੀਤ ਸਿੰਘ ਜੀ, ਤੁਹਾਨੂੰ ਜੀ ਆਇਆਂ ਸਿੱਖ ਚੈਨਲ ਵੱਲੋਂ, 10 ਵੱਲੋਂ। ਇਹਦੇ ਨਾਲ ਤੁਸੀਂ ਧਾਰਮਿਕ ਤੌਰ ਤੇ, ਮੇਰਾ ਧਾਰਮਿਕ ਕੁਐਸਚਨ ਹੈ ਕਿ ਏਕਤਾ ਬਾਰੇ ਕੀ ਕਰ ਰਹੇ? ਏਕਤਾ ਸਾਡੀ ਸੰਪਰਦਾਵਾਂ ਨੇ, ਸਾਡੀਆਂ ਮਰਜ਼ਾਦਾ ਨੇ। ਆਖਰ ਤੁਹਾਡੀ ਬਹੁਤ ਵੱਡੀ ਸੰਸਥਾ ਹੈ, ਧੰਨ ਭਾਗ ਨੇ। ਪਹਿਲੀ ਗੱਲ ਤਾਂ ਤੁਸੀਂ ਪਹਿਲੇ ਹੋ ਜਿਹੜੇ ਐਡਾ ਵੱਡਾ ਸਿੱਖਾਂ ਦਾ ਕੋਈ ਨੇਤਾ ਇੰਗਲੈਂਡ ਦੇ ਸਿੱਖਾਂ ਦੀ ਸਾਰ ਲਈ ਹੈ। ਅੱਜ ਤੱਕ ਕੋਈ ਨਹੀਂ ਆਈ। ਬਾਦਲ ਸਾਹਿਬ ਨਾਲ ਵੀ ਮੇਰੇ ਇੱਕ ਵਾਰੀ ਵਿਆਹ 'ਚ ਕਿਹਾ ਵੀ ਤੁਸੀਂ ਇੰਗਲੈਂਡ ਨੂੰ ਸਿੱਖਾਂ ਨੂੰ ਬਾਹਰ ਹੀ ਕੱਢ ਦਿੱਤਾ। ਉਹ ਕਹਿੰਦੇ ਸਾਡੇ ਪਾਸ ਟਾਈਮ ਹੀ ਨਹੀਂ। ਪਰ ਧੰਨ ਭਾਗ ਨੇ, ਤੁਹਾਨੂੰ ਜੀਵਾਂ ਆ, ਤੁਸੀਂ ਆਏ ਆ, ਕੋਟਾਨ ਕੋਟ ਤੁਹਾਡਾ ਸ਼ੁਕਰਾਨਾ। ਪਰ ਇਹਦੇ ਨਾਲ ਤੁਹਾਡੇ ਐਡੇ ਵੱਡੇ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਦਿੱਲੀ ਦੀ, ਤੇ ਏਕਤਾ ਬਾਰੇ ਤੁਸੀਂ ਕੀ ਕਰ ਰਹੇ ਹੋ? ਇਹ ਵੀ ਤੁਸੀਂ ਕੋਈ ਇੱਕ ਪਾਸੇ ਸਾਡੇ ਬੈਠੇ ਨੇ ਚੇਅਰਮੈਨ ਸਾਹਿਬ ਧਾਰਮਿਕ ਨੇ, ਤੇ ਇਹਦੇ ਬਾਰੇ ਵੀ ਤੁਸੀਂ ਜ਼ਰੂਰ ਸੋਚੋ। ਏਕਤਾ ਵੀ ਸਾਨੂੰ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਹੋਣਾ ਚਾਹੀਦਾ ਜੀ। ਬਹੁਤ ਹੀ ਵਧੀਆ ਸਵਾਲ ਹੈ। ਹਾਂਜੀ ਵੀਰ ਜੀ, ਕੌਣ ਜਵਾਬ ਦੇਣਾ ਚਾਹੂਗਾ, ਜੀਕੇ ਸਾਹਿਬ ਜਾਂ ਧਰਮ ਪ੍ਰਚਾਰ ਕਮੇਟੀ ਦੇ ਸਰਦਾਰ ਰਾਣਾ ਜੀ? ਇਹ ਤੁਹਾਡੀ ਖੁਸ਼ੀ ਹੈ, ਏਕਤਾ ਦੇ ਉੱਤੇ ਜਵਾਬ ਦੇਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਵੇਲੇ ਕੌਮ ਨੂੰ ਏਕਤਾ ਦੀ ਬਹੁਤ ਵੱਡੀ ਲੋੜ ਹੈ। ਗੱਲ ਇੱਦਾਂ ਹੈ ਜੀ ਕਿ ਪਹਿਲਾਂ ਤਾਂ ਸਿੱਖ ਚਲਾ ਧੰਨਵਾਦ ਕਰਾਂਗੇ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਇੱਧਰ ਦੀ ਸੰਗਤ ਦੇ ਦਰਸ਼ਨ ਕਰਨ ਦਾ। ਏਕਤਾ ਦੀ ਗੱਲ ਨੂੰ ਆਪਾਂ ਦੇਖੀਏ ਤਾਂ ਆਪਾਂ ਨਾਨਕਸ਼ਾਹੀ ਕੈਲੰਡਰ ਨੂੰ ਜਿਵੇਂ ਅਸੀਂ ਦੁਬਾਰਾ ਤੋਂ ਰਿਫਾਰਮ ਕੀਤਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਰਹਿਨੁਮਾਈ ਦੇ ਵਿੱਚ, ਉਹਦੇ ਵਿੱਚ ਅਸੀਂ ਸੰਤ ਪ੍ਰਦਾਨਾਂ ਨੂੰ ਨਾਲ ਲਿਆ, ਸੰਤ ਸਮਾਜ ਨੂੰ ਨਾਲ ਲਿਆ, ਵੱਡੇ ਅਕਾਲੀਆਂ ਨੂੰ ਨਾਲ ਲਿਆ, ਸਭ ਨੂੰ ਨਾਲ ਲੈ ਕੇ ਦੁਬਾਰਾ ਤੋਂ ਕੈਲੰਡਰ ਰਿਫਾਰਮ ਕੀਤਾ ਹੈ। ਔਰ ਸਾਨੂੰ ਇੱਕ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਏਕਤਾ ਤਾਂ ਹੀ ਕਾਇਮ ਹੋਏਗੀ ਜੇ ਆਪਾਂ ਸਾਰੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਨਤਮਸਤਕ ਹੋਵਾਂਗੇ, ਜੇ ਸਾਰੇ ਇੱਕ ਨਿਸ਼ਾਨ ਥੱਲੇ ਆਵਾਂਗੇ, ਜੇ ਸਾਰੇ ਇੱਕ ਗੁਰੂ ਦੀ ਗੱਲ ਕਰਾਂਗੇ, ਇੱਕ ਪੰਗਤ ਦੀ ਗੱਲ ਕਰਾਂਗੇ, ਇੱਕ ਸੰਗਤ ਦੀ ਗੱਲ ਕਰਾਂਗੇ। ਜਦ ਤੱਕ ਅਸੀਂ ਆਪਣੇ ਮਨ 'ਚ ਇਹ ਗੱਲਾਂ ਨਹੀਂ ਕਰਾਂਗੇ, ਅਸੀਂ ਇੱਥੇ ਆ ਕੇ ਦੇਖਿਆ ਰਾਮਗੜੀਆਂ ਦਾ ਗੁਰਦੁਆਰਾ, ਹੋਰ ਕਈ ਗੁਰਦੁਆਰੇ ਇੱਦਾਂ ਦਿੱਲੀ ਦੇ ਵਿੱਚ ਵੀ ਸ਼ੁਰੂ ਹੋ ਗਿਆ, ਇੱਦਾਂ ਹੋਰ ਕਈ ਜਗ੍ਹਾਵਾਂ ਵੀ ਸ਼ੁਰੂ ਹੋ ਗਿਆ। ਇਹ ਸਾਨੂੰ ਵੀ ਇਹਦੇ ਵਿੱਚ ਸਹਿਯੋਗ ਪਾਉਣਾ ਪਏਗਾ ਕਿ ਆਪਾਂ ਅਗਰ ਏਕਤਾ ਕਰਨਾ ਚਾਹੁੰਦੇ ਹਾਂ ਤੇ ਆਪਾਂ ਇੱਕ ਝੰਡੇ ਥੱਲੇ, ਇੱਕ ਨਿਸ਼ਾਨ ਸਾਹਿਬ ਥੱਲੇ, ਇੱਕ ਸ਼੍ਰੀ ਅਕਾਲ ਤਖਤ ਸਾਹਿਬ ਦੀ ਰਹਿਨੁਮਾਈ ਥੱਲੇ ਆਈਏ। ਉਹਨਾਂ ਨੂੰ ਲੈ ਕੇ ਕਿੱਦਾਂ ਆਉਣਾ ਜੀ? ਉਹਨਾਂ ਨੂੰ ਲੈ ਕੇ ਆਉਣਾ ਜਿਹੜਾ ਏਜੰਡਾ ਸਾਨੂੰ ਸ਼੍ਰੀ ਅਕਾਲ ਤਖਤ ਸਾਹਿਬ ਨੇ ਦਿੱਤਾ ਹੈ। ਜਿਵੇਂ ਨਾਨਕਸ਼ਾਹੀ ਕੈਲੰਡਰ ਦਾ ਹਾਲੇ ਵੀ ਵਿਵਾਦ ਚੱਲਦਾ ਪਿਆ, ਜਿਸ ਵੇਲੇ ਇੱਕ ਵੱਡੀ ਸੁਪਰੀਮ ਪਾਵਰ, ਇੱਕ ਸ਼੍ਰੀ ਅਕਾਲ ਤਖਤ ਦਾ ਜਿਹੜੀ ਗੁਰੂ ਸਾਹਿਬ ਦੇ ਹੱਥੋਂ ਸਾਂਝੀ ਸੰਸਥਾ ਹੈਗੀ ਹੈ, ਜਿੱਥੇ ਸਿੱਖਾਂ ਦੇ ਮਸਲੇ ਹੱਲ ਹੁੰਦੇ ਆ, ਜਿਹੜਾ ਤਖਤ ਉੱਚਾ, ਦਿੱਲੀ ਤੋਂ ਉੱਚਾ ਤਖਤ ਹੈ, ਜਦ ਆਪਾਂ ਉਹਦੇ ਖਿਲਾਫ ਖੜੇ ਹੋ ਜਾਂਦੇ ਹਾਂ ਤੇ ਇਸ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਜਥੇਦਾਰ ਦਾ ਜੋ ਵੀ ਹੁਕਮ ਆਉਂਦਾ ਸਾਨੂੰ ਉਹਨੂੰ ਫੋਲੋ ਕਰਨਾ ਚਾਹੀਦਾ। ਆਪਣੇ ਆਪ ਏਕਤਾ ਵੱਲ ਆਪਾਂ ਤੁਰ ਪਵਾਂਗੇ। ਓਕੇ ਜੀ। ਸੋ ਅਗਲਾ ਸਾਡਾ ਸਵਾਲ ਜਾਂਦਾ ਜੀ ਵੀਰ ਜੀ ਬਲਿਹਾਰ ਸਿੰਘ ਜੀ ਰਾਮਿਆਲ ਜੀ, ਤੁਸੀਂ ਤੁਹਾਡਾ ਕੀ ਸਵਾਲ ਹੈ ਜੀ? ਮੇਰਾ ਸਵਾਲ ਤਾਂ ਇਹੀ ਹੈ ਜੀ, ਤੁਹਾਡੇ ਤੋਂ ਪਹਿਲਾਂ ਸਰਦਾਰ ਪਰਮਜੀਤ ਸਿੰਘ ਸ਼ਰਨਾ ਜੋ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੰਨਾ ਸਾਲ ਪ੍ਰਧਾਨ ਰਹੇ, ਉਹਨਾਂ ਨੇ ਜਿਹੜੀਆਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਾਇਦਾਦਾਂ ਕੇਂਦਰ ਨੂੰ ਵੇਚ ਦਿੱਤੀਆਂ ਜਾਂ ਕਿਸੇ ਹੋਰ ਨੂੰ ਵੇਚ ਦਿੱਤੀਆਂ, ਕੀ ਤੁਸੀਂ ਉਹਨਾਂ ਤੇ ਕੇਸ ਚਲਾਓਗੇ? ਕੀ ਤੁਸੀਂ ਉਹਨਾਂ ਤੇ ਕੇਸ ਚਲਾ ਕੇ ਉਹਨਾਂ ਨੂੰ ਜੇਲ੍ਹ ਵਿੱਚ ਲੈ ਕੇ ਜਾਓਗੇ? ਐਂਡ ਦੂਸਰਾ ਮੇਰਾ ਨਾਲ ਹੀ ਸਵਾਲ ਹੈ, ਜਿਸ ਤਰ੍ਹਾਂ ਮਰਵਾਹਾ ਸਾਹਿਬ ਨੇ ਕਿਹਾ, ਸਾਡੀ ਅਕਾਲੀ ਦਲ ਬਾਦਲ ਜੋ ਯੂਕੇ ਦਾ ਸੁਣੀ ਬੈਠੇ, ਸਾਡੀ ਸਾਰਿਆਂ ਦੀ ਇਹੀ ਮੰਗ ਆ ਕਿ ਆਉਣ ਵਾਲੀ ਜੋ ਇਲੈਕਸ਼ਨ ਵਿਧਾਨ ਸਭਾ ਦੀ ਦਿੱਲੀ ਵਿੱਚ ਹੋ ਰਹੀ ਆ, ਤੁਸੀਂ ਵੱਧ ਤੋਂ ਵੱਧ ਉੱਥੇ ਕੈਂਡੀਡੇਟ ਅਕਾਲੀ ਦਲ ਦੇ ਖੜੇ ਕਰੋ ਅਤੇ ਤੁਸੀਂ ਹੁਣ ਇੱਥੇ ਅਪੀਲ ਕਰਕੇ ਜਾਓ ਕਿ ਜਿਸ ਤਰ੍ਹਾਂ ਸਿੱਖ ਸੰਗਤਾਂ ਨੇ ਤੁਹਾਨੂੰ ਪਿਆਰ ਤੇ ਸਤਿਕਾਰ ਦਿੱਤਾ, ਵਿਧਾਨ ਸਭਾ ਦੇ ਵਿੱਚ ਆਪਾਂ ਨੂੰ ਇਹੋ ਜਿਹੀ ਗੱਲਾਂ ਨਾ ਸੁਣਨੀਆਂ ਪੈਣ। ਸ਼੍ਰੋਮਣੀ ਅਕਾਲੀ ਦਲ ਬਾਦਲ
ਤਦੀ ਜਿੰਦਾ ਰਹਿ ਸਕਦਾ, ਸ਼੍ਰੋਮਣੀ ਅਕਾਲੀ ਦਲ ਤਦੀ ਜਿੰਦਾ ਰਹਿ ਸਕਦਾ, ਤਦੀ ਪੰਜਾਬ ਦੇ ਅਤੇ ਬਾਹਰ ਵਸਦੇ ਸਿੱਖ ਤਰੱਕੀ ਕਰ ਸਕਦੇ ਆ। ਅਗਰ ਆਪਾਂ ਚਾਹੇ ਉਹ ਦਿੱਲੀ ਵਿਧਾਨ ਸਭਾ ਹੋਵੇ, ਹਿਮਾਚਲ ਪ੍ਰਦੇਸ਼ ਹੋਵੇ, ਹਰਿਆਣਾ ਹੋਵੇ, ਆਪਣੇ ਵੱਧ ਤੋਂ ਵੱਧ MLA ਜਾਂ MP ਵਧਾਉਣ ਦੀ ਕੋਸ਼ਿਸ਼ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਜੀ, ਮਨਜੀਤ ਸਿੰਘ ਸਾਹਿਬ ਜੀ, ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਇੱਦਾਂ ਜੀ ਕਿ ਜਿਹੜੀ ਗੱਲ ਸਾਹ ਸਾਹਿਬ ਨੇ ਕੀਤੀ ਹੈ ਕਿ ਅਸੀਂ ਬਾਹਰਲੇ ਸਟੇਟਾਂ ਦੇ ਵਿੱਚ ਆਪਣੇ MLA ਦੀ ਗੱਲ ਕਰੀਏ। ਹਰਿਆਣੇ ਦੇ ਵਿੱਚ ਅਸੀਂ ਪਹਿਲੀ ਦਫਾ 2 ਸੀਟਾਂ ਲੜੀਆਂ, ਇੱਕ MLA ਅਸੀਂ ਆਪਣਾ ਜਿਤਾਇਆ। ਉਹ ਇਨੈਲੋ ਦੇ ਨਾਲ, ਇੰਡੀਅਨ ਨੈਸ਼ਨਲ ਲੋਕ ਦਲ ਦੇ ਨਾਲ ਆਪਾਂ ਮਿਲ ਕੇ ਕੀਤਾ। ਇਸੇ ਤਰੀਕੇ ਉੱਤਰਾਖੰਡ ਦੇ ਵਿੱਚ ਸਾਡਾ ਇੱਕ MLA ਜਿੱਤਿਆ ਉੱਤਰਾਖੰਡ ਦੇ ਵਿੱਚ। ਔਰ ਦਿੱਲੀ ਦੇ ਵਿੱਚ ਤੁਸੀਂ ਇਹ ਦੇਖ ਲਓ ਕਿ ਅਸੀਂ ਕਾਰਪੋਰੇਸ਼ਨ ਦੀਆਂ 7 ਸੀਟਾਂ ਸਾਨੂੰ ਮਿਲੀਆਂ ਸੀ, 7 ਦੇ ਵਿੱਚੋਂ ਅਸੀਂ 5 ਸੀਟਾਂ ਜਿੱਤੀਆਂ। ਹੁਣ ਇਲੈਕਸ਼ਨਾਂ ਆ ਰਹੀਆਂ ਨੇ MLAs ਦੀਆਂ ਦਿੱਲੀ ਦੇ ਵਿੱਚ। ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਵਾਂ ਕਿ ਇਹਨਾਂ ਇਲੈਕਸ਼ਨਾਂ ਦੇ ਵਿੱਚ ਅਕਾਲੀ ਦਲ ਆਪਣੀ ਪ੍ਰੈਜ਼ੈਂਸ ਪਹਿਲੀ ਦਫਾ ਸ਼ੋਅ ਕਰੇਗਾ ਦਿੱਲੀ ਦੇ ਵਿੱਚ। ਅੱਜ ਤੱਕ ਅਸੀਂ MLA ਕਦੀ ਨਹੀਂ ਜਿੱਤੇ। ਦੂਜੀ ਗੱਲ, ਸਾਹ ਸਾਹਿਬ ਨੇ ਸਵਾਲ ਕੀਤਾ ਸੀਗਾ ਪਹਿਲੇ ਜਿਹੜੇ ਬੋਲੇ ਸੀਗੇ ਬਾਦਲ ਸਾਹਿਬ ਬਾਰੇ। ਅਗਰ ਮੈਂ ਇੱਥੇ ਆ ਰਿਹਾ ਤੇ ਮੈਨੂੰ ਸਾਰ ਸੁਖਬੀਰ ਸਿੰਘ ਬਾਦਲ ਮੇਰੇ ਪ੍ਰਧਾਨ ਨੇ ਡਿਊਟੀ ਲਾਈ ਹੈ ਕਿ ਬਾਹਰਲੇ ਸਿੱਖਾਂ ਨਾਲ ਜਿੰਨਾ ਰਾਬਤਾ ਕਾਇਮ ਕੀਤਾ ਜਾਵੇ, ਜੋ ਦਿੱਕਤਾਂ ਹੈਗੀਆਂ ਉਸ ਨੂੰ ਸਮਝਿਆ ਜਾਵੇ, ਸੁਣਿਆ ਜਾਵੇ, ਔਰ ਅਸੀਂ ਉਹਨਾਂ ਵਾਸਤੇ ਕੀ ਐਫਰਟਸ ਕਰ ਸਕਦੇ ਹਾਂ ਉਹ ਐਫਰਟਸ ਕੀਤੀਆਂ ਜਾਣ। ਤੇ ਮੈਂ ਸਮਝਦਾ ਕਿ ਅਕਾਲੀ ਦਲ, ਅਗਰ ਮਨਜੀਤ ਸਿੰਘ ਇੱਥੇ ਆ ਰਿਹਾ ਤੇ ਅਕਾਲੀ ਦਲ ਦੀ ਲਾਈਨ ਹੈ। ਅਕਾਲੀ ਦਲ ਚਾਹੁੰਦਾ ਹੈ ਕਿ ਬਾਹਰ ਵਸਦੇ ਸਿੱਖਾਂ 'ਚ, ਕਿਉਂਕਿ ਬਹੁਤ ਵੱਡੀ ਆਬਾਦੀ ਸਾਡੀ ਹਿੰਦੁਸਤਾਨ ਤੋਂ ਬਾਹਰ ਰਹਿੰਦੀ ਹੈ, ਸਾਨੂੰ ਉਹਨਾਂ ਦੀ ਸਾਰ ਜ਼ਰੂਰ ਲੈਣੀ ਚਾਹੀਦੀ ਹੈ। ਔਰ ਇਹ ਠੀਕ ਕਿਹਾ ਮੇਰੇ ਤੋਂ ਪਹਿਲੇ ਕਿਸੇ ਨੇ ਕਿ ਕਈ ਅੱਗੇ ਲੀਡਰ ਆਉਂਦੇ ਸੀ, ਆ ਕੇ ਆਪਣੇ ਗੁਰਦੁਆਰੇ 'ਚ ਹੋ ਕੇ ਚਲੇ ਗਏ ਜਾਂ ਆਪਣਾ ਪਰਸਨਲ ਟੂਰ ਤੇ ਆ ਕੇ ਚਲੇ ਗਏ। ਸਾਡਾ ਐਸਾ ਕੋਈ ਏਜੰਡਾ ਨਹੀਂ। ਮੈਂ ਇੱਥੇ ਪ੍ਰਾਈਵੇਟ ਟੂਰ ਸੇ ਬਹੁਤ ਦਫਾ ਆਇਆ, ਮੈਂ ਵੀ ਨਹੀਂ ਕਿਸੇ ਨੂੰ ਮਿਲਿਆ। ਲੇਕਿਨ ਹੁਣ ਜਦੋਂ ਮੈਨੂੰ ਇੱਕ ਜ਼ਿੰਮੇਵਾਰੀ ਮਿਲੀ ਹੈ, ਮੇਰਾ ਫਰਜ਼ ਬਣਦਾ ਕਿ ਮੈਂ ਲੋਕਾਂ ਦੇ ਘਰ ਘਰ ਜਾ ਕੇ ਪਹੁੰਚਾਂ, ਉਹਨਾਂ ਨਾਲ ਰਾਬਤਾ ਕਾਇਮ ਕਰਾਂ, ਉਹਨਾਂ ਦੀ ਕੀ ਦਿੱਕਤਾਂ ਨੇ ਉਹ ਸਮਝੀਆਂ ਜਾਣ। ਔਰ ਗਵਰਨਮੈਂਟ ਆਫ ਇੰਡੀਆ ਦੇ ਵਿੱਚ ਅਸੀਂ ਇੰਨੀ ਕਿ ਭਾਵੇਂ ਦਿੱਲੀ ਗੁਰਦੁਆਰਾ ਕਮੇਟੀ ਕੋਈ ਪੋਲੀਟੀਕਲ ਬਾਡੀ ਤਾਂ ਨਹੀਂ ਹੈਗੀ, ਲੇਕਿਨ ਦਿੱਲੀ ਗੁਰਦੁਆਰਾ ਕਮੇਟੀ ਇੱਕ ਬਹੁਤ ਵੱਡੀ ਤਾਕਤ ਹੈ। ਔਰ ਪਿੱਛੇ ਉਹਦੇ ਅਕਾਲੀ ਦਲ ਖੜਾ। ਵੱਡੀਆਂ ਸਰਕਾਰਾਂ ਅੱਗੇ ਝੁਕਦੀਆਂ ਰਹੀਆਂ, ਅੱਗੋਂ ਵੀ ਝੁਕਣਗੀਆਂ, ਤੁਸੀਂ ਆਪ ਦੇਖੋਗੇ। ਸੋ ਅਸੀਂ ਚੱਲਦੇ ਹਾਂ ਅਗਲੇ ਸਵਾਲ ਦੇ ਵੱਲ। ਹਾਂਜੀ ਜੀ, ਤੁਹਾਡਾ ਕੀ ਸਵਾਲ ਹੈ ਜੀ? ਸਿੰਘ ਕਲਸੀ ਮੇਰੇ 2 ਕੁਐਸਚਨ ਨੇ, ਇੱਕ ਪੋਲਿਟਿਕਸ ਨਾਲ ਸੰਬੰਧਿਤ ਹੈ, ਇੱਕ ਧਰਮ ਨਾਲ ਸੰਬੰਧ ਹੈ। ਪੋਲਿਟਿਕਸ ਦੇ ਬਾਰੇ ਮੈਨੂੰ ਮਾਣ ਹੈ ਕਿ ਮੈਂ ਜਥੇਦਾਰ ਸੰਤੋਖ ਸਿੰਘ ਉਹਨਾਂ ਨੂੰ ਆਪਣੀ ਜ਼ਿੰਦਗੀ 'ਚ ਮਿਲਣ ਦਾ ਚਾਂਸ ਮਿਲਿਆ। ਮੈਨੂੰ ਬੜੀ ਵੱਡੀ ਤਾਕਤ ਸੀ, ਪਰ ਉਹ ਕਿਸੇ ਦੂਸਰੀ ਪਾਰਟੀ ਦੀ ਝੋਲੀ 'ਚ ਨਹੀਂ ਸੀ ਪਏ। ਬੜੇ ਵੱਡੇ ਕੰਮ ਉਹਨਾਂ ਨੇ ਕਰਵਾਏ ਨੇ ਕਾਂਗਰਸ ਸਰਕਾਰ ਤੋਂ, ਔਰ ਬਹੁਤ ਹੀ ਵੱਡਾ ਖੰਡਾ ਖੜਕਾਇਆ ਉਹਨਾਂ ਨੇ ਅਕਾਲੀ ਦਲ ਦਾ। ਅਕਾਲੀ ਦਲ ਪੰਜਾਬ ਵੀ ਉਹਨਾਂ ਨੂੰ ਮੰਨਦਾ ਸੀ ਔਰ ਦਿੱਲੀ ਵੀ ਸਾਰਾ ਉਹਨਾਂ ਨੂੰ ਮੰਨਦਾ ਸੀ। ਮੇਰਾ ਕੁਐਸਚਨ ਹੈ ਕਿ ਤੁਹਾਨੂੰ ਕੀ ਐਸੀ ਮਜਬੂਰੀ ਆਈ ਕਿ ਤੁਸੀਂ ਇਹ RSS ਜਾਂ BJP ਦੇ ਝੋਲੀ 'ਚ ਪੈਣਾ ਪਵੇ? ਦੂਸਰਾ ਮੇਰਾ ਕੁਐਸਚਨ ਇਹ ਹੈ ਵੀ ਇੱਕ ਧਾਰਮਿਕ ਤੌਰ ਤੇ ਇੱਕ ਲੜਾਈ ਲੜੀ ਜਾ ਰਹੀ ਆ ਗਿਆਨ ਗੋਲਡੀ ਗੁਰਦੁਆਰੇ ਦੀ, ਉਹਦੇ ਬਾਰੇ ਤੁਹਾਨੂੰ ਅਜੇ ਤੱਕ ਕੁਝ ਨਹੀਂ ਸੁਣ ਸਕੇ ਅਸੀਂ। ਕੋਈ ਤੁਸੀਂ ਉਹਨੂੰ ਮਹੱਤਤਾ ਦਿੰਦੇ ਹੋ ਜਾਂ ਨਹੀਂ ਦਿੰਦੇ, ਉਹ ਤੁਹਾਡੇ ਲਈ ਕੋਈ ਇੰਪੋਰਟੈਂਟ ਹੈ ਜਾਂ ਨਹੀਂ ਹੈ? ਤੀਸਰੀ ਗੱਲ ਮੇਰੀ ਇਹ ਵੇ ਵੀ ਜਿਸ ਵੇਲੇ ਨਿਰਪ੍ਰੀਤ ਕੌਰ ਨੇ ਮਰਨ ਵਰਤ ਰੱਖਿਆ ਸੀ ਤੇ ਉਹਦੇ ਮਰਨ ਵਰਤ ਛਡਵਾਉਣ ਵਾਸਤੇ ਪੰਜਾਬ ਦੀ ਔਰ ਦਿੱਲੀ ਦੀ ਸਾਰੀ ਅਕਾਲੀ ਦਲ ਇਕੱਠੀ ਹੋ ਕੇ ਉਹਦਾ ਮਰਨ ਵਰਤ ਛਡਵਾ ਦਿੱਤਾ ਗਿਆ। ਉਹਦਾ ਕੋਈ ਇਸ਼ੂ ਨਹੀਂ ਸੀ ਵੀ ਉਹ ਕਿਉਂ ਛਡਵਾਇਆ ਗਿਆ। ਕੀ ਤੁਸੀਂ ਉਹਦੇ ਬਾਰੇ ਕੋਈ ਦੱਸ ਸਕਦੇ ਹੋ? ਬਹੁਤ ਧੰਨਵਾਦ। ਤੁਸੀਂ ਬੜੇ ਲੰਬੇ ਸਵਾਲ ਕੀਤੇ ਨੇ ਆਪਣਾ, ਲੇਕਿਨ ਮੈਂ ਸਾਰਿਆਂ ਦਾ ਜਵਾਬ ਦੇਣਾ ਚਾਹਾਂਗਾ ਕਿਉਂਕਿ ਇਸ਼ੂਜ਼ ਬੜੇ ਇੰਪੋਰਟੈਂਟ ਤੁਸੀਂ ਚੁੱਕੇ ਨੇ। ਪਹਿਲੀ ਗੱਲ, ਤੁਸੀਂ ਜਥੇਦਾਰ ਸੰਤੋਖ ਸਿੰਘ ਹੋਰਾਂ ਮੇਰੇ ਫਾਦਰ ਬਾਰੇ ਕਹੀ। ਇੱਕ ਗੱਲ ਯਾਦ ਰੱਖਿਓ ਕਿ ਜਥੇਦਾਰ ਸੰਤੋਖ ਸਿੰਘ ਹੋਰੀ ਹਮੇਸ਼ਾ ਪੰਥਕ ਰਹੇ ਔਰ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰਦੇ ਰਹੇ। ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀ, ਭਾਵੇਂ ਮਾਸਟਰ ਤਾਰਾ ਸਿੰਘ ਜੀ ਸੀਗੇ, ਭਾਵੇਂ ਸੰਤ ਫਤਿਹ ਸਿੰਘ ਜੀ ਸੀਗੇ, ਭਾਵੇਂ ਤੁੜ ਸਾਹਿਬ ਸੀ, ਭਾਵੇਂ ਤਲਵੰਡੀ ਸਾਹਿਬ ਸੀ, ਬਾਦਲ ਸਾਹਿਬ ਸੀਗੇ। ਅਗਰ ਅਕਾਲੀ ਦਲ ਨਾਲ ਉਹਨਾਂ ਦਾ ਇਖਤਲਾਫ ਹੋਇਆ ਤਾਂ ਉਹਨਾਂ ਨੇ ਡਟ ਕੇ ਇਖਤਲਾਫ ਵੀ ਉਹਨਾਂ ਨਾਲ ਰੱਖਿਆ, ਲੇਕਿਨ ਅਕਾਲੀ ਦਲ ਦੇ ਨਾਲ ਹਮੇਸ਼ਾ ਰਹੇ। ਔਰ ਮੈਂ ਵੀ ਅਕਾਲੀ ਦਲ ਦੇ ਨਾਲ ਜੇ ਮੇਰਾ ਇਖਤਲਾਫ ਹੋਇਆ ਤੇ ਮੈਂ ਵੀ ਅਕਾਲੀ ਦਲ ਤੋਂ ਬਾਹਰ ਆਇਆ ਸੀ, ਵਾਪਸ ਮੈਨੂੰ ਅਕਾਲੀ ਦਲ 'ਚ ਲਿਆਂਦਾ ਗਿਆ। ਲੇਕਿਨ ਤੁਸੀਂ ਮੈਨੂੰ ਸਵਾਲ ਕੀਤਾ ਕਿ BJP ਦੀ ਝੋਲੀ 'ਚ ਕਿਉਂ ਪੈ ਗਏ ਹੋ। 1984 ਤੋਂ ਬਾਅਦ ਹਾਲਾਤ ਐਸੇ ਨੇ ਕਿ ਸਿੱਖ ਕਾਂਗਰਸ ਦੇ ਨਾਲ ਨਹੀਂ ਜਾ ਸਕਦਾ। 1984 ਤੋਂ ਬਾਅਦ ਸਾਡੇ ਹਾਲਾਤ ਐਸੇ ਬਣ ਗਏ ਕਿ ਸਾਡੇ ਕੋਲ ਕਾਂਗਰਸ ਦੇ ਸਾਰੇ ਬੂਹੇ ਬੰਦ ਹੋ ਚੁੱਕੇ ਨੇ। ਜਦ ਤੱਕ ਸੱਜਣ ਕੁਮਾਰ ਔਰ ਟਾਈਟਲਰ ਨੂੰ ਕਾਂਗਰਸ ਬਚਾ ਰਹੀ ਹੈ, ਸਾਡੇ ਕਾਤਲਾਂ ਨੂੰ ਬਚਾ ਰਹੀ ਹੈ, ਭਗਤ ਅਰਗਿਆਂ ਨੂੰ ਬਚਾ ਰਹੀ ਹੈ, ਮੈਂ ਸਮਝਦਾ ਵਾਂ ਕਿ ਕਿਸੇ ਸਿੱਖ ਨੂੰ ਕਾਂਗਰਸ ਵਾਲੇ ਪਾਸੇ ਸੁਪਨੇ 'ਚ ਵੀ ਨਹੀਂ ਸੋਚਣਾ ਚਾਹੀਦਾ। ਦੂਜੀ ਗੱਲ ਤੁਸੀਂ ਕੀਤੀ ਗਿਆਨ ਗੋਦੜੀ ਗੁਰਦੁਆਰੇ ਦੀ,
ਬੜਾ ਇੰਪੋਰਟੈਂਟ ਹੈ। ਇਹਦੀ ਲੜਾਈ ਲੜੀ ਜਾ ਰਹੀ ਹੈ। ਜਿਹੜਾ ਜਿੱਥੇ ਗੁਰੂ ਨਾਨਕ ਸਾਹਿਬ ਨੇ ਜਾ ਕੇ ਹਰਿਦੁਆਰ ਪਾਣੀ ਆਪਣੇ ਖੇਤਾਂ ਨੂੰ ਦਿੱਤਾ ਸੀਗਾ, ਬੜਾ ਹਿਸਟੋਰੀਕਲ ਜਗ੍ਹਾ ਹੈ, ਲੇਕਿਨ ਉੱਥੋਂ ਦੀ ਸਰਕਾਰ ਜਿਹੜੀ ਹੈ ਉਹ ਬਚਣਾ ਚਾਹ ਰਹੀ ਹੈ। ਉਹ ਸਾਨੂੰ ਉਸ ਦੇ ਬਜਾਏ ਦੂਜੀ ਜਗ੍ਹਾ ਜ਼ਮੀਨ ਦੇਣਾ ਚਾਹ ਰਹੀ ਹੈ ਕਿ ਇਸ ਜਗ੍ਹਾ ਤੇ ਅਗਰ ਅਸੀਂ ਦਿੱਤੀ ਤੇ ਕੱਲ ਨੂੰ ਕੋਈ ਰॉयट्स ਕੋ ਦੰਗੇ ਨਾ ਹੋ ਜਾਣ। ਉਹ ਜਿਹੜੀ ਮੇਨ ਜਗ੍ਹਾ ਸੀਗੀ ਉਹ ਕਿਸੇ ਦਾ ਘਰ ਸੀਗਾ, ਉਹ ਵੇਚ ਗਏ। ਕੀ ਕੀਤਾ ਕੀ ਨਹੀਂ ਕੀਤਾ, ਲੇਕਿਨ ਹੁਣ ਅਸੀਂ ਅੜੇ ਹੋਏ ਹਾਂ ਕਿ ਸਾਨੂੰ ਹਰ ਕੀ ਪੌੜੀ ਤੇ ਜਗ੍ਹਾ ਚਾਹੀਦੀ ਹੈ, ਉਹ ਸਾਨੂੰ ਬਾਹਰ ਦਿੰਦੇ ਪਏ ਨੇ, ਹਰ ਕੀ ਪੌੜੀ ਤੇ ਨਹੀਂ ਦੇ ਰਹੇ। ਤੀਜੀ ਗੱਲ ਤੁਸੀਂ ਨਿਰਪ੍ਰੀਤ ਕੌਰ ਦੀ ਕੀਤੀ ਹੈ, ਬੜਾ ਚੰਗਾ ਸਵਾਲ ਤੁਸੀਂ ਕੀਤਾ ਹੈ। ਮੈਂ ਪੁੱਛਣਾ ਚਾਹੁੰਦਾ ਕਿ ਨਿਰਪ੍ਰੀਤ ਕੌਰ ਨੇ ਭੁੱਖ ਹੜਤਾਲ ਰੱਖੀ 6ਵੇਂ ਕਿ 7ਵੇਂ ਦਿਨ ਜਥੇਦਾਰ ਅਕਾਲ ਤਖਤ ਸਾਹਿਬ ਆਏ, ਸਾਰੀ ਲੀਡਰਸ਼ਿਪ ਆਈ ਪੰਜਾਬ ਦੀ। ਅਸੀਂ ਰਾਸ਼ਟਰਪਤੀ ਨੂੰ ਮਿਲੇ, ਪ੍ਰਧਾਨ ਮੰਤਰੀ ਨੂੰ ਮਿਲੇ, ਹੋਮ ਮਿਨਿਸਟਰ ਨੂੰ ਮਿਲੇ। 2 ਮੰਗਾਂ ਮੇਨ ਸੀਗੀਆਂ। ਇੱਕ ਮੰਗ ਇਹ ਸੀ ਕਿ ਜਿਹੜੀ ਕੇਸ ਦੇ ਵਿੱਚੋਂ ਲੋਅਰ ਕੋਰਟ ਨੇ ਸੱਜਣ ਕੁਮਾਰ ਨੂੰ ਕਰਕਟਡੂਮਾ ਦੀ ਕੋਰਟ ਨੇ ਛੱਡਿਆ, CBI ਉਹਦੀ ਅਪੀਲ ਕਰੇ ਹਾਇਰ ਕੋਰਟ ਵਿੱਚ। ਉਹ CBI ਨੇ ਡਿਕਲੇਅਰ ਕਰ ਦਿੱਤੀ ਅਕਾਲੀ ਦਲ ਦੀ ਡਿਮਾਂਡ ਦੇ ਉੱਤੇ ਕਿ ਉਸ ਨੂੰ ਅਸੀਂ ਅਪੀਲ ਕਰਾਂਗੇ। ਦੂਜੀ ਗੱਲ ਹਲੇ ਵੀ ਸਰਕਾਰ ਨੇ ਨਹੀਂ ਕਹੀ ਕਿ ਨੰਗਲੋਈ ਥਾਣੇ ਦੀ ਜਿਹੜੀ 1992 ਦੀ ਚਲਾਨ ਤਿਆਰ ਪਿਆ, ਉਹ ਹਲੇ ਤੱਕ ਕੋਰਟ ਵਿੱਚ CBI ਨੇ ਪੇਸ਼ ਨਹੀਂ ਕੀਤਾ। ਅਸੀਂ ਉਹਦਾ ਪੂਰਾ ਪ੍ਰੈਸ਼ਰ ਰੱਖਿਆ ਹੋਇਆ ਔਰ ਉਹ ਪੇਸ਼ ਕਰਾਵਾਂਗੇ ਅਸੀਂ। ਤੁਸੀਂ ਇਹ ਸਵਾਲ ਕੀਤਾ ਕਿ ਅਸੀਂ ਨਿਰਪ੍ਰੀਤ ਕੌਰ ਦਾ ਵਰਤ ਕਿਉਂ ਤੁੜਵਾ ਦਿੱਤਾ। ਮੈਂ ਪੁੱਛਣਾ ਚਾਹੁੰਦਾ, ਬੜੇ ਇਲਜ਼ਾਮ ਸਾਡੇ ਤੇ ਲੱਗਦੇ, ਮੈਂ ਹੈਰਾਨ ਹੁੰਦਾ ਵਾਂ ਕਿ ਆਪਣੀ ਕੌਮ ਜਾਂਦੀ ਕਿਹੜੇ ਪਾਸੇ ਪਈ ਹੈ। ਨਿਰਪ੍ਰੀਤ ਕੌਰ ਉਹ ਹੈ ਕਿ ਜਿਸ ਨੇ ਆਪਣੀ ਛੋਟੀ ਅਵਸਥਾ ਦੇ ਵਿੱਚ ਆਪਣੇ ਪਿਓ ਨੂੰ ਮਰਦੇ ਦੇਖਿਆ ਔਰ ਐਡੀ ਲੰਬੀ ਲੜਾਈ ਉਸਨੇ ਲੜੀ ਹੈ 84 ਦੇ ਕਾਤਲਾਂ ਨੂੰ ਸਜ਼ਾ ਦੇਣ ਵਾਸਤੇ। ਅੱਜ ਉਹ ਆਪ ਭੁੱਖ ਹੜਤਾਲ ਤੇ ਬਹਿ ਗਈ। 6ਵਾਂ ਦਿਨ ਹੋ ਗਿਆ ਸੀ। ਸਰਕਾਰੀ ਡਾਕਟਰਾਂ ਨੇ, ਸਾਡੇ ਡਾਕਟਰਾਂ ਨੇ ਔਰ ਆਮ ਆਦਮੀ ਪਾਰਟੀ ਵਾਲੇ ਉੱਥੇ ਆ ਗਏ ਸੀਗੇ। ਉਹਨਾਂ ਦੇ 3 ਡਾਕਟਰਾਂ ਦੀ ਟੀਮ ਆਈਆਂ। ਤਿੰਨਾਂ ਨੇ ਕਿਹਾ ਕਿ ਇਹਦੀ ਤਬੀਅਤ ਬੜੀ ਖਰਾਬ ਹੈ, ਇਸ ਨੂੰ ਅੱਜ ਹਰ ਹਾਲਤ ਦੇ ਵਿੱਚ ਵਰਤ ਆਪਣਾ ਤੋੜਨਾ ਚਾਹੀਦਾ। ਨੰਬਰ 1। ਨੰਬਰ 2, ਇੱਕ ਦਿਨ ਅੱਗੇ ਨਿਕਲ ਗਿਆ ਜਦੋਂ ਜਥੇਦਾਰ ਅਕਾਲ ਤਖਤ ਸਾਹਿਬ ਆਏ। ਉਹਨਾਂ ਨੇ ਹੁਕਮ ਕੀਤਾ, ਉਹਨਾਂ ਨੇ ਕਿਹਾ ਕਿ ਇਸ ਨੇ ਆਪਣੇ ਬਜ਼ੁਰਗਾਂ ਨੂੰ ਗਵਾਇਆ, ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਗਵਾਇਆ, ਐਡੀ ਲੰਬੀ ਲੜਾਈ ਲੜਦੀ ਪਈ ਹੈ। ਮੈਂ ਇਹ ਸਵਾਲ ਪੁੱਛਦਾ ਸਾਰਿਆਂ ਤੋਂ, ਸਾਨੂੰ ਨਿਰਪ੍ਰੀਤ ਕੌਰ ਜੀਂਦੀ ਚਾਹੀਦੀ ਹੈ ਕਿ ਵਰਤ ਰੱਖ ਕੇ ਉਸ ਨੂੰ ਮਰਨ ਦੇ ਦਿੱਤਾ ਜਾ ਦਿੱਤਾ ਤਾਂ ਕਿ ਜਿਹੜਾ ਇੱਕ ਗਵਾਹ ਇਹ ਵੀ ਖਤਮ ਹੋ ਜਾਵੇ ਤੇ ਸੱਜਣ ਕੁਮਾਰ ਦਾ ਕੋਈ ਨੁਕਸਾਨ ਹੀ ਨਾ ਹੋ ਸਕੇ। ਅੱਜ ਵੀ ਕਿਤੇ ਨਾ ਕਿਤੇ ਹੋਪ ਹੈ ਕਿ ਸੱਜਣ ਕੁਮਾਰ ਕਿਤੇ ਨਾ ਕਿਤੇ ਬੰਨਿਆ ਜਾਏਗਾ, ਕਿਉਂਕਿ ਨਿਰਪ੍ਰੀਤ ਕੌਰ, ਜਗਦੀਸ਼ ਕੌਰ ਤੇ ਜੰਗਸ਼ੇਰ ਸਿੰਘ 3 ਗਵਾਹ ਨੇ। ਇੱਕ ਗਵਾਹ ਹੁਣੇ ਅੱਜ ਤੋਂ ਮਹੀਨਾ ਪਹਿਲੇ ਉਹਦੀ ਡੈਥ ਹੋਈ ਹੈ, ਜਿਹੜਾ ਬੜਾ ਰੈਲੇਵੈਂਟ ਸੀਗਾ ਜਗਦੀਸ਼ ਟਾਈਟਲਰ ਦੇ ਕੇਸ ਦੇ ਵਿੱਚ। ਮੈਂ ਸਮਝਦਾ ਵਾਂ ਕਿ ਨਿਰਪ੍ਰੀਤ ਕੌਰ ਦੀ ਭੁੱਖ ਹੜਤਾਲ ਤੁੜਵਾ ਕੇ ਬਿਲਕੁਲ ਠੀਕ ਕੰਮ ਕੀਤਾ। ਅਗਰ ਉਸ ਨੂੰ ਕੁਝ ਹੋ ਜਾਂਦਾ, ਕੱਲ ਨੂੰ ਕੌਮ ਇਹ ਕਹਿੰਦੀ ਕਿ ਸਾਨੂੰ ਹੀ ਲੋਕਾਂ ਨੇ ਕਹਿਣਾ ਸੀ ਤੁਸੀਂ ਭੁੱਖ ਹੜਤਾਲ ਰੱਖ ਕੇ ਮਰਵਾ ਦਿੱਤੀ ਆ, ਹੁਣ ਤੁਸੀਂ ਕਿੱਦਾਂ ਲਾਓਗੇ, ਤੁਸੀਂ ਤਾਂ ਸੱਜਣ ਕੁਮਾਰ ਨਾਲ ਮਿਲ ਗਏ। ਕੌਮ ਨੂੰ ਵੀ ਇਹ ਸੋਚਣਾ ਚਾਹੀਦਾ ਕਿ ਕਿਹੋ ਜਿਹੇ ਇਲਜ਼ਾਮ ਕਿਸੇ ਤੇ ਲਾਣੇ ਚਾਹੀਦੇ, ਕਿਹੋ ਜਿਹੇ ਨਹੀਂ ਲਾਣੇ ਚਾਹੀਦੇ। ਨਿਰਪ੍ਰੀਤ ਕੌਰ ਜੀਂਦੀ ਚਾਹੀਦੀ ਹੈ ਕਿ ਸਾਨੂੰ ਮਰੀ ਚਾਹੀਦੀ ਹੈ, ਸਾਡੇ ਕੇਸ ਲਈ ਰੈਲੇਵੈਂਟ ਹੈ ਕਿ ਨਹੀਂ ਰੈਲੇਵੈਂਟ ਹੈ, ਇਹ ਫੈਸਲਾ ਕੌਮ ਨੂੰ ਲੈਣਾ ਚਾਹੀਦਾ। ਇਸ ਵੇਲੇ ਨਿਰਪ੍ਰੀਤ ਕੌਰ ਦਾ ਫਾਈਨੈਂਸ਼ੀਅਲ ਹੈਲਪ ਕਰ ਰਹੇ ਜਾਂ ਜਿਹੜੇ ਉਹਨਾਂ ਦੇ ਹੋਰ ਗਵਾਹ ਹੈ ਉਹਨਾਂ ਦੀ ਫਾਈਨੈਂਸ਼ੀਅਲ ਹੈਲਪ ਕਰ ਰਹੇ ਹੋ ਤੁਸੀਂ? ਦੇਖੋ, ਇਹ ਗੱਲਾਂ ਮੈਂ ਸਪੈਲ ਆਊਟ ਨਹੀਂ ਕਰ ਸਕਦਾ, ਲੇਕਿਨ ਇਹ ਤੁਹਾਨੂੰ ਦੱਸ ਦਈਏ ਕਿ ਇੰਨੀ ਕੁ ਮਦਦ ਕਰ ਰਹੇ ਹਾਂ ਕਿ ਸ਼ਾਇਦ ਕਰਨੀ ਵੀ ਔਖੀ ਹੋ ਸਕਦੀ ਹੋਵੇ। ਅਸੀਂ ਕੋਈ ਸਵਾਲ ਵੀ ਨਹੀਂ ਪੁੱਛਦੇ ਪਏ, ਜਿਸ ਕਿਸਮ ਦੀ ਮਦਦ ਚਾਹੀਦੀ ਹੈ। ਕੱਲ ਨੂੰ ਇਹ ਸਾਡੇ ਤੇ ਸਵਾਲ ਵੀ ਅੱਜ ਯਾਦ ਰੱਖਿਓ ਜੋ ਮੈਂ ਗੱਲ ਤੁਹਾਡੇ ਚੈਨਲ ਤੇ ਕਹਿ ਰਿਹਾ, ਕੱਲ ਨੂੰ ਸਾਨੂੰ ਸਵਾਲ ਵੀ ਪੁੱਛੇ ਜਾ ਸਕਣਗੇ ਕਿ ਤੁਸੀਂ ਇਹ ਇੰਨਾ ਕੁਛ ਕੀ ਕੀਤਾ। ਲੇਕਿਨ ਅਸੀਂ ਕਰਦੇ ਪਏ ਹਾਂ ਕਿ ਸ਼ਾਇਦ ਕਿਤੇ ਨਾ ਕਿਤੇ ਇਹ 84 ਦੇ ਕਾਤਲ ਟੰਗੇ ਜਾ ਸਕਣ, ਬਗੈਰ ਕਿਸੇ ਕੁਐਸਚਨ ਦੇ, ਬਗੈਰ ਕਿਸੇ ਤਸਦੀਕ ਕੇ। ਜਿਹੜੇ ਵੀ ਗਵਾਹ ਹੈਗੇ ਨੇ ਜੋ ਸਾਡੇ ਅੱਗੇ ਸਵਾਲ ਕਰਦੇ, ਅਸੀਂ ਇਸ ਨੂੰ ਪੂਰਾ ਕਰ ਦਿੰਦੇ। ਤੁਹਾਡਾ ਬਹੁਤ ਧੰਨਵਾਦ ਜੀ ਸਰਦਾਰ ਮਨਜੀਤ ਸਿੰਘ ਜੀ ਕੇ ਜੀ। ਇਸ ਵੇਲੇ ਸਾਡੇ ਨਾਲ ਸਿੱਖ ਚੈਨਲ ਦੇ ਸਟੂਡੀਓ ਦੇ ਵਿੱਚ ਸੰਗਤਾਂ ਨਾਲ ਪਾ ਰਹੇ ਨੇ, ਸਾਂਝ ਦੇ ਰਹੇ ਨੇ ਵਿਚਾਰਾਂ। ਅਸੀਂ ਤੁਹਾਡਾ ਬਹੁਤ ਧੰਨਵਾਦ ਜੀ। ਬਾਕੀ ਸੰਗਤ ਨੂੰ ਮੈਂ ਜਿਹੜੇ ਮੇਰੇ ਇੱਥੇ ਸਾਰੇ ਵੀਰ ਪਤਵੰਤੇ ਸਿੰਘ ਪਹੁੰਚੇ ਆ, ਉਹਨਾਂ ਨੂੰ ਮੈਂ ਬੇਨਤੀ ਕਰਦਾ ਵੀ ਸਵਾਲ ਇੱਕ ਇੱਕ ਹੀ ਪੁੱਛੋ ਇੱਕ ਟਾਈਮ ਤੇ, ਕਿਉਂਕਿ ਸੰਗਤ ਬੜੀ ਬੈਠੀ ਆ, ਤੇ ਰੈਲੇਵੈਂਟ ਕੁਐਸਚਨ ਪੁੱਛੋ ਤੇ 3-3 4-4 ਨਾ ਇਕੱਠੇ ਪੁੱਛੀਏ, ਕਿਉਂਕਿ ਵੀਰ ਜੀ ਨੇ ਸਾਰੇ ਸਵਾਲਾਂ ਦੇ ਜਵਾਬ ਤਾਂ ਪਹਿਲਾਂ ਦੇ ਦੇਣੇ ਆ ਤੇ ਬਾਅਦ ਵਿੱਚ ਅਸੀਂ ਫਿਰ ਪੁੱਛਣ ਜੋਗੇ ਨਹੀਂ ਬਚਣਾ। ਸੋ ਮੈਂ ਚੱਲਦਾ ਜੀ ਨਿਰਮਲ ਸਿੰਘ ਕੰਧਾਲਵੀ ਜੀ ਵੱਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਜੀ ਕੇ ਸਾਹਿਬ ਜੀ, ਮੈਂ ਆਪ ਜੀ ਨੂੰ ਸਵਾਲ ਕਰਨਾ ਚਾਹੁੰਦਾ। ਪਹਿਲਾਂ ਤਾਂ ਆਪ ਜੀ ਨੂੰ ਵਧਾਈ ਦੇਣਾ ਚਾਹੁੰਦਾ ਕਿ ਤੁਸੀਂ ਜੋ ਇਟਲੀ ਦੇ ਵਿੱਚ ਸਟੈਂਡ ਲਿਆ, ਬਹੁਤ ਹੀ ਵਧੀਆ ਸਟੈਂਡ ਲਿਆ, ਕਿਉਂਕਿ ਜੇ ਇੰਨਾ ਵੱਡਾ ਸਟੈਂਡ ਨਾ ਲੈਂਦੇ ਤਾਂ ਹੋ ਸਕਦਾ ਇਹ ਗੱਲ ਇੱਥੇ ਤੱਕ ਨਾ ਪਹੁੰਚਦੀ। ਲੇਕਿਨ ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ ਵੀ ਜਿਹੜੀ ਭਾਰਤ ਸਰਕਾਰ ਤੇ ਜਿਹੜੀ ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਤੁਹਾਡੇ ਕਰਕੇ ਹਰਕਤ ਵਿੱਚ ਆਈ ਤੇ ਹਰਸਿਮਰਤ ਕੌਰ ਜੀ ਨੇ ਪਾਰਲੀਮੈਂਟ ਦੇ ਵਿੱਚ ਵੀ ਇਹ ਮੁੱਦਾ ਉਠਾਇਆ ਤੇ ਇਨਵਾਈ ਨੂੰ ਵੀ ਬੁਲਾਇਆ ਗਿਆ,
ਕਿ ਜਦੋਂ 8-10 ਸਾਲ ਤੋਂ ਬਾਹਰਲੇ ਸਿੱਖ ਰਹਿੰਦੇ ਇੰਨਾ ਰੌਲਾ ਪਾ ਰਹੇ ਆ ਕਿ ਸਾਡੀ ਦਸਤਾਰ ਬਚਾਓ, ਸਾਡੀ ਦਸਤਾਰ ਬਚਾਓ, ਉਦੋਂ ਕਿਉਂ ਕੋਈ ਹਰਕਤ ਨਹੀਂ ਆਇਆ? ਜੀਕੇ ਸਾਹਿਬ ਦੀ ਪੱਗ ਆ ਕਿ ਇਹ ਗੁਰੂ ਗੋਬਿੰਦ ਸਿੰਘ ਦੀ ਪੱਗ ਆ? ਸਾਨੂੰ ਜੀਕੇ ਸਿੰਘ ਦੀ ਪੱਗ ਜਿਹੜੀ ਆ ਉਹੋ ਹੀ ਹੈ, ਸਿਰਫ ਇਕੱਲੀ ਜਿਹਨੂੰ ਸਾਨੂੰ ਬਚਾਉਣ ਦੀ ਲੋੜ ਹੈ? ਕਿ ਇੱਕ ਜਿਹੜਾ ਆਮ ਸਿੱਖ ਹੈ ਉਹਦੀ ਪੱਗ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਨਹੀਂ ਦਿੱਤੀ ਹੋਈ ਪੱਗ ਹੈਗੀ? ਉਦੋਂ ਕਿਉਂ ਸਰਕਾਰ ਜਿਹੜੀ ਹੈ ਉਹ ਨਹੀਂ ਆਈ? ਇੱਕ ਛੋਟਾ ਜਿਹਾ ਸਵਾਲ ਮੇਰਾ ਹੋ ਰਿਹਾ ਕਿ ਦਿੱਲੀ ਕਮੇਟੀ ਦੇ ਉੱਤੇ ਇਸ ਵੇਲੇ ਦੋਸ਼ ਲੱਗ ਰਿਹਾ ਕਿ ਜਿੰਨੀਆਂ ਵੀ ਵਿਦਿਅਕ ਸੰਸਥਾਵਾਂ ਨੇ ਉੱਥੇ, ਉਹਦੇ ਵਿੱਚ ਗੈਰ ਸਿੱਖਾਂ ਦੇ ਜਿਹੜੇ ਬੱਚੇ ਆ ਉਹਨਾਂ ਨੂੰ ਜ਼ਿਆਦਾ ਪ੍ਰਾਥਮਿਕਤਾ ਦਿੱਤੀ ਜਾਂਦੀ ਆ, ਜ਼ਿਆਦਾ ਐਡਮਿਸ਼ਨ ਦਿੱਤੀ ਜਾਂਦੀ ਆ, ਅਤੇ ਮੋਟੀਆਂ ਰਕਮਾਂ ਨੂੰ ਤਾਂ ਵਸੂਲੀਆਂ ਜਾਂਦੀਆਂ ਨੇ, ਸਿੱਖਾਂ ਦੇ ਬੱਚਿਆਂ ਨੂੰ ਘੱਟ ਜਗ੍ਹਾਵਾਂ ਦਿੱਤੀਆਂ ਜਾਂਦੀਆਂ ਨੇ। ਇਹ ਦੋ ਸਵਾਲ ਨੇ ਮੇਰੇ ਆਪ ਜੀ ਨੂੰ। ਥੈਂਕ ਯੂ ਜੀ। ਮੈਂ ਸਮਝਦਾ ਵਾਂ ਕਿ ਸਵਾਲ ਤੁਸੀਂ ਸਾਰੇ ਰੈਲੇਵੈਂਟ ਪੁੱਛਦੇ ਹੋ, ਪਰ ਮੈਨੂੰ ਜਵਾਬ ਦੇਣੇ ਚਾਹੀਦੇ ਆ। ਅਗਰ ਜੇ ਤੁਸੀਂ ਕੋਈ ਫੋਟੋ ਇਸ ਨੂੰ ਫੋਕਸ ਕਰ ਸਕੋ, ਆਹ ਫੋਟੋ ਅਗਰ ਤੁਸੀਂ ਫੋਕਸ ਕਰ ਸਕੋ, ਇਹ 1982 ਦੀ ਹੈ। ਇੱਕ ਸਿੱਖ ਬੱਚਾ ਸਰਬਜੀਤ ਸਿੰਘ ਤੁਹਾਡੇ ਇੰਗਲੈਂਡ ਦੇ ਵਿੱਚ, ਉਸ ਨੂੰ 8ਵੀਂ ਕਲਾਸ ਚੋਂ ਕੱਢ ਦਿੱਤਾ ਗਿਆ ਸੀਗਾ ਕਿ ਉਸ ਦੀ ਪਗੜੀ ਜਿਹੜੀ ਹੈ ਪਾਏ ਬਗੈਰ ਆਵੇ। ਮਾਰਗਰੇਟ ਥੈਚਰ ਉਦੋਂ ਇੱਥੇ ਪ੍ਰਾਈਮ ਮਿਨਿਸਟਰ ਸੀਗੀ। ਇਹ ਅਕਾਲੀ ਦਲ, ਮੈਂ ਯੂਥ ਅਕਾਲੀ ਦਲ ਦਾ ਪ੍ਰਧਾਨ ਸੀ, ਦਿੱਲੀ ਇਹ ਮੁਜ਼ਾਹਰਾ ਹੋ ਰਿਹਾ, ਅਕਾਲੀ ਦਲ ਕਰਦਾ ਪਿਆ। ਮਾਰਗਰੇਟ ਥੈਚਰ ਦੀ ਮੈਨੂੰ ਲੈਟਰ ਆਈ ਹੈ, ਵਾਪਸ ਉਹ ਬੱਚੇ ਨੂੰ ਐਡਮਿਟ ਕੀਤਾ ਗਿਆ। ਇਹ ਥਲਵੀਂ ਫੋਟੋ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਵਾਂ। ਇਹ NYPD ਨਿਊਯਾਰਕ ਪੁਲਿਸ ਡਿਪਾਰਟਮੈਂਟ, ਉੱਥੇ ਮਿਸਟਰ ਰਠੌਰ ਕਰਕੇ ਉਸ ਨੂੰ ਪੁਲਿਸ ਦੇ ਵਿੱਚ ਪਹਿਲੇ ਉਹਨਾਂ ਨੇ ਐਨਰੋਲ ਕੀਤਾ। ਜਿਸ ਦਿਨ ਉਸ ਦੀ ਕਮਿਸ਼ਨਿੰਗ ਹੋਣੀ ਸੀ, ਉਸ ਨੂੰ ਵਾਪਸ ਕਰ ਦਿੱਤਾ ਗਿਆ ਕਿ ਤੂੰ ਪਗੜੀ ਲਾ ਕੇ ਆ, ਨਹੀਂ ਤੇ ਅਸੀਂ ਤੈਨੂੰ ਨਹੀਂ ਰੱਖਾਂਗੇ। ਅਸੀਂ ਉਹਦਾ ਦਿੱਲੀ ਦੇ ਵਿੱਚ ਬੈਠ ਕੇ ਕੇਸ ਲੜਿਆ ਔਰ ਉਹਦੇ ਵਾਸਤੇ ਜਦੋਜਹਿਦ ਕੀਤੀ ਅਕਾਲੀ ਦਲ ਨੇ। ਉਸ ਨੂੰ ਵਾਪਸ ਉੱਥੇ ਕਮਿਸ਼ਨਿੰਗ ਹੋਈ NYPD। ਆਹ ਫੋਟੋ ਜੇ ਮੈਂ ਤੁਹਾਨੂੰ ਦਿਖਾਵਾਂ ਲਾਸਟ ਪੇਜ ਦੇ ਉੱਤੇ, ਇਹ ਚਿਰਾਗ ਦੇ ਵਕਤ ਤੋਂ, ਜਿਹੜਾ ਫਰਾਂਸ ਦਾ ਰਾਸ਼ਟਰਪਤੀ ਹੈ, 2006 ਤੋਂ ਪੱਗ ਦਾ ਮਸਲਾ ਆਇਆ। 2006 'ਚ ਚਿਰਾਗ ਆਇਆ, ਅਸੀਂ ਤਦ ਵੀ ਉੱਥੇ 1000 ਬੱਚਾ ਸਕੂਲਾਂ ਦਾ ਲੈ ਕੇ ਗਏ ਆ। ਔਰ ਇਹ ਹਿੰਦੁਸਤਾਨ ਟਾਈਮਜ਼ ਰਿਪੋਰਟ ਕਰ ਰਿਹਾ ਕਿ ਚਿਰਾਗ ਨੇ ਸਾਨੂੰ ਮੈਸੇਜ ਦਿੱਤਾ ਕਿ ਵੀ ਹੈਵ ਮੇਡ ਅ ਲਾਅ ਬਟ ਵੀ ਵਿਲ ਟਰਾਈ ਆਰ ਬੈਸਟ, ਕਿ ਅਸੀਂ ਜੋ ਸਿੱਖ ਬੱਚਿਆਂ ਲਈ ਕਰ ਸਕਦੇ ਆ ਕਰਾਂਗੇ। ਉਹਦੇ ਬਾਅਦ ਸਰਕੋਜ਼ੀ ਆਇਆ, ਤਦ ਵੀ ਅਸੀਂ ਡਿਮੋਸਟ੍ਰੇਟ ਕਰ ਰਹੇ ਹਾਂ। ਜਦੋਂ ਹੁਣ ਇਹ ਲੇਟੈਸਟ ਇਹਨਾਂ ਦਾ ਰਾਸ਼ਟਰਪਤੀ ਆਇਆ, ਮੈਨੂੰ ਉਹਦਾ ਨਾਂ ਯਾਦ ਨਹੀਂ, ਅਕਾਲੀ ਦਲ ਹਰੇਕ ਉਸ ਮੁੱਦੇ ਨੂੰ ਚੁੱਕਦਾ, ਹਰੇਕ ਉਸ ਗੱਲ ਨੂੰ ਚੁੱਕਦਾ। ਔਰ ਉਹਨਾਂ ਗੱਲਾਂ ਦੇ ਉੱਤੇ ਜਦੋਂ 69 ਦੀ ਗੱਲ ਮੈਂ ਤੁਹਾਡੇ ਨਾਲ ਕਰਦਾ, ਇੱਥੇ ਜਦੋਂ ਸੋਹਣ ਸਿੰਘ ਜੌਲੀ ਹੋਰਾਂ ਨੇ ਮਰਨ ਵਰਤ ਰੱਖ ਦਿੱਤਾ ਸੀ, ਉਦੋਂ ਵੀ ਅਕਾਲੀ ਦਲ ਨੇ ਜਦੋਜਹਿਦ ਲੜੀ ਸੀ। ਇਟ ਇਜ਼ ਨਾਟ ਦੀ ਕੁਐਸਚਨ ਆਫ ਮਨਜੀਤ ਸਿੰਘ ਔਰ ਨੋ ਮਨਜੀਤ ਸਿੰਘ। ਕਿਸੇ ਵੀ ਜਗ੍ਹਾ ਤੇ ਮੈਨੂੰ ਯਾਦ ਹੈ ਇੱਕ ਵਾਰੀ ਇੰदिरा गांधी ने जथेदार जी ਨੂੰ ਕਿਹਾ ਸੀਗਾ कि जथेदार जी अगर ब्रिटानिया में कोई बात होती है आप यहाँ पे हमारी जान खा जाते हो, कहीं और होती है आप यहाँ पे जान खाते हो। तो जथेदार जी ने कहा सी बीबी तू साड़ी अरदास नहीं सुनी, जहाँ जहाँ खालसा जी साहब तहाँ तहाँ रचिया रियात। जिथे भी सिख बैठा ਉਹਦੇ ਵਾਸਤੇ ਅਕਾਲੀ ਦਲ ਜਦੋਜਹਿਦ ਕਰੇਗਾ ਔਰ ਬਿਲਕੁਲ ਕਰੇਗਾ। ਇਟ ਇਜ਼ ਨਾਟ ਦੀ ਕੁਐਸਚਨ ਆਫ ਮਨਜੀਤ ਸਿੰਘ ਔਰ ਐਨੀ ਅਦਰ ਸਿੱਖ, ਜਿੱਥੇ ਵੀ ਖਾਲਸਾ ਹੈ ਉਹਦੇ ਲਈ ਕਰੇਗਾ। ਦੂਜਾ ਗੱਲ ਇਹ ਤੇ ਅਖਬਾਰਾਂ ਤੁਸੀਂ ਅੱਜ ਸਾਨੂੰ ਦਿਖਾ ਦਿੱਤੀਆਂ ਤੇ ਸਿੱਖ ਚੈਨਲ ਇੰਗਲੈਂਡ ਦੇ ਵਿੱਚ ਸ਼ੁਰੂ ਹੋਇਆ। ਤੁਹਾਡੇ ਮੀਡੀਆ ਨੇ ਅੱਜ ਤੱਕ ਕੋਈ ਖਬਰ ਹੀ ਨਹੀਂ ਦਿੱਤੀ ਜਿਹੜੀ ਤੁਸੀਂ ਗੱਲਾਂ ਕਰਦੇ। ਜਿਹੜੀ ਤੁਸੀਂ ਉਹ ਮੁੰਡੇ ਦੀ ਗੱਲ ਕਰਦੇ, ਮਾਂਡੇ ਦੇ ਲੜਕੇ ਦੀ ਗੱਲ ਹੈ, ਉਦੋਂ ਮੈਂ ਕਾਉਂਸਲਰ ਸੀਗਾ ਉਸ ਵੇਲੇ, ਜੋ ਇੱਥੋਂ ਇੰਗਲੈਂਡ ਤੋਂ ਮੇਰਾ ਖਿਆਲ 90,000 ਸੀ, 90,000 ਬੰਦਾ ਲੈ ਕੇ ਇੱਥੋਂ ਗਏ। ਜਦੋਂ ਮਾਰਗਰੇਟ ਥੈਚਰ ਨੇ, ਜਦੋਂ ਇਹ ਲਾਰਡ ਡੈਨਿੰਗ ਦੇ ਇਹ ਕੇਸ ਸੀਗਾ, ਉਹਨੇ ਇਹ ਰਿਵਰਸ ਕੀਤਾ ਸੀਗਾ। ਦਿੱਲੀ ਦੇ ਵਿੱਚ ਕੀ ਹੋ ਰਿਹਾ ਸਾਨੂੰ ਨਹੀਂ ਪਤਾ। ਸਿੱਖ ਚੈਨਲ ਦਾ ਧੰਨਵਾਦ ਕਰੋ, ਹੁਣ ਦੁਨੀਆ ਦੇ ਵਿੱਚ ਪਤਾ ਲੱਗਣ ਲੱਗ ਪਿਆ ਸਾਰਿਆਂ ਨੂੰ। ਮੈਂ ਕਹਿੰਦਾ ਉਦੋਂ ਮੀਡੀਆ ਐਡਾ ਤੇਜ਼ ਨਹੀਂ ਸੀਗਾ, ਲੇਕਿਨ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਦਿੱਲੀ ਜਾਂ ਪੰਜਾਬ ਨੇ ਤੁਹਾਡੇ ਲਈ ਐਫਰਟ ਨਹੀਂ ਕੀਤਾ। ਤੁਸੀਂ ਵੀ ਕੀਤਾ, ਅਸੀਂ ਵੀ ਕੀਤਾ। ਦੂਜੀ ਸਵਾਲ ਮੇਰਾ ਅੱਧਾ ਰਹਿ ਗਿਆ, ਤੁਸੀਂ ਵਿੱਚ ਬੋਲ ਪਏ। ਉਹਨਾਂ ਨੇ ਸਕੂਲਾਂ ਬਾਰੇ ਪੁੱਛਿਆ। ਮੈਂ ਇਹ ਸਕੂਲ ਦਾ ਪਹਿਲਾ ਸਟੂਡੈਂਟ ਹੈ। ਧਿਆਨ ਨਾਲ ਸੁਣਨਾ ਜੀ, ਤੁਹਾਡੇ ਚੈਨਲ ਰਾਹੀਂ ਮੈਂ ਦਿੱਲੀ ਦੀ ਹੁਣ ਕੋਈ ਗੱਲ ਜਿਹੜੀ ਬਹੁਤ ਰੈਲੇਵੈਂਟ ਹੈ, ਕਿਉਂਕਿ ਮੈਂ ਸਮਝਦਾ ਕਿ ਅਗਰ ਮਿਨੋਰਟੀ ਨੇ ਸਰਵਾਈਵ ਕਰਨਾ ਤੇ ਬਗੈਰ ਐਜੂਕੇਸ਼ਨ ਤੋਂ ਅਸੀਂ ਸਰਵਾਈਵ ਨਹੀਂ ਕਰ ਸਕਦੇ। ਐਜੂਕੇਸ਼ਨ ਵੀ ਉਹ ਜਿਹੜੀ ਸਿੱਖ ਧਰਮ ਦੇ ਨਾਲ ਅਸੀਂ ਘੋਲ ਕੇ ਆਪਣੇ ਬੱਚਿਆਂ ਨੂੰ ਪਿਆਈਏ, ਜਿੱਥੇ ਉਹਨਾਂ ਨੂੰ ਆਪਣੇ ਧਰਮ ਦਾ ਪਤਾ ਲੱਗੇ, ਆਪਣੀ ਵਿਰਾਸਤ ਦਾ, ਆਪਣੀ ਜ਼ੁਬਾਨ ਦਾ, ਆਪਣੇ ਕਲਚਰ ਦਾ। ਜੇ ਅਸੀਂ ਦੂਜੇ ਸਕੂਲਾਂ 'ਚ ਉਹਨਾਂ ਨੂੰ ਭੇਜਾਂਗੇ, ਉਹ ਐਕੈਡੈਮਿਕ ਐਜੂਕੇਸ਼ਨ ਤੇ ਲੈ ਜਾਣਗੇ, ਲੇਕਿਨ ਧਰਮ ਕੋਲੋਂ ਕਿਤੇ ਦੂਰ ਚਲੇ ਜਾਣਗੇ। ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਅਧੀਨ ਬੜੇ ਸਕੂਲ ਚੱਲਦੇ ਨੇ। ਦਿੱਲੀ ਗੁਰਦੁਆਰਾ ਕਮੇਟੀ ਜਿੱਦਣ ਤੋਂ ਅਸੀਂ ਚੁਣੇ ਗਏ ਆ, ਅਸੀਂ ਉੱਥੇ ਕ੍ਰਿਸਚੈਨਿਟੀ ਕਿਉਂ ਵੱਧ ਰਹੀ ਹਿੰਦੁਸਤਾਨ 'ਚ, ਉਹ ਜਾ ਕੇ ਫ੍ਰੀ ਐਜੂਕੇਸ਼ਨ ਦਿੰਦੇ ਆ ਗਰੀਬਾਂ ਨੂੰ। ਅਸੀਂ ਇਹ ਫੈਸਲਾ ਕੀਤਾ ਔਰ ਸਾਥ ਸੁਖਬੀਰ ਸਿੰਘ ਬਾਦਲ ਦੇ ਕਹਿਣ ਤੇ ਫੈਸਲਾ ਕੀਤਾ। ਔਰ ਮੇਰੇ ਕੋਲ ਆਪਣਾ ਮੈਨੀਫੈਸਟੋ ਵੀ ਆ, ਤੁਹਾਨੂੰ ਮੈਂ ਉਹ ਵੀ ਦਿਆਂਗਾ ਜਿਹੜਾ ਅਸੀਂ ਇਲੈਕਸ਼ਨ ਦਿੱਤਾ। ਜਿੰਨੇ ਅੰਮ੍ਰਿਤਧਾਰੀ ਬੱਚੇ ਨੇ ਉਹਨਾਂ ਦੀ ਟੋਟਲ ਫੀਸ ਅਸੀਂ ਮਾਫ ਕਰ ਦਿੱਤੀ ਹੈ। ਆਲਰੇਡੀ ਇਹ ਕੰਮ ਲਾਗੂ ਹੋ ਚੁੱਕਾ ਹੈ। SGPC ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਿਲੈਕਟੈਂਟ ਸੀਗੀ, ਉਹ ਨਹੀਂ ਕਰ ਰਹੇ ਸੀਗੇ।
ਬਾਦਲ ਸਾਹਿਬ ਨੇ ਮੀਟਿੰਗ ਬੁਲਾ ਕੇ ਆਰਡਰ ਕੀਤਾ ਕਿ ਐਸਜੀਪੀਸੀ ਨੂੰ ਵੀ ਐਲਾਨ ਕਰਨਾ, ਜਿਹਦਾ ਪਿਛਲੇ ਮਹੀਨੇ ਐਸਜੀਪੀਸੀ ਨੇ ਵੀ ਐਲਾਨ ਕਰਤਾ ਜਿਹੜੇ ਬੱਚਿਆਂ ਨੇ ਅੰਮ੍ਰਿਤ ਛਕਿਆ ਹੋਏਗਾ ਉਹਨਾਂ ਦੀ ਫੀਸ ਟੋਟਲ ਉਹਨਾਂ ਦੇ ਸਕੂਲਾਂ 'ਚ ਮਾਫ ਕਰ ਦਿੱਤੀ ਜਾਏਗੀ। ਸਰਦਾਰ ਮਨਜੀਤ ਸਿੰਘ Higher ਜੀ education ਮੈਂ ਤੁਹਾਨੂੰ ਇੱਥੇ ਰੋਕਦਾ, ਮੈਨੂੰ ਲੱਗਦਾ ਤੁਹਾਡੇ ਇਸ ਜਿਹੜੇ 2 ਸਵਾਲਾਂ ਦੇ ਜਿਹੜੇ ਆ ਜਵਾਬ ਨੇ, ਉਹ ਸਵਾਲ ਉਹਨਾਂ ਦਾ ਆਨਸਰ ਉਹਨਾਂ ਨੂੰ ਮਿਲ ਚੁੱਕਾ। ਮੈਂ ਕਿਉਂਕਿ ਅੱਗੇ ਵਧਣਾ ਚਾਹੁੰਦਾ, ਕਿਉਂਕਿ ਬਹੁਤ ਸਾਰੇ ਸਵਾਲ ਨੇ। ਸਰਦਾਰ ਹਰਭਜਨ ਸਿੰਘ ਸੰਧੂ ਜੀ ਹੋਰਾਂ ਨੂੰ ਮੈਂ ਬੇਨਤੀ ਕਰਦਾ ਉਹ ਜਲਦ ਆਪਣਾ ਜਿਹੜਾ ਸਵਾਲ ਆ ਸਰਦਾਰ ਮਨਜੀਤ ਸਿੰਘ ਜੀ ਕੇ ਹੋਰਾਂ ਜੀ ਦੇ ਅੱਗੇ ਰੱਖਣ। ਭਾਈ ਮਨਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਿਲ ਦੀਆਂ ਗਹਿਰਾਈਆਂ 'ਚੋਂ ਤੁਹਾਡਾ ਸਿੱਖ ਚੈਨਲ ਤੇ ਆਉਣ ਦਾ ਸਵਾਗਤ। ਬਹੁਤ ਹੀ ਖੁਸ਼ੀ ਹੈ ਕਿਉਂਕਿ ਮੈਂ 30 ਸੈਕਿੰਡ ਦੇ ਵਿੱਚ ਆਪਾਂ ਨੂੰ ਛੋਟੇ ਛੋਟੇ 2-3 ਸਵਾਲ ਰੱਖਾਂਗਾ, ਕਿਉਂਕਿ ਮੇਰਾ ਜਿਹੜਾ 1.5 ਮਿੰਟ ਆ ਉਹ ਤੁਸੀਂ ਮੇਰੇ ਲਈ ਵਰਤਿਓ ਪਲੀਜ਼। ਪਹਿਲਾ ਸਵਾਲ ਹੈ ਜੀ, ਅਨੰਦਪੁਰ ਦਾ ਮਤਾ ਕਿਹੜੇ ਠੰਡੇ ਬਸਤੇ 'ਚ ਆ, ਉਹਦੇ ਬਾਰੇ ਜਾਣਕਾਰੀ ਦਿਓ ਜੀ। ਦੂਸਰਾ ਸਵਾਲ ਹੈ ਜੀ, 15 ਅਗਸਤ ਨੂੰ ਐਸੇ ਸਾਲ ਜਦ ਕਿ ਦੇਸ਼ ਤੋਂ ਬਾਹਰ ਦੇਸ਼ ਦੇ ਵਿੱਚ ਲੋਕ ਆਜ਼ਾਦੀ ਮਨਾ ਰਹੇ ਸੀ ਹਿੰਦੁਸਤਾਨ ਦੀ, ਉਦੋਂ ਸਿੱਖਾਂ ਤੇ 22 ਸਿੱਖਾਂ ਦੇ ਪੁਲਿਸ ਨੇ ਗੋਲੀਆਂ ਚਲਾ ਕੇ ਫੱਟੜ ਕੀਤਾ, ਤੇ ਨਾਲ ਜਿਹੜੇ ਦੰਗਾ ਪੀੜਤ ਲੋਕ ਸੀਗੇ ਜਿਨ੍ਹਾਂ ਨੇ ਸਿੱਖਾਂ ਨੇ ਘਰ ਹੁਣ ਫੇਰ ਲੁੱਟੇ ਹੈ, ਮਾਰਿਆ ਕੁੱਟਿਆ ਸਮਾਨ ਉਹਨਾਂ ਨੂੰ, ਉਹਨਾਂ ਨੇ ਇਹ ਯਾਦ ਕਰਾਇਆ ਤੁਹਾਨੂੰ ਹੁਣ ਫੇਰ 84 ਭੁੱਲ ਗਈ ਹੈ, ਅਸੀਂ ਦੱਸਣਾ ਚਾਹੁੰਦੇ ਹਾਂ। ਤੀਜਾ ਸਵਾਲ ਆ, ਗੁਰੂ ਡੰਮ ਬਹੁਤ ਜ਼ਿਆਦਾ ਹੋ ਗਿਆ, ਨੂਰ ਮਹਿਲੀਆ, ਭਨਿਆਰਾ ਤੇ ਰਾਮ ਰਹੀਮ, ਇਹਨਾਂ ਦੇ ਡੇਰਿਆਂ ਤੇ ਪੰਜਾਬ ਸਰਕਾਰ ਨੇ ਅੱਜ ਤੱਕ ਕੀ ਕੀਤਾ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਪਹਿਲਾ ਸਵਾਲ ਤੁਸੀਂ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਦਾ ਕੀਤਾ ਹੈ। ਮੇਰਾ ਖਿਆਲ ਹੈ ਮੈਂ ਜਦੋਂ ਪਹਿਲਾਂ ਸ਼ੁਰੂ ਹੀ ਕੀਤਾ ਸੀਗਾ ਉਹਦੇ 'ਚ ਮੈਂ ਜਵਾਬ ਦਿੱਤਾ ਸੀਗਾ ਕਿ ਆਟੋਨਮੀ ਦੀ ਗੱਲ, ਕਿ ਸਟੇਟਾਂ ਨੂੰ ਵੱਧ ਅਧਿਕਾਰ ਦੀ ਗੱਲ, ਇਹ ਅਕਾਲੀ ਦਲ ਇਸ ਦਾ ਪੈਰੋਕਾਰ ਹੈ। ਲੇਕਿਨ ਅਕਾਲੀ ਦਲ ਕੋਲ ਹਾਲੇ ਤੱਕ ਇਹ ਸਟਰੈਂਥ ਨਹੀਂ ਹੈ ਸੈਂਟਰ ਗਵਰਨਮੈਂਟ ਦੇ ਵਿੱਚ ਕਿ ਉਹ ਇਸ ਗੱਲ ਨੂੰ ਲਾਗੂ ਕਰਾ ਸਕੇ। ਲੇਕਿਨ ਇੱਕ ਗੱਲ ਯਾਦ ਰੱਖਿਓ ਕਿ ਹੌਲੀ ਹੌਲੀ ਹਿੰਦੁਸਤਾਨ ਨੂੰ ਕਨਸਟੀਟਿਊਸ਼ਨ ਆਪਣਾ ਬਦਲਣਾ ਪਏਗਾ, ਕਿਉਂਕਿ ਅਸੀਂ ਜਦੋਂ ਅਨੰਦਪੁਰ ਸਾਹਿਬ ਦੀ ਰੈਜ਼ੋਲੂਸ਼ਨ ਦੀ ਗੱਲ ਕੀਤੀ ਸਾਨੂੰ ਲੇਬਲ ਕਰ ਦਿੱਤਾ ਕਿ ਇਹ ਵੱਖਵਾਦ ਵਾਲੇ ਪਾਸੇ ਜਾਂਦੇ ਆ, ਇਹ ਖਾਲਿਸਤਾਨ ਵਾਲੇ ਪਾਸੇ ਜਾਂਦੇ ਆ। ਲੇਕਿਨ ਇਹਦੇ 'ਚ ਕੋਈ ਖਾਲਿਸਤਾਨ ਦੀ ਕੋਈ ਵੱਖਵਾਦ ਦੀ ਗੱਲ ਨਹੀਂ ਸੀ। ਸਟੇਟਾਂ ਨੂੰ ਵੱਧ ਅਧਿਕਾਰ ਹੋਣੇ ਚਾਹੀਦੇ, ਫੈਡਰਲ ਟਾਈਪ ਆਫ ਗਵਰਨਮੈਂਟ ਹੋਣੀ ਚਾਹੀਦੀ। ਅਮਰੀਕਾ 'ਚ ਕਾਮਯਾਬ ਹੈ, ਵਾਈ ਕਾਂਟ ਦਿਸ ਪੈਟਰਨ ਕੈਨ ਬੀ ਅਡਾਪਟਡ ਬਾਈ ਇੰਡੀਆ। ਉਹਦੇ ਵਾਸਤੇ ਅਕਾਲੀ ਦਲ ਅੱਜ ਵੀ ਜਦੋਜਹਿਦ ਕਰਦਾ, ਅੱਜ ਵੀ ਤਤਪਰ ਹੈ। ਜਦੋਂ ਸਾਡੇ ਕੋਲ ਇਹ ਸਟਰੈਂਥ ਹੋਏਗੀ ਇਸ ਨੂੰ ਜ਼ਰੂਰ ਅਸੀਂ ਲਾਗੂ ਕਰਾਵਾਂਗੇ। ਦੂਜੀ ਗੱਲ, ਤੁਸੀਂ ਗੱਲ ਕੀਤੀ ਹੈ 15 ਅਗਸਤ ਦੀ। 15 ਅਗਸਤ ਨੂੰ ਜਿੱਦਣ ਹੋਇਆ, ਇਹ ਸਰ ਪਰਮਜੀਤ ਸਿੰਘ ਰਾਣਾ ਹੋਰੀ ਮੇਰੇ ਨਾਲ ਬੈਠੇ ਨੇ, ਇਹ ਉੱਥੇ ਸੀਗੇ, ਮੈਂ ਉਸ ਵੇਲੇ ਆਊਟ ਆਫ ਕੰਟਰੀ ਸੀਗਾ। ਉੱਥੇ ਜਿਹੜੇ ਦੰਗੇ ਹੋਏ 2 ਬੱਚਿਆਂ ਦੇ, 2 ਕਮਿਊਨਿਟੀ ਦੇ ਬੱਚੇ, ਸਾਡੀ ਕਮਿਊਨਿਟੀ ਦੇ ਬੱਚਾ ਔਰ ਇੱਕ ਦੂਜੀ ਕਮਿਊਨਿਟੀ ਦੇ ਬੱਚੇ ਨੇ ਆਪਸ 'ਚ ਉਹਨਾਂ ਨੇ ਸ਼ਾਮ ਨੂੰ ਕਿਸੇ ਨਸ਼ੇ ਦੇ ਵਿੱਚ ਆਪਸ ਦੇ ਵਿੱਚ ਉਹਨਾਂ ਦਾ ਇੱਕ ਝਗੜਾ ਹੋਇਆ, ਉਹ ਝਗੜਾ ਫਲੇਅਰ ਅਪ ਹੋਇਆ। ਉਸ ਝਗੜੇ ਨੂੰ ਜਿਵੇਂ ਕੰਟਰੋਲ ਕੀਤਾ ਗਿਆ, ਵਿਦਿਨ ਨੋ ਟਾਈਮ ਅਸੀਂ ਉਸ ਨੂੰ ਕੰਟਰੋਲ ਕੀਤਾ ਔਰ ਸਾਡੀ ਟੀਮ ਉੱਥੇ ਸੀਗੇ। ਜਿਹੜੇ ਜ਼ਖਮੀ ਹੋਏ, ਜਿਹੜੇ ਫੱਟੜ ਹੋਏ, ਉਹਨਾਂ ਨੂੰ ਵੀ ਅਸੀਂ ਉਹਨਾਂ ਦਾ ਇਲਾਜ ਕੀਤਾ। ਸਾਰਾ ਉਹਨਾਂ ਦੀ ਟੇਕ ਕੇਅਰ ਜਿਹੜੀ ਹੈ ਉਹ ਗੁਰਦੁਆਰਾ ਕਮੇਟੀ ਨੇ ਕੀਤੀ। ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਉੱਥੇ ਉਸੇ ਵਕਤ ਪਹੁੰਚ ਗਈ ਦਿੱਲੀ ਦੇ ਪੁਲਿਸ ਕਮਿਸ਼ਨਰ ਨਾਲ ਉਹਨਾਂ ਨੇ ਮੀਟਿੰਗ ਕੀਤੀ, ਹੋਮ ਮਿਨਿਸਟਰ ਨਾਲ ਮੀਟਿੰਗ ਕੀਤੀ ਔਰ ਉਹ ਸਾਰੇ ਮਸਲੇ ਨੂੰ ਕੰਟਰੋਲ 'ਚ ਲਿਆ ਗਿਆ। ਔਰ ਮੈਂ ਸਮਝਦਾ ਵਾਂ ਕਿ ਇਹੋ ਜਿਹੀ ਹਾਲਾਤ ਕਿਸੇ ਜਗ੍ਹਾ ਵੀ ਫਲੇਅਰ ਅਪ ਹੋ ਸਕਦੇ। ਉਸ ਤੋਂ ਬਾਅਦ ਇਹੋ ਜਿਹੇ ਹਾਲਾਤ ਨਾ ਪੈਦਾ ਹੋਣ, ਉਹ ਵੀ ਅਸੀਂ ਦੋਨੋਂ ਕਮਿਊਨਿਟੀਆਂ ਦੇ ਵਿੱਚ ਬੈਠ ਕੇ ਆਪਸ ਦੇ ਵਿੱਚ ਵੱਡੇ ਬਜ਼ੁਰਗਾਂ ਦੇ, ਉਹਨਾਂ ਦੇ ਦੋਵਾਂ ਦੀ ਲੀਡਰਸ਼ਿਪ ਨੂੰ ਬਿਠਾ ਕੇ ਉਹਨਾਂ ਦਾ ਆਪਸ 'ਚ ਗੱਲ ਕਰਾ ਕੇ ਪੀਸ ਮਾਰਚ ਕੀਤਾ ਗਿਆ ਐਂਡ ਐਵਰੀਥਿੰਗ ਵਾਸ ਸੈਟਲਡ। ਨਾਓ ਦੇਰ ਇਜ਼ ਨੋ ਇਸ਼ੂ। ਲੇਕਿਨ ਜਦੋਂ ਕੋਈ ਝਗੜਾ ਹੁੰਦਾ ਉਦੋਂ ਕੋਈ ਵੀ ਕੁਝ ਕਹਿ ਸਕਦਾ, ਬੜੇ ਕਿਸਮ ਦੀ ਅਫਵਾਹਾਂ ਹੁੰਦੀਆਂ, ਉਹ ਅਫਵਾਹਾਂ ਚੱਲਦੀਆਂ ਹੁੰਦੀਆਂ। ਤੀਜੀ ਗੱਲ, ਤੁਸੀਂ ਡੇਰਾਵਾਦ ਦੀ ਗੱਲ ਕੀਤੀ ਹੈ ਕਿ ਡੇਰਾਵਾਦ ਦੇ ਖਿਲਾਫ ਤਾਂ ਜਿਹੜੀ ਲੜਾਈ ਅਕਾਲੀ ਦਲ ਲੜਦਾ ਪਿਆ ਉਹ ਬਿਲਕੁਲ ਲੜਦਾ ਪਿਆ। ਲੇਕਿਨ ਤੁਸੀਂ ਇਹ ਸੋਚਦੇ ਹੋ ਕਿ ਬਾਦਲ ਸਾਹਿਬ ਅੱਜ ਚੀਫ ਮਿਨਿਸਟਰ ਬਣ ਗਏ ਆ ਤੇ ਉਹਨਾਂ ਦੇ ਹੱਥ 'ਚ ਅੱਜ ਛੜੀ ਆ ਗਈ ਹੈ ਤੇ ਜਿਹਨੂੰ ਮਰਜ਼ੀ ਉਹ ਠੋਕ ਸਕਦੇ ਆ। ਮੈਂ ਸਮਝਦਾ ਕਿ ਡੈਮੋਕ੍ਰੈਟਿਕ ਸਿਸਟਮ ਹੈ, ਉੱਥੇ ਹਰੇਕ ਬੰਦੇ ਕੋਲ ਰਾਈਟ ਹੈ, ਉਹ ਕੋਰਟਾਂ ਜਾਂਦਾ, ਉਹ ਸਟੇ ਲੈਂਦਾ, ਉਹ ਸਭ ਕੁਝ ਕਰਦਾ। ਮੈਂ ਸਮਝਦਾ ਵਾਂ ਕਿ ਡੇਰਾਵਾਦ ਨੂੰ ਖਤਮ ਕਰਨ ਵਾਸਤੇ ਸਾਨੂੰ ਧਰਮ ਪ੍ਰਚਾਰ ਦੀ ਲਹਿਰ ਤੇਜ਼ ਕਰਨੀ ਪਏਗੀ। ਅੱਜ ਸਾਡੇ ਵਿੱਚ ਕਈ ਦੁਕਾਨਾਂ ਵੱਖੋ ਵੱਖਰੀਆਂ ਹੋ ਰਹੀਆਂ। ਜਿਹੜੀ ਗੱਲ ਮੇਰੇ ਤੋਂ ਪਹਿਲੇ ਰਾਣਾ ਜੀ ਨੇ ਗੱਲ ਕੀਤੀ ਹੈ, ਅਕਾਲ ਤਖਤ ਨੂੰ ਸਮਰਪਿਤ ਹੋ ਕੇ ਗੱਲ ਕੀਤੀ ਹੈ ਕਿ ਜਦੋਂ ਅਸੀਂ ਚਾਰਜ ਲਿਆ ਉਦੋਂ 2-2 ਸੰਗਰਾਂਦਾਂ, 2-2 ਗੁਰਪੁਰਬ ਦੀਆਂ ਡੇਟਾਂ ਦਿੱਤੀਆਂ ਜਾਂਦੀਆਂ ਸੀਗੀਆਂ। ਜੇ ਕਿਸੇ ਨੂੰ ਕੋਈ ਇਤਰਾਜ਼ ਹੈ ਅਕਾਲ ਤਖਤ ਸਾਹਿਬ ਦੇ ਫੈਸਲੇ ਤੇ, ਉਸ ਨੂੰ ਚਾਹੀਦਾ ਜਥੇਦਾਰ ਸਾਹਿਬ ਨਾਲ ਮੀਟਿੰਗ ਕਰੇ, ਪੰਜ ਸਿੰਘ ਸਭਾ ਨਾਲ ਮੀਟਿੰਗ ਕਰੇ, ਜਾ ਕੇ ਕਰੇ। ਲੇਕਿਨ ਤੁਸੀਂ ਇੱਕ ਆਪਣਾ ਨਵਾਂ ਏਜੰਡਾ ਕੱਢ ਦਿਓ, ਨਵਾਂ ਕੈਲੰਡਰ ਕੱਢ ਦਿਓ, ਬਿਲਕੁਲ ਇਹਦੇ ਹੱਕ 'ਚ ਨਹੀਂ ਆ। ਮੈਂ ਗ੍ਰੇਟਰ ਕੈਲਾਸ਼ ਰਹਿਣਾ ਵਾਂ, ਗ੍ਰੇਟਰ ਕੈਲਾਸ਼ ਦੀ ਸਿੰਘ ਸਭਾ ਬਹੁਤ ਵੱਡੀ ਸਿੰਘ ਸਭਾ ਹੈ।
ਸਾਡੇ ਉੱਥੇ ਸਕੂਲ ਚੱਲਦਾ ਜਿੱਥੇ 2000 ਬੱਚਾ ਪੜ੍ਹਦਾ, ਸਾਡੇ ਉੱਥੇ ਹਸਪੀਟਲ ਜਿੱਥੇ ਰੋਜ਼ ਦਾ 700 ਪੇਸ਼ੈਂਟ ਆਉਂਦਾ। ਉੱਥੇ ਮੈਂ ਅੱਜ ਸਵੇਰੇ ਖੜਾ ਹੋ ਕੇ ਕਹਿ ਦਵਾਂ ਮੈਂ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਜੂਨ ਦੇ ਮਹੀਨੇ 'ਚ ਮਨਾਵਾਂਗਾ, ਕਿਉਂ ਮਨਾਵਾਂਗਾ? ਹੂ ਐਮ ਆਈ। ਸਾਨੂੰ ਇੱਕ ਧੁਰੇ ਨਾਲ ਜੁੜਨਾ ਪਏਗਾ ਔਰ ਆਪਣੇ ਪ੍ਰਚਾਰ ਔਰ ਪ੍ਰਸਾਰ ਨੂੰ ਤੇਜ਼ ਕਰਨਾ ਪਏਗਾ, ਤਾਂ ਅਸੀਂ ਡੇਰੇਵਾਦ ਖਤਮ ਕਰ ਸਕਦੇ ਹਾਂ। ਸਰਕਾਰਾਂ ਨਹੀਂ ਖਤਮ ਕਰ ਸਕਦੀਆਂ, ਇਹ ਆਪਣੇ ਪ੍ਰਚਾਰ ਔਰ ਪ੍ਰਸਾਰ ਨਾਲ ਅਸੀਂ ਖਤਮ। ਸਾਡੇ ਜਦੋਂ ਆਪਣੇ ਲੀਡਰ ਉੱਥੇ ਜਾਣ ਕੀ ਉਹ ਉਹਨਾਂ ਨੂੰ ਬੜਾਵਾ ਨਹੀਂ ਦਿੰਦੇ? ਮੈਂ ਸਮਝਦਾ ਵਾਂ ਕਿ ਬਿਲਕੁਲ ਇਸ ਨੂੰ ਨਹੀਂ ਵਧਾਵਾ ਦੇਣਾ ਚਾਹੀਦਾ, ਜਾਂ ਕਿਸੇ ਹਾਲਾਤ 'ਚ ਗਏ ਹੋਣ ਜਦੋਂ ਉੱਥੇ ਕੋਈ ਕੰਟਰੋਵਰਸੀ ਨਾ ਹੋਵੇ, ਉਹ ਪੁਰਾਣੀਆਂ ਫੋਟੋਆਂ ਕੱਢ ਕੇ ਲੋਕੀ ਜ਼ਰੂਰ ਲੈਂਦੇ, ਕਿਉਂਕਿ ਇਹ ਪੋਲੀਟਿਕਸ ਦੇ ਵਿੱਚ ਮੈਨੂੰ ਯਾਦ ਹੈ ਕਿ ਟੌੜਾ ਸਾਹਿਬ ਦੀ ਫੋਟੋ ਆਈ ਕਿ ਟੌੜਾ ਸਾਹਿਬ ਨਿਰੰਕਾਰੀਆਂ ਦੇ ਉਹਦੇ ਵਿੱਚ ਜਾਂਦੇ ਹੋਏ ਰਾਜਾ ਅਮਰਿੰਦਰ ਸਿੰਘ ਨੇ ਫੋਟੋ ਕੱਢ ਦਿੱਤੀ ਸੀਗੀ। ਬਾਅਦ ਜਦੋਂ ਫੋਟੋ ਕੱਢ ਕੇ ਦੇਖੀ ਗਈ ਤੇ ਉਹ ਕਨਕੌਕਟਡ ਫੋਟੋ ਸੀਗੀ, ਉਹ ਡਾਕਟਰਡ ਫੋਟੋ ਸੀਗੀ, ਔਰ ਮਤਲਬ ਉਹਨਾਂ ਦੇ ਐਚਕਨ ਦੇ ਉੱਤੇ ਧੁੱਪ ਪੈਂਦੀ ਪਈ ਆ ਤੇ ਉਹ ਅੰਦਰ ਹਾਲ ਦੇ ਵਿੱਚ ਪ੍ਰੋਗਰਾਮ ਹੁੰਦਾ ਪਿਆ। ਸੋ ਮੈਂ ਸਮਝਦਾ ਵਾਂ ਕਿ ਇਹ ਹਰ ਕਿਸਮ ਦੀ ਅੱਜ ਕੱਲ੍ਹ ਮੀਡੀਆ ਜਿਹਨੂੰ ਮਰਜ਼ੀ ਜਿੱਥੇ ਮਰਜ਼ੀ ਫਿੱਟ ਕਰ ਦਿਓ, ਲੇਕਿਨ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈਗਾ ਇਹ ਡੇਰਾਵਾਦ ਦੇ ਖਿਲਾਫ ਹੈ ਔਰ ਇੱਕ ਪੰਥ ਇੱਕ ਗ੍ਰੰਥ ਦੇ ਉੱਤੇ ਪਹਿਰਾ ਦਿੰਦਾ ਹੈ। ਸੋ ਤੁਹਾਡਾ ਬਹੁਤ ਧੰਨਵਾਦ ਸਰਦਾਰ ਮਨਜੀਤ ਸਿੰਘ ਜੀ ਕਿ ਜੀ ਅਸੀਂ ਹੁਣ ਇੱਕ ਸਿਰਫ ਛੋਟੀ 2 ਮਿੰਟ ਦੀ ਅਸੀਂ ਬ੍ਰੇਕ ਲੈਣ ਲੱਗੇ ਹਾਂ ਤੇ ਸਾਧ ਸੰਗਤ ਜੀ ਤੁਸੀਂ ਇਸੇ ਤਰੀਕੇ ਨਾਲ ਸਿੱਖ ਚੈਨਲ ਨਾਲ ਜੁੜੇ ਰਹੋ। 2 ਮਿੰਟ ਦੇ ਵਿੱਚ ਤੁਸੀਂ ਵੀ ਚਾਹ ਪਾਣੀ ਉੱਠ ਕੇ ਆਪਣਾ ਵਿਸ਼ਰਾਮ ਕਰ ਲਓ। ਅਸੀਂ 2 ਮਿੰਟ 'ਚ ਫਿਰ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਕਰਾਂਗੇ। ਸਰਦਾਰ ਮਨਜੀਤ ਸਿੰਘ ਜੀ ਕਿ ਜੀ ਸਾਡੇ ਨਾਲ ਹੀ ਜੁੜੇ ਰਹਿਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਸਵਾਗਤ ਹੈ ਜੀ ਸਿੱਖ ਚੈਨਲ ਤੇ ਜੀ ਆਇਆਂ ਨੂੰ। ਤੇ ਅਸੀਂ ਵਿਚਾਰਾਂ ਦੀ ਸਾਂਝ ਪਾ ਰਹੇ ਹਾਂ ਅੱਜ ਆਮਣੇ ਸਾਹਮਣੇ ਬਹਿ ਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਮਨਜੀਤ ਸਿੰਘ ਜੀ ਕੇ ਸਾਹਿਬ ਆਪਣੇ ਵਫਦ ਦੇ ਨਾਲ ਇੱਥੇ ਪਹੁੰਚੇ ਹੋਏ ਆ। ਸੋ ਸਾਰੇ ਬਹੁਤ ਸਾਰੀਆਂ ਕਾਲਾਂ ਸਾਨੂੰ ਆ ਰਹੀਆਂ ਨੇ ਤੇ ਸਾਡੇ ਸੰਗਤਾਂ ਦੇ ਵਿੱਚੋਂ ਵੀ ਬਹੁਤ ਸਾਰੇ ਹੱਥ ਖੜੇ ਹੋ ਰਹੇ ਨੇ ਸਵਾਲਾਂ ਦੇ। ਆਪਣੇ ਸਵਾਲ ਰੱਖਣ ਦੇ ਲਈ ਤੋਂ ਅਸੀਂ ਚੱਲਦੇ ਹਾਂ ਆਪਣੇ ਅੱਗੇ ਬੜੇ ਹੀ ਸਾਡੇ ਯੁੱਗ ਦੇ ਮਸ਼ਹੂਰ ਪ੍ਰਚਾਰਕ ਗਿਆਨੀ ਜੀ ਗੁਲਸ਼ਨ ਜੀ ਵੱਲ। ਤੁਸੀਂ ਗਿਆਨੀ ਜੀ ਆਪਣੇ ਜੋ ਵੀ ਸਵਾਲ ਹੈ ਤੁਸੀਂ ਰੱਖੋ ਜੀ। ਮੈਂ ਸਾਰਿਆਂ ਨੂੰ ਸਭ ਤੋਂ ਪਹਿਲਾਂ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਰਦਾਰ ਮਨਜੀਤ ਸਿੰਘ ਜੀ ਕੇ ਸਾਹਿਬ, ਮੈਨੂੰ ਖੁਸ਼ੀ ਹੈ ਕਿ ਖਾਨਦਾਨੀ ਪੰਥਕ ਔਰ ਸੇਵਾਦਾਰ ਪਰਿਵਾਰ ਨੂੰ ਇੱਕ ਵਾਰੀ ਫਿਰ ਸੇਵਾ ਦਾ ਮੌਕਾ ਮਿਲਿਆ। ਤੁਸੀਂ ਅੱਗੇ ਆਏ ਹੋ ਔਰ ਹੋਰ ਖੁਸ਼ੀ ਦੀ ਗੱਲ ਹੈ ਕਿ ਆ ਕੇ ਸਿੱਖ ਨਬਜ਼ ਪਛਾਣਨ ਦੇ ਲਈ ਤੁਸੀਂ ਇਹ ਯਤਨ ਕਰ ਰਹੇ ਹੋ, ਸਾਰੀ ਸੰਗਤ ਦੇ ਰੂਬਰੂ ਹੋ ਰਹੇ ਹੋ। ਮੇਰਾ ਸਵਾਲ ਇਹ ਹੈ ਕਿ ਸ਼ਹੀਦ ਕੋਈ ਸ਼ੱਕ ਨਹੀਂ ਕਿ ਕੌਮ ਦਾ ਸਰਮਾਇਆ ਹੋਇਆ ਕਰਦੇ ਨੇ। ਤੁਸੀਂ ਸੇਵਾ ਸੰਭਾਲਦਿਆਂ ਹੀ ਸਭ ਤੋਂ ਪਹਿਲਾਂ ਇਹ ਫੈਸਲਾ ਕੀਤਾ ਕਿ 84 ਦੇ ਵਿੱਚ ਜੋ ਸਿੱਖ ਨਸਲਕੁਸ਼ੀ ਕੀਤੀ ਗਈ ਆਲ ਓਵਰ ਇੰਡੀਆ, ਉਹ ਸਾਰੇ 84 ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਤੁਸੀਂ ਯਾਦਗਾਰ ਬਣਾ ਰਹੇ ਹੋ, ਨੀਂਹ ਪੱਥਰ ਰੱਖਿਆ ਗਿਆ। ਪਰ ਸਵਾਲ ਇਹ ਹੈ, ਚੰਗਾ ਹੋਵੇ ਜੇ ਖਾਲਸਾ ਵਿਰਾਸਤ ਜੋ ਅਨੰਦਪੁਰ ਸਾਹਿਬ ਵਿਖੇ ਬਣਾਏਗੀ ਉਸੇ ਤਰਜ਼ ਤੇ ਅਗਰ ਤੁਸੀਂ ਸ਼ਹੀਦਾਂ ਦੇ ਕੁਝ ਫੋਟੋਆਂ ਜਾਂ ਕੁਝ ਐਸੀਆਂ ਫੋਟੋਜ਼ ਜਾਂ ਕੁਝ ਹੋਰ ਡਾਕੂਮੈਂਟਰੀਜ਼ ਵਗੈਰਾ ਚਲਾਓ ਉੱਥੇ ਕਿ ਜਿਸ ਤਰ੍ਹਾਂ ਕਿਸੇ ਸਿੱਖ ਨੂੰ ਫੜ ਕੇ ਉਸ ਨੂੰ ਕਤਲ ਕੀਤਾ ਜਾ ਰਿਹਾ ਹੈ ਜਾਂ ਉਸ 'ਤੇ ਤਸ਼ੱਦਦ ਕੀਤਾ ਜਾ ਰਿਹਾ ਹੈ, ਟਾਇਰ ਪਾ ਕੇ ਸਾੜਿਆ ਜਾ ਰਿਹਾ, ਕਿੰਨੀਆਂ ਹੀ ਜ਼ਿਆਦੀਆਂ ਮਨ ਨੂੰ ਇੱਕਦਮ ਰੋਗ ਭਰਨ ਵਾਲੀਆਂ ਫੋਟੋਜ਼ ਮਿਲਦੀਆਂ ਨੇ ਆਪਾਂ ਨੂੰ, ਉਹ ਵੀ ਤਾਂ ਕਿ ਉਹ ਯਾਦਾਂ ਹਮੇਸ਼ਾ ਲਈ ਬਰਕਰਾਰ ਰਹਿਣ ਔਰ ਜਿਹੜੇ ਵੀ ਵਿਜ਼ਟਰਸ ਵੀ ਜਾਣ ਫੋਰਨ ਤੋਂ ਉਹ ਵੀ ਉਹ ਦੇਖ ਕੇ ਸਿੱਖ ਨਸਲਕੁਸ਼ੀ ਦੇ ਬਾਬਤ ਕਾਂਗਰਸ ਦੇ ਜੋ ਕੀਤਾ ਗਿਆ ਉਹਨਾਂ ਨੂੰ ਆਪਣੇ ਆਪ ਸ਼ਰਮਿੰਦਗੀ ਹੁੰਦੀ ਜਾਏਗੀ। ਅਗਰ ਮੰਨ ਲਓ ਕਾਂਗਰਸ ਸਰਕਾਰ ਜਾਂ ਸੋਨੀਆ ਗਾਂਧੀ ਜਾਂ ਕੋਈ ਹੋਰ ਇਸ ਆਪਣੇ ਕੀਤੇ ਹੋਏ ਬੁਰੇ ਕਾਰਨਾਮੇ ਦੀ ਕੋਈ ਮਾਫੀ ਨਹੀਂ ਮੰਗਦਾ। ਤਾਂ ਮੇਰਾ ਦੂਸਰਾ ਨਾਲ ਹੀ ਸਰਬ ਸਾਂਝਾ ਸਵਾਲ ਧਰਮ ਪ੍ਰਚਾਰ ਦੇ ਲਈ, ਕਿਉਂਕਿ ਬੀਤੇ ਦਿਨ ਜਦੋਂ ਕੁਝ ਮਹੀਨੇ ਪਹਿਲਾਂ ਦਾਸ ਉੱਥੇ ਗਿਆ ਤੇ ਸਰਦਾਰ ਪਰਮਜੀਤ ਸਿੰਘ ਰਾਣਾ ਹੋਰੀ ਪਹਿਲੀ ਵਾਰੀ ਮਿਲੇ, ਇਹਨਾਂ ਨੇ ਦਾਸ ਦੀ ਸੇਵਾ ਲਗਾਈ ਬੰਗਲਾ ਸਾਹਿਬ ਵਿਖੇ। ਬੰਗਲਾ ਸਾਹਿਬ ਵਿਖੇ 3-4 ਦਿਨ ਕਥਾ ਕਰਦਿਆਂ ਨਾ ਕਈ ਲਿਸਨਰਸ ਦੇ ਐਸੇ ਸਵਾਲ ਆਉਂਦੇ ਸਨ ਜਿਨ੍ਹਾਂ ਤੋਂ ਐਸੀ ਇੱਕ ਸਾਜ਼ਿਸ਼ ਪ੍ਰਗਟ ਹੋਣ ਦਾ ਸ਼ੱਕ ਅੰਦੇਸ਼ਾ ਪੈਦਾ ਹੋ ਰਿਹਾ ਸੀ ਕਿ ਇੱਕ ਸਿੱਖ ਨੂੰ ਗੁਰੂ ਸਾਹਿਬਾਨ ਦੇ ਬਾਬਤ ਸ਼ੰਕਾ ਕਰਨ ਲਈ ਉਕਸਾਇਆ ਜਾ ਰਿਹਾ ਜਾਂ ਕਿਸੇ ਸਿੱਖ ਨੂੰ ਹੀ ਇਸ ਗੱਲੋਂ ਮਜਬੂਰ ਕੀਤਾ ਜਾ ਰਿਹਾ ਕਿ ਤੂੰ ਸਿੱਖ ਇਤਿਹਾਸ ਤੇ ਸ਼ੰਕਾ ਕਰ। ਤਾਂ ਮੇਰਾ ਸਵਾਲ ਇਹ ਹੈ ਸਰਦਾਰ ਪਰਮਜੀਤ ਸਿੰਘ ਰਾਣਾ ਜੀ ਤੁਹਾਡੇ ਲਈ ਜਾਂ ਸਰਬ ਸਾਂਝੇ ਤੌਰ ਤੇ, ਕਿਉਂਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਲਾ ਧਰਮ ਪ੍ਰਚਾਰ ਦੇ ਲਈ ਕੀ ਕਰ ਰਹੀ ਹੈ? ਧਰਮ ਪ੍ਰਚਾਰਕਾਂ ਦੇ ਲਈ ਵੀ ਤੁਸੀਂ ਕੋਈ ਵਿਦਿਆ ਸੈਂਟਰ, ਕੋਈ ਕਾਲਜ, ਕੋਈ ਐਸਾ ਸ਼ੁਰੂ ਕਰ ਰਹੇ ਹੋ ਕਿ ਜਿਸ ਦੇ ਨਾਲ ਆਉਂਦੇ ਸਮੇਂ ਦੇ ਵਿੱਚ ਕੋਈ ਐਸੀ ਜਿਹੜੀ ਪਲੈਨਿੰਗ ਐਂਟੀ ਸਿੱਖੀ ਦੀ ਇੱਕ ਸਾਜ਼ਿਸ਼ ਹੋ ਰਹੀ ਹੈ ਅੰਤਰੀਵੀ ਤੌਰ ਤੇ, ਉਸ ਨੂੰ ਆਪਾਂ ਨਕਾਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਣਾ ਸਾਹਿਬ ਮੇਰੇ ਖਿਆਲ ਦਾ ਬੜਾ ਚੰਗਾ ਸਵਾਲ ਪੁੱਛਿਆ ਇਹਨਾਂ ਨੇ, ਕਿਉਂਕਿ ਆਪ ਜੀ ਨੂੰ ਪਤਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਗੁਰਦੁਆਰਾ ਬੰਗਲਾ ਸਾਹਿਬ ਤੋਂ
ਕਥਾ ਦੇ ਵਿੱਚ ਇਹੋ ਜਿਹੇ ਵਿਚਾਰ ਰੱਖੇ ਗਏ ਕਿ ਜਿਹੜੇ ਕਿ ਬਰਦਾਸ਼ਤ ਦੇ ਕਾਬਿਲ ਨਹੀਂ ਸਨ। ਔਰ ਉਹ ਦਿੱਲੀ ਦੀ ਸੰਗਤ ਤੋਂ ਇਲਾਵਾ ਦਿੱਲੀ ਤੋਂ ਬਾਹਰ ਬੈਠੇ ਸਿੰਘਾਂ ਨੇ ਵੀ ਇਹ ਗੱਲਾਂ ਸੁਣੀਆਂ ਨੇ ਕਿ ਜਿਹੜੀ ਗੱਲ ਧਰਮ ਦੀ ਹੋਣੀ ਚਾਹੀਦੀ ਹੈ, ਜਿਹੜੀ ਬਾਣੀ ਵਿੱਚੋਂ ਇੱਕ ਵਿਆਖਿਆ ਹੋਣੀ ਚਾਹੀਦੀ ਆ, ਉਹ ਬੰਦ ਹੋ ਗਈ ਸੀ ਤੇ ਕ੍ਰਿਟਿਸਾਈਜ਼ ਸ਼ੁਰੂ ਹੋ ਗਿਆ ਸੀਗਾ। ਉਸ ਕ੍ਰਿਟਿਸਾਈਜ਼ ਨੂੰ ਖਤਮ ਕਰਕੇ ਸਿਰਫ ਤੇ ਸਿਰਫ ਬਾਣੀ ਦੀ ਗੱਲ ਕਰਦੀ ਹੈ ਉੱਥੇ। ਜਿਹੜੇ ਵੀ ਪ੍ਰਚਾਰਕ ਬਾਹਰੋਂ ਆਣ ਅਸੀਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ, ਪਰ ਉਹਦੇ ਵਿੱਚ ਅਸੀਂ ਇੱਕ ਗੱਲ ਦਾ ਖਿਆਲ ਜ਼ਰੂਰ ਰੱਖਦੇ ਆ ਕਿ ਉਹ ਵਿਦਵਾਨ ਉਸ ਕਸੌਟੀ ਤੇ ਉਤਰੇ ਜਿਹੜਾ ਕਿ ਸਿਰਫ ਤੇ ਸਿਰਫ ਗੁਰਬਾਣੀ ਦੀ ਗੱਲ ਕਰੇ, ਨਾ ਉਹ ਕਿਸੇ ਪੋਲੀਟੀਕਲ ਲੀਡਰ ਦੀ ਗੱਲ ਕਰੇ। ਜਿਹਦਾ ਰਾਜ ਹੈ ਉਹਦੇ ਬਾਰੇ ਪ੍ਰਚਾਰਕ ਨੂੰ ਕਹਿਣ ਦੀ ਕੋਈ ਲੋੜ ਨਹੀਂ ਹੈ, ਉਹਨੂੰ ਸਿਰਫ ਗੁਰੂ ਦੀ ਗੱਲ ਪਹੁੰਚਾਉਣੀ ਹੈ ਔਰ ਗੁਰੂ ਦੀ ਗੱਲ ਹੀ ਸੰਗਤ ਤੱਕ ਪਹੁੰਚਣੀ ਚਾਹੀਦੀ ਹੈ। ਆਪ ਪਿਛਲੇ 6-7 ਮਹੀਨੇ ਤੋਂ ਦੇਖ ਰਹੇ ਹੋ ਜਿਵੇਂ ਟੀਵੀ ਦੇ ਉੱਤੇ ਕਥਾ ਆ ਰਹੀ ਹੈ, ਮੈਨੂੰ ਨਹੀਂ ਲੱਗਦਾ ਕਿ ਸੰਗਤ ਕਿਸੇ ਪਾਸੋਂ ਵੀ ਨਾਰਾਜ਼ ਹੈ, ਸੰਗਤ ਬੜੀ ਖੁਸ਼ ਹੈ। ਆਪ ਨੇ ਦੇਖਿਆ ਭਾਈ ਜਸਵੰਤ ਸਿੰਘ ਮੰਜੀ ਸਾਹਿਬ ਪਹਿਲੀ ਵਾਰ ਦਿੱਲੀ ਦੀ ਸਟੇਜ ਤੇ ਆ ਕੇ ਉਹਨਾਂ ਨੇ ਕਥਾ ਕੀਤੀ ਹੈ, ਬਹੁਤ ਵੱਡੇ ਵਿਦਵਾਨ ਸਨ। ਉਸ ਤੋਂ ਬਾਅਦ ਆਪਣੇ ਭਾਈ ਸਾਹਿਬ ਸਿੰਘ ਜੀ ਮਾਰਕੰਡਾ ਸਾਹਿਬ, ਇੱਦਾਂ ਹੋਰ ਗੁਲਸ਼ਨ ਜੀ ਵੀ ਆਏ ਨੇ, ਹੋਰ ਵੀ ਕਈ ਵਿਦਵਾਨ ਆ ਰਹੇ ਆ। ਆਉਣ ਵਾਲੇ ਸਮੇਂ 'ਚ ਯੂਕੇ ਦੇ ਕਈ ਵਿਦਵਾਨਾਂ ਨਾਲ ਮਿਲ ਕੇ ਅਸੀਂ ਇੱਕ ਇਹੋ ਜਿਹਾ ਹਫ਼ਤਾਵਾਰੀ ਪ੍ਰੋਗਰਾਮ ਬਣਾ ਰਹੇ ਹਾਂ ਜਿਹਦੇ ਵਿੱਚ ਆਲ ਓਵਰ ਵਰਲਡ ਦੇ ਪ੍ਰਚਾਰਕ ਗੁਰਬਾਣੀ ਦੀ ਗੱਲ ਕਰਨਗੇ। ਇਹ ਤਾਂ ਇੱਕ ਪੱਖ ਆਇਆ। ਦੂਜੇ ਪਾਸੇ ਅਸੀਂ ਪਿਛਲੇ ਕੁਝ ਦਿਨਾਂ ਪਹਿਲਾਂ 9000 ਬੱਚਿਆਂ ਦਾ ਗੁਰਮਤਿ ਟੈਸਟ ਲਿਆ ਹੈ, ਜਿਹਦੇ ਵਿੱਚ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਨੇ ਬਹੁਤ ਵੱਡੇ ਪੱਧਰ ਤੇ ਉਹਦੇ ਵਿੱਚ ਪਾਰਟਿਸਿਪੇਟ ਕੀਤਾ ਹੈ। ਇੱਦਾਂ ਹੀ ਜਿਵੇਂ ਪ੍ਰਧਾਨ ਸਾਹਿਬ ਦੱਸਿਆ ਕਿ ਅੰਮ੍ਰਿਤਧਾਰੀ ਬੱਚਿਆਂ ਨੂੰ ਅਸੀਂ ਫੀਸ ਮਾਫ ਕੀਤੀ ਹੈ, ਤੇ ਫੀਸ ਮਾਫ ਕਰਕੇ ਇਹ ਨਹੀਂ ਕਿ ਗਾਤਰਾ ਪਾ ਕੇ ਜਾਂ ਕਿਰਪਾਨ ਜਾਂ ਕਕਾਰ ਪਾ ਕੇ ਉਹ ਫੀਸ ਮਾਫ ਕਰਾ ਲੇ। ਐਵਰੀ ਈਅਰ ਹੀ ਸ਼ੁੱਡ ਪ੍ਰਿਪੇਅਰ ਫॉर द ਪਾਰਟ। ਇਸ ਵਾਰ ਜਿਹਨੇ 10 ਪੌੜੀਆਂ ਯਾਦ ਕੀਤੀਆਂ, ਅਗਲੇ ਸਾਲ ਉਹਨੇ ਫੀਸ ਮਾਫ ਕਰਾਣੀ ਤੇ ਉਹਨੂੰ 25 ਪੌੜੀਆਂ ਯਾਦ ਹੋਣੀ ਚਾਹੀਦੀਆਂ। ਉਸ ਤੋਂ ਅਗਲੇ ਸਾਲ ਪੂਰਾ ਜਪਜੀ ਸਾਹਿਬ ਯਾਦ ਹੋਣਾ ਚਾਹੀਦਾ। ਇਸ ਤਰ੍ਹਾਂ ਦੇ ਕਈ ਪ੍ਰੋਗਰਾਮ ਅਸੀਂ ਕਰ ਰਹੇ ਹਾਂ। ਉਸ ਤੋਂ ਬਾਅਦ ਜਿਹੜੀ ਗੱਲ ਇਹਨਾਂ ਨੇ ਕਹੀ ਹੈ ਕਿ ਆਪਾਂ ਹੋਰ ਇਸ ਤੋਂ ਵੱਡੇ ਉਪਰਾਲੇ ਕੀ ਕਰ ਰਹੇ ਹਾਂ, ਅਸੀਂ ਗੱਤਕਾ ਚਾਲੂ ਕਰਤਾ ਹੈ, ਸੈਲਫ ਡਿਫੈਂਸ ਸਕੂਲਾਂ ਵਿੱਚ ਚਾਲੂ ਕਰ ਦਿੱਤਾ ਹੈ। ਅੱਜ ਜਿਹੜਾ ਦਿੱਲੀ ਦੇ ਹਾਲਾਤ ਆਪਾਂ ਦੇਖਦੇ ਹਾਂ, ਬੀਬੀਆਂ ਨਾਲ ਬੱਚਿਆਂ ਨਾਲ ਹੁੰਦੇ ਆ, ਜੇ ਸਾਡਾ ਗੱਤਕਾ ਸਾਡੇ ਤੋਂ ਵਿਸਰ ਰਿਹਾ ਸੀ, ਅਸੀਂ ਪਬਲਿਕ ਸਕੂਲਾਂ ਦੇ ਵਿੱਚ ਉਹ ਗੱਤਕਾ ਲਾਗੂ ਕਰ ਦਿੱਤਾ ਹੈ। ਔਰ ਆਉਣ ਵਾਲੇ ਸਮੇਂ ਸਾਨੂੰ ਉਮੀਦ ਹੈ ਕਿ ਸਾਡੀ ਬੱਚੀਆਂ, ਸਾਡੇ ਬੱਚੇ ਇਸ ਕਲਾ ਦਾ ਇੰਨੇ ਮਾਹਿਰ ਹੋ ਜਾਣਗੇ ਕਿ ਹਰ ਜਗ੍ਹਾ ਉਹ ਇਸ ਨੂੰ ਲਿਆਉਣਗੇ। ਤੁਹਾਡਾ ਬਹੁਤ ਧੰਨਵਾਦ ਵੀਰ ਜੀ। ਅਸੀਂ ਸਾਡੇ ਕੋਲ ਸਿਰਫ 20 ਮਿੰਟ ਦਾ ਸਮਾਂ ਬਾਕੀ ਰਹਿ ਗਿਆ ਤੇ ਮੈਂ ਚਾਹੁੰਦਾ ਕਿ ਤੁਸੀਂ ਸਿਰਫ ਆਪਣਾ ਸਟੇਟ ਵੇ ਕੁਐਸਚਨ ਰੱਖੋ ਵੀ ਤੁਹਾਡਾ ਆਹ ਸਵਾਲ ਆ। ਪਲੀਜ਼, ਸਾਡੇ ਕੋਲ ਸਮਾਂ ਬਹੁਤ ਸੀਮਤ ਹੈ। ਪਲੀਜ਼ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਦਾਸ ਸਰਦਾਰ ਮਨਜੀਤ ਸਿੰਘ ਜੀ ਕੇ ਹੁਣਾਂ ਦਾ ਵੈਲਕਮ ਕਰਦਾ, ਇਹਨਾਂ ਨੂੰ ਇੱਥੇ ਜੀ ਆਇਆਂ ਨੂੰ ਕਹਿੰਦਾ ਆਉਣ ਤੇ, ਕਿਉਂਕਿ ਸੰਗਤਾਂ ਦੇ ਨਾਲ ਇੱਕ ਰਾਬਤਾ ਕਾਇਮ ਕੀਤਾ। ਔਰ ਇਹ ਸੁਜੈਸ਼ਨ ਵੀ ਕਰੂੰਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਦਾਂ ਹੀ ਤੁਹਾਡੀ ਟੀਮ ਆਉਣੀ ਚਾਹੀਦੀ ਆ, ਕਿਉਂਕਿ ਤੁਹਾਡੇ ਨਾਲ ਇੱਕ ਸਾਡਾ ਸੰਬੰਧ ਬਣਿਆ ਰਹੇ। ਬਾਕੀ ਰਹੀ ਗੱਲ ਕਿ ਕਿਉਂਕਿ ਤੁਹਾਡੇ ਤੋਂ ਪਹਿਲਾਂ ਸਰਦਾਰ ਪਰਮਜੀਤ ਸਿੰਘ ਸਰਨਾ ਹੋ ਸੀਗੇ, ਉਹਨਾਂ ਨੇ ਕੁਝ ਇਦਾਂ ਦੇ ਗਲਤ ਕੰਮ ਕੀਤੇ। ਕਿਉਂਕਿ ਜਿਹੜੀ ਆਪਾਂ ਗੱਲ ਕਰਦੇ ਹਾਂ ਸ੍ਰੀ ਅਕਾਲ ਤਖਤ ਸਾਹਿਬ ਦੀ, ਆਪ ਜੀ ਨੇ ਗੱਲ ਕੀਤੀ ਆ, ਉਹਨੇ ਇੱਕ ਇਹ ਵੀ ਗੱਲ ਕਹਿ ਦਿੱਤੀ ਸੀਗੀ ਕਿ ਤੁਸੀਂ, ਮੈਂ ਇੱਥੇ ਬੰਗਲਾ ਸਾਹਿਬ ਇੰਨਾ ਸੋਹਣਾ ਲਾ ਦੇਣਾ ਕਿ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਭੁੱਲ ਜਾਓਗੇ। ਜਿਹੜੀਆਂ ਇਦਾਂ ਦੀਆਂ ਚੀਜ਼ਾਂ ਆ, ਇਹ ਬੰਦੇ ਨੂੰ ਕਦੇ ਵੀ ਉਸ ਜਿਹੜੀ ਪੋਜੀਸ਼ਨ ਤੇ ਰਹਿਣ ਨਹੀਂ ਦਿੰਦੀਆਂ। ਸੋ ਹਾਂਜੀ, ਸਵਾਲ ਇਹ ਆ ਕਿ ਜਿਹੜਾ ਆਪਣਾ ਦੇਖੋ ਪਤਿਤ ਹੋ ਰਹੇ ਆ ਸਿੱਖ, ਤੁਸੀਂ ਇੰਗਲੈਂਡ ਦੇ ਵਿੱਚ ਆਏ ਆ, ਕਿੱਦਾਂ ਦੇਖ ਰਹੇ ਆ ਪੱਗਾਂ ਵਾਲੇ ਵੀਰ ਇਸੇ ਤਰ੍ਹਾਂ ਪਤਿਤ ਹੋ ਰਹੇ, ਉਹਨਾਂ ਬਾਰੇ ਤੁਸੀਂ ਕੀ ਕਰ ਰਹੇ ਆ, ਇਹਦੇ ਬਾਰੇ ਮੈਂ ਪੁੱਛਣਾ ਚਾਹੁੰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਮਝਦਾ ਵਾਂ, ਮੈਂ ਆਪਣੀ ਇਲੈਕਸ਼ਨਾਂ 'ਚ ਵੀ ਬੜੀ ਉੱਚੀ ਆਵਾਜ਼ 'ਚ ਗੱਲ ਕਹੀ ਸੀ, ਅੱਜ ਤੁਹਾਡੇ ਚੈਨਲ ਰਾਹੀਂ ਵੀ ਮੈਂ ਕਹਿ ਰਿਹਾ, ਮੇਰਾ ਏਜੰਡਾ ਗੁਰਦੁਆਰਿਆਂ ਦੇ ਗੁੰਬਦਾਂ ਤੇ ਸੋਨਾ ਚੜ੍ਹਾਉਣ ਦਾ ਨਹੀਂ ਹੈ। ਮੇਰਾ ਏਜੰਡਾ ਆਪਣੀ ਆਉਣ ਵਾਲੀ ਪਨੀਰੀ ਨੂੰ ਬਚਾਉਣ ਦਾ, ਉਹਨੂੰ ਐਜੂਕੇਸ਼ਨ ਦਾ। ਅਗਰ ਗੁਰਦੁਆਰੇ ਦੇ ਗੁੰਬਦਾਂ ਤੇ ਸੋਨਾ ਲਾ ਕੇ ਅਸੀਂ ਸਿੱਖੀ ਬਚਾ ਸਕਦੇ ਹੁੰਦੇ ਤੇ ਸ਼ਾਇਦ ਬਚਾ ਲੈਂਦੇ। ਲੋੜ ਹੈ ਅੱਜ ਦੇ ਬੱਚਿਆਂ ਵਾਸਤੇ, ਅੱਜ ਦੀ ਪਨੀਰੀ ਵਾਸਤੇ ਉਹ ਪ੍ਰਚਾਰਕ ਤਿਆਰ ਕਰਨ ਦੀ ਜਿਹੜੇ ਅੱਜ ਦੀ ਪਨੀਰੀ ਨੂੰ ਜਵਾਬ ਦੇ ਸਕਣ, ਸਵਾਲਾਂ ਦੇ ਜਵਾਬ ਦੇ ਸਕਣ। ਇਹ ਇੱਕ ਰੈਲੇਵੈਂਟ ਕੁਐਸਚਨ ਹੈ, ਮੈਂ 1 ਮਿੰਟ ਜ਼ਰੂਰ ਲੱਗੂਗਾ। ਅੱਜ ਸਾਡੀ ਦਿੱਕਤ ਕੀ ਹੈ ਹਿੰਦੁਸਤਾਨ ਦੇ ਵਿੱਚ ਵੀ ਜਾਂ ਬਾਹਰ ਵੀ? ਦਿੱਕਤ ਇਹ ਹੈ ਕਿ ਜਿਹੜੇ ਸਾਡੇ ਕਲਰਜੀ ਹੈ, ਭਾਈ ਸਾਹਿਬਾਨ ਨੇ, ਬਹੁਤ ਘੱਟ ਨੇ ਜਿਹੜੇ ਲੋਕਾਂ ਨੂੰ, ਬੱਚਿਆਂ ਨੂੰ ਐਡਰੈਸ ਕਰ ਸਕਦੇ ਆ। ਅੱਜ ਸਾਡਾ ਕਨੈਕਸ਼ਨ ਆਉਣ ਵਾਲੀ ਪਨੀਰੀ ਦਾ ਤੇ ਭਾਈ ਸਾਹਿਬ ਦਾ ਟੁੱਟ ਗਿਆ, ਕਿਉਂਕਿ ਜ਼ੁਬਾਨ ਦਾ ਫਰਕ ਹੈ, ਉਹ ਲੈਂਗੁਏਜਸ ਨਹੀਂ ਜਾਣਦੇ ਜਿਸ ਲੈਂਗੁਏਜ ਵਿੱਚ ਬੱਚਾ ਸੁਣਨਾ ਚਾਹੁੰਦਾ। ਦੂਜੀ ਵੱਡੀ ਪ੍ਰੋਬਲਮ ਕੀ ਹੈ ਕਿ ਅੱਗੇ ਵੱਡੀਆਂ ਪਰਿਵਾਰ ਹੁੰਦੇ ਸੀ,
ਦਾਦੀ ਦਾਦੇ ਨਾਲ ਰਹਿੰਦੇ ਹੁੰਦੇ ਸੀਗੇ। ਅੱਜ ਨਿਊਕਲੀਅਰ ਫੈਮਲੀਆਂ ਹੋ ਗਈਆਂ। ਅੱਜ ਦੇ ਬੱਚੇ ਵੱਡਿਆਂ ਬਜ਼ੁਰਗਾਂ ਨੂੰ ਬਰਦਾਸ਼ਤ ਹੀ ਨਹੀਂ ਕਰਦੇ। ਉਹ ਚਾਹੁੰਦੇ ਆ ਕਿ ਓਲਡ ਹੋਮ ਚਲੇ ਜਾਣ ਜਾਂ ਵੱਖਰਾ ਰਹਿਣਾ ਚਾਹੁੰਦੇ ਆ। ਅੱਗੇ ਦਾਦੀ ਉਂਗਲ ਫੜ ਕੇ ਪੋਤੇ ਨੂੰ ਲੈ ਕੇ ਜਾਂਦੀ ਸੀ ਗੁਰਦੁਆਰੇ, ਮੱਥਾ ਟਿਕਾਉਂਦੀ ਸੀ, ਨਾਲ ਸਾਖੀਆਂ ਸੁਣਾਉਂਦੀ ਸੀ। ਅੱਜ ਉਹ ਚੀਜ਼ ਖਤਮ ਹੋ ਗਈ। ਵਰਕਿੰਗ ਕਲਾਸ ਹੈ, ਮੀਆਂ ਨੂੰ ਵੀ ਕੰਮ ਕਰਨਾ ਪੈਂਦਾ, ਬੀਵੀ ਨੂੰ ਵੀ ਕੰਮ ਕਰਨਾ ਪੈਂਦਾ, ਉਹਨਾਂ ਕੋਲ ਟਾਈਮ ਹੀ ਨਹੀਂ ਬੱਚੇ ਨੂੰ ਦੇਖਣ ਦਾ। ਮੈਂ ਸਮਝਦਾ ਵਾਂ ਕਿ ਇਹ ਬਹੁਤ ਵੱਡਾ ਇੱਕ ਐਸਾ ਸਮਾਂ ਆ ਗਿਆ ਕੌਮ ਦੇ ਉੱਤੇ ਜਿੱਥੇ ਬੜੀ ਲੋੜ ਹੈ ਆਪਣੀ ਪਨੀਰੀ ਨੂੰ ਸਾਂਭਣ ਦੀ ਔਰ ਨਵੇਂ ਪ੍ਰਚਾਰਕ ਐਸੇ ਤਿਆਰ ਕਰਨ ਦੇ। ਜਿਹੜੇ ਭਾਈ ਸਾਹਿਬ ਨੇ ਪੁੱਛਿਆ ਸੀ ਪਹਿਲੇ, ਅਸੀਂ ਗੁਰਦੁਆਰਾ ਰਕਾਬਗੰਜ ਆਪਣੇ ਪ੍ਰਚਾਰਕਾਂ ਵਾਸਤੇ ਐਜੂਕੇਸ਼ਨ ਚਲਾ ਰਹੇ ਹਾਂ। ਅਸੀਂ ਇੰਪਲੋਇਮੈਂਟ ਵੀ ਉਹਨਾਂ ਨੂੰ ਦੇ ਰਹੇ ਹਾਂ ਜਿਹੜੇ ਅੰਗਰੇਜ਼ੀ 'ਚ ਉਹਨਾਂ ਨੇ ਡਿਗਰੀ ਲਈ ਹੋਵੇ, BA ਦੀ ਲਈ ਹੋਵੇ, MA ਦੀ ਲਈ ਹੋਵੇ, ਨਾਲ ਧਾਰਮਿਕ ਡਿਗਰੀ ਕੀਤੀ ਹੋਵੇ। ਉਹਨਾਂ ਵਾਸਤੇ ਅਸੀਂ ਇੰਪਲੋਇਮੈਂਟ ਦੇਣ ਲੱਗੇ ਹਾਂ ਤਾਂ ਕਿ ਦੇ ਸ਼ੁੱਡ ਕਨਵਰਸ ਵਿਦ ਦੀ ਕਮਿੰਗ ਜਨਰੇਸ਼ਨਸ। ਓਕੇ, ਥੈਂਕ ਯੂ ਜੀ। ਸੋ ਸਾਡੇ ਕੋਲ ਸਿਰਫ 15 ਮਿੰਟ ਰਹਿ ਗਏ ਨੇ। ਅਸੀਂ ਪਹਿਲਾਂ ਜੀਕੇ ਸਾਹਿਬ ਦਾ ਧੰਨਵਾਦ ਕਰ ਚੁੱਕੇ ਹਾਂ। ਅਸੀਂ ਚਾਹੁੰਦੇ ਵੀ ਕਿਸੇ ਸਵਾਲ ਨਾ ਰਹਿ ਜਾਵੇ। ਸਟੇਟ 'ਤੇ ਤੁਸੀਂ ਆਪਣਾ ਸਵਾਲ ਪੁੱਛੋ ਮਲਕੀਤ ਸਿੰਘ ਜੀ। ਮੈਂ ਇੱਥੇ ਜੀਕੇ ਸਾਹਿਬ ਨੂੰ ਇੰਗਲੈਂਡ ਆਇਆਂ ਦਾ ਜੀ ਆਇਆਂ ਕਹਿੰਦਾ, ਅਤੇ ਮੈਂ ਇਹਨਾਂ ਕੋਲੋਂ ਇਹ ਚੀਜ਼ ਪੁੱਛਣੀ ਚਾਹੁੰਦਾ ਕਿ ਇਹ ਕੀ ਸਾਡੀ ਮਦਦ ਕਰ ਸਕਦੇ ਆ ਉੱਥੇ ਸਿੱਖ ਚੈਨਲ ਨੂੰ ਲਾਇਸੈਂਸ ਲੈਣ ਵਾਸਤੇ, ਜਿਹੜੇ ਕਿ ਮਨੀਸ਼ ਤਿਵਾਰੀ ਨੇ ਮੇਰੇ ਨਾਲ ਵਾਅਦਾ ਕੀਤਾ ਵਾ। ਜੇ ਸਾਡਾ ਉੱਥੇ ਨਾ ਹੀ ਕਿ ਕਿਸੇ ਤਰੀਕੇ ਨਾਲ ਨਹੀਂ ਗੱਲ ਬਣਦੀ ਤੇ ਤੁਸੀਂ ਸਾਡੀ ਕਿਸ ਤਰ੍ਹਾਂ ਮਦਦ ਕਰ ਸਕਦੇ ਹੋ। ਤੇ ਦੂਸਰਾ ਇਹ ਆ ਕਿ ਸਿੱਖ ਚੈਨਲ ਐਸੀ ਚੀਜ਼ ਆ ਕਿ ਸਾਨੂੰ ਇੱਥੇ ਖਬਰ ਜਿਹੜੀ ਆ ਉਹ ਉਸੇ ਵੇਲੇ ਮਿਲ ਜਾਂਦੀ ਆ, ਤੇ ਪੰਜਾਬ ਦੇ ਵਿੱਚ ਉਹ ਕਹਿੰਦੇ ਕਿ ਸਾਨੂੰ ਪਤਾ ਹੀ ਨਹੀਂ ਗੱਲ ਕੀ ਹੋ ਰਹੀ ਆ। ਦਿੱਲੀ ਦਾ ਵੀ ਜਿਹੜਾ ਮਸਲਾ ਸੀ, ਸਾਡੇ ਸਿੱਖ ਚੈਨਲ ਨੇ ਜਾ ਕੇ ਉੱਥੇ ਜੋ ਵੀ ਗੋਲੀ ਵਰਦੀ ਦੇ ਵਿੱਚ ਵੀ ਉਹਨਾਂ ਨੇ ਮੁੰਡਿਆਂ ਨੇ ਜਾ ਕੇ ਇੱਥੇ ਸਾਰਾ ਕੁਝ ਸਾਨੂੰ ਪਤਾ ਲੱਗ ਗਿਆ ਵਿਦਨ ਏ ਫਿਊ ਮਿੰਟਸ। ਤੇ ਇਹ ਚੀਜ਼ ਜਿਹੜੀ ਆ ਇਹ ਸਿੱਖ ਚੈਨਲ ਸਾਨੂੰ ਬਹੁਤ ਜ਼ਰੂਰੀ ਆ ਹਿੰਦੁਸਤਾਨ ਦੇ ਵਿੱਚ ਸ਼ੁਰੂ ਕਰਨਾ, ਤੇ ਤੁਸੀਂ ਸਾਡੀ ਮਦਦ ਕਰੋ। ਮੈਂ ਸਮਝਦਾ ਕਿ ਹਿੰਦੁਸਤਾਨ ਦੇ ਵਿੱਚ ਚੈਨਲ ਚਲਾਉਣਾ ਬੜਾ ਕੰਪਲਿਕੇਟਡ ਕੰਮ ਹੈ। ਇੰਗਲੈਂਡ ਦੇ ਵਿੱਚ ਤੁਹਾਡੇ ਕਾਨੂੰਨ ਹੋਰ ਨੇ, ਹਿੰਦੁਸਤਾਨ ਦੇ ਵਿੱਚ ਕਾਨੂੰਨ ਹੋਰ ਨੇ। ਉਹਦੀ ਪਰਮਿਸ਼ਨ ਲੈਣੀ, ਉਹਦੀਆਂ ਫੀਸਾਂ ਬੜੀਆਂ ਹੈਵੀ ਨੇ। ਬਟ ਯੈਸ, ਸਾਡੀ ਜਿੱਥੇ ਲੋੜ ਹੋਵੇ ਅਸੀਂ ਆਪਣਾ ਪੂਰਾ ਪੋਲੀਟੀਕਲ ਕਲਾਊਡ ਹੀ ਵਰਤਾਂਗੇ। ਅਸੀਂ ਚਾਹਾਂਗੇ ਕਿ ਸਿੱਖ ਚੈਨਲ ਜਿਹੜਾ ਉੱਥੇ ਲੱਗਣਾ ਚਾਹੀਦਾ। ਆਲਰੇਡੀ ਸਾਡੀ ਗੱਲਬਾਤ ਚੱਲ ਰਹੀ ਹੈ ਹੋਰ ਵੀ ਚੈਨਲ ਨਾਲ ਕਿ ਗੁਰਦੁਆਰਾ ਕਮੇਟੀ ਵੱਲੋਂ ਅਸੀਂ ਜੋ ਫੀਡ ਦੇਣੀ ਹੋਵੇ ਅਸੀਂ ਉਸ ਦੇ ਉੱਤੇ ਵੀ ਸੋਚਦੇ ਪਏ ਹਾਂ। ਪਰ ਹਾਂ, ਜਿੱਥੇ ਸਾਡੀ ਲੋੜ ਹੈ ਚੈਨਲ ਦੀ ਪਰਮਿਸ਼ਨ ਲੈਣ ਵਾਸਤੇ ਜਾਂ ਜੋ ਲੈਣ ਵਾਸਤੇ, ਅਸੀਂ ਉਹਦੇ 'ਚ ਪੂਰਾ ਸਾਥ ਦੇਵਾਂਗੇ। ਲੇਕਿਨ ਤੁਸੀਂ ਸਮਝਦੇ ਹੋ ਕਿ ਹਿੰਦੁਸਤਾਨ ਦੇ ਵਿੱਚ ਜਿਹੜਾ ਸਰਕਾਰੀ ਰੈਡ ਟੇਪਿਜ਼ਮ ਹੈ ਉਹ ਬਹੁਤ ਜ਼ਿਆਦਾ ਹੈ। ਉਹ ਆਪਾਂ ਨੂੰ ਜ਼ਰੂਰ ਕ੍ਰਾਸਓਵਰ ਕਰੇਗਾ। ਔਰ ਜੇ ਤੁਹਾਡੀ ਮਨੀਸ਼ ਤਿਵਾੜੀ ਨਾਲ ਗੱਲ ਹੋਈ ਹੈ, ਉਹ ਅੱਜ ਰਾਜ 'ਚ ਬੈਠਾ ਹੈਗਾ। ਬਹੁਤਾ ਸਮਾਂ ਤਾਂ ਨਹੀਂ ਰਹਿ ਗਿਆ ਉਹਨਾਂ ਦੇ ਰਾਜ ਦਾ, ਲੇਕਿਨ ਹਲੇ ਵੀ ਹੈ। ਉਹ ਤੁਹਾਡੀ ਮਦਦ ਕਰ ਸਕਦੇ ਨੇ ਔਰ ਅਸੀਂ ਵੀ ਦਿੱਲੀ ਕਮੇਟੀ ਵੱਲੋਂ ਆਸ਼ਵਾਸਨ ਦਵਾਉਂਦੇ ਹਾਂ ਪੂਰੀ ਮਦਦ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਸਾਰੇ ਵੀਰਾਂ ਤੋਂ ਹਟਵਾ ਸਵਾਲ ਹੈ ਪੈਨਲ ਤੇ ਬੈਠੇ ਤਿੰਨੇ ਸੱਜਣਾਂ ਨੂੰ, ਜੀਕੇ ਸਾਹਿਬ, ਬੀਬੀ ਦਲਜੀਤ ਕੌਰ ਤੇ ਰਾਣਾ ਸਾਹਿਬ, ਕਿ ਜਿੱਥੇ ਆਪਾਂ ਤੁਸੀਂ ਬਾਹਰ ਦੀਆਂ ਗੱਲਾਂ ਕੀਤੀਆਂ ਬਹੁਤ, ਅਸੀਂ ਇਹ ਬਾਹਰ ਇਹ ਕਰਾਂਗੇ ਕਿਉਂਕਿ ਉੱਥੇ ਇੱਕ ਬੜਾ ਦਰਦ ਮਹਿਸੂਸ ਹੁੰਦਾ ਜਦੋਂ ਕੇਸਾਧਾਰੀ ਸਿੱਖ ਅਫਗਾਨਿਸਤਾਨ ਤੋਂ ਉੱਠ ਕੇ ਦਿੱਲੀ ਵਿੱਚ, ਜਿਨ੍ਹਾਂ ਨੂੰ ਅਜੇ ਤੱਕ ਉੱਥੇ ਦੀ ਨਾਗਰਿਕਤਾ ਨਹੀਂ ਮਿਲ ਰਹੀ ਇੰਡੀਆ ਵਿੱਚ, ਉਹਨਾਂ ਬਾਰੇ ਜੀਕੇ ਸਾਹਿਬ। ਤੇ ਦੂਜੀ ਗੱਲ, ਕਿਉਂਕਿ ਦਾਸ ਬਤੌਰ ਧਰਮ ਪ੍ਰਚਾਰ ਕਮੇਟੀ ਸ਼੍ਰੀ ਅੰਮ੍ਰਿਤਸਰ ਦੇ ਮੈਂਬਰ, ਅਸੀਂ ਉਹ ਵਣਜਾਰੇ ਸਿੱਖਾਂ ਦੀ ਅੰਮ੍ਰਿਤਸਰ ਤੋਂ ਕਕਾਰ ਲੈ ਕੇ ਗਏ, ਉਹਨਾਂ ਨੇ ਇੱਕ ਆਵਾਜ਼ ਤੇ 150 ਦੇ ਤਕਰੀਬਨ ਅੰਮ੍ਰਿਤ ਛਕਿਆ। ਉਹਨਾਂ ਲਈ ਰਾਣਾ ਸਾਹਿਬ ਕਿਉਂਕਿ ਧਰਮ ਪ੍ਰਚਾਰ ਦੇ ਚੇਅਰਮੈਨ ਹਨ। ਤੀਜੀ ਗੱਲ, ਸਾਡੇ ਕੋਲ ਵੀਰ ਜਰਨੈਲ ਸਿੰਘ ਜੀ ਆਏ ਸਨ ਇੱਥੇ ਖਾਸ ਤੌਰ ਤੇ, ਜਿਨ੍ਹਾਂ ਨੇ ਉਹ ਪੀਚ ਧਰਮ ਅੱਗੇ ਜੁੱਤੀ ਸੱਟ ਕੇ ਮੁਜ਼ਾਹਰਾ ਕੀਤਾ ਸੀ। ਖਾਸ ਤੌਰ ਤੇ ਉਹਨਾਂ ਨੇ ਦੱਸਿਆ, ਕਿਉਂਕਿ ਉਹਨਾਂ ਦੀ ਮੈਂ ਬੁੱਕ ਵੀ ਪੜ੍ਹੀ ਹੈ, ਖਾਸ ਕਿ ਜਿਹੜੇ ਉੱਥੇ ਦਿੱਲੀ ਦੰਗਿਆਂ ਦੇ ਬੱਚੇ ਸਨ ਉਹ ਮੇਰੇ ਖਿਆਲ 'ਚ ਸਕੂਲਾਂ ਵਿੱਚ ਵੀ ਨਹੀਂ ਆ ਰਹੇ, ਨਸ਼ਿਆਂ ਵਿੱਚ ਲੱਗ ਗਏ। ਉਹਨਾਂ ਵੀਰਾਂ ਨੂੰ, ਜਿਹੜੇ ਅੰਮ੍ਰਿਤਧਾਰੀ ਹੋਣਾ ਤਾਂ ਵੱਖਰੀ ਗੱਲ ਹੈ, ਨਸ਼ਿਆਂ ਵਿੱਚ ਲੱਗੇ ਹਨ, ਉਹਨਾਂ ਲਈ ਬੀਬੀ ਦਲਜੀਤ ਕੌਰ ਜੀ ਖਾਸ ਤੌਰ ਤੇ, ਕਿਉਂਕਿ ਚੇਅਰਮੈਨ ਹਨ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ, ਉਹਨਾਂ ਬੱਚਿਆਂ ਨੂੰ ਸਕੂਲਾਂ ਵਿੱਚ ਲਿਆਉਣ ਲਈ ਜਾਂ ਉਹਨਾਂ ਨੂੰ ਵਿਦਾ ਦੇਣ ਲਈ ਕੀ ਆਪ ਉਪਰਾਲੇ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਹਾਂਜੀ ਬੀਬੀ, ਤੁਸੀਂ ਜਵਾਬ ਦਿਓ ਜੀ ਇਸ ਚੀਜ਼ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਚੈਨਲ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਹੈ। ਦਿੱਲੀ ਸਿੱਖ ਪ੍ਰਬੰਧਕ ਕਮੇਟੀ ਨੇ ਜਿਹੜੇ 84 ਦੇ ਬੱਚੇ ਇਫੈਕਟਡ ਰਹੇ ਨੇ, ਉਹਨਾਂ ਦੇ 500 ਤੋਂ ਵੱਧ ਬੱਚਿਆਂ ਨੂੰ ਉਹਨਾਂ ਨੇ ਐਡਮਿਸ਼ਨਾਂ ਦਿੱਤੀਆਂ ਤੇ ਨਾਲ ਜਿਹੜੇ ਇਫੈਕਟਡ ਬੱਚੇ ਨੇ ਉਹਦੀਆਂ ਫੀਸਾਂ ਮਾਫ ਕੀਤੀਆਂ ਕਿਤਾਬਾਂ, ਔਰ ਨਾਲ ਉਹਨਾਂ ਨੂੰ 1200 ਤੋਂ ਵੱਧ ਸੈੱਟ ਜਿਹੜੇ ਆ ਉਹਨਾਂ ਨੇ ਇਹਨਾਂ ਬੱਚਿਆਂ ਨੂੰ ਜਿਹੜੇ ਆ ਫ੍ਰੀ ਵੰਡੇ ਹੈਗੇ ਆ, ਔਰ ਕਿਤਾਬਾਂ ਫ੍ਰੀ ਦਿੱਤੀਆਂ, ਉਹਨਾਂ ਦੀ ਫ੍ਰੀ ਐਜੂਕੇਸ਼ਨ ਦਿੱਤੀ ਆ। ਨਾਲ ਅਸੀਂ ਉਹਨਾਂ ਨੂੰ ਸਿੱਖੀ ਨਾਲ ਜੋੜਨ ਵਾਸਤੇ ਉਹਨਾਂ ਦੇ ਅਸੀਂ ਗੁਰਮਤਿ ਕੈਂਪ ਲਗਾਉਂਦੇ ਆ, ਔਰ ਉਹਨਾਂ ਦੇ ਕੈਂਪਾਂ ਦੇ ਵਿੱਚ ਉਹਨਾਂ ਨੂੰ ਅਸੀਂ ਹਰ ਤਰ੍ਹਾਂ ਦੀ ਫੈਸਿਲਿਟੀ ਦਿੰਦੇ ਆ।
ਈਵਨ ਕਿ ਉਹਨਾਂ ਨੂੰ ਅਸੀਂ ਡਰੈਸਸ ਜਿਹੜੀਆਂ ਸਕੂਲ ਡਰੈਸਸ ਆ ਉਹ ਵੀ ਉਹਨਾਂ ਨੂੰ ਅਸੀਂ ਫ੍ਰੀ ਦਿੱਤੀਆਂ ਹੈ। ਓਕੇ, ਥੈਂਕ ਯੂ ਜੀ। ਸੋ ਰਾਣਾ ਸਾਹਿਬ ਜੀ, ਤੁਸੀਂ ਜੋ ਇਹਨਾਂ ਨੇ ਧਰਮ ਪ੍ਰਚਾਰ ਬਾਰੇ ਤੁਹਾਨੂੰ ਸਵਾਲ ਕੀਤਾ, ਤੁਸੀਂ ਉਹਦੇ ਬਾਰੇ ਕੁਝ ਕਹਿਣਾ ਚਾਹੋਗੇ? ਇਹ ਜਿਹੜਾ ਆਪਣਾ ਬੰਜਾਰਾ ਸਮਾਜ ਹੈ ਔਰ ਹੋਰ ਸਮਾਜ ਵੀ ਇਸ ਤੋਂ ਇਲਾਵਾ ਵੀ ਹੈਗੇ ਨੇ ਜਿਹੜੇ ਕਿ ਸਿੱਖੀ ਧੁਰ ਨਾਲ ਜੁੜਦੇ ਪਏ ਨੇ। ਤੁਸੀਂ ਹੁਣ ਦਿੱਲੀ ਕਦੀ ਕੋਈ ਮੌਕਾ ਲੱਗੇ ਕਿਸੇ ਸਿੰਘ ਦਾ, ਅਸੀਂ ਪਿਛਲੇ 6 ਮਹੀਨੇ ਵਿੱਚ 4000 ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਚੁੱਕੇ ਹਾਂ, ਵਿਦ ਨੇਮ ਵਿਦ ਐਵੀਡੈਂਸ, ਸਾਰਾ ਕੁਝ ਸਾਡੇ ਕੋਲ ਅਵੇਲੇਬਲ ਹੈ। ਸਾਡੇ ਕੋਲ ਕੋਈ ਵੀ ਆਪਣੇ ਧਰਮ ਤੋਂ ਬਾਅਦ, ਕਿਉਂਕਿ ਪ੍ਰਧਾਨ ਸਾਹਿਬ ਨੇ ਸਿੱਧਾ ਸਟੇਟ ਵੇ ਕਿਹਾ ਹੋਇਆ ਕਿ ਗੁਰੂ ਨਾਨਕ ਦੇ ਮੈਸੇਜ ਨੂੰ ਲੈ ਕੇ ਚੱਲਣਾ, ਔਰ ਗੁਰੂ ਨਾਨਕ ਦਾ ਮੈਸੇਜ ਸੀ ਕਿ ਆਪਾਂ ਸਾਰੇ ਸਮਾਜ ਨੂੰ ਜੋੜਨਾ ਸਿੱਖੀ ਨਾਲ। ਜਿਵੇਂ ਕਿ ਅੱਜ ਸਵੇਰੇ ਵੀ ਗੱਲ ਹੋ ਰਹੀ ਸੀ ਕਿ ਅੰਬੇਡਕਰ ਸਾਹਿਬ ਸਿੱਖ ਧਰਮ ਨੂੰ ਜੁਆਇਨ ਕਰਨ ਆਏ ਤਾਂ ਆਪਾਂ ਬੂਹੇ ਬੰਦ ਕਰਤੇ। ਇੱਦਾਂ ਦੇ ਕਈ ਵਾਕਿਆ ਹਾਲੇ ਵੀ ਸਾਡੇ ਗੁਰਦੁਆਰੇ ਵਿੱਚ ਚੱਲ ਰਹੇ ਆ। ਜੇ ਉਪਦੇਸ਼ 4 ਵਰਨਾ ਕੋਈ ਸਾਂਝੇ ਦੀ ਗੱਲ ਅਸੀਂ ਕਰਦੇ ਹਾਂ, ਫਿਰ ਆਪਾਂ ਲਾਗੂ ਨਹੀਂ ਕਰ ਪਾਉਂਦੇ, ਕਿਉਂਕਿ ਆਪਣੇ ਹੀ ਕਈ ਬੰਦੇ ਟੰਗ ਖਿੱਚਣੇ ਸ਼ੁਰੂ ਕਰ ਦਿੰਦੇ ਆ। ਜੇ ਆਪਾਂ ਉਹਨਾਂ ਨੂੰ ਮਾਣ ਸਤਿਕਾਰ ਦਿੰਦੇ ਤੇ ਆਪਣੇ ਕਹਿੰਦਾ ਵੀ ਇਹ ਤੇ ਸਿੱਖ ਨਹੀਂ, ਇਹਨੂੰ ਕਿੱਦਾਂ ਮੰਨਦੇ ਰਹੇ ਹੋ। ਇਸ ਲਈ ਇਸ ਸੋਚ ਨੂੰ ਸਾਨੂੰ ਵੀ ਨਾਲ ਲਿਆਣੀ ਪਏਗੀ, ਕਿਉਂਕਿ ਸੰਗਤ ਨੇ ਹੀ ਸਾਨੂੰ ਰਾਹ ਦਿਖਾਣਾ। ਬਿਲਕੁਲ, ਮੈਂ ਇੱਕ ਚੀਜ਼ ਦਾ ਇਜ਼ਾਫਾ ਕਰਨਾ ਚਾਹਾਂਗਾ, ਬੜੀ ਵੱਡੀ ਗੱਲ ਇਹ ਕਹਿ ਰਿਹਾ, ਮੈਂ ਥੋੜਾ ਇਸ ਨੂੰ ਵਿਸਤਾਰ ਜਾਣਾ ਚਾਹਾਂਗਾ। ਅੱਜ ਜਿਹੜੇ ਸਮਾਜ, ਸਿੰਧੀ ਸਮਾਜ ਗੁਰੂ ਨਾਨਕ ਸਾਹਿਬ ਨੂੰ ਸ਼ਾਇਦ ਸਾਡੇ ਤੋਂ ਜ਼ਿਆਦਾ ਉਹ ਰਿਸਪੈਕਟ ਕਰਦੇ ਨੇ। ਅੱਜ ਬੰਜਾਰਿਆਂ ਨੂੰ ਦੂਰ ਕਰ ਦਿੱਤਾ, ਅੱਜ ਅਸੀਂ ਸਿੱਕਲੀ ਘਰਾਂ ਨੂੰ ਦੂਰ ਕਰ ਦਿੱਤਾ, ਅੱਜ ਰੰਗਰੇਟਿਆਂ ਨੂੰ ਆਪਾਂ ਨੇ ਦੂਰ ਕਰ ਦਿੱਤਾ। ਮੈਂ ਸਮਝਦਾ ਕਿ ਅਸੀਂ ਆਪਣੇ ਬੂਹੇ ਬੰਦ ਕਰਨੇ ਸ਼ੁਰੂ ਕਰਤੇ। ਮੈਂ ਇੱਕ ਗੱਲ ਕਹੀ ਸੀ ਕਿ ਕੱਲ ਵੀ ਇਹ ਗੱਲ ਕਿ ਗੁਰੂ ਨਾਨਕ ਸਾਹਿਬ ਨੇ ਤਾਂ 40,000 ਮੀਲ ਦਾ ਸਫ਼ਰ ਕੀਤਾ 4 ਉਦਾਸੀਆਂ ਕਰਕੇ ਲੋਕਾਂ ਨੂੰ ਜੋੜਨ ਦਾ। ਅਸੀਂ ਉਸ ਗੁਰੂ ਨਾਨਕ ਨੇ ਮੈਸੇਜ ਦਿੱਤਾ ਸਾਰੇ ਵਰਨਾਂ ਨੂੰ ਜੋੜਨ ਦਾ, ਅਸੀਂ ਆਪਣੇ ਵਿੱਚ ਹੀ ਦੁਬਾਰਾ ਪਾਉਣ ਲੱਗ ਪਏ ਹਾਂ। ਮੈਂ 2 ਇੰਸਟੈਂਸ ਤੁਹਾਨੂੰ ਦਿੰਦਾ। ਰਾਧਾ ਸੁਆਮੀਆਂ ਦੇ ਜਿਹੜੇ ਗੁਰੂ ਨੇ ਉਹ ਦਰਬਾਰ ਸਾਹਿਬ 2 ਘੰਟੇ ਨਤਮਸਤਕ ਹੋ ਕੇ ਕੀਰਤਨ ਸੁਣ ਕੇ ਗਏ ਨੇ, ਉਹਨਾਂ ਦੀ ਵੀ ਇੱਜ਼ਤ ਵਧੀ ਆ, ਸਾਡੀ ਵੀ ਵਧੀ ਆ। ਅਸੀਂ ਕਿਉਂ ਦੁਬਾਰਾ ਆਪਸ 'ਚ ਪਾਣੇ ਪਏ ਆ? ਜੇ ਨੀਲਧਾਰੀ ਨੇ ਉਹਨਾਂ ਨੇ ਹੁਣ ਅੰਮ੍ਰਿਤ ਛਕਿਆ ਜਹੇਦਾਰ ਅਕਾਲ ਤਖਤ ਸਾਹਿਬ ਨੂੰ ਬੁਲਾ ਕੇ, ਆਪਾਂ ਵਧੇ ਆ। ਅਸੀਂ ਮੈਂ ਸਮਝਦਾ ਵਾਂ ਕਿ ਅੱਜ ਗੁਰੂ ਨਾਨਕ ਸਾਹਿਬ ਉੱਤੋਂ ਦੇਖਣ ਤੇ ਸਵਾਲ ਕਰਨਗੇ ਸਾਨੂੰ ਕਿ ਮੇਰਾ ਬਾਲਾ ਤੇ ਮਰਦਾਨਾ ਕਿੱਥੇ ਆ। ਅਸੀਂ ਆਪ ਭਜਾ ਰਹੇ ਆ। ਸਾਨੂੰ ਲੋੜ ਹੈ ਇੱਕ ਜੁਟਤਾ ਦੀ, ਸਾਨੂੰ ਲੋੜ ਹੈ ਉਹਨਾਂ ਲੋਕਾਂ ਨੂੰ ਨਾਲ ਜੋੜਨ ਦੀ। ਨਾਨਕ ਮੱਤੇ ਚਲੇ ਜਾਓ, ਉੱਥੇ ਕਈ ਐਸੇ ਸੱਜਣ ਨੇ ਜਿਹਨਾਂ ਨੇ ਸਿਰ ਆ ਕੇ ਮੁੰਡਨ ਕਰਦੇ ਨੇ, ਲੇਕਿਨ ਮੰਨਦੇ ਗੁਰੂ ਨਾਨਕ ਨੂੰ ਆ ਕੇ, ਅਸੀਂ ਉਹਨਾਂ ਨੂੰ ਵੀ ਭਜਾ ਦਿੱਤਾ। ਸਾਨੂੰ ਕਿਤੇ ਨਾ ਕਿਤੇ, ਜਿੱਦਾਂ ਹੁਣੇ ਗੱਲ ਕੀਤੀ ਸੀ, ਮੈਨੂੰ ਕੋਈ ਪੋਲੀਟੀਕਲ ਸਵਾਲ ਪੁੱਛਿਆ ਸੀ ਕਿ ਬੀਜੇਪੀ ਨਾਲ ਕੀ ਤੁਹਾਡਾ ਲੈਣ ਦੇਣਾ ਸੀਗਾ, ਕਾਮਨ ਮਿਨੀਮਮ ਪ੍ਰੋਗਰਾਮ ਹੈ। ਸਾਨੂੰ ਇਹਨਾਂ ਸਮਾਜਾਂ ਨਾਲ ਵੀ ਕਾਮਨ ਮਿਨੀਮਮ ਪ੍ਰੋਗਰਾਮ ਰੱਖਣਾ ਚਾਹੀਦਾ ਕਿ ਇਹ ਸਮਾਜਾਂ ਨੂੰ ਅਸੀਂ ਆਪਣੇ ਨਾਲ ਗਲਵਕੜੀ 'ਚ ਲਈਏ। ਇਹ ਜਿੰਨਾ ਗੁਰੂ ਨਾਨਕ ਨੂੰ ਮੰਨਦੇ ਨੇ, ਅਸੀਂ ਇਹਨਾਂ ਨੂੰ ਨੇੜੇ ਲਿਆਈਏ। ਸਾਡੀ ਆਬਾਦੀ ਜਿਹੜੀ ਅੱਜ ਮੈਂ 2 ਕਰੋੜ ਕਹੀ ਹੈ, ਜਿਹੜਾ ਮੈਨੂੰ ਸਾਹਿਬ ਨੇ ਸਵਾਲ ਕੀਤਾ 23 ਕਰੋੜ ਸਾਡੀ ਆਬਾਦੀ ਹੋਏਗੀ ਜਿੱਦਣ ਅਸੀਂ ਇਹ ਸਮਾਜ ਜੋੜ ਦਿਆਂਗੇ। ਫਿਰ ਇਹ ਵੀ ਮੈਨੂੰ ਇੱਕ ਵਾਰੀ ਚਾਂਸ ਦੇਣ ਖਾ ਮੁੱਖ ਮੰਤਰੀ ਦੀ ਕੁਰਸੀ ਤੇ ਬਿਠਾਣ, ਜੋ ਕਹਿਣਗੇ ਲਾਗੂ ਕਰ ਦਿਆਂਗਾ। ਬਹੁਤ ਧੰਨਵਾਦ ਜੀ। ਸਾਡੇ ਕੋਲ ਬਾਰਵਾ ਸਾਹਿਬ, ਸਾਡੇ ਕੋਲ ਸਿਰਫ 10 ਮਿੰਟ ਦਾ ਸਮਾਂ ਰਹਿ ਗਿਆ ਤੇ ਸਾਡੇ ਕੋਲ 2-3 ਸੱਜਣ ਹੋਰ ਨੇ, ਸੀ ਉਹਨਾਂ ਦਾ ਸਵਾਲ ਵੀ ਜ਼ਰੂਰ ਸੁਣ ਲਈਏ। ਵੀ ਬਾਰਵਾ ਸਾਹਿਬ, ਸਟੇਟ ਵਿੱਚ ਤੁਸੀਂ ਆਪਣਾ ਸਵਾਲ ਦੱਸੋ ਜੀ। ਮੈਂ ਰਾਮਗੜੀਆ ਸਿੱਖ ਟੈਂਪਲ ਤੋਂ ਆਇਆ, ਜਿਸ ਦੇ ਕਰਕੇ ਮੈਂ ਪਰਮਜੀਤ ਸਿੰਘ ਜੀ ਰਾਣਾ ਉਹਨਾਂ ਨੂੰ ਕੁਐਸਚਨ ਕਰਦਾ ਕਿ ਇਹਨਾਂ ਨੇ ਕਿਹਾ ਕਿ ਇੱਥੇ ਵੀ ਤੇ ਉੱਥੇ ਵੀ ਦੇਖਣ 'ਚ ਆਇਆ ਕਿ ਰਾਮਗੜੀਏ ਗੁਰਦੁਆਰੇ ਸੈਪਰੇਟ ਬਣ ਰਹੇ ਨੇ ਜਾਂ ਹੋਰ ਜਾਤਾਂ ਦੇ ਬਣ ਰਹੇ ਨੇ। ਗੁਰੂਆਂ ਨੇ ਜਾਤਾਂ ਨੂੰ ਖਤਮ ਕੀਤਾ, ਪਰ ਲੇਕਿਨ ਅਸੀਂ ਉਸ ਦਲਦਲ ਦੇ ਵਿੱਚ ਫੇਰ ਫਸੇ ਹੋਏ ਹਾਂ। ਸਾਨੂੰ ਗੁਰਦੁਆਰੇ ਰਾਮਗੜੀਆ ਪਹਿਲਾਂ ਕੋਈ ਮਿਸਲਦੇ ਆ, ਇਹ ਕੋਈ ਜਾਤ ਨਹੀਂ ਹੈ ਹਲੇ। ਫਿਰ ਉਸ ਤੋਂ ਬਾਅਦ ਇਹ ਅਸੀਂ ਦਲਦਲ ਦੇ ਵਿੱਚ ਫਸੇ ਹੋਏ ਹਾਂ। ਜਦੋਂ ਅਸੀਂ ਆ ਜਿਹੜੇ ਭਣਿਆਰੇ ਵਾਲੇ ਜਿਹੜੇ ਹੋਰ ਸਾਧ ਨੇ ਕਿਉਂ ਉੱਠਦੇ ਨੇ? ਜਦੋਂ ਅਸੀਂ ਕਿਸੇ ਨੀਵੀਂ ਜਾਤ ਵਾਲੇ ਨੂੰ ਗੱਲ ਨਾਲ ਨਹੀਂ ਲਾਉਂਦੇ, ਜਦੋਂ ਅਸੀਂ ਆਪਣੇ ਆਪ 'ਚ ਵੰਡੀਆਂ ਪਾ ਲੈਂਦੇ ਹਾਂ ਕਿ ਵੀ ਮੈਂ ਜੱਟ ਹਾਂ, ਮੈਂ ਆਹ ਘੁਮਾਰ ਹਾਂ, ਇਹ ਸ਼ੀਂਬਾ ਆ, ਅਸੀਂ ਇਹਨਾਂ ਨੂੰ ਗੱਲ ਨਾਲ ਨਹੀਂ ਨਾ, ਉਦੋਂ ਜਾ ਕੇ ਵੰਡੀਆਂ ਪੈਂਦੀਆਂ ਨੇ। ਉਦੋਂ ਸਾਨੂੰ ਲੋੜ ਪੈਂਦੀ ਆ ਕਿ ਸਾਡਾ ਵੀ ਕੋਈ ਗੁਰੂ ਹੋਵੇ, ਸਾਡਾ ਵੀ ਗੁਰਦੁਆਰਾ ਹੋਵੇ, ਅਸੀਂ ਉੱਥੇ ਜਾ ਕੇ ਆਪਣਾ ਮੱਥਾ ਟੇਕ ਸਕੀਏ। ਬਹੁਤੀ ਗੱਲ ਤਾਂ ਤੁਸੀਂ ਜਾਤਵਾਦ ਦੀ ਗੱਲ ਕਰਤੀ ਆ, ਇਹਦੇ ਬਾਰੇ ਤੁਸੀਂ ਕੀ ਉਪਰਾਲੇ ਕਹਿੰਦੇ ਆ? ਤੇ ਨਾਲੇ ਜਿਹੜੇ ਯੰਗਸਟਰ ਆ ਉਹਨਾਂ ਵਾਸਤੇ, ਧਰਮ ਪ੍ਰਚਾਰ ਵਾਸਤੇ ਤੁਸੀਂ ਕੀ? ਯੰਗਸਟਰ ਇੱਥੇ ਸਿੱਖੀ ਨਾਲ ਜ਼ਿਆਦਾ ਜੁੜੇ ਨੇ, ਉੱਥੇ ਉਹ ਨਸ਼ਿਆਂ ਦੇ ਨਾਲ ਅਤੇ ਕੇਸ ਕਤਲ ਕਰ ਰਹੇ ਨੇ, ਉਹਨਾਂ ਬਾਰੇ ਜਾਣਕਾਰੀ ਦਿਓ। ਵੈਸੇ ਮੈਂ ਇਹਦਾ ਇੱਕ ਤੁਹਾਡੀ ਗੱਲ ਦਾ ਜਵਾਬ ਦਿਆਂ ਕਿ ਜਿਹੜੀ ਗੱਲ ਅਸੀਂ ਕਹਿੰਦੇ ਨਾ ਜਾਤ ਪਾਤ ਵਾਲੀ, ਇਹ ਅਸੀਂ ਕਿਉਂਕਿ ਅਸੀਂ ਬਾਣੀ ਤੋਂ ਦੂਰ ਆ। ਬਾਣੀ ਕਹਿੰਦੀ ਹੈ ਕਿ ਸਾ ਜਾਤ ਸਾ ਪਤ ਹੈ ਜਿਹੇ ਕਰਮ ਕਮਾਏ। ਜੇ ਸਾਡੇ ਕਰਮ ਅੱਛੇ ਹੋਣਗੇ ਤੇ ਉੱਥੇ ਕੋਈ ਜਾਤ ਪਾਤ ਵਾਲੀ ਗੱਲ ਹੀ ਨਹੀਂ ਹੈਗੀ। ਗੁਰੂ ਨਾਨਕ ਦੇਵ ਜੀ ਦਾ ਮੈਸੇਜ ਸਾਰੀ ਮਨੁੱਖਤਾ ਵਾਸਤੇ ਹੈ, ਕਿਸੇ ਪਾਰਟਿਕੂਲਰ ਜਾਤੀ ਵਾਸਤੇ ਨਹੀਂ ਹੈ। ਇਹ ਸਿਰਫ ਸਾਡੇ ਵਿੱਚ ਕਮੀ ਕਿਉਂਕਿ ਅਸੀਂ ਬਾਣੀ ਤੋਂ ਦੂਰ ਆ। ਜੇ ਅਸੀਂ ਬਾਣੀ ਨਾਲ ਜੋੜਾਂਗੇ, ਬਾਣੀ ਨਾਲ ਜੋੜਾਂਗੇ ਤੇ ਆਟੋਮੈਟਿਕਲੀ ਸਾਡੇ ਵਿੱਚੋਂ ਇਹ ਚੀਜ਼ਾਂ ਨਿਕਲ ਜਾਣਗੀਆਂ। ਇੱਕ ਗੱਲ ਹੋਰ ਮੈਂ ਕਹਿਣੀ ਚਾਹਾਂਗਾ। ਬਹੁਤੇ ਕੇਸ ਮੈਂ ਐਸੇ ਦੇਖੇ ਆ ਕਿ ਗੁਰਦੁਆਰਾ ਸਾਹਿਬ ਇੱਕ ਇਲਾਕੇ ਦੇ ਵਿੱਚ ਉੱਥੇ 3 ਗੁਰਦੁਆਰੇ ਬਣ ਜਾਂਦੇ। ਜਦੋਂ ਪ੍ਰਧਾਨਗੀ ਦੀ ਕੁਰਸੀ ਜਾਂਦੇ ਆ,
ਉਹ ਆਪਣਾ ਮੰਤਵ ਕੱਢ ਕੇ ਕੋਈ ਨਾ ਕੋਈ ਗੱਲ ਇਸ਼ੂ ਬਣਾ ਕੇ ਭਾਵੇਂ ਜਾਤ ਦਾ ਕੱਢ ਲਵੇ, ਭਾਵੇਂ ਉਹ ਨਵਾਂ ਗੁਰਦੁਆਰਾ ਸਾਹਿਬ ਉੱਥੇ ਨਿਸ਼ਾਨ ਸਾਹਿਬ ਲਾ ਕੇ ਸ਼ੁਰੂ ਕਰ ਦਿੰਦੇ। ਮੈਂ ਸਮਝਦਾ ਵਾਂ ਕਿ ਅਸੀਂ ਆਪਣੇ ਆਪ ਨੂੰ ਇੱਕ ਗੁਰਦੁਆਰਾ ਬਣਾਈਏ, ਇੱਕ ਵੱਡੇ ਇਲਾਕੇ, ਸਾਰੀ ਸੰਗਤ ਉਹਦੇ ਨਾਲ ਜੋੜਨ ਦੀ ਕੋਸ਼ਿਸ਼ ਕਰੀਏ। ਅਸੀਂ ਗੁਰਦੁਆਰਿਆਂ ਦੇ ਵਿੱਚ ਵੀ ਵੰਡੀਆਂ ਪਾਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਸਾਨੂੰ ਸਾਡੇ ਕੋਲ ਸਮਾਂ ਸੋਹਣਿਆ ਸਤਿ ਸ੍ਰੀ ਅਕਾਲ। ਮੈਂ ਚਾਹੁੰਦਾ 1 ਮਿੰਟ ਵੀਰ ਜੀ, 1 ਮਿੰਟ ਮੈਂ ਚਾਹੁੰਦਾ, ਸਿਰਫ 1 ਮਿੰਟ ਦਿਓ। ਪ੍ਰਚਾਰ ਦੀ ਗੱਲ ਕੀਤੀ ਹੈ, ਅਗਰ ਆਪਨੇ ਪਿਛਲੇ ਦਿਨੀ ਦੇਖਿਆ ਹੋਵੇ, ਅਸੀਂ ਹੋਰ ਜਿਹੜੀ ਸੰਸਥਾਵਾਂ ਦਿੱਲੀ ਦੇ ਵਿੱਚ ਨਿਸ਼ਕਾਮ ਸੇਵਾ ਕਰ ਰਹੀਆਂ, ਦਿੱਲੀ ਕਮੇਟੀ ਨੇ ਪੂਰੀ ਤਰ੍ਹਾਂ ਨਾਲ ਸਹਿਯੋਗ ਕੀਤਾ, ਕਿਉਂਕਿ ਹਰ ਜਗ੍ਹਾ ਦਿੱਲੀ ਕਮੇਟੀ ਵੀ ਨਹੀਂ ਪਹੁੰਚ ਸਕਦੀ। ਇਸ ਲਈ ਤੁਹਾਡੀਆਂ ਬਾਹਾਂ, ਤੁਹਾਡੀਆਂ ਅੱਖਾਂ ਦੀ ਲੋੜ ਹੈ। ਅਸੀਂ 101 ਬੀਬੀਆਂ ਨੂੰ ਸਹਿਜ ਪਾਠ ਸ਼ੁਰੂ ਕਰਾਇਆ। ਅਸੀਂ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਵਿੱਚ ਬੱਚਿਆਂ ਨੂੰ ਸਹਿਜ ਪਾਠ ਸ਼ੁਰੂ ਕਰਾਉਣ ਦਾ ਆਰੰਭਤਾ ਕਰ ਰਹੇ ਹਾਂ। ਜਿਵੇਂ ਅਸੀਂ ਦੇਖਦੇ ਹਾਂ ਕਿ ਹੋਰ ਧਰਮਾਂ ਦੇ ਵਿੱਚ ਇੱਕ ਜਗ੍ਹਾ ਜਾਣਾ ਬਹੁਤ ਜ਼ਰੂਰੀ ਹੁੰਦਾ ਪੂਰੇ ਜੀਵਨ ਦੇ ਵਿੱਚ, ਇਵੇਂ ਹਰ ਸਿੱਖ ਨੂੰ ਆਪਣੇ ਜੀਵਨ 'ਚ ਇੱਕ ਵਾਰੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰਨੇ ਬਹੁਤ ਜ਼ਰੂਰੀ ਨੇ। ਇਸ ਕਰਕੇ ਇਹੋ ਜਿਹੇ ਕਈ ਪ੍ਰੋਗਰਾਮ ਅਸੀਂ ਚਲਾ ਰਹੇ ਹਾਂ। ਤੁਸੀਂ ਜਦ ਸਾਡੇ ਨਾਲ ਸਿੱਧਾ ਸੰਪਰਕ ਕਰੋਗੇ, ਸਾਡੇ ਕੋਲ ਪੁੱਛੋਗੇ, ਔਰ ਤੁਹਾਡਾ ਰਾਈਟ ਹੈ ਪੁੱਛਣਾ, ਕਿਉਂਕਿ ਤੁਸੀਂ ਸਾਨੂੰ ਬਿਠਾਇਆ ਉੱਤੇ। ਅਸੀਂ ਹਰ ਮਹੀਨੇ ਅਪਡੇਟ ਕਰ ਰਹੇ ਹਾਂ, ਸਾਡੀ ਮੈਗਜ਼ੀਨ ਹੈ ਸੀਜ਼ਨ ਸਾਹਿਬ, ਅਸੀਂ ਕੀ ਕਰ ਰਹੇ ਹਾਂ, ਡੇਟ ਵਾਈਜ਼ ਉਹਦੇ 'ਚ ਅਸੀਂ ਆਪਣੀ ਰਿਪੋਰਟ ਦਿੰਦੇ ਹਾਂ। ਔਰ ਅਸੀਂ ਚਾਹੁੰਦੇ ਹਾਂ ਕਿ ਮੈਂ 1 ਮਿੰਟ ਗੱਲ ਪੂਰੀ ਕਰ ਲਾਂ। ਅੱਜ ਜਿਹੜੀ ਆਪਾਂ ਗੱਲ ਕਹੀ ਪਰਟੀਕੂਲਰ ਕਿਸੇ ਜਾਤ ਵਾਸਤੇ ਨਹੀਂ ਕਹੀ, ਆਪਾਂ ਗੱਲ ਕੀਤੀ ਸੀ ਏਕਤਾ ਦੀ। ਏਕਤਾ ਤਦ ਹੀ ਹੋਏਗੀ ਕਿ ਜਬ ਲਗ ਖਾਲਸਾ ਰਹੇ ਨਿਆਰਾ, तब लग तेज दियो मैं सारा, जब ये गहे विपरन की रीत मैं न कहूँ इनकी पर। तो इस करके मेरी बेनती है कि आपा किसी ते अटैक नहीं किया, आपा सिर्फ एकता की गल की है। तो थैंक यू वी जी। सानू सारे मैं अपने दर्शक ਜਿਹੜੇ ਘਰੇ ਬੈਠੀਆਂ ਸੰਗਤਾਂ ਇਸ ਵੇਲੇ ਸ਼ੋਅ ਦੇਖ ਰਹੀਆਂ ਨੇ, ਉਹਨਾਂ ਦੀ ਪੁਰਜੋਰ ਮੰਗ ਤੇ ਅੱਧਾ ਘੰਟਾ ਹੋਰ ਵੱਧ ਚੁੱਕਾ ਹੈ। ਸੋ ਇੱਥੇ ਇਹ ਜਿਹੜਾ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਜਾਰੀ ਰਹੇਗਾ। ਤੇ ਮੈਂ ਹੁਣ ਚੱਲਦਾ ਅੱਗੇ ਸਰਦਾਰ ਅਜੈਬ ਸਿੰਘ ਗਰਚਾ ਜੀ ਦੇ ਕੋਲ, ਉਹ ਆਪਣਾ ਜਿਹੜਾ ਸਟੇਟ ਵੇ ਆਪਣਾ ਜਿਹੜਾ ਸਵਾਲ ਰੱਖਣ ਤਾਂ ਕਿ ਆਪਾਂ ਸਾਰਿਆਂ ਨੂੰ ਮੌਕਾ ਦੇ ਸਕੀਏ। ਸ਼ੁਕਰ ਹੈ, ਮੈਂ ਸੋਚਿਆ ਵੀ ਸਾਡੀ ਵਾਰੀ ਪਾਰਸ਼ਾ ਖੁਦ ਸ਼ਾਇਦ। ਧੰਨਵਾਦੀ ਹੈ ਜੀ ਕੇ ਸਾਹਿਬ। ਮੇਰਾ ਇਹ ਜਿਹੜਾ ਸਵਾਲ ਹੈਗਾ ਇਹ ਸ਼ਾਇਦ ਸਿਆਸਤ ਤੋਂ ਪ੍ਰੇਰਿਤ ਨਹੀਂ ਹੋਵੇਗਾ। ਸੰਧੂ ਸਾਹਿਬ ਨੇ ਨੂਰਮਹਿਲ ਦਾ ਨਾਮ ਲਿਆ ਤੇ ਤੁਸੀਂ ਵੀ ਨੂਰਮਹਿਲ ਨੂੰ ਬਿਲੋਂਗ ਕਰਦੇ ਹੋ ਤੇ ਦਾਸ ਵੀ ਨੂਰਮਹਿਲ ਨੂੰ ਬਿਲੋਂਗ ਕਰਦਾ। 80 ਕਰੋੜ ਦਾ ਘਪਲਾ ਸਾਬਕਾ ਦਿੱਲੀ ਦੇ ਪ੍ਰਧਾਨ ਤੇ ਲੱਗ ਰਿਹਾ, ਇਹ ਕਿੱਥੇ ਤੱਕ ਜਾਇਜ਼ ਹੈਗਾ ਜਾਂ ਨਜਾਇਜ਼ ਹੈਗਾ? ਮੈਂ ਸਮਝਦਾ ਓਵਰਆਲ ਉਹ ਵੀ ਸਿੱਖ ਆ, ਉਹਨੇ ਵੀ ਦਿੱਲੀ ਗੁਰਦੁਆਰਾ ਪ੍ਰਬੰਧ ਦਾ ਹਿਸਾਬ ਕਿਤਾਬ ਦੇਣਾ ਹੈਗਾ। ਇਹ ਸ਼ਾਇਦ ਓਵਰਆਲ ਵਰਲਡ 'ਚ ਜਦੋਂ ਕਿਸੇ ਸਿੱਖ ਤੇ ਐਡਾ ਵੱਡਾ ਦੋਸ਼ ਲੱਗੇ ਤਾਂ ਸ਼ਾਇਦ ਆਪਾਂ ਸਿੱਖ ਸਾਰੇ ਡੈਮੇਜ ਹੁੰਦੇ ਹੋਵਾਂਗੇ, ਨੰਬਰ 1। ਤੇ ਨੰਬਰ 2, ਅੱਜ ਤੁਸੀਂ ਆਏ ਹੋ, ਇਕੱਲੇ ਦਿੱਲੀ ਗੁਰਦੁਆਰਾ ਪ੍ਰਬੰਧਕ ਨੂੰ ਮੈਨੇਜ ਨਹੀਂ ਕਰਦੇ, ਲੇਕਿਨ ਦੁਨੀਆ ਦੇ ਸਾਰੇ ਗੁਰਦੁਆਰੇ ਦੇ ਗ੍ਰੰਥੀ ਸਾਹਿਬਾਨ ਕਿਹੋ ਜਿਹੇ ਹੋਣੇ ਚਾਹੀਦੇ ਆ? ਅੱਜ ਸਾਡੀ ਸੰਗਤ ਨੂੰ ਕੀ ਸਿਫਾਰਿਸ਼ ਕਰਦੇ ਹੋ ਕਿ ਗ੍ਰੰਥੀ ਕਿਸ ਹੈਸੀਅਤ ਜਾਂ ਕਿਸ ਕੈਲੀਬਰ ਦੇ ਹੋਣੇ ਚਾਹੀਦੇ ਹੈਗੇ ਆ? ਜਿਹੜਾ ਕਿ ਮੇਨ ਸਵਾਲ ਹੈਗਾ ਕਿ ਸਾਡੀ ਜਿਹੜੀ ਸਿੱਖੀ ਆ ਇਹ ਗੁਰੂ ਘਰਾਂ ਤੋਂ ਸ਼ੁਰੂ ਹੁੰਦੀ ਹੈਗੀ ਆ। ਅੱਜ ਅਸੀਂ ਬਾਹਰ ਗੁਰੂ ਘਰਾਂ 'ਚ ਬੈਠੇ, ਜੇ ਮੈਂ ਇੱਥੇ ਗਲਤ ਨਹੀਂ ਹੈਗਾ, ਤੇ 80 ਜਾਂ 100 ਪਾਉਂਡ ਤੱਕ ਤਨਖਾਹ ਦਿੰਦੇ ਆ ਤੇ ਤੁਸੀਂ ਕੰਮ ਭਾਲਦੇ ਹੈਗੇ ਆ ਹਜ਼ਾਰਾਂ ਦਾ ਸਾਨੂੰ ਦੇਵੇ, ਇਹ ਕਿੱਥੇ ਤੱਕ ਹੋ ਸਕਦਾ? ਧੰਨਵਾਦੀ ਆ ਜੀ। ਮੈਂ ਸਮਝਦਾ ਤੁਸੀਂ ਜਿਹੜਾ ਸਵਾਲ ਕੀਤਾ ਮੇਰੇ ਤੋਂ ਪਹਿਲੇ ਪ੍ਰਧਾਨ ਦਾ, ਮੈਂ ਉਹਨਾਂ ਦਾ ਨਾਂ ਨਹੀਂ ਲੈਣਾ ਚਾਹੁੰਦਾ। ਜੇ ਦਿੱਲੀ ਦਾ ਤੁਹਾਨੂੰ ਰਿਜ਼ਲਟ ਦੇਖ ਲਿਆ ਜੋ ਸੰਗਤਾਂ ਨੇ ਦਿੱਤਾ ਹੈ, ਉਸ ਤੋਂ ਤੁਹਾਨੂੰ ਸਮਝ ਹੋਣੀ ਚਾਹੀਦੀ ਹੈ। ਜੇ ਕੋਰਟਾਂ ਦੇ ਵਿੱਚ ਉਹ ਐਡਾ ਕੀਮਤੀ ਹਸਪੀਟਲ ਜਿਹੜਾ ਉਹ ਵੇਚ ਕੇ ਗਏ ਨੇ, ਉਸ ਨੂੰ ਕੋਰਟਾਂ 'ਚ ਸਟੇ ਲੈ ਦਿੱਤਾ ਕਿ ਅਸੀਂ ਉਸ ਨੂੰ ਨਾ ਲੈ ਸਕੀਏ, ਅਸੀਂ ਉਹ ਲੜਾਈ ਲੜਦੇ ਪਏ ਹਾਂ। ਇੱਕ ਮੈਂ ਮੋਟੀ ਗੱਲ ਤੁਹਾਡੇ ਨਾਲ ਸਾਂਝੀ ਕਰ ਲਵਾਂ, ਸਾਡੇ ਸਕੂਲਾਂ ਦੇ ਵਿੱਚ 800 ਤੋਂ ਵੱਧ ਨਜਾਇਜ਼ ਭਰਤੀਆਂ ਉਹਨਾਂ ਨੇ ਪਿਛਲੇ 12 ਸਾਲ 'ਚ ਕੀਤੀਆਂ। ਮੈਂ ਇੱਕੋ ਗੱਲ ਕਰਾਂਗਾ, ਮੈਂ ਨਹੀਂ ਜਾਣਾ ਚਾਹੁੰਦਾ ਉਸ ਪਾਸੇ, ਉਹ ਕਿੱਚੜ 'ਚ ਮੈਂ ਨਹੀਂ ਜਾਣਾ ਚਾਹੁੰਦਾ, ਪਰ ਤੁਸੀਂ ਸਵਾਲ ਕਰ ਲਿਆ, ਮੈਨੂੰ ਜਵਾਬ ਦੇਣਾ ਪੈਣਾ। 800 ਬੰਦਾ ਨਜਾਇਜ਼ ਰੱਖਿਆ, ਉਹ ਰੱਖਿਆ ਜੇ ਸਾਨੂੰ ਜਿਹੜੇ ਕੰਪੀਟੈਂਟ ਟੀਚਰ ਚਾਹੀਦੇ ਸੀ ਉਹ ਨਹੀਂ ਰੱਖੇ। ਜੇ ਸਾਨੂੰ ਮੈਥ ਦੀ ਟੀਚਰ ਚਾਹੀਦੀ ਹੈ ਤਾਂ ਉੱਥੇ ਪੰਜਾਬੀ ਦੀ ਜਿਹੜੀ 12ਵੀਂ ਪਾਸ ਆ ਉਹਨੂੰ ਰੱਖ ਦਿੱਤਾ, ਉਸ ਨੂੰ ਮੈਥ ਦੀ ABC ਨਹੀਂ ਆਉਂਦੀ। 8.5 ਕਰੋੜ ਰੁਪਇਆ ਸਾਲ ਦੀ ਫੀਸ ਗੁਰੂ ਦੀ ਗੋਲਕ 'ਚੋਂ ਜਾਂਦੀ ਹੈ। ਮੈਂ ਪੁੱਛਣਾ ਚਾਹੁੰਦਾ, ਤੁਸੀਂ 12 ਸਾਲ ਰਾਜ ਕੀਤਾ, 100 ਕਰੋੜ ਰੁਪਇਆ ਗੁਰੂ ਦੀ ਗੋਲਕ ਦਾ ਬੇਕਾਰ ਕਰਤਾ। ਅੱਗ ਲਾਓ 100 ਕਰੋੜ ਰੁਪਏ ਨੂੰ। ਇਹਨਾਂ 12 ਸਾਲਾਂ 'ਚ ਜਿਹੜੇ ਬੱਚੇ ਉੱਥੋਂ ਦੇ ਐਜੂਕੇਟ ਹੋ ਕੇ ਨਿਕਲਿਆ, ਉਹਨਾਂ ਨਲਾਇਕ ਟੀਚਰਾਂ ਤੋਂ ਤੁਸੀਂ ਪੜ੍ਹਵਾ ਦਿੱਤੇ, ਜਿਨ੍ਹਾਂ ਨੇ ਉਹਨਾਂ ਦੀ ਜ਼ਿੰਦਗੀ ਖਤਮ ਕਰ ਦਿੱਤੀ। ਬਹੁਤ ਵੱਡਾ ਮਜ਼ਾਕ ਉਹਨਾਂ ਨੇ ਕੀਤਾ। ਮੈਂ ਨਹੀਂ ਉਸ ਪਾਸੇ ਜਾਣਾ ਚਾਹੁੰਦਾ। ਮੈਂ ਸ਼ੁਰੂ ਹੋ ਜਾਵਾਂ ਤੇ ਸਵੇਰ ਹੋ ਜਾਊਗੀ ਜੇ ਮੈਂ ਸਾਰੇ ਕੱਚੇ ਚਿੱਠੇ ਖੋਲ੍ਹਣ ਲੱਗ ਜਾਵਾਂ। ਆਪਾਂ ਉਸ ਚੈਪਟਰ ਨੂੰ ਬੰਦ ਕਰ ਦਈਏ। ਤੁਸੀਂ ਦੂਜਾ ਸਵਾਲ ਮੇਰੇ ਨਾਲ ਬੜਾ ਵਧੀਆ ਕੀਤਾ, ਜਿੱਥੇ ਮੈਂ ਗੱਲ ਕੀਤੀ ਸੀ ਨਾ ਕਿ ਅੱਜ ਉਹ ਦਾਦੇ ਪੋਤੀ ਦਾ ਗੱਲ ਖਤਮ ਹੋ ਗਈ। ਹੁਣ ਤੁਸੀਂ ਕਲਰਜੀ ਦਾ ਸਵਾਲ ਕੀਤਾ ਮੈਨੂੰ ਕਿ ਸਾਡੇ ਪ੍ਰਚਾਰਕ ਜਿਹੜੇ ਨੇ, ਯੈਸ ਦੇ ਆਰ ਅੰਡਰਪੇਡ, ਔਰ ਅਗਰ ਉਹ ਅੰਡਰਪੇਡ ਅਸੀਂ ਰੱਖਾਂਗੇ ਨੁਕਸਾਨ ਹੋਏਗਾ। ਦੂਜੀ ਗੱਲ, ਮੈਂ ਤੁਹਾਨੂੰ ਸਵਾਲ ਕਰਦਾ, ਮੈਂ ਆਪਣੀ ਗੱਲ ਕਰਦਾ, ਕਿਸੇ ਨੂੰ ਕੀ ਕਹਿਣਾ। ਮੇਰਾ ਇੱਕੋ ਇੱਕ ਪੁੱਤਰ ਹੈ, ਸਵੇਰੇ ਉਹ ਮੈਨੂੰ ਕਵੇ ਕਿ ਮੈਂ ਪ੍ਰਚਾਰਕ ਬਣਨਾ ਚਾਹੁੰਦਾ ਤੇ ਮੈਂ ਉਹਨੂੰ ਕੰਨਾਂ ਤੋਂ ਫੜ ਲੂੰਗਾ ਕਿ ਬਿਜ਼ਨਸ ਕੌਣ ਸਾਂਭੂਗਾ, ਕੰਮ ਕੌਣ ਸਾਂਭੇਗਾ।
ਪ੍ਰੈਕਟੀਕਲ ਐਗਜ਼ਾਮਪਲ ਦਿੰਨਾ, ਮੈਂ ਜਦੋਂ ਸਕੂਲ 'ਚ ਪੜ੍ਹਦਾ ਸੀਗਾ, ਸਕੂਲ 'ਚੋਂ ਪਾਸ ਆਊਟ ਕੀਤਾ, ਕਾਲਜ 'ਚ ਗਿਆ, ਗ੍ਰੇਟਰ ਕੈਲਾਸ਼ ਇੱਕ ਅੱਛੀ ਕਾਲਨੀ ਹੈ ਜਿੱਥੇ ਅਮੀਰ ਲੋਕਾਂ ਦੀ ਕਾਲਨੀ ਹੈ ਜਿੱਥੇ ਅਸੀਂ ਰਹਿੰਦੇ ਹਾਂ। ਉਹ ਕ੍ਰਿਸਚਨ ਪਰਿਵਾਰ ਉੱਥੇ ਰਹਿੰਦਾ ਸੀ। ਉਹ ਮੁੰਡੇ ਦਾ ਨਾਂ ਜੌਨ ਸੀਗਾ, ਮੇਰੇ ਦੋਸਤ ਦਾ। ਕਹਿੰਦਾ ਮਨਜੀਤ ਮੇਰੇ ਘਰ ਡਿਨਰ ਤੇ ਆਣਾ। ਮੈਂ ਕਿਹਾ ਕਿਉਂ? ਕਹਿੰਦਾ ਮੇਰਾ ਵੱਡਾ ਬ੍ਰਦਰ ਜਿਹੜਾ, ਅਸੀਂ ਫੈਸਲਾ ਕਰ ਲਿਆ ਪਰਿਵਾਰ ਨੇ ਕਿ ਉਹਨੂੰ ਅਸੀਂ ਕਮਿਊਨਿਟੀ ਸਰਵਿਸ ਵਾਸਤੇ ਉਹ ਬ੍ਰਦਰ ਬਣਨ ਜਾ ਰਿਹਾ ਤੇ ਕੱਲ ਨੂੰ ਹੌਲੀ ਹੌਲੀ ਉਹ ਪੋਪ ਬਣੂਗਾ, ਬਿਸ਼ਪ ਬਣੂਗਾ। ਮੈਂ ਹੈਰਾਨ ਕਿ ਇੰਨਾ ਅਮੀਰ ਪਰਿਵਾਰ, ਐਡਾ ਪੜ੍ਹਿਆ ਲਿਖਿਆ ਮੁੰਡਾ, ਉਸ ਨੂੰ ਉਹ ਬਿਸ਼ਪ ਬਣਾਉਣ ਲੱਗੇ। ਸਾਡੇ ਇੱਥੇ ਕਿੱਥੋਂ ਆਂਦੀ ਹੈ? ਅਸੀਂ ਆਪਣੇ ਬੱਚੇ ਭੇਜਣਾ ਚਾਹੁੰਦੇ ਹਾਂ। ਜਿਹਨੂੰ ਕਿਤੇ ਨੌਕਰੀ ਨਾ ਮਿਲੇ, ਚਲੋ ਜੀ ਇਹਨੂੰ ਗੁਰਦੁਆਰੇ ਲਾ ਲਓ। ਜੇ ਕਿਤੇ ਕੋਈ ਕ੍ਰਾਈਮ ਕਰਕੇ ਭੱਜਿਆ ਹੋਵੇ, ਇੱਥੇ ਇਹਨੂੰ ਲਾ ਦਿਓ ਜੀ। ਮੈਂ ਸਮਝਦਾ ਬਹੁਤ ਘੱਟ ਗ੍ਰੰਥੀ ਸਾਹਿਬਾਨ ਐਸੇ ਨੇ ਜਿਹੜੇ ਉਸ ਕੈਲੀਬਰ ਦੇ ਨੇ ਕਿ ਜਿਹੜੇ ਅੱਜ ਦੇ ਬੱਚਿਆਂ ਨੂੰ ਐਡਰੈਸ ਕਰ ਸਕਦੇ ਨੇ। ਸਾਡੀ ਖੇਪ ਕਿੱਥੋਂ ਆ ਰਹੀ ਹੈ? ਅਸੀਂ ਦੇਖੀਏ ਤਾਂ ਸਹੀ। ਇਸ ਕਰਕੇ ਇਹ ਬੜਾ ਰੈਲੇਵੈਂਟ ਸਵਾਲ ਹੈ। ਔਰ ਸਭ ਤੋਂ ਵੱਡੀ ਸਾਡੀ ਜਿਹੜੀ ਘੁੰਡੀ ਹੈ ਇੱਥੇ ਫਸੀ ਹੈ ਕਿ ਜਿੱਦਣ ਅਸੀਂ ਆਪਣੇ ਪ੍ਰਚਾਰਕਾਂ ਦਾ ਸਟੇਟਸ ਵਧਾ ਦਿਆਂਗੇ, ਅਸੀਂ ਜਦੋਂ ਪ੍ਰਚਾਰਕਾਂ ਦੀ ਜੇਬ ਠੀਕ ਉਹਨਾਂ ਦੀ ਬਣਦੀ ਤਨਖਾਹ ਦੇ ਦਿਆਂਗੇ ਔਰ ਸਾਨੂੰ ਉਹ ਲਾਇਕ ਆਪਣੇ ਪ੍ਰਚਾਰਕ ਮਿਲ ਜਾਣਗੇ, ਕੌਮ ਦਾ ਬੜਾ ਭਲਾ ਹੋਏਗਾ। ਤੁਹਾਡਾ ਜੀ ਸਾਹਿਬ ਜੀ ਬਹੁਤ ਬਹੁਤ ਧੰਨਵਾਦ। ਸੋ ਸੰਗਤਾਂ ਦੀ ਪੁਰਜੋਰ ਮੰਗ ਤੇ ਸ਼ੋਅ ਨੂੰ ਅੱਧਾ ਘੰਟਾ ਵਧਾ ਦਿੱਤਾ ਗਿਆ ਹੈ। ਸੋ ਅਸੀਂ ਹੁਣ ਚੱਲਦੇ ਹਾਂ ਇੱਕ ਛੋਟੀ ਜੀ ਬ੍ਰੇਕ ਦੇ ਵੱਲ। ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਨਾਲ ਵਿਚਾਰਨ ਦੀ ਸਾਂਝ ਇਸ ਤਰ੍ਹਾਂ ਪੈਂਦੀ ਰਹੇਗੀ। ਮਿਲਦੇ ਹਾਂ ਬ੍ਰੇਕ ਤੋਂ ਬਾਅਦ ਜੀ। ਵੈਲਕਮ ਬੈਕ ਟੂ ਸਿੱਖ ਚੈਨਲ ਸਟੂਡੀਓ। ਤੁਸੀਂ ਦੇਖ ਰਹੇ ਹੋ ਸਿੱਖ ਚੈਨਲ ਤੇ ਵਿਚਾਰਾਂ ਦੀ ਸਾਂਝ ਪੈ ਰਹੀ ਹੈ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਮਨਜੀਤ ਸਿੰਘ ਜੀਕੇ ਜੀ ਅੱਜ ਸਿੱਖ ਚੈਨਲ ਦੇ ਸਟੂਡੀਓ ਵਿੱਚ ਸਾਡੇ ਨਾਲ ਹਾਜ਼ਰ ਨੇ, ਆਪਣੇ ਪੂਰੀ 7 ਮੈਂਬਰ ਕਮੇਟੀ ਦੇ ਨਾਲ। ਤੇ ਪੈਨਲ ਤੇ ਬੈਠੇ ਹੋਏ ਨੇ ਸਰਦਾਰ ਪਰਮਜੀਤ ਸਿੰਘ ਜੀ ਰਾਣਾ ਜੀ, ਸਰਦਾਰ ਜੀਕੇ ਸਾਹਿਬ ਤੇ ਬੀਬੀ ਦਲਜੀਤ ਕੌਰ ਖਾਲਸਾ ਜੀ। ਤੇ ਸੰਗਤਾਂ ਦੇ ਭਰਪੂਰ ਜ਼ੋਰ ਮੰਗ ਤੇ ਸ਼ੋਅ ਨੂੰ ਹੋਰ ਵਧਾ ਦਿੱਤਾ ਗਿਆ ਹੈ। ਤੋਂ ਸਵਾਲ ਬੜੇ ਆ ਰਹੇ ਨੇ ਤੇ ਮੇਰੇ ਕੋਲੋਂ ਇਸ ਵੇਲੇ ਸਟੂਡੀਓ ਦੇ ਵਿੱਚ ਜਿਹੜੇ ਪਤਵੰਤੇ ਸੱਜਣ ਬੈਠੇ ਹੋਏ ਨੇ, ਉਹਨਾਂ ਦੀਆਂ ਬਾਵਾਂ ਇਦਾਂ ਖੜੀਆਂ ਨੇ, ਸਾਡਾ ਸਵਾਲ। ਤੇ ਆਓ ਚੱਲਦੇ ਹਾਂ ਅਸੀਂ ਸੰਗਤ ਦੇ ਵੱਲ। ਪਿੱਛੇ ਸਰਦਾਰ ਸੁਰਿੰਦਰ ਸਿੰਘ ਜੀ ਮਿਲਟਨ ਕੀਸ ਤੋਂ ਪਹੁੰਚੇ ਹੋਏ ਨੇ। ਅਸੀਂ ਉਹਨਾਂ ਨਾਲ ਫਤਿਹ ਸਾਂਝ ਪਾ ਕੇ ਤੇ ਅਸੀਂ ਕਹਿੰਦੇ ਸੁਰਿੰਦਰ ਸਿੰਘ ਜੀ ਤੁਸੀਂ ਸਟੇਟ ਵੇ ਆਪਣਾ ਜਿਹੜਾ ਸਵਾਲ ਦੱਸੋ ਜੀ, ਤੁਸੀਂ ਕੀ ਪੁੱਛਣਾ ਚਾਹੁੰਦੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਸਵਾਲ ਤਾਂ ਇੱਕ ਪਹਿਲਾ ਇਹ ਆ ਕਿ ਜਿਹੜਾ 84 ਤੋਂ ਪੰਜਾਬ ਦੇ ਵਿੱਚ ਜੋ ਸਾਡੇ ਭਾਈ ਜੇਲ੍ਹਾਂ 'ਚ ਬੰਦ ਨੇ ਔਰ ਕੇਸ ਵੀ 30 ਸਾਲ ਦੀ ਸਜ਼ਾ ਵੀ ਭੁਗਤ ਚੁੱਕੇ ਹਨ, ਉਹਨਾਂ ਬਾਰੇ ਸ਼੍ਰੋਮਣੀ ਅਕਾਲੀ ਦਲ ਕੀ ਕਰ ਰਿਹਾ ਹੈ? ਦੂਸਰੀ ਜੋ ਨਵੀਂ ਤਾਜ਼ੀ ਖਬਰ ਹੈ ਇਹ ਪਿੰਡਾਂ ਵਿੱਚੋਂ ਜੋ ਗੁਰਦਾਸਪੁਰ ਜਸਵਿੰਦਰ ਸਿੰਘ ਸ਼ਹੀਦ ਕੀਤੇ ਗਏ ਸਨ, ਉਹਨਾਂ ਦੇ ਪਰਿਵਾਰ ਵਿੱਚੋਂ ਜੋ ਪੁਲਿਸ ਨੇ ਉਹਨਾਂ ਦੇ ਪਿੰਡੋਂ ਫੜ ਕੇ ਲਿਜਾ ਕੇ ਉਹਨਾਂ ਦੇ ਅਸਲਾ ਪਾ ਦਿੱਤਾ ਹੈ ਪੰਚਾਇਤ ਦੀ ਸੰਬੰਧੀ ਵਿੱਚ, ਉਹਦੇ ਵਿੱਚ ਅਕਾਲੀ ਦਲ ਕੀ ਰੋਲ ਅਦਾ ਕਰ ਰਿਹਾ ਹੈ? ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ। ਹਾਂਜੀ ਮਨਜੀਤ ਸਿੰਘ ਤੁਸੀਂ ਇਹਦਾ ਜਵਾਬ ਹੁਣੇ ਦੇਣਾ ਚਾਹੁੰਦੇ ਕਿ ਇੱਕ ਦੋ ਸਵਾਲ ਤੁਸੀਂ ਹੋਰ ਲੈਣਾ ਚਾਹੁੰਦੇ ਹੋ? ਪਹਿਲਾਂ ਜਿੱਦਾਂ ਮਰਜ਼ੀ। ਇੱਕ ਜੀ ਆ ਪਿੱਛੇ ਅਸੀਂ ਇੱਕ ਹੋਰ ਪਤਵੰਤੇ ਸਵਾਲ ਪੁੱਛ ਲੈਣੇ ਵੀਰ ਜੀ, ਤੁਸੀਂ ਆਪਣਾ ਨਾਮ ਦੱਸ ਕੇ ਸਵਾਲ ਦੱਸੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਜਰਨੈਲ ਸਿੰਘ ਹੈ ਜੀ। ਮੈਂ ਥੋੜੇ ਜਿਹਾ ਹਟ ਕੇ ਸਵਾਲ ਦੋ ਪੁੱਛਣੇ ਆ। ਇੱਕ ਤਾਂ ਮੇਰਾ ਸਵਾਲ ਆ ਜਿਹੜਾ ਸੌਦੇ ਵਾਲਾ ਸਾਧ ਆ ਉਹਦੇ ਬਾਰੇ। ਇਹ ਹੁਣ ਜਿਹੜਾ ਹਿੰਦੂਆਂ ਦਾ ਸਾਧ ਸੀਗਾ ਉਹਨੂੰ ਇਹ ਸਿਰਫ 10 ਦਿਨਾਂ ਦੇ ਵਿੱਚ ਗੌਰਮੈਂਟ ਨੇ ਅੰਦਰ ਕਰ ਲਿਆ, ਤੇ ਜਿਹੜਾ ਸੌਦੇ ਵਾਲਾ ਸਾਧ ਆ ਉਹਨੂੰ ਬਲਾਤਕਾਰ ਵੀ ਕੀਤੇ ਆ, ਫਿਰ ਉਹਨੇ ਸਿੱਖਾਂ ਨੂੰ ਵੀ ਮਾਰਿਆ। ਉਹ ਅੱਜ ਤੱਕ ਅੰਦਰ ਨਹੀਂ ਹੋਇਆ। ਦੂਸਰੀ ਗੱਲ, ਨਾ ਪੰਜਾਬ ਦੀ ਗੌਰਮੈਂਟ ਉਹਦੇ ਤੇ ਸਟੈਂਡ ਲੈਂਦੀ ਆ, ਨਾ ਆਪਾਂ ਸਿੱਖ ਵੀ ਹੁਣ ਦੇਖ ਲਾ ਕੋਈ ਬੋਲਦਾ ਨਹੀਂ। ਹਿੰਦੂਆਂ ਨੇ ਕਿੰਨਾ ਰੌਲਾ ਪਾਇਆ ਉਹ ਸਾਧ ਬਾਰੇ ਵੀ ਇਹਨੇ ਗਲਤ ਕੰਮ ਕੀਤਾ। ਦੂਸਰਾ ਸਵਾਲ ਆ ਮੇਰਾ ਵੀ ਪੰਜਾਬੀ ਆਪਣੀ ਜਿਹੜੀ ਆਪਾਂ ਕਹਿੰਦੇ ਵੀ ਬਹੁਤ ਹਟਦੀ ਜਾਂਦੀ ਜਵਾਨ, ਤੇ ਇਹਦੇ ਬਾਰੇ ਕੀ ਸੋਚਦੀ ਆ ਪੰਜਾਬ ਗੌਰਮੈਂਟ ਜਾਂ ਦਿੱਲੀ ਦੇ ਤੁਸੀਂ ਪ੍ਰਧਾਨ ਸਾਹਿਬ ਬੈਠੇ ਆ? ਤੇ ਆਪਣੇ ਪੰਜਾਬ ਦੇ ਵਿੱਚ ਜਾਂਦੇ ਆ, ਉੱਥੇ ਜਿੰਨੇ ਬੋਰਡ ਲੱਗੇ ਹੋਏ ਸ਼ਾਪਾਂ ਦੇ ਉੱਤੇ ਸਾਰੇ ਇੰਗਲਿਸ਼ ਦੇ ਵਿੱਚ ਲੱਗੇ ਹੋਏ ਆ, ਕਿਤੇ ਵੀ ਪੰਜਾਬੀ ਨਹੀਂ ਲਿਖੀ ਹੋਈ। ਜੇ ਆਪਣੇ ਪੰਜਾਬ ਦੇ ਵਿੱਚ ਹੀ ਪੰਜਾਬੀ ਨਾ ਹੋਊ, ਸਾਡਾ ਇੱਥੇ ਜ਼ੋਰ ਗੁਰਦੁਆਰਿਆਂ ਵਿੱਚ ਲੱਗਾ ਆ ਵੀ ਅਸੀਂ ਪੰਜਾਬੀ ਨੂੰ ਵਧਾਈਏ, ਤੇ ਜਿਹੜਾ ਪੰਜਾਬ ਦੇ ਵਿੱਚ ਕੋਈ ਪੰਜਾਬੀ ਦਾ ਨਹੀਂ, ਪੰਜਾਬੀ ਬੋਲ ਕੇ ਨਹੀਂ ਰਾਜੀ ਆਪਣੇ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਪਹਿਲੇ ਤੁਸੀਂ ਮਨਜੀਤ ਸਿੰਘ ਜੀ ਤੁਸੀਂ ਪਹਿਲਾਂ ਇਹਨਾਂ ਸਵਾਲਾਂ ਦਾ ਜਵਾਬ ਦੇ ਦਿਓ, ਜਦ ਤੱਕ ਮੈਂ ਕੁਝ ਮੇਰੇ ਕੰਨ ਦੇ ਵਿੱਚ ਵੀ ਸਵਾਲ ਆ ਰਹੇ ਨੇ, ਮੈਂ ਤੁਹਾਨੂੰ ਉਹ ਰੱਖਦਾ, ਪਹਿਲਾਂ ਤੁਸੀਂ ਇਹਨਾਂ ਦੇ ਜਵਾਬ ਦੇ ਦਿਓ। ਪਹਿਲੇ ਦਲਜੀਤ ਕੌਰ ਜੀ ਜਵਾਬ ਦੇਣਗੇ 84 ਦਾ ਜਿਹੜਾ। ਹਾਂਜੀ, ਜਿਹੜਾ 84 ਦਾ ਵੀਰ ਜੀ ਹੁਣਾਂ ਨੇ ਪੁੱਛਿਆ, ਸੁਰਿੰਦਰ ਸਿੰਘ ਜੀ ਹੋਰਾਂ ਨੇ, ਕਿ ਅਕਾਲੀ ਦਲ ਨੇ ਕੀ ਕੀਤਾ। ਅਕਾਲੀ ਦਲ ਨੇ ਨੂੰ ਜਿਹੜੇ ਕੇਸਾਂ ਦੀ ਅਪਰੋਚ ਹੋਈ ਹੈ, ਮੈਨੂੰ ਨਹੀਂ ਲੱਗਦਾ ਕਿ ਅਕਾਲੀ ਦਲ ਨੇ ਉਹਨਾਂ ਦੀ ਹੈਲਪ ਨਹੀਂ ਕੀਤੀ। ਇੱਕ ਸਭ ਤੋਂ ਵੱਡੀ ਐਗਜ਼ਾਮਪਲ ਮੈਂ ਬੈਠੀ ਹਾਂ, ਮੈਂ 84 ਦੇ ਵਿੱਚ ਅਫੈਕਟਡ ਰਹੀ ਹਾਂ। ਮੈਂ 84 ਤੋਂ ਬਾਅਦ ਜੇਲ੍ਹਾਂ ਦੇ ਵਿੱਚ ਰਹੀ ਹਾਂ।
ਪਰ ਮੈਨੂੰ ਜਦੋਂ ਮੈਂ ਜੇਲ੍ਹ ਤੋਂ ਬਾਹਰ ਆਈ ਆ, ਮੇਰੇ ਕੇਸ ਚੱਲਦੇ ਸੀ, ਮੈਂ ਦਿੱਲੀ ਮੈਨੂੰ ਲਿਆਂਦਾ ਗਿਆ ਔਰ ਸ਼੍ਰੋਮਣੀ ਅਕਾਲੀ ਦਲ ਨੇ ਮੈਨੂੰ ਟਿਕਟ ਦੇ ਕੇ ਨਿਵਾਜਿਆ ਔਰ ਮੈਂ ਟਿਕਟ ਤੇ ਇਲੈਕਸ਼ਨ ਲੜੀ ਔਰ ਜਿੱਤੀ ਔਰ ਮੈਨੂੰ ਪੂਰੀ ਸਪੋਰਟ ਦਿੱਤੀ। ਅੱਜ ਤੱਕ ਅਕਾਲੀ ਦਲ ਨੇ ਮੈਨੂੰ ਜੋ ਮਾਣ ਸਤਿਕਾਰ ਦਿੱਤਾ, ਮੈਂ ਨਹੀਂ ਕਹਿੰਦੀ ਕਿ ਉਹਨਾਂ ਨੇ ਨਹੀਂ ਸੋਚਦੀ ਕਿ ਉਹਨਾਂ ਨੇ ਹੈਲਪ ਨਹੀਂ ਕੀਤੀ। ਕੋਈ ਕੇਸ ਰੇਅਰ ਹੋ ਸਕਦਾ ਕਿ ਜੇ ਉਹਨਾਂ ਦੀ ਨਜ਼ਰ ਦੇ ਵਿੱਚ ਨਹੀਂ ਲਿਆਂਦਾ ਗਿਆ, ਉਹ ਤੇ ਤੁਸੀਂ ਜਿਹੜੀਆਂ ਧਾਰਮਿਕ ਸਾਡੀਆਂ ਸੰਸਥਾਵਾਂ ਨੇ ਜਾਂ ਤੁਸੀਂ ਕਿਸੇ ਤਰ੍ਹਾਂ ਜਿਵੇਂ ਪ੍ਰਧਾਨ ਸਾਹਿਬ ਬੈਠੇ ਨੇ ਦਿੱਲੀ ਕਮੇਟੀ ਦੇ, ਇਹਨਾਂ ਨੂੰ ਅਪਰੋਚ ਕੀਤੀ ਜਾ ਸਕਦੀ ਜੇ ਕੋਈ ਇਸ ਤਰ੍ਹਾਂ ਦੇ ਪਰਸਨਲ ਕੇਸ ਰਹਿ ਗਏ, ਜਿਵੇਂ ਤੁਸੀਂ ਗੁਰਦਾਸਪੁਰ ਦੇ ਕਿਸੇ ਕੇਸ ਬਾਰੇ ਕਿਹਾ, ਜਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਕਹੀ ਜਾ ਸਕਦੀ ਆ ਕਿ ਇਹ ਇੱਕ ਜ਼ਰੀਆ ਹੁੰਦਾ ਜਿਨ੍ਹਾਂ ਦੇ ਥਰੂ ਅਸੀਂ ਅਕਾਲੀ ਦਲ ਨੂੰ ਅਪਰੋਚ ਕਰ ਸਕਦੇ ਹਾਂ। ਅਕਾਲੀ ਦਲ ਦੇ ਪ੍ਰਧਾਨ ਨੂੰ ਜਾ ਕੇ ਤੁਸੀਂ ਦੱਸੋਗੇ ਤਾਂ ਹੀ ਉਹਦਾ ਕੋਈ ਹੱਲ ਨਿਕਲੇਗਾ। ਤੇ ਜਿਹੜੇ ਜੇਲ੍ਹਾਂ ਦੇ ਵਿੱਚ ਸਿੱਖ ਨੇ, ਮੇਰਾ ਖਿਆਲ ਜਿੱਥੋਂ ਤੱਕ ਜਿਹੜੇ ਜਿਨ੍ਹਾਂ ਨੂੰ ਅਸੀਂ ਮਤਲਬ ਜਿਨ੍ਹਾਂ ਨੇ ਅਪਰੋਚ ਕੀਤਾ ਹੈ ਔਰ ਅਕਾਲੀ ਦਲ ਨੇ ਉਹਨਾਂ ਸਾਰਿਆਂ ਦੀ ਮਦਦ ਕੀਤੀ ਆ। ਹੋਰ ਵੀ ਪ੍ਰਧਾਨ ਸਾਹਿਬ ਜਿੱਥੇ ਜਿੱਥੇ ਸਾਡੀ ਨਜ਼ਰ ਚ ਆਉਂਦਾ ਹੈ, ਸਾਨੂੰ ਪਤਾ ਲੱਗਦਾ ਹੈ ਕਿ ਵੀ ਸਾਡੇ ਸਿੰਘ ਜਿਨ੍ਹਾਂ ਨੂੰ ਹਾਲੇ ਤੱਕ ਨਹੀਂ ਰਿਹਾਈ ਹੋਈ ਤੇ ਉਹਨਾਂ ਦੀ ਅਸੀਂ ਪੂਰੀ ਸਪੋਰਟ ਕਰਦੇ ਹਾਂ ਔਰ ਅਸੀਂ ਅਕਾਲੀ ਦਲ ਦੇ ਕੋਲ ਅੱਗੇ ਆਵਾਜ਼ ਉਠਾਉਂਦੇ ਹਾਂ। ਅਸੀਂ ਮੈਂ ਇਸ ਨੂੰ ਕੰਟੀਨਿਊ ਕਰਦਾ ਵਾਂ ਕਿ ਜਿਹੜੇ ਕੇਸਿਸ ਕੋਰਟ 'ਚ ਚੱਲ ਰਹੇ ਨੇ, ਕੋਰਟ ਦੀ ਇੱਕ ਸਿਸਟਮ ਹੈ ਔਰ ਉਹ ਕੋਰਟ ਦਾ ਸਿਸਟਮ ਚੱਲਦਾ। ਤੁਸੀਂ ਮੈਨੂੰ ਇਹ ਦੱਸੋ, ਮੈਂ ਦੇਖਦਾ ਕਿ ਇੱਥੇ ਨਾ ਪੰਜਾਬ ਦੇ ਖਿਲਾਫ, ਅਕਾਲੀ ਦਲ ਦੇ ਖਿਲਾਫ, ਬਾਦਲ ਸਾਹਿਬ ਦੇ ਖਿਲਾਫ ਬਹੁਤ ਪ੍ਰਚਾਰ ਕੀਤਾ ਜਾਂਦਾ ਹੈ। ਮੈਂ ਪੁੱਛਣਾ ਚਾਹੁੰਦਾ ਕਿ 85 ਸਾਲ ਦੀ ਉਮਰ 'ਚ 5ਵੀਂ ਦਫਾ ਮੁੱਖ ਮੰਤਰੀ ਬਣ ਗਏ ਨੇ ਤੇ ਹਲੇ ਵੀ ਕਿਸੇ ਤੋਂ ਸਰਟੀਫਿਕੇਟ ਚਾਹੀਦਾ। ਦੂਜੀ ਗੱਲ ਮੈਂ ਪੁੱਛਣੀ ਚਾਹੁੰਦਾ, ਰਾਜੋਆਣਾ ਸਾਹਿਬ ਦੀ ਗੱਲ ਹੋਈ, ਕਿਹੜਾ ਮੁੱਖ ਮੰਤਰੀ ਰਿਸਕ ਲਏਗਾ ਸਿੱਧਾ ਜਾ ਕੇ ਰਾਸ਼ਟਰਪਤੀ ਨੂੰ ਮਿਲਦਾ, ਪ੍ਰਾਈਮ ਮਿਨਿਸਟਰ ਨੂੰ ਮਿਲਦਾ ਕਿ ਫਾਂਸੀ ਨਹੀਂ ਹੋਣੀ ਚਾਹੀਦੀ। ਉਹਨਾਂ ਸਟੈਂਡ ਲਿਆ, ਉਹਨਾਂ ਦੀ ਸਰਕਾਰ ਜਾ ਸਕਦੀ। ਦੂਜੇ ਪਾਸੇ ਕਾਂਗਰਸ ਬੈਠੀ ਆ ਕਿ ਕਿਸੇ ਵਕਤ ਵੀ ਪੰਜਾਬ ਦੇ ਵਿੱਚ ਵਾਪਸ ਤਸ਼ੱਦਦ ਭਾਵੇਂ ਆਪ ਸਪਾਂਸਰ ਕਰਾਵੇ ਤੇ ਭਾਵੇਂ ਕੁਝ ਕਰਾਵੇ, ਅਕਾਲੀ ਦਲ ਦੀ ਸਰਕਾਰ ਨੂੰ ਤੋੜਨਾ ਚਾਹੀਦਾ। ਮੈਂ ਬਾਹਰਲੇ ਮੁਲਕਾਂ 'ਚ ਇੱਕ ਗੱਲ ਦੇਖੀ ਜਿਹੜੀ ਮੈਂ ਅੱਜ ਓਪਨਲੀ ਕਹਿਣਾ ਚਾਹੁੰਦਾ ਕਿ ਇੱਥੇ ਲਗਾਤਾਰ ਪ੍ਰਚਾਰ ਕੀਤਾ ਜਾਂਦਾ ਕਿ ਅਕਾਲੀਆਂ ਨੇ ਇਹ ਕਰਤਾ, ਅਕਾਲੀਆਂ ਨੇ ਉਹ ਕਰ ਦਿੱਤਾ। ਮੈਂ ਸਮਝਦਾ ਕਿ ਇੱਕੋ ਇੱਕ ਜਥੇਬੰਦੀ ਹੈ ਜਿਹੜੀ ਰਹਿਨੁਮਾਈ ਕਰ ਰਹੀ ਹੈ ਇਸ ਵੇਲੇ ਸਿੱਖਾਂ ਦੀ। ਆਪਾਂ ਉਹਨੂੰ ਕਮਜ਼ੋਰ ਕਰਨਾ ਚਾਹੁੰਦੇ ਹਾਂ, ਉਹ ਲੋਕੀ ਕਮਜ਼ੋਰ ਕਰਨਾ ਚਾਹੁੰਦੇ ਜਿਨ੍ਹਾਂ ਦੇ ਆਪਣੇ ਕੋਈ ਪਰਸਨਲ ਏਜੰਡੇ ਨੇ। ਉਹ ਏਜੰਡਿਆਂ ਦੇ ਉੱਤੇ ਚੱਲਦੇ ਹੋਏ ਉਸ ਨੂੰ ਕਮਜ਼ੋਰ ਕਰ। ਅਕਾਲੀ ਦਲ ਜ਼ਰੂਰੀ ਨਹੀਂ ਕਿ ਸਾਰੇ ਫੈਸਲੇ ਠੀਕ ਲੈਂਦੀ ਹੋਵੇ, ਗਲਤ ਵੀ ਲੈ ਸਕਦੇ ਨੇ। ਉਹ ਫੈਸਲਿਆਂ ਦਾ ਕਈ ਦਫਾ ਕਈ ਸਾਲਾਂ ਬਾਅਦ ਜਾ ਕੇ ਪਤਾ ਲੱਗਦਾ। ਲੇਕਿਨ ਆਪਾਂ ਆਪਣੇ ਆਪ ਨੂੰ ਭੰਡੀ ਜਾਈਏ। ਸਾਡੀ ਕੌਮ 'ਚ ਇੱਕ ਪ੍ਰੋਬਲਮ ਹੈ। ਤੁਸੀਂ ਅਗਰ ਸਿੱਖ ਲੈਣੀ ਇਜ਼ਰਾਈਲੀਆਂ ਤੋਂ ਲਵੋ, ਉਹ ਕਿੱਦਾਂ ਇਕੱਠੇ ਹੋ ਕੇ ਕਾਮਯਾਬੀ ਵਾਲੇ ਪਾਸੇ ਚੱਲਦੇ ਆ। ਇੱਥੇ ਬਾਹਰਲੇ ਮੁਲਕਾਂ 'ਚ ਮੈਂ ਦੱਸਾਂ, ਮੈਨੂੰ ਅਮਰੀਕਾ ਦਾ ਜ਼ਿਆਦਾ ਤਜਰਬਾ ਹੈ। ਜੇ ਕੋਈ ਖਾਲਸਾ 84 ਤੋਂ ਬਾਅਦ ਆ ਕੇ ਕਾਮਯਾਬ ਹੋ ਗਿਆ ਤੇ ਦੂਜਾ ਆਇਆ, ਉਹ ਕਹਿੰਦਾ ਸੌਖਾ ਤਰੀਕਾ ਕੀ ਆ? ਕਹਿੰਦਾ ਯਾਰ ਇਹਨੇ ਆਂਦੇ ਨੇ ਗੱਡੀ ਵੀ ਲੈ ਲਈ, ਇਹਦਾ ਕੰਮ ਵੀ ਠੀਕ ਆ, ਇਹ 6 ਦਿਨ ਇਹਦੇ ਮਗਰ ਗੱਡੀ ਲੈ ਕਿੱਥੋਂ ਮਾਲ ਲੈਂਦਾ, ਕਿੱਥੇ ਦਿੰਦਾ, ਆਪ ਹੀ ਆਪਾਂ ਜੜਾ ਕੱਟਣ ਲੱਗ ਜਾਂਦੇ ਆ। ਮੇਰਾ ਖਿਆਲ ਆਪਣੇ ਆਪ ਨੂੰ ਭੰਡਣ ਦੀ ਬਜਾਏ ਆਪਾਂ ਕੋਹੈਸਿਵ ਹੋ ਕੇ, ਆਪਾਂ ਇਕੱਠੇ ਹੋ ਕੇ ਇੱਕ ਏਜੰਡਾ ਬਣਾਈਏ ਔਰ ਜੇ ਕੋਈ ਗਲਤੀ ਕਰਦੇ ਪਏ ਆ ਉਹਨੂੰ ਦਰੁਸਤ ਕਰਨ ਦੀ ਗੱਲ ਕਰੀਏ, ਬਜਾਏ ਇਸ ਦੇ ਕਿ ਅਸੀਂ ਉਸ ਨੂੰ ਜਾ ਕੇ ਬਗੈਰ ਕਿਸੇ ਵਜ੍ਹਾ ਤੋਂ ਇਸ਼ੂਜ਼ ਬਣਾਈਏ। ਔਰ ਜੇ ਵਾਕਈ ਕੋਈ ਇਸ਼ੂਜ਼ ਹੈਗੇ ਤੇ ਉਹਨਾਂ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰੀਏ। ਅਸੀਂ ਸਿਰਫ ਨੈਗੇਟਿਵ ਗੱਲ ਨਾ ਕਰੀਏ, ਅਸੀਂ ਪੋਜ਼ਿਟਿਵਿਟੀ ਵਾਲੇ ਪਾਸੇ ਚੱਲੀਏ। ਇੱਕ ਮੈਨੂੰ ਹੈਰਾਨੀ ਹੁੰਦੀ ਹੈ ਸੁਣ ਕੇ, ਜਦੋਂ ਹਰ ਗੱਲ ਅਸੀਂ ਅਕਾਲੀ ਦਲ ਤੇ ਪਾ ਦਿੰਦੇ ਆ ਕਿ ਪੰਜਾਬ ਦੇ ਵਿੱਚ ਪਤਤ ਪੁਨਾਇਆ ਜੀ ਅਕਾਲੀ ਦਲ ਉਹਦੇ ਵਾਸਤੇ ਕੀ ਕਰ ਰਿਹਾ। ਮੈਨੂੰ ਇਸ ਚੀਜ਼ ਦਾ ਬੜਾ ਦੁੱਖ ਹੁੰਦਾ ਹੈ ਕਿ ਸਾਡਾ ਕਲੈਕਟਿਵਲੀ ਕੋਈ ਫਰਜ਼ ਨਹੀਂ ਹੈਗਾ ਕਿ ਇੱਕ ਮਤਲਬ ਅਸੀਂ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ। ਤੇ ਜੇ ਅਸੀਂ ਆਪਣੇ ਬੱਚਿਆਂ ਨੂੰ ਖੁਦ ਸਿੱਖੀ ਨਾਲ ਨਹੀਂ ਜੋੜਦੇ ਕਿ ਮਾਤਾ ਪਿਤਾ ਦਾ ਕੋਈ ਰੋਲ ਨਹੀਂ ਹੈਗਾ, ਅੱਜ ਅਸੀਂ ਆਪਣੇ ਬੱਚਿਆਂ ਨੂੰ ਖੁਦ ਸਿੱਖੀ ਨਾਲ ਨਹੀਂ ਜੋੜ ਰਹੇ, ਗਲਤੀ ਸਾਡੀ ਹੈ। ਅਸੀਂ ਥੋਪਦੇ ਕਿਸ ਤੇ ਅਕਾਲੀ ਦਲ ਤੇ, ਜਦ ਕਿ ਪਿਛਲੇ ਜ਼ਮਾਨੇ ਦੇ ਵਿੱਚ ਜਦੋਂ ਮਾਵਾਂ ਆਪਣੇ ਬੱਚਿਆਂ ਦੀ ਪਾਲਣਾ ਕਰਦੀਆਂ ਸੀ, ਜੇ ਕੰਘੀ ਕਰਦੀਆਂ ਸੀ ਬੱਚਿਆਂ ਦੀ, ਤਾਂ ਨਾਲ ਗੁਰੂਆਂ ਦੀਆਂ ਸਾਖੀਆਂ ਸੁਣਾਉਂਦੀਆਂ ਸੀ, ਨਾਲ ਉਹਨਾਂ ਨੂੰ ਬਾਣੀ ਦੀਆਂ ਤੁਕਾਂ ਸੁਣਾਉਂਦੀਆਂ ਸੀ ਤਾਂ ਕਿ ਬੱਚਿਆਂ ਦੇ ਵਿੱਚ ਸਿੱਖੀ ਜਿਹੜੀ ਆ ਉਹ ਭਰੀ ਜਾਵੇ। ਤੇ ਇਹ ਚੀਜ਼ ਜਿਹੜੀ ਆ ਅਸੀਂ ਖੁਦ ਵਿਸਾਰੀ ਆ ਤੇ ਅਸੀਂ ਦੋਸ਼ ਕਿਹਨੂੰ ਦਿੰਦੇ ਆ? ਦੂਸਰਿਆਂ ਨੂੰ। ਅਸੀਂ ਕਹਿੰਦੇ ਪ੍ਰਚਾਰ ਨਹੀਂ ਹੈ, ਪ੍ਰਚਾਰ ਅਸੀਂ ਕਰਨਾ ਹੈ, ਸਾਡਾ ਸਾਰਿਆਂ ਦਾ ਇੱਕ ਫਰਜ਼ ਹੈਗਾ। ਇਸ ਲਈ ਆਪਾਂ ਕਿਸੇ ਨੂੰ ਦੋਸ਼ ਨਾ ਦਈਏ ਤੇ ਖੁਦ ਆਪਣੀ ਪੜਚੋਲ ਕਰੀਏ ਤੇ ਅਸੀਂ ਖੁਦ ਆਪਣਾ ਸਿੱਖੀ ਨੂੰ ਕਿਵੇਂ ਅੱਗੇ ਲੈ ਕੇ ਆਈਏ। ਮੈਨੂੰ ਲੱਗਦਾ ਬੀਬੀ ਦਲਜੀਤ ਕੌਰ ਜੀ ਖਾਲਸਾ ਦੇ ਜਵਾਬ ਤੋਂ ਪਤਾ ਲੱਗ ਗਿਆ ਹੋਵੇਗਾ ਕਿ ਸਾਨੂੰ ਸਿੱਖੀ ਜਿਹੜੀ ਪਤਿਤ ਪੁਣ ਦੀ ਅਸੀਂ ਗੱਲ ਕਰਦੇ ਹਾਂ, ਸਾਨੂੰ ਆਪਣੇ ਘਰ ਦੇ ਵਿੱਚ ਪਹਿਲਾਂ ਝਾਤੀ ਮਾਰਨੀ ਚਾਹੀਦੀ ਹੈ। ਅਸੀਂ ਆਪਣੇ ਘਰ ਦੇ ਵਿੱਚ ਸਿੱਖੀ ਨਾਲ ਬੱਚਿਆਂ ਨੂੰ ਕਿੱਦਾਂ ਜੋੜ ਰਹੇ ਹਾਂ। ਸੋ ਇੱਕ ਦੋ ਸਵਾਲ ਅਸੀਂ ਇੱਥੇ ਸੰਗਤਾਂ ਵਿੱਚੋਂ ਲੈਣੇ ਤੇ ਫਿਰ ਸਾਡੇ ਜਿਹੜੇ ਬਾਹਰੋਂ ਕਾਲਰਸ ਦੇ ਆਏ ਹੋਏ ਨੇ ਸਵਾਲ ਰੱਖਣੇ ਨੇ। ਸੋ ਮੈਂ ਚੱਲਦਾ ਹਾਂ ਵੀਰ ਬਲਹਾਰ ਸਿੰਘ ਰਾਮੇਵਾਲ ਜੀ, ਤੁਸੀਂ ਬਿਲਕੁਲ ਇੱਕ ਸ਼ਬਦ ਵਿੱਚ ਕਹਿ ਦਿਓ ਤਾਂ ਚੰਗੀ ਗੱਲ ਆ। ਨਾ, ਮੇਰਾ ਸਭ ਤੋਂ ਪਹਿਲਾ ਸਵਾਲ ਤਾਂ ਜੀਕੇ ਸਾਹਿਬ ਨੂੰ ਇਹ ਆ ਕਿ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਤੁਸੀਂ ਛਾੜਨਾ ਜੀ ਦੀ ਗੱਲ ਨਹੀਂ ਕਰਨਾ ਚਾਹੁੰਦੇ, ਉਹਦੇ ਜਦੋਂ ਤੁਸੀਂ ਚਲੇ ਜਾਣਾ ਉਹਦੇ ਲਈ ਸਾਨੂੰ ਲੋਕਾਂ ਨੇ ਸਵਾਲ ਪੁੱਛਣੇ ਆ।
ਅਗਰ ਕੋਈ ਸਿੱਖੀ ਦਾ ਨਿਸ਼ਾਨ ਕਰਦਾ, ਚਾਹੇ ਉਹ ਸ਼ਰਨਾ ਹੋਵੇ ਚਾਹੇ ਕੋਈ ਹੋਵੇ, ਕਿਸੇ ਪਾਰਟੀ ਦੇ ਹੋਵੇ ਕਿਸੇ ਅਹੁਦੇ ਤੇ ਹੋਵੇ, ਉਸ ਨੂੰ ਬਖਸ਼ਣਾ ਨਹੀਂ ਚਾਹੀਦਾ। ਦੂਸਰਾ ਸਵਾਲ ਮੇਰਾ ਇਹ ਆ ਤੁਹਾਨੂੰ ਕਿ ਮੈਂ ਪਿਛਲੇ 16-17 ਸਾਲ ਤੋਂ, ਜਿਹੜੀ ਤੁਸੀਂ ਹੁਣ ਗੱਲ ਕਰਕੇ ਹਟੇ ਆ ਕਿ ਆਪਾਂ ਆਪਣਿਆਂ ਨੂੰ ਨਿੰਦਦੇ ਆ, ਮੈਂ ਪਿਛਲੇ 16-17 ਸਾਲ ਤੋਂ ਅਕਾਲੀ ਦਲ ਬਾਦਲ ਦੀ ਨੁਮਾਇੰਦਗੀ ਕਰਦਾ ਇੰਗਲੈਂਡ ਦੀ ਧਰਤੀ ਤੇ। ਇੱਥੇ ਅਨੇਕਾਂ ਗੁਰੂ ਘਰ ਆ, ਅੱਜ ਸਾਰਾ ਮੁਲਕ ਦੇਖਦਾ ਆਪਾਂ ਨੂੰ। ਅਨੇਕਾਂ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਜਦੋਂ ਬਣਦੀਆਂ, ਉਹਨਾਂ ਨੂੰ ਸਹੁੰ ਚੁਕਾਈ ਜਾਂਦੀ ਹੈ, ਅਰਦਾਸ ਕੀਤੀ ਜਾਂਦੀ ਆ ਕਿ ਅਕਾਲੀ ਦਲ ਬਾਦਲ ਦੇ ਕਿਸੇ ਵੀ ਨੁਮਾਇੰਦੇ ਨੂੰ, ਕਿਸੇ ਵੀ ਅਹੁਦੇਦਾਰ ਨੂੰ ਇਹ ਸਟੇਜ ਤੋਂ ਬੋਲਣ ਨਹੀਂ ਦਿੱਤਾ ਜਾਵੇਗਾ। ਕੀ ਸਾਰੇ ਸਿੱਖਾਂ ਦੇ ਫਰਜ਼ ਨਹੀਂ ਬਣਦਾ, ਜਿਹਨੂੰ ਪੰਜਾਬ ਦੇ ਲੱਖਾਂ ਕਰੋੜਾਂ ਨੇ ਅਪਣਾਇਆ ਹੋਵੇ, ਜਿਹਨੂੰ ਪੰਜਾਬ ਦੇ ਵਿੱਚ 5 ਵਾਰੀ ਮੁੱਖ ਮੰਤਰੀ ਬਣਨ ਦਾ ਮਾਣ ਹਾਸਲ ਹੋਇਆ ਹੋਵੇ, ਕਿ ਉਹਨਾਂ ਦੇ ਜਿਹੜੀ ਅਕਾਲੀ ਦਲ ਦੇ ਨਾਲ ਕੰਮ ਕਰਦੇ ਵਰਕਿੰਗ ਕਮੇਟੀ ਦੇ ਮੈਂਬਰ, ਉਹਨਾਂ ਦਾ ਸਹਿਯੋਗ ਨਹੀਂ ਚਾਹੀਦਾ ਲੋਕਾਂ ਨਾਲ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਹੁਣ ਮੈਂ ਡਾਕਟਰ ਗੁਰਨਾਮ ਸਿੰਘ ਜੀ, ਤੁਸੀਂ ਦੱਸੋ ਜੀ ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਮੈਨੂੰ ਮੇਰੇ ਟੈਕਸਟ ਤੇ ਵੀ ਕਾਫੀ ਇਹ ਸਵਾਲ ਆ ਰਿਹਾ, ਔਰ ਕਿਉਂਕਿ ਇਸ ਡਿਬੇਟ ਦੇ ਬੈਲੈਂਸ ਰੱਖਣਾ ਬਹੁਤ ਜ਼ਰੂਰੀ ਆ। ਆਪਾਂ ਇਹ ਨਹੀਂ ਚਾਹੁੰਦੇ ਵੀ ਬਾਹਰਲੇ ਜਿਹੜੇ ਸਾਡੇ ਦੇਖਣ ਵਾਲੇ ਦਰਸ਼ਕ ਆ ਉਹ ਸਮਝਣ ਵੀ ਅੱਜ ਖੜਿਆ ਪ੍ਰਕਾਸ਼ ਸਿੰਘ ਬਾਦਲ ਦਾ ਅੱਜ ਸਮਾਗਮ ਹੈਗਾ। ਤੁਸੀਂ ਇਟਲੀ ਦੇ ਵਿੱਚ ਜਦੋਂ ਸਪੀਚ ਕੀਤੀ ਸੀਗੀ ਦਸਤਾਰ ਡੇ ਤੇ, ਤੁਸੀਂ ਦਾਅਵੇ ਨਾਲ 2-3 ਵਾਰੀ ਕਿਹਾ ਸੀ ਵੀ ਅਸੀਂ ਹਿੰਦੁਸਤਾਨੀ ਹਾਂ, ਅਸੀਂ ਹਿੰਦੁਸਤਾਨੀ ਹਾਂ। 1984 ਦੇ ਵਿੱਚ ਜਦੋਂ 6 ਜੂਨ ਸਾਕਾ ਹੋਇਆ, ਤੇ ਸੰਤਾਂ ਨੇ ਪਹਿਲਾਂ ਸਪੀਚ ਦੇ ਵਿੱਚ ਕਿਹਾ ਸੀ ਜਿੱਦਣ ਟੈਂਕ ਤੋਪਾਂ ਹਰਿਮੰਦਰ ਸਾਹਿਬ ਦੇ ਵਿੱਚ ਆਉਣਗੀਆਂ, ਉਸ ਦਿਨ ਖਾਲਿਸਤਾਨ ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਮੇਰਾ ਸਵਾਲ ਇਸ ਕਰਕੇ ਹੈਗਾ ਕਿ ਬਾਹਰਲੇ ਕੰਟਰੀਆਂ ਦੇ ਵਿੱਚ ਬਹੁਤੇ ਸਿੱਖ ਜਥੇਬੰਦੀਆਂ ਔਰ ਸਿੱਖ ਸੰਸਥਾਵਾਂ ਨੇ ਇਸ ਹੁਕਮ ਨੂੰ ਜਾਂ ਉਹਨਾਂ ਦੇ ਵਿਚਾਰ ਨੂੰ ਲੈ ਕੇ ਖਾਲਿਸਤਾਨ ਦੀ ਜੱਦੋਜਹਿਦ 25-30 ਸਾਲ ਦੀ ਜਾਰੀ ਹੈ। ਕੀ ਤੁਸੀਂ ਹਿੰਦੁਸਤਾਨੀ ਹੋ ਜਾਂ ਖਾਲਿਸਤਾਨੀ ਹੋ? ਇਹ ਮੇਰੇ ਕੰਨ 'ਚ ਆਵਾਜ਼ ਸਵਾਲ ਹੈ, ਤੁਸੀਂ ਇਹ ਦੱਸੋ। ਮੈਂ ਬਿਲਕੁਲ ਇਸ ਚੈਨਲ ਤੋਂ ਕਹਿਣਾ ਕਿ ਮੈਂ ਹਿੰਦੁਸਤਾਨੀ ਹਾਂ। ਹਿੰਦੁਸਤਾਨ ਸਾਡਾ ਵਤਨ ਹੈ। ਹਿੰਦੁਸਤਾਨ ਅਗਰ ਜੀਂਦਾ ਹੈ ਤਾਂ ਸਾਡੇ ਗੁਰੂਆਂ ਕਰਕੇ ਜੀਂਦਾ ਹੈ। ਹਿੰਦੁਸਤਾਨ ਅਗਰ ਅੱਜ ਸੁਰੱਖਿਅਤ ਹੈ ਤੇ ਉਹ ਸਿੱਖਾਂ ਕਰਕੇ ਸੁਰੱਖਿਅਤ ਹੈ। ਅਗਰ ਹਿੰਦੁਸਤਾਨ ਆਜ਼ਾਦ ਹੋਇਆ ਤੇ ਉਹ ਸਿੱਖਾਂ ਕਰਕੇ ਆਜ਼ਾਦ ਹੋਇਆ। 200 ਸਾਲ ਹਿੰਦੁਸਤਾਨ ਗੁਲਾਮ ਰਿਹਾ ਔਰ 90 ਸਾਲ ਸਿਰਫ ਪੰਜਾਬ ਗੁਲਾਮ ਰਿਹਾ। ਪੰਜਾਬ ਨੇ ਆਜ਼ਾਦੀ ਵਾਪਸ ਝੋਲੀ 'ਚ ਪਾਈ ਹੈ। ਦੂਜੀ ਗੱਲ ਤੁਸੀਂ ਸੰਤ ਭਿੰਡਰਾਂਵਾਲੇ ਦੀ ਕੀਤੀ। ਸੰਤ ਭਿੰਡਰਾਂਵਾਲੇ ਦੇ ਨਜ਼ਦੀਕ ਮੇਰੇ ਤੋਂ ਜ਼ਿਆਦਾ ਕੋਈ ਨਹੀਂ ਹੈ। ਕਦੀ ਜ਼ਿੰਦਗੀ 'ਚ ਉਹਨਾਂ ਨੇ ਖਾਲਿਸਤਾਨ ਦੀ ਗੱਲ ਨਹੀਂ ਕੀਤੀ ਸੀ, ਕਦੀ ਉਹਨਾਂ ਨੇ ਵੱਖਵਾਦ ਦੀ ਗੱਲ ਨਹੀਂ ਕੀਤੀ ਸੀ। ਉਹਨਾਂ ਨੂੰ ਪੋਲੀਟੀਕਲ ਗੇਮ ਦੇ ਵਿੱਚ ਕਾਂਗਰਸ ਦੀ ਸਰਕਾਰ ਨੇ ਫਸਾਇਆ। ਉਹਨਾਂ ਦਾ ਸਿਆਸਤ ਨਾਲ ਲੈਣ ਦੇਣ ਨਹੀਂ ਸੀ, ਧਾਰਮਿਕ ਬੰਦੇ ਸੀਗੇ, ਉਸ ਟ੍ਰੈਪ ਦੇ ਵਿੱਚ ਆਏ। ਮੈਂ ਸਮਝਦਾ ਵਾਂ ਜਿਹੜੇ ਖਾਲਿਸਤਾਨ ਦੀ ਗੱਲ ਕਰਦੇ, ਮੈਂ ਅੱਜ ਸਵਾਲ ਪੁੱਛਦਾ ਤੁਹਾਨੂੰ, ਸ਼ਾਹ ਆਫ ਈਰਾਨ ਦੀ ਗੱਲ ਕਰਦਾ। 30 ਸਾਲ ਪਹਿਲੇ ਜਦੋਂ ਸ਼ਾਹ ਆਫ ਈਰਾਨ ਦਾ ਰਾਜ ਸੀਗਾ ਈਰਾਨ ਦੇ ਵਿੱਚ, ਉਹ ਯੂਰਪ ਦੀ ਕਿਸੇ ਕੰਟਰੀ ਤੋਂ ਵੱਧ ਉਹਦੇ 'ਚ ਫਲਰਿਸ਼ ਕਰਦਾ ਸੀਗਾ। ਉੱਥੋਂ ਦੀ ਕਰੰਸੀ ਜਿਹੜੀ ਸੀ 30 ਰੁਪਏ ਦਾ ਇੱਕ ਉਹ ਤੁੰਬਨ ਜਾਂ ਰਿਆਲ ਮਿਲਦਾ ਹੁੰਦਾ ਸੀ। ਅੱਜ ਮੇਰਾ ਖਿਆਲ 1 ਰੁਪਏ ਦੇ 600 ਰਿਆਲ ਮਿਲਦੇ। ਇੱਕ ਗੱਲ ਸਮਝ ਲੈਣਾ, ਜਿਹੜਾ ਮੁਲਕ, ਜਿਹੜੀ ਕੌਮ, ਜਿਹੜਾ ਧਰਮ ਵੱਖਵਾਦ ਵਾਲੇ ਪਾਸੇ ਜਾਏਗਾ, ਕਿਉਂਕਿ ਅੱਜ ਜ਼ਮਾਨਾ ਗਲੋਬਲਾਈਜੇਸ਼ਨ ਦਾ, ਤੁਸੀਂ ਅੱਜ ਵੱਖਵਾਦ ਦੀ ਗੱਲ ਕਰੋਗੇ, ਤੁਸੀਂ ਆਪਣੀ ਕੌਮ ਦਾ ਨੁਕਸਾਨ ਕਰੋਗੇ, ਆਪਣਾ ਨੁਕਸਾਨ ਕਰੋਗੇ। ਮੈਨੂੰ ਫਕਰ ਹੈ ਮੈਂ ਹਿੰਦੁਸਤਾਨੀ ਹਾਂ। ਹਿੰਦੁਸਤਾਨ ਸਾਡੇ ਕਰਕੇ ਹੈ, ਸਿੱਖਾਂ ਕਰਕੇ ਹੈ, ਔਰ ਸਿੱਖਾਂ ਤੋਂ ਵੱਡਾ ਨੈਸ਼ਨਲਿਸਟ ਕੋਈ ਹੋ ਨਹੀਂ ਸਕਦਾ। ਓਕੇ ਜੀ, ਸੋ ਅਸੀਂ ਜਿਹੜੇ ਸਾਡੇ ਸਾਨੂੰ ਕਾਲਰ ਦੇ ਉੱਤੇ ਸਾਨੂੰ ਸਵਾਲ ਪੁੱਛੇ ਜਾ ਰਹੇ ਆ, ਤੇ ਮੈਂ ਨਾਲ ਸਰਦਾਰ ਮਨਜੀਤ ਸਿੰਘ ਜੀਕੇ ਜੀ ਹੋਰਾਂ ਨੂੰ ਉਹ ਸਵਾਲ ਰੱਖਣਾ ਚਾਹੁੰਦਾ ਆ, ਕਿਉਂਕਿ ਸੰਗਤਾਂ ਦੇ ਵਿੱਚ ਬਹੁਤ ਸਾਰੇ ਅਸੀਂ ਜਿਹੜੇ ਵਿਚਾਰ ਸਾਂਝੇ ਕਰ ਚੁੱਕੇ ਹਾਂ। ਮੈਂ ਇਹ ਪੁੱਛਣਾ ਚਾਹੁੰਦਾ ਮਨਜੀਤ ਸਿੰਘ ਜੀ, ਸਾਡੇ ਕੋਲ ਸਭ ਤੋਂ ਵੱਡਾ ਜਿਹੜਾ ਇਸ ਟਾਈਮ ਸਵਾਲ ਇਹ ਆਇਆ ਵੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪਾਕਿਸਤਾਨ ਦੇ ਵਿੱਚ ਜਿਹੜੇ ਆਪਣੇ ਗੁਰੂ ਧਾਮ ਨੇ ਉਹਨਾਂ ਦੇ ਲਈ ਕੋਈ ਉਪਰਾਲਾ ਕੀਤਾ ਜਾ ਰਿਹਾ ਹੈ, ਜਾਂ ਕੋਈ ਉਹਨਾਂ ਨਾਲ ਕੋਈ ਨਵੀਂ ਕੋਈ ਵਿਉਂਤਬੰਦੀ, ਜਾਂ ਅਸੀਂ ਉੱਥੇ ਪਹੁੰਚ ਕੇ ਸਿੱਖੀ ਦੇ ਪ੍ਰਚਾਰ ਲਈ ਕੀ ਕਰਨ ਜਾ ਰਹੇ ਹਾਂ? ਮੈਂ ਸਮਝਦਾ ਕਿ ਅਸੀਂ ਕਮੇਟੀ ਬਣਨ ਤੋਂ ਪਹਿਲੇ ਸਭ ਤੋਂ ਪਹਿਲੇ ਹਾਈ ਪਾਵਰ ਡੈਲੀਗੇਸ਼ਨ ਭੇਜਿਆ। ਸਾਡੇ ਜਨਰਲ ਸੈਕਟਰੀ ਸਾਹਿਬ ਮਨਜਿੰਦਰ ਸਿੰਘ ਸਿਰਸਾ ਦੀ ਲੀਡਰਸ਼ਿਪ ਹੇਠ ਰਾਣਾ ਜੀ ਵੀ ਨਾਲ ਗਏ ਸਨ, ਮੌਂਟੀ ਜੀ ਨਾਲ ਗਏ ਸਨ। ਅਸੀਂ ਡੈਲੀਗੇਸ਼ਨ ਇਸ ਲਈ ਭੇਜਿਆ ਕਿ ਪਾਕਿਸਤਾਨ ਦੇ ਵਿੱਚ ਕਈ ਭੁਲੇਖੇ ਸੀਗੇ। ਉੱਥੇ ਗੁਰਦੁਆਰਾ ਸਾਹਿਬ ਦੀ ਕਾਰ ਸੇਵਾ, ਜਿਹੜੇ ਪ੍ਰਧਾਨ ਸਾਹਿਬ ਮੇਰੇ ਤੋਂ ਪਹਿਲੇ ਸਨ, ਉਹ ਨਿਕਲਣ ਲੱਗਿਆਂ ਇੱਕ ਚਿੱਠੀ ਦੇ ਗਏ ਸੀਗੇ ਕਿ ਇੱਕ ਗੁਰਦੁਆਰਾ ਸਾਹਿਬ ਦੀ, ਇਤਿਹਾਸਿਕ ਗੁਰਦੁਆਰਾ ਸਾਹਿਬ ਦੀ ਕਾਰ ਸੇਵਾ ਉਹਨਾਂ ਨੂੰ ਦੇ ਦਿੱਤੀ ਜਾਵੇ। ਅਸੀਂ ਇਸ ਤੇ ਆਬਜੈਕਟ ਕੀਤਾ। ਅਸੀਂ ਇੱਕੋ ਗੱਲ ਕਹੀ ਕਿ ਅਗਰ ਪਾਕਿਸਤਾਨ ਨੇ ਕਿਸੇ ਗੁਰਧਾਮ ਦੀ ਸੇਵਾ ਕਿਸੇ ਨੂੰ ਦੇਣੀ ਹੈ ਤੇ ਉਹ ਕਿਸੇ ਇਲੈਕਟਿਡ ਬਾਡੀ ਨੂੰ ਦੇਵੇ, ਉਹ ਜਾਂ SGPC ਨੂੰ ਦੇਵੇ ਜਾਂ ਦਿੱਲੀ ਕਮੇਟੀ ਨੂੰ ਦੇਵੇ। ਮਨਜੀਤ ਸਿੰਘ ਨੂੰ ਫਰਜ਼ ਕਰੋ ਪਾਕਿਸਤਾਨ ਦੇ ਕਿਸੇ ਇਤਿਹਾਸਿਕ ਸਥਾਨ ਦੀ, ਗੁਰੂ ਨਾਨਕ ਸਾਹਿਬ ਦੇ 5ਵੇਂ ਪਾਤਸ਼ਾਹ ਦੀ ਸੇਵਾ ਦੇ ਦਿੱਤੀ ਜਾਵੇ, ਮੈਂ ਕਿੰਨਾ ਫੰਡ ਬਾਹਰੋਂ ਇਕੱਠਾ ਕਰਾਂਗਾ, ਕਿੰਨਾ ਲਾਵਾਂਗਾ, ਕਿੰਨਾ ਜੇਬ 'ਚ ਪਾ ਕੇ ਲੈ ਜਾਵਾਂਗਾ। ਮੈਂ ਸਮਝਦਾ ਵਾਂ ਕਿ ਕਿਸੇ ਇੰਡੀਵਿਜੂਅਲ ਨੂੰ ਕੋਈ ਰਾਈਟ ਨਹੀਂਗਾ ਉਹ ਕਿਸੇ ਵੀ ਇਤਿਹਾਸਿਕ ਸਥਾਨ ਦੀ ਕਾਰ ਸੇਵਾ ਆਪ ਲਵੇ। ਕਾਰ ਸੇਵਾ ਜਦੋਂ ਮਿਲੇ ਉਹ ਪੰਥ ਦੀ ਨੁਮਾਇੰਦਾ ਜਮਾਤਾਂ ਨੂੰ ਮਿਲਣੀ ਚਾਹੀਦੀ ਹੈ, ਉਸ ਤੋਂ ਇਲਾਵਾ ਨਹੀਂ ਮਿਲਣੀ ਚਾਹੀਦੀ। ਫਿਰ ਪਾਕਿਸਤਾਨ ਦੀ ਜਿਹੜੀ
ਕਿਉਂਕਿ ਸ਼ਰਾਰਤ ਸੀਗੀ। ਜਿਹੜੀ ਪੁਰਾਣੀ ਕਮੇਟੀ ਸੀ ਉਹਨਾਂ ਨੇ ਉਹੀ ਡੇਟਾਂ ਦਾ ਫਰਕ ਪਾਕਿਸਤਾਨ ਦੀ ਕਮੇਟੀ ਦੇ ਨਾਲ ਰੱਖਿਆ, ਔਰ ਪਾਕਿਸਤਾਨ ਕੋਈ ਮੌਕਾ ਨਹੀਂ ਛੱਡਦਾ ਕਿ ਹਿੰਦੁਸਤਾਨ ਦੇ ਵਿੱਚ ਕਿਸੇ ਤਰੀਕੇ ਨਾਲ ਕੋਈ ਕਨਫਿਊਜ਼ਨ ਪਾਣਾ ਹੋਵੇ। ਉਹ ਆਪਣੀ ਜਿਹੜੀ ਵੱਖਵਾਦ ਦੀਆਂ ਗੱਲਾਂ ਨੇ, ਮੈਂ ਨਹੀਂ ਚੈਨਲ ਤੇ ਬੋਲਣਾ ਚਾਹੁੰਦਾ, ਸਾਨੂੰ ਕਿਸੇ ਚੀਜ਼ ਦਾ ਚਾਨਣਾ ਨਹੀਂ, ਸਾਨੂੰ ਪਤਾ ਕੀ ਹੋ ਰਿਹਾ। ਇਹ ਮੈਂ ਸਮਝਦਾ ਵਾਂ ਕਿ ਪਾਕਿਸਤਾਨ ਹਮੇਸ਼ਾ ਸਾਨੂੰ ਡਿਸਟਰਬ ਕਰਨ ਦੀ ਕੋਸ਼ਿਸ਼ ਕਰਦਾ। ਅਕਾਲ ਤਖਤ ਸਾਹਿਬ ਤੋਂ ਜੋ ਹੁਕਮਨਾਮਾ ਆ ਜਾਵੇ, ਜਿਹੜੀ ਚੀਜ਼ ਅਕਾਲ ਤਖਤ ਸਾਹਿਬ ਨੇ ਮੋਹਰ ਲਾ ਦਿੱਤੀ ਹੈ ਉਹ ਸਾਰੇ ਗੁਰਦੁਆਰਿਆਂ ਨੂੰ ਮੰਨਣੀ ਪਏਗੀ। ਅਸੀਂ ਵੀ ਅੰਡਰ ਪ੍ਰੋਟੈਸਟ ਇੱਕ ਵਾਰੀ ਜਥਾ ਨਹੀਂ ਭੇਜਿਆ, ਕਿਉਂਕਿ ਉਹਨਾਂ ਨੇ ਡੇਟ ਫਰਕ ਰੱਖੀ ਜਾਣ ਕੇ ਅਸੀਂ ਮਨਾ ਕਰ ਦਿੱਤਾ ਕਿ ਅਸੀਂ ਜਥਾ ਬਿਲਕੁਲ ਨਹੀਂ ਲੈ ਕੇ ਜਾਵਾਂਗੇ। ਅਸੀਂ ਉਸ ਤਰੀਕ ਨੂੰ ਜਥਾ ਲੈ ਕੇ ਜਾਵਾਂਗੇ ਜਿਸ ਤਰੀਕ ਨੂੰ ਅਕਾਲ ਤਖਤ ਸਾਹਿਬ ਕਹੇਗਾ। ਓਕੇ, ਥੈਂਕ ਯੂ ਜੀ। ਡਾਕਟਰ ਸਾਧੂ ਸਿੰਘ ਜੀ, ਤੁਸੀਂ ਸਿੱਖ ਚੈਨਲ ਦੇ ਪੈਨਲ ਤੋਂ ਅਸੀਂ ਬਹੁਤ ਸਾਰੇ ਸੰਗਤਾਂ ਦੇ ਜਿਹੜੇ ਵਿਚਾਰ ਸੁਣੇ ਆ, ਉਹਨਾਂ ਦੇ ਕੁਐਸਚਨ ਸੁਣੇ। ਤੁਸੀਂ ਕੀ ਚਾਹੁੰਦੇ ਕੋਈ ਐਸਾ ਸਵਾਲ ਜਿਹੜਾ ਤੁਹਾਡੇ ਜ਼ਿਹਨ ਦੇ ਵਿੱਚ ਹੋਵੇ? ਹਾਂਜੀ, ਮੈਂ ਇਸ ਦਾ ਮਨਜੀਤ ਸਿੰਘ ਹੋਣਾ ਨੂੰ ਪੁੱਛਣਾ ਚਾਹਾਂਗਾ ਕਿ ਇਟਲੀ ਦੇ ਵਿੱਚ ਤੁਸੀਂ ਦਸਤਾਰ ਅਵੇਅਰਨੈਸ ਡੇ ਤੇ ਆਏ ਸੀ ਅਤੇ ਦਸਤਾਰ ਦੀ ਜੋ ਦੁਰਦਸ਼ਾ ਹੁੰਦੀ ਹੈ ਤੁਸੀਂ ਆਪਣੇ ਸਿਰ ਤੇ ਆਪ ਹਟਾਈ। ਜਾ ਕੇ ਤੁਸੀਂ ਬਿਆਨ ਦਿੱਤਾ ਸੀ ਕਿ ਤੁਸੀਂ ਇਹ ਮੁੱਦਾ ਇੰਡੀਆ ਗਵਰਨਮੈਂਟ ਕੋਲ, UNO ਦੇ ਕੋਲ, ਇਟਲੀ ਗਵਰਨਮੈਂਟ ਕੋਲ ਚੁੱਕੋਗੇ। ਉਹ ਮਸਲਾ ਕਿੱਥੇ ਤੱਕ ਪਹੁੰਚਾ? ਕੀ ਤੁਸੀਂ ਉਹਦੇ ਹੱਲ ਵੀ ਤੱਕ ਸੰਜੀਦਾ ਹੋ ਜਾਂ ਯੂ ਹੈਵ ਗਿਵਨ ਇਟ ਅਪ? ਇਸ ਤਰ੍ਹਾਂ ਜੀ ਕਿ ਜਿਹੜੀ ਮੈਂ ਤੁਹਾਨੂੰ ਗੱਲ ਕਹੀ ਹੈ ਕਿ ਅਸੀਂ ਜਾ ਕੇ ਇਟਾਲੀਅਨ ਐਂਬੈਸਡਰ ਨੂੰ ਵੀ ਮਿਲੇ ਹਾਂ ਉੱਥੇ ਲੋਕਲ, ਔਰ ਅਸੀਂ ਉਸ ਨੂੰ ਜਾ ਕੇ ਸਾਰੀ ਹੱਡਬੀਤੀ ਸੁਣਾਈ ਹੈ। ਦੂਜੀ ਗੱਲ, ਅਸੀਂ ਜਿਹੜਾ ਜਨਵਰੀ ਜਾਂ ਫੈਬਰਰੀ ਦੇ ਵਿੱਚ ਇੰਟਰਨੈਸ਼ਨਲ ਕਨਵੈਨਸ਼ਨ ਕਰਨ ਜਾ ਰਹੇ ਹਾਂ, ਉਹਦੇ ਵਿੱਚ ਸਾਡਾ ਇਸ਼ੂ ਹੀ ਇਹ ਹੈਗਾ ਕਿਉਂਕਿ ਅਸੀਂ ਯੂਨਾਈਟਿਡ ਸਿੱਖਸ ਦੇ ਨਾਲ ਵੀ, ਮਨਜਿੰਦਰਪਾਲ ਕੌਰ ਹੋਰਾਂ ਨਾਲ ਔਰ ਹੋਰ ਆਰਗੇਨਾਈਜੇਸ਼ਨ ਨਾਲ ਰਾਬਤੇ 'ਚ ਹਾਂ ਕਿ ਉਹ ਕਿਹੜੀ ਸਟੇਜ ਤੇ ਕਿੱਥੇ ਪਹੁੰਚ ਚੁੱਕੇ ਨੇ। ਅਸੀਂ ਇਹ ਸਾਰੇ ਇਸ਼ੂਜ਼ ਕਲੈਕਟਿਵਲੀ ਚੁੱਕ ਕੇ ਇੱਕ ਪਲੇਟਫਾਰਮ ਤੋਂ, ਉਸ ਦੇ ਬਾਅਦ ਅਸੀਂ ਪੈਰਿਸ ਗਏ ਹਾਂ। ਪੈਰਿਸ ਜਿਹੜੀ ਕਨਵੈਨਸ਼ਨ ਸੀਗੀ ਉਹਦੇ ਵਿੱਚ ਕਈ ਦੇਸ਼ਾਂ ਤੋਂ ਰਿਪਰੈਜ਼ੈਂਟੇਟਿਵ ਆਏ ਸੀਗੇ। ਅਸੀਂ ਇਹ ਮੁੱਦੇ ਬੜੇ ਸੰਜੀਦਾ ਵਾਂ, ਔਰ ਅਸੀਂ ਗਵਰਨਮੈਂਟ ਆਫ ਇੰਡੀਆ ਬਾਕੀ ਬਾਹਰ ਦੀਆਂ ਗਵਰਨਮੈਂਟਸ ਨੂੰ ਥਰੂ ਦੇਅਰ ਐਮਬੈਸੀਜ਼ ਅਸੀਂ ਅਵੇਅਰ ਕਰਨਾ ਚਾਹ ਰਹੇ ਹਾਂ, ਔਰ ਅਸੀਂ ਉਸ ਬਾਰੇ ਲਿਟਰੇਚਰ ਵੀ ਪ੍ਰਿੰਟ ਕਰ ਰਹੇ ਹਾਂ ਤਾਂ ਕਿ ਅਲੱਗ-ਅਲੱਗ ਜ਼ਬਾਨ ਦੇ ਵਿੱਚ ਉਹਨਾਂ ਮੁਲਕਾਂ ਨੂੰ ਲਿਟਰੇਚਰ ਦਿੱਤਾ ਜਾਵੇ ਜਿਹੜੇ ਸਾਡੇ ਦਸਤਾਰ ਬਾਰੇ, ਸਾਡੇ ਸਰੂਪ ਬਾਰੇ, ਸਾਡੀ ਆਇਡੈਂਟੀਟੀ ਬਾਰੇ ਜਿਹੜੀ ਕ੍ਰਾਈਸਿਸ ਪੈਦਾ ਹੁੰਦੀ ਆ ਉਹਨਾਂ ਨੂੰ ਦੂਰ ਕੀਤਾ ਜਾਵੇ। ਮੈਂ ਸਮਝਦਾ ਕਿ ਅਸੀਂ ਹੁਣ, ਮੈਂ ਪਰਸੋਂ ਇੰਗਲੈਂਡ ਉਤਰਿਆ, ਜਦੋਂ ਇੰਗਲੈਂਡ ਉਤਰਿਆ ਸਾਰਾ ਡੈਲੀਗੇਸ਼ਨ ਬਾਹਰ ਚਲੇ ਗਿਆ, ਮੈਨੂੰ ਰੋਕ ਲਿਆ ਉਹਨਾਂ ਨੇ। ਮੈਨੂੰ ਕਹਿੰਦੇ ਯੂਰ ਨੇਮ ਇਜ਼ ਕਮਿੰਗ ਅਪ, ਯੂ ਪਲੀਜ਼ ਵੇਟ ਹੇਅਰ ਫॉर ਸਮ ਟਾਈਮ। ਮੈਂ ਉੱਥੇ ਬੈਠ ਕੇ ਸੋਚਣ ਲੱਗ ਪਿਆ, ਮੈਂ ਕਿਹਾ ਜੇ ਖੁਦਾ ਨਾ ਖਾਸਤਾ ਅੱਜ ਕੋਈ ਗੱਲ ਹੋ ਗਈ, ਲੋਕੀ ਇਹ ਨਾ ਕਹਿਣ ਕਿ ਜਾਣ ਕੇ ਪੰਗੇ ਲੈਂਦਾ, ਆਪ ਹੀ ਕੋਈ ਨਾ ਕੋਈ ਗੱਲ ਕਰ ਲੈਂਦਾ। ਪਰ ਮੇਰੀ ਕਿਸਮਤ ਚੰਗੀ ਸੀ, 15 ਮਿੰਟਾਂ ਬਾਅਦ ਇਮੀਗ੍ਰੇਸ਼ਨ ਆਫਿਸਰ ਆਇਆ, ਕਹਿੰਦਾ ਨੋ ਯੂਰ ਨੇਮ ਇਜ਼ ਕਲੀਅਰ, ਯੂ ਕੈਨ ਗੋ। ਮੈਂ ਰੱਬ ਦਾ ਸ਼ੁਕਰ ਕੀਤਾ। ਸੋ ਇਸ ਕਰਕੇ ਸਾਨੂੰ ਵੀ ਉਹ ਦਿੱਕਤ ਆਏਗੀ ਜੋ ਤੁਹਾਨੂੰ ਆਏਗੀ, ਹਰੇਕ ਸਿੱਖ ਨੂੰ ਆਏਗੀ ਉਹਨਾਂ ਏਅਰਪੋਰਟਾਂ ਤੇ ਜਿੱਥੇ ਅਸੀਂ ਜਾਵਾਂਗੇ। ਇਹ ਦਿੱਕਤਾਂ ਅਸੀਂ ਦੂਰ ਕਰਨੀਆਂ, ਔਰ ਬੜੀਆਂ ਅਲੱਗ-ਅਲੱਗ, ਖਾਲੀ ਦਿੱਲੀ ਕਮੇਟੀ ਨਹੀਂ, ਹੋਰ ਬੜੀਆਂ ਆਰਗੇਨਾਈਜੇਸ਼ਨਸ, ਕਿਉਂਕਿ ਅਸੀਂ ਜਦੋਂ ਬਾਹਰ ਨਿਕਲੇ ਸਾਨੂੰ ਪਤਾ ਆ ਉਹਨਾਂ ਨੇ ਬਹੁਤ ਅੱਗੇ ਤੱਕ ਇਸ ਤੇ ਕੰਮ ਕੀਤੇ ਹੋਏ ਨੇ, ਔਰ ਅਸੀਂ ਆਪਣੀ ਕੋਆਰਡੀਨੇਸ਼ਨ ਬਣਾ ਕੇ ਇੱਕ ਪਲੇਟਫਾਰਮ ਤੇ। ਔਰ ਮਨਜੀਤ ਸਿੰਘ ਜੀ, ਅਸੀਂ ਸਿੱਖ ਚੈਨਲ ਦੇ ਪਿਛਲੇ 4 ਸਾਲਾਂ ਤੋਂ ਇਹ ਪ੍ਰੋਗਰਾਮ ਚਲਾਇਆ, ਅਵੇਅਰਨੈਸ ਇੱਥੇ ਕੀਤੀ, ਜਰਮਨ ਦੇ ਵਿੱਚ, ਫਿਰ ਇਟਲੀ ਵਿੱਚ ਵੀ, ਤੇ ਅਸੀਂ ਚਾਹਾਂਗੇ ਕਿ ਤੁਸੀਂ ਜੋ ਪ੍ਰੋਗਰਾਮ ਸ਼ੁਰੂ ਕੀਤਾ ਹੈ ਤੇ ਤੁਹਾਡੀ ਬੋਡੀ ਹੈ ਐਂਡ ਪਲੱਸ ਯੂ ਹੈਵ ਫੰਡਸ, ਵੀ ਡੋਂਟ। ਸਿੱਖ ਚੈਨਲ ਸਿੱਧੀ ਗੱਲ ਹੈ, ਤੁਸੀਂ ਇਹ ਲੀਡ ਲਵੋ, ਇਹਨੂੰ ਪ੍ਰੋਗਰਾਮ ਚਲਾਓ। ਸਿੱਖ ਚੈਨਲ ਤੁਹਾਡੇ ਨਾਲ ਅਵੇਅਰਨੈਸ ਕ੍ਰੀਏਟ ਕਰਨ ਵਾਸਤੇ ਜਾਂ ਜੋ ਵੀ ਉਹ ਤੁਹਾਨੂੰ ਵਚਨਬੱਧ ਹੈ, ਉਹ ਪੂਰਾ ਅਸੀਂ ਸਾਥ ਦੇਵਾਂਗੇ। ਤੁਸੀਂ ਇਹ ਜਿਹੜਾ ਮੁੱਦਾ, ਕਿਉਂਕਿ ਤੁਸੀਂ ਹੁਣ ਆਪ ਜਾਣੋ, ਇਹ ਤੁਸੀਂ ਮੁੱਦਾ ਚਲਾਓ। ਹਾਂਜੀ, ਸੋ ਸਦੂਰ ਸਿੰਘ ਮਾਵਾ ਜੀ, ਤੁਸੀਂ ਕੁਝ ਪੁੱਛਣਾ ਚਾਹੋਗੇ? ਮੈਂ 1 ਮਿੰਟ ਲਾਉਂਗਾ। ਤੁਸੀਂ ਇਹ ਦੇਖੋ, ਇਹ ਰੱਬ ਨੇ ਕੋਈ ਵਿਉਂਤ ਬਣਾਈ ਸੀ, ਤੁਸੀਂ ਅਵੇਅਰਨੈਸ ਡੇ ਬਣਾਇਆ, ਤੁਸੀਂ ਮੈਨੂੰ ਇਨਵਾਈਟ ਕੀਤਾ ਔਰ ਮੇਰੀ ਪੱਗ ਕਰਕੇ ਮੈਨੂੰ ਰੋਕਿਆ ਗਿਆ। ਮੇਰੇ ਖਿਆਲ ਉਹ ਦੁਨੀਆ ਦੇ ਸਿੱਖਾਂ 'ਚ ਇੱਕ ਮੈਸੇਜ ਚਲੇ ਗਿਆ। ਮੈਨੂੰ ਖੁਦ ਮੇਰੇ ਲੇਡੀਜ਼ ਦੇ ਫੋਨ ਆਏ ਕੈਨੇਡਾ, ਅਮਰੀਕਾ ਤੋਂ, ਕਿ ਸਾਡੇ ਬੱਚੇ ਪਤਤ ਹੋ ਚੁੱਕੇ ਆ, ਵਾਲ ਕਟਾ ਚੁੱਕੇ ਆ। ਕਹਿੰਦਾ ਜਦੋਂ ਉਹਨਾਂ ਨੇ ਸਾਰਾ ਕੁਝ ਟੀਵੀਆਂ ਤੇ ਦੇਖਦੇ ਰਹੇ, ਕਹਿੰਦੇ ਉਹਨਾਂ ਨੇ ਫੈਸਲਾ ਕੀਤਾ ਅਸੀਂ ਕੇਸ ਵੀ ਵਧਾਵਾਂਗੇ, ਅਸੀਂ ਪੱਗ ਪਾ ਕੇ ਹੁਣ 에ਅਰਪੋਰਟ ਤੇ ਜਾਵਾਂਗੇ। ਮੈਂ ਸਮਝਦਾ ਕਿ ਇਸ ਅਵੇਅਰਨੈਸ ਜਿਹੜੀ ਤੁਸੀਂ ਚਲਾਈ ਹੈ, ਇਸ ਨੇ ਬੜੀ ਦੂਰ ਤੱਕ ਮੈਸੇਜ, ਇਹ ਸੱਚਾਈ ਸੀ ਜੀ, ਇਹ ਹਾਈਲਾਈਟ, ਜੇ ਉਹ ਨਾ ਤੁਹਾਡਾ ਇੰਸੀਡੈਂਟ ਹੁੰਦਾ ਨਾ, ਇਹ ਸਿੱਖ ਅਵੇਅਰਨੈਸ ਦੇ ਜਿਹੜਾ ਸੀ ਇੰਨਾ ਹਾਈਲਾਈਟ ਨਹੀਂ ਜਾਂਦਾ। ਇਹ ਕਾਮਯਾਬ ਵੀ ਤੁਹਾਡੇ ਕਰਕੇ ਹੋਇਆ ਜੀ, ਇਸ ਵਾਰ। ਸੋ ਇੱਕ ਬੜਾ ਹੀ ਕਹਿ ਲਓ ਜੀ, ਇੱਥੇ ਦਾ 18 ਸਾਲ ਦਾ ਲੜਕਾ ਆ, ਉਹਨੇ ਇੱਕ ਕੁਐਸਚਨ ਕੀਤਾ, ਹੈ ਤਾਂ ਬੜਾ ਫਨੀ, ਪਰ ਹੁਣ ਉਹ ਸਿੱਖ ਨਾਲ ਜੁੜਿਆ ਹੋਇਆ, ਸਾਨੂੰ ਪੁੱਛਣਾ ਸਾਡਾ ਫਰਜ਼ ਬਣਦਾ ਆ। ਉਹ ਕਹਿੰਦਾ ਮੈਨੂੰ ਬੜੀ ਖੁਸ਼ੀ ਹੋ ਰਹੀ ਆ ਵੀ ਮੈਂ ਪ੍ਰੋਗਰਾਮ ਦੇਖਦਾ ਪਿਆ ਆ, ਤੇ 7 ਮੈਂਬਰੀ ਕਮੇਟੀ ਆਈ ਆ। ਉਹ ਕਹਿੰਦਾ ਯਾਰ 7 ਬੰਦੇ ਆਏ ਤੇ ਖਰਚਾ ਕਿੱਦਾਂ ਕਰਕੇ ਆਏ ਹੋਣਗੇ?
ਸੋ ਉਹ ਤੋਂ ਕਹਿੰਦਾ ਮੈਂ ਚਾਹੁੰਦਾ ਵੀ ਇਹ ਵਫਦ ਆਇਆ ਤੇ ਕਿਸ ਤਰੀਕੇ ਨਾਲ ਆਇਆ ਆ ਸਿੱਧੀ ਗੱਲ ਪੁੱਛੋ, ਪੁੱਛਦਾ ਵੀ ਖਰਚੀ ਦਾ ਆਪਣਾ ਪਰਸਨਲ ਨਹੀਂ ਉਹ ਜਿੱਦਾਂ ਉਹਨੇ ਪੁੱਛਿਆ ਮੈਂ ਵੀ ਉਦਾਂ ਹੀ ਪੁੱਛਿਆ ਜੀ। ਉਹ ਇਹ ਨਾ ਕਹਿਣ ਵੀ ਸ਼ਾਇਦ ਸਿੱਖ ਚੈਨਲ ਨੇ ਕੋਲੋਂ ਮਸਾਲਾ ਲਾ ਦਿੱਤਾ। ਇਦਾਂ ਜੀ ਕਿ ਇਹ ਜਿਹੜਾ ਖਰਚਾ ਹੈਗਾ, ਇਹ ਖਰਚਾ ਅਸੀਂ ਆਪਣਾ ਕਰਕੇ ਆਨੇ ਆ। ਬਹੁਤ ਘੱਟ ਜਿਹੜਾ ਟਿਕਟ ਦਾ ਖਰਚਾ ਹੈਗਾ ਕੁਝ ਮੈਂਬਰਾਂ ਦਾ ਅਸੀਂ ਗੁਰਦੁਆਰਾ ਕਮੇਟੀ ਤੋਂ ਕਰਦੇ ਆ, ਲੇਕਿਨ ਤਕਰੀਬਨ ਜਿਹੜਾ ਖਰਚਾ ਹੈਗਾ ਸਾਰਾ ਮੂਵਮੈਂਟ ਦਾ, ਸਾਰਾ ਸਟੇ ਦਾ, ਇਹ ਅਸੀਂ ਆਪਣੇ ਕੋਲੋਂ ਕਰਦੇ ਪਏ ਆ। ਔਰ ਮੈਂ ਸਮਝਦਾ ਵਾਂ ਕਿ ਮੈਂ ਆਪਣੇ ਮੈਂਬਰ ਨਾਲ ਕਿਉਂ ਲਿਆਨਾ ਵਾਂ, ਉਹਦਾ ਕਾਰਨ ਹੈ ਕਿਉਂਕਿ ਡੈਮੋਕ੍ਰੈਟਿਕ ਸਿਸਟਮ ਦੇ ਵਿੱਚ ਮੈਨੂੰ ਆਪਣੇ ਮੈਂਬਰਸ ਨੂੰ ਉਹ ਕਹਿਣ ਮਨਜੀਤ ਸਿੰਘ ਕੱਲਾ ਗਿਆ ਉੱਥੇ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ, ਮੈਂ ਸਮਝਦਾ ਵਾਂ ਕਿ ਇਹ ਬੜਾ ਜ਼ਰੂਰੀ ਹੈ। ਕੋਈ ਗੱਲ ਨਹੀਂ, ਹਾਂ ਠੀਕ ਹੈ ਜੀ, ਹਾਂਜੀ ਹਾਂਜੀ ਥੱਲੇ ਗਿਰ ਗਿਆ। ਮੈਂ ਸਮਝਦਾ ਵਾਂ ਕਿ ਇਹ ਮੈਂਬਰਸ ਨੂੰ ਇੱਥੇ ਲਿਆਉਣ ਦਾ ਪਰਪਸ ਤਾਂ ਹੈ ਕਿ ਇਹ ਵੀ ਆਪਣੀ ਅੱਖਾਂ ਨਾਲ ਦੇਖ ਕੇ ਜਾਣ ਕੀ ਦਿੱਕਤਾਂ ਹੈਗੀਆਂ, ਤੇ ਕੱਲ ਨੂੰ ਜਦੋਂ ਅਸੀਂ ਆਪਣੀ ਕਮੇਟੀ 'ਚ ਕੋਈ ਫੈਸਲਾ ਲੈਣਾ ਹੋਵੇ ਉਸ ਫੈਸਲੇ ਦੇ ਵਿੱਚ ਮੇਰੀ ਇਹ ਬਾਂਹ ਬਣਨ। ਮਨਜੀਤ ਸਿੰਘ ਉੱਥੇ ਡਿਕਟੇਟਰ ਨਹੀਂ ਹੈ, ਮਨਜੀਤ ਸਿੰਘ ਇਲੈਕਟਿਡ ਹੈ। ਮਨਜੀਤ ਸਿੰਘ ਦੇ ਨਾਲ ਮੈਨੂੰ ਮੈਂਬਰਸ ਚਾਹੀਦੇ ਮੇਰੇ ਫੈਸਲੇ ਤੇ ਮੋਹਰ ਲਾਉਣ ਵਾਸਤੇ। ਸੋ ਇਸ ਕਰਕੇ ਇਹ ਜਿਹੜੇ ਪ੍ਰੋਗਰਾਮ ਨੇ ਅਸੀਂ ਆਪੇ ਤੋਂ ਬਾਹਰ ਹੋ ਕੇ ਵੀ ਇਹ ਪ੍ਰੋਗਰਾਮ ਉਲੀਕਦੇ ਪਏ ਹਾਂ, ਔਰ ਬੜਾ ਮਿਨੀਮਮ ਖਰਚਾ ਅਸੀਂ ਗੁਰਦੁਆਰਾ ਕਮੇਟੀ ਤੇ ਰੱਖਦੇ ਹਾਂ, ਬਾਕੀ ਖਰਚਾ ਅਸੀਂ ਆਪ ਚੁੱਕਦੇ ਹਾਂ। ਮੈਂ ਜੀ ਮਨਜੀਤ ਸਿੰਘ ਜੀ, ਮੈਂ ਸਿਰਫ ਆਖਰ ਦੇ ਵਿੱਚ ਪੁੱਛਣਾ ਕਿਉਂਕਿ ਜਿਹੜੀ ਗੱਲ ਪੋਲੀਟੀਕਲੀ ਮੈਂ ਤਾਂ ਕਰਨੀ ਹੈਗੀ ਉਹ ਇਸ ਲਈ ਕਰਨੀ ਹੈਗੀ ਆ। ਸਿਚੁਏਸ਼ਨ ਹੈ ਕਿਉਂਕਿ ਜਿੱਥੇ ਦਸਤਾਰ ਦੀ ਗੱਲ ਕਰਦੇ ਆ 60 ਸਾਲ ਹੋ ਗਏ ਨੇ ਦਸਤਾਰ, ਉਸ ਵੇਲੇ ਸਕੂਲਾਂ 'ਚ ਵੀ ਅਸੀਂ ਇੱਥੇ ਗਏ ਹਾਂ ਤੇ ਇੱਥੇ ਹੀ ਕਾਉਂਸਲਰ ਬਣੇ ਆ। ਪਰ ਪ੍ਰੇਮ ਸਿੰਘ ਜੀ ਕਾਲਸੀ ਬਣੇ, ਇਹ ਵੀ ਕਾਉਂਸਲਰ ਰਹੇ ਨੇ, ਮੈਂ ਵੀ ਇੱਥੇ ਦਾ ਕਾਉਂਸਲਰ ਹਾਂ ਪੱਗ ਦੇ ਨਾਲ, ਇੱਥੇ ਦਾ ਮੈਜਿਸਟ੍ਰੇਟ ਵੀ ਪੱਗ ਦੇ ਨਾਲ ਹੀ ਹੈਗਾ। ਇਹ ਅਸੀਂ ਬਾਹਰ ਆ ਕੇ ਸਿੱਖਾਂ ਨੇ ਇੰਨੀਆਂ ਅਚੀਵਮੈਂਟ ਕੀਤੀਆਂ, ਇੰਨਾ ਕੁਛ ਕੀਤਾ, ਤੇ ਤੁਸੀਂ ਮਤਲਬ ਉੱਥੇ ਜਿਹੜੀ ਮੈਂ ਗੱਲ ਕਰਦਾ ਮੁੜ ਕੇ ਪੋਲੀਟੀਕਲ ਤਾਂ ਕਰਦਾ ਕਿ ਤੁਸੀਂ ਇਹ ਚੀਜ਼ਾਂ ਪੈਦਾ ਕਰੋ। ਜੇ ਤੁਸੀਂ ਇਸ ਇੰਨੇ ਕੇ ਦਰਮਿਆਨੇ ਦੇ ਵਿੱਚ ਰਹੇ ਤੇ ਹਾਂਜੀ ਮੈਂ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣ ਗਿਆ, ਮੈਂ ਆਹ ਹੋ ਗਿਆ, ਮੈਂ ਉਹ ਹੋ ਗਿਆ, ਜੇ ਅਸੀਂ ਗੁਰਦੁਆਰਿਆਂ ਦੇ ਵਿੱਚ ਇਲੈਕਸ਼ਨਾਂ ਲੜਦੇ ਰਹੇ, ਦੁਨੀਆ ਦੇ ਵਿੱਚ ਕਿੰਨੇ ਗੁਰਦੁਆਰੇ ਆ, ਮੇਰਾ ਖਿਆਲ ਲੱਖਾਂ ਹੀ ਪਾਉਂਡ ਅਸੀਂ ਗੁਰਦੁਆਰਿਆਂ ਦੀਆਂ ਇਲੈਕਸ਼ਨਾਂ ਤੇ ਵੇਸਟ ਕਰਦੇ ਹਾਂ। ਠੀਕ ਹੈ, ਤੁਹਾਡੀ ਹੈਗੀ ਆ ਪ੍ਰਬੰਧਕ ਕਮੇਟੀ ਦਿੱਲੀ ਦੀ, ਚਾਹੇ ਉਹ ਪੰਜਾਬ ਦੀ ਹੈ। ਜੇ ਤੁਸੀਂ ਇੰਨਾ ਹੀ ਕਰਦੇ ਰਹੇ, ਤੁਸੀਂ ਤਾਂ 2% ਦੀ ਗੱਲ ਕਰ, ਤੁਸੀਂ 1% ਵੀ ਨਹੀਂ ਰਹਿਣਾ। ਤੁਹਾਨੂੰ ਜੇ ਕਾਂਗਰਸ ਉਸ ਵੇਲੇ ਮੁੱਕਰ ਗਈ ਤੁਹਾਡੇ ਨਾਲ ਵਾਅਦੇ ਕਰਕੇ, ਤੁਹਾਨੂੰ ਕੀ ਯਕੀਨ ਹੈ ਕਿ ਤੁਹਾਡੀ ਜਿਹੜੀ ਭਾਜਪਾ ਬੀਜੇਪੀ ਕੌਣ ਹੈਗੀ ਹੈ, ਇਹ ਨਹੀਂ ਮੁੱਕਰਨਗੇ ਤੁਹਾਨੂੰ। ਤੁਸੀਂ ਆਪਣੇ ਆਪ ਦੇ ਵਿੱਚ ਪੈਦਾ ਹੋਵੋ, ਆਪਣੀ ਤਾਕਤ ਬਣੋ। ਜਿੱਦਾਂ ਪਹਿਲਾਂ ਅਕਾਲੀ ਦਲ ਪੰਜਾਬ ਦੇ ਵਿੱਚ ਰਾਜ ਕਰਦੀ ਸੀ, ਹੁਣ ਤੁਹਾਨੂੰ ਭਾਈਵਾਲੀ ਦੀ ਕਿਉਂ ਲੋੜ ਪੈ ਗਈ? ਮੈਂ ਸਮਝਦਾ ਮੈਂ ਤੁਹਾਨੂੰ ਅੱਗੇ ਸਵਾਲ ਕੀਤਾ ਕਿ ਸਾਨੂੰ 23 ਕਰੋੜ ਕਰ ਦਿਓ ਔਰ ਸਾਨੂੰ ਸੀਟ ਤੇ ਬਿਠਾਓ, ਫਿਰ ਜਦੋਂ ਤੁਸੀਂ ਕਹੋਗੇ ਕਰ ਦਿਆਂਗੇ। ਲੇਕਿਨ ਅੱਜ ਦੇ ਜ਼ਮਾਨੇ ਸਾਨੂੰ ਕਿਸੇ ਨਾ ਬਾਂਹ ਫੜਨੀ ਪਊਗੀ, ਹੱਥ ਫੜਨਾ ਪਊਗਾ ਉਸ ਮੰਜ਼ਿਲ ਤੇ ਪਹੁੰਚਣ ਵਾਸਤੇ। ਤੇ ਇਹ ਇੱਕ ਰੀਲੇ ਰੇਸ ਹੈ। ਇਹ ਰੀਲੇ ਰੇਸ ਦੇ ਵਿੱਚ ਜਿੱਦਾਂ ਇੱਕ ਖਿਡਾਰੀ ਦੌੜ ਕੇ ਬੈਟਨ ਦੂਜੇ ਨੂੰ ਦਿੰਦਾ ਹੈਗਾ, ਮੈਂ ਸਮਝਦਾ ਵਾਂ ਕਿ ਅੱਜ ਸਾਡੀ ਉਹ ਸਿਚੁਏਸ਼ਨ ਨਹੀਂ ਹੈ ਕਿ ਅਸੀਂ ਆਪਣੇ ਦਮ ਤੇ ਇਹ ਰਾਜ ਪੈਦਾ ਕਰ ਸਕੀਏ। ਸਾਨੂੰ ਕਿਸੇ ਨਾਲ ਕੋਲੈਬੋਰੇਸ਼ਨ ਚ ਆਉਣਾ ਪਏਗਾ। ਜਦੋਂ ਅਸੀਂ ਉਹਨਾਂ ਨੂੰ ਤੱਕਾਂਗੇ ਆ ਕੇ ਉਸ ਤਾਕਤ ਦੇ ਵਿੱਚ। ਹੁਣ ਤੁਸੀਂ ਇਹ ਦੇਖੋ 84 ਦੇ ਜਿੰਨੇ ਕੇਸ ਆ, ਭਾਰਤੀ ਜਨਤਾ ਪਾਰਟੀ ਦੀ ਵਾਜਪਾਈ ਦੀ ਸਰਕਾਰ ਆਈ ਤਾਂ ਉਹ ਰਜਿਸਟਰ ਹੋ ਸਕੇ, ਨਹੀਂ ਤੇ ਇਹ ਵੀ ਰਜਿਸਟਰ ਨਹੀਂ ਹੋਣੇ ਸੀਗੇ, ਇਹ ਤੇ ਬਿਲਕੁਲ ਹੀ ਨਿਕਲ ਗਏ ਸੀਗੇ। ਸੋ ਮੈਂ ਸਮਝਦਾ ਵਾਂ ਕਿ ਵੇਟ ਕਰੋ, ਸਰਕਾਰ ਆ ਲੈਣ ਦਿਓ, ਫਿਰ ਆਪਾਂ ਉਹਦਾ ਨਿਚੋੜ ਕੱਢ ਲਵਾਂਗੇ। ਮੈਂ ਕਹਿੰਦਾ ਇੱਕ ਫਾਈਨਲੀ ਕਹਿਣਾ ਕਿ ਤੁਸੀਂ 5 ਵਾਰੀ ਕਹਿੰਦੇ ਬਾਦਲ ਬਣ ਚੁੱਕਾ, ਇਹ ਵੀ ਸਰਕਾਰ 5 ਸਾਲ ਰਹੀ, ਇਹ 5 ਵਾਰੀ ਬਣ ਚੁੱਕੀ ਹੈ। ਜੇ ਕਹਿੰਦੇ ਕ੍ਰਿਟਿਸਾਈਜ਼ ਤੁਹਾਡੇ ਵੱਲੋਂ ਆਇਆ ਸੀ, ਵੀ ਕ੍ਰਿਟਿਸਾਈਜ਼ ਨਹੀਂ ਕੋਈ ਵੀ ਕਰਦਾ ਹੈਗਾ, ਇਹ ਦਿਖਾ ਲੈਣ ਕੀ ਕੀਤਾ। ਸੋ ਅਸੀਂ ਮਾਰਵਾ ਸਾਹਿਬ ਅਸੀਂ ਅੱਜ ਜਿਹੜੀ ਗੱਲ ਹੋ ਰਹੀ ਹੈ, ਜਿਹੜਾ ਇਹ ਵਿਚਾਰਾ ਹੋ ਰਹੀਆਂ ਨੇ, ਉਹ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ, ਨਾ ਕਿ ਪੰਜਾਬ ਗਵਰਨਮੈਂਟ ਦੇ ਉੱਤੇ। ਸੋ ਨਹੀਂ, ਚਾਹੇ ਪੋਲੀਟੀਕਲ ਗੱਲ ਵੀ ਆ, ਉਹ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਿਆਸਤ ਨੂੰ ਉਹ ਬਿਲੋਂਗ ਕਰਦੇ ਆ, ਨਾ ਕਿ ਪੰਜਾਬ ਦੀ ਸਿਆਸਤ ਨੂੰ। ਸੋ ਮੈਂ 1 ਮਿੰਟ ਜ਼ਰੂਰ ਜਵਾਬ ਦਊਂਗਾ। ਹਾਂਜੀ ਜੀ, ਮੇਰਾ ਖਿਆਲ ਹੈ ਕਈ ਗੱਲਾਂ ਮੈਂ ਚੈਨਲ ਤੇ ਨਹੀਂ ਕਹਿ ਸਕਦਾ, ਤੁਸੀਂ ਮੈਨੂੰ ਬਾਰ-ਬਾਰ ਸਵਾਲ ਕਰਦੇ ਹੋ ਕੀ ਕੀਤਾ। ਇਹ ਜਿਹੜੇ ਕੇਸ ਇੱਥੇ ਤੱਕ ਪਹੁੰਚਿਆ, ਇਹਦੇ 'ਚ ਬਹੁਤ ਵੱਡਾ ਹੱਥ ਉਸ ਸਰਕਾਰ ਦਾ, ਉਸ ਅਕਾਲੀ ਦਲ ਦਾ। ਜਿਹੜੇ ਕੇਸ ਅਸੀਂ ਲੜਦੇ ਪਏ ਹਾਂ, ਜਿੱਥੇ ਸਰਕਾਰ ਬੈਠੀ ਹੈ ਫੈਸਲਾ ਕਰਕੇ ਕਿ ਅਸੀਂ FIR ਨਹੀਂ ਦਰਜ ਹੋਣ ਦਿੱਤੀ, ਜਿੱਥੇ FIR ਕਾਨੂੰਨ ਹੈ ਕਿ ਜੇ ਚਲਾਨ ਬਣ ਜਾਵੇ 90 ਦਿਨ ਦੇ ਵਿੱਚ ਉਸ ਨੂੰ ਕੋਰਟ 'ਚ ਪੇਸ਼ ਹੋਣਾ ਚਾਹੀਦਾ। 1992 ਤੋਂ ਅੱਜ ਕਿੰਨੇ ਸਾਲ ਹੋ ਗਏ ਸਰਕਾਰ ਚਲਾਨ ਨਹੀਂ ਪੇਸ਼ ਹੋ ਰਹੀ। ਇਹ ਉਹੀ ਅਕਾਲੀ ਦਲ ਹੈ ਜਿਹੜੀ ਲੜਾਈ ਲੜਦਾ ਪਿਆ। ਲੇਕਿਨ ਜਿੱਥੇ ਸਰਕਾਰਾਂ ਅੱਗੇ ਰੋਕਣ ਵਾਸਤੇ ਖੜੀਆਂ ਵੇ, ਉੱਥੇ ਸਾਡੇ ਹੱਥ ਕਈ ਜਗ੍ਹਾ ਰੁਕ ਜਾਂਦੇ ਨੇ, ਲੇਕਿਨ ਉਹ ਰੁਕਣ ਨਹੀਂ ਦੇ ਰਹੇ। ਅਸੀਂ ਫਿਰ ਲੜਾਈ ਕਾਇਮ ਰੱਖੀ ਹੈ। ਕਈ ਸਵਾਲ ਤੁਸੀਂ ਐਸੇ ਵੀ ਪੁੱਛੇ ਜਿਨ੍ਹਾਂ ਦੀ ਮੇਰੇ ਕੋਲ ਡਿਟੇਲ ਹੈ, ਪਰ ਚੈਨਲ ਦੇ ਉੱਤੇ ਨਹੀਂ ਡਿਟੇਲ ਦੇਣ ਦਾ ਕੋਈ ਫਾਇਦਾ ਹੈਗਾ। ਉਹ ਅੰਦਰੂਨੀ ਨੇ ਅਸੀਂ ਕੀ ਕਰਦੇ ਪਏ ਕੀ ਨਹੀਂ ਕਰਦੇ ਪਏ। ਅਸੀਂ ਹਰ ਉਹ ਕੰਮ ਕਰਾਂਗੇ ਜਿਸ ਕੰਮ ਨਾਲ ਇਹਨਾਂ ਨੂੰ
ਉਸ ਤਖਤੇ ਤੱਕ ਪਹੁੰਚਾ ਦਈਏ ਜਿੱਥੇ ਇਹਨਾਂ ਨੂੰ ਪਹੁੰਚਾਉਣਾ ਚਾਹੀਦਾ ਕਾਤਲਾਂ। ਮਨਜੀਤ ਸਿੰਘ ਜੀ ਕੇ ਸਾਹਿਬ, ਸਾਡੇ ਕੋਲ ਸਿਰਫ 5 ਮਿੰਟ ਦਾ ਸਮਾਂ ਬਾਕੀ ਰਹਿ ਗਿਆ ਤੇ ਇਹ ਮੈਂ ਦੱਸਣਾ ਚਾਹੁੰਦਾ, ਸਾਨੂੰ ਇਟਲੀ ਤੋਂ ਕਾਲ ਆਈ ਹੈ ਮੇਰੇ ਕੰਨ ਦੇ ਵਿੱਚ, ਕਹਿੰਦੇ ਬਲਜਿੰਦਰ ਸਿੰਘ ਜੀ ਤੁਸੀਂ ਬਾਰ-ਬਾਰ ਕਹਿ ਰਹੇ ਹੋ 7 ਮੈਂਬਰੀ ਕਮੇਟੀ ਆਈ ਹੈ ਪਰ ਤੁਸੀਂ ਸਾਨੂੰ ਸਿਰਫ 3 ਮੈਂਬਰ ਹੀ ਦਿਖਾਏ ਨੇ। ਸੋ ਮੈਂ ਬਾਕੀ ਦੇ 4 ਮੈਂਬਰ ਨੂੰ ਬੇਨਤੀ ਕਰਦਾ ਹਾਂ ਕਿ ਉਹ ਸੰਗਤਾਂ ਦੇ ਵਿੱਚ ਖੜੇ ਹੋ ਜਾਣ ਤੇ ਵੀਰ ਗਗਨਦੀਪ ਸਿੰਘ ਜੀ ਉਹ ਸੰਗਤਾਂ ਦੇ ਵਿੱਚ ਖੜੇ ਹੋ ਕੇ ਮੈਂ ਚਾਹੁੰਦਾ ਵੀਰ ਜੀ ਤੁਸੀਂ 8 ਮੈਂਬਰ ਹੀ ਹੈ ਜੀ। ਸੌਰੀ ਜੀ, ਮੈਨੂੰ ਹੁਣ ਪਤਾ ਲੱਗਿਆ ਜੀ, ਮੈਨੂੰ ਹੁਣ ਪਤਾ ਲੱਗਿਆ ਕਹਿੰਦੇ 8 ਮੈਂਬਰੀ ਕਮੇਟੀ ਆ। ਸੋ ਮੈਂ ਚਾਹੁੰਦਾ ਜੀ ਵੀਰ ਜੀ ਇੱਕ ਪਤਵੰਤ ਸਿੰਘ ਦਾ ਨਾਮ ਲੈ ਲੈਣ ਤਾਂ ਕਿ ਬੀਬੀ ਧੀਰਜ ਕੌਰ ਜੀ ਸਭ ਤੋਂ ਪਹਿਲੇ ਸਾਡੇ ਲੇਡੀ 2 ਮੈਂਬਰ ਨੇ, ਬੀਬੀ ਦਲਜੀਤ ਕੌਰ ਹੈ ਤੇ ਬੀਬੀ ਧੀਰਜ ਕੌਰ ਜੀ ਨੇ। ਇੰਦਰਜੀਤ ਸਿੰਘ ਮੌਂਟੀ ਨੇ, ਇਹ ਵਿਕਾਸਪੁਰੀ ਤੋਂ ਸਾਡੇ ਮੈਂਬਰ ਨੇ। ਔਰ ਜਿਹੜੇ ਤੁਸੀਂ 84 ਦੀ ਬਾਰ-ਬਾਰ ਗੱਲ ਕਰਦੇ ਇਹ ਤਿਲਕ ਵਿਹਾਰ ਦੇ ਵਿੱਚ ਜਿਹੜਾ ਸਕੂਲ ਹੈ 84 ਦਾ, ਉਸ ਨੂੰ ਇਹ ਹੈੱਡ ਕਰਦੇ ਨੇ। ਉੱਥੇ 84 ਦੇ ਸਾਰੇ ਬੱਚਿਆਂ ਦੀ ਫੀਸਾਂ ਮਾਫ ਨੇ, ਵਰਦੀਆਂ ਮਾਫ ਨੇ, ਕਿਤਾਬਾਂ ਮਾਫ ਨੇ ਔਰ ਅਫਗਾਨੀ ਬੱਚਿਆਂ ਦੀਆਂ ਵੀ। ਔਰ ਸਰ KP ਸਾਹਿਬ ਨੇ ਸਾਡੇ ਇਹ ਸਿਵਲ ਲਾਈਨਸ ਤੋਂ ਨੇ ਔਰ ਟਰਾਂਸਪੋਰਟ ਇੰਚਾਰਜ ਨੇ। ਸਰ ਆਪਣੇ ਚੰਡੋਕ ਸਾਹਿਬ ਪਰਮਜੀਤ ਸਿੰਘ ਚੰਡੋਕ ਨੇ, ਇਹ ਸਾਡੇ ਗੁਰਦੁਆਰਾ ਬੰਗਲਾ ਸਾਹਿਬ ਦੇ ਚੇਅਰਮੈਨ ਵੀ ਨੇ ਔਰ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਮੈਨੇਜਰ ਵੀ ਨੇ। ਸਰ ਬਾਟ ਸਾਹਿਬ ਨੇ, ਕੁਲਵੰਤ ਸਿੰਘ ਬਾਟ ਜੀ, ਇਹ ਜਮਨਾ ਪਾਰ ਤੋਂ ਸਾਡੇ ਮੈਂਬਰ ਨੇ। ਔਰ ਇਹ ਲੋਨੀ ਰੋਡ ਜਮਨਾ ਪਾਰ ਜਿਹੜਾ ਸਾਡਾ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਆ ਉਹਦੇ ਚੇਅਰਮੈਨ ਵੀ ਨੇ। ਸੋ ਇਹ ਸਾਡੇ ਮੈਂਬਰ ਸਭਾਨ ਨੇ ਜਿਹੜੇ ਡੈਲੀਗੇਸ਼ਨ ਦੇ ਨਾਲ ਆਏ ਨੇ। ਔਰ ਜਿਹੜਾ ਵੀ ਮੈਂ ਫੈਸਲਾ ਕਰਨਾ ਹੋਊਗਾ ਜੇ ਮੋਹਰ ਨਾ ਲਾਣ ਤੇ ਮੈਂ ਕੁਝ ਨਹੀਂ ਕਰ ਪਾਵਾਂਗਾ, ਇਸ ਕਰਕੇ ਮੇਰੀ ਖਾਤਰ ਕਰੋ ਨਾ ਕਰੋ, ਇਹਨਾਂ ਦੀ ਜ਼ਰੂਰ ਕਰਿਓ। ਬਿਲਕੁਲ ਜੀ। ਸੋ ਹੁਣ ਜਿਹੜਾ ਸਮਾਂ ਆ ਬਿਲਕੁਲ ਸਮਾਪਤੀ, ਸਾਡੇ ਕੋਲ ਸਿਰਫ 2-3 ਮਿੰਟ ਦਾ ਸਮਾਂ ਰਹਿ ਗਿਆ। ਸੋ ਅਸੀਂ ਇੱਕ ਵਾਰ ਫਿਰ ਤੋਂ ਸੰਗਤਾਂ ਨੂੰ ਦੱਸ ਜਾਈਏ ਜੋ ਅੱਜ ਦੀਆਂ ਵਿਚਾਰਾਂ ਸਾਂਝ ਪਾਈ ਹੈ ਸਰਦਾਰ ਮਨਜੀਤ ਸਿੰਘ ਜੀ ਕੇ ਗੁਰਦੁਆਰਾ ਪ੍ਰਬੰਧਕ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਥੇ ਵਫਦ 8 ਮੈਂਬਰੀ ਕਮੇਟੀ ਲੈ ਕੇ ਪਹੁੰਚੀ ਆ। ਮੈਂ ਆਖੀਰ ਦੇ ਵਿੱਚ ਆਵਾਂਗਾ ਕਿ ਇਹਨਾਂ ਨੂੰ ਸਾਡਾ ਫਰਜ਼ ਬਣਦਾ ਹੈ ਪੁੱਛਣਾ ਕਿ ਸੰਗਤਾਂ ਨੇ ਜਾਂ ਜਿੰਨੇ ਵੀ ਬਾਹਰੋਂ ਸਵਾਲ ਆਏ ਟੇਢੇ ਮੇਢੇ ਹਰ ਇੱਕ ਨੇ ਕੋਸ਼ਿਸ਼ ਕੀਤੀ ਜਾਣਨ ਦੀ, ਜਿੰਨਾ ਕਿਉਂਕਿ ਅਸੀਂ ਸਿੱਖ ਭਾਈਚਾਰਾ ਸਾਡਾ, ਮੈਂ ਵੀ ਉਹਦੇ ਵਿੱਚੋਂ ਹੀ ਆ ਵੀ ਜੇ ਕੋਈ ਇਸ ਚੀਜ਼ ਦੇਖ ਲੈਂਦੇ ਆ ਨਾ, ਦੇਖ ਕੇ ਉਹਦੀ ਗਹਿਰਾਈ ਤੱਕ ਨਹੀਂ ਜਾਂਦੇ ਕਿਉਂਕਿ ਕਾਲਾ ਚਿੱਟਾ ਸਿੱਧਾ ਪੁੱਠਾ ਇਹ ਬਰਾਬਰ ਹੀ ਆ। ਅਸੀਂ ਇੱਕੋ ਚੀਜ਼ ਦੇਖ ਸਕਦੇ ਹਾਂ, ਜੋ ਸਿੱਕੇ ਦਾ ਇੱਕ ਪਾਸਾ ਦੇਖਦੇ ਹਾਂ ਸਾਨੂੰ ਚਾਹੀਦਾ ਘੁਮਾ ਕੇ ਦੂਜਾ ਪਾਸਾ ਵੀ ਦੇਖ ਲਈਏ ਉੱਥੇ ਕੀ ਆ, ਖੋਟਾ ਹੈ ਕਿ ਚੱਲਣ ਵਾਲਾ ਵੀ ਹੈਗਾ ਆ। ਸੋ ਇਹ ਸਾਡੇ ਤੇ ਡਿਪੈਂਡ ਕਰਦਾ। ਪਰ ਮੈਂ ਚਾਹਾਂਗਾ ਵੀਰ ਜੀ ਸਿੱਖ ਚੈਨਲ ਤੇ ਤੁਸੀਂ ਆਏ ਆ, ਤੁਸੀਂ ਤੁਹਾਡਾ ਸਿੱਖ ਚੈਨਲ ਜਿਹੜੀ ਸਾਂਝ ਪਈ ਆ, ਤੁਹਾਨੂੰ ਕੀ ਫੀਲ ਹੋ ਰਿਹਾ ਸਿੱਖ ਚੈਨਲ ਦੇ ਰਾਹੀਂ ਤੁਸੀਂ ਪੂਰੇ ਵਰਲਡ ਵਿੱਚ ਅੱਜ ਕੀ ਮੈਸੇਜ ਦੇਣਾ ਚਾਹੁੰਦੇ ਆ? ਦੇਖੋ ਅੱਜ ਜਿਹੜੇ ਮੈਨੂੰ ਸਵਾਲ ਕੀਤੇ ਨੇ ਮੈਨੂੰ ਖੁਸ਼ੀ ਹੈ ਕਿ ਲੋਕਾਂ ਨੇ ਆਪਣੇ ਦਿਲੋਂ ਸਵਾਲ ਕੀਤੇ ਨੇ ਔਰ ਮੈਂ ਵੀ ਉਹਦਾ ਖੁੱਲ੍ਹ ਕੇ ਜਵਾਬ ਦਿੱਤਾ। ਮੈਂ ਕੋਈ ਸੰਕੋਚ ਨਹੀਂ ਰੱਖਿਆ ਕਿਸੇ ਚੀਜ਼ ਤੇ। ਕਈ ਲੋਕੀ ਜਿਹਦਾ ਸਪਾਂਸਰਡ ਪ੍ਰੋਗਰਾਮ ਨਹੀਂ, ਉਹ ਕਹਿੰਦੇ ਨਾ ਗੁਰਦੁਆਰੇ 'ਚ ਪ੍ਰਧਾਨ ਸਕੱਤਰ ਐਗਰੀਮੈਂਟ ਕਰ ਦਿੰਦੇ ਆ, ਕਹਿੰਦੇ ਤੂੰ ਮੇਕੂ ਸ਼ਾਹ ਆਖੀ ਮੈਂ ਤੇਕੂ ਸ਼ਾਹ ਆਖਾਂ, ਦੋਵੇਂ ਸ਼ਾਹ ਥੀ ਵੇਸੀਆਂ। ਤੇ ਇਸ ਕਰਕੇ ਉਹਨਾਂ ਨੇ ਵੀ ਮੈਨੂੰ ਪੂਰੇ ਬਾਉਂਸਰ ਮਾਰੇ ਆ, ਮੈਂ ਵੀ ਉਹਦਾ ਜਵਾਬ ਦਿੱਤਾ। ਔਰ ਮੈਂ ਸਮਝਦਾ ਵਾਂ ਕਿ ਇਹ ਭੁਲੇਖੇ ਜਦ ਤੱਕ ਅਸੀਂ ਦੂਰ ਨਹੀਂ ਕਰਾਂਗੇ ਆਪਸ 'ਚ ਸੰਵਾਦ, ਗੁਰੂ ਨਾਨਕ ਸਾਹਿਬ ਨੇ ਡਾਇਲੋਗ ਦੀ ਗੱਲ ਕੀਤੀ ਹੈ, ਸਾਡਾ ਵਿਚਾਰ ਨਾ ਮਿਲਦੇ ਹੋਣ ਤਾਂ ਵੀ ਸਾਨੂੰ ਆਪਸ 'ਚ ਡਾਇਲੋਗ ਕਰਨਾ ਚਾਹੀਦਾ। ਅੱਜ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਗੁਰੂ ਨਾਨਕ ਸਾਹਿਬ ਦੇ ਫਾਰਮੂਲੇ ਤੇ ਕਾਇਮ ਹੈ ਕਿ ਮੁਲਕ ਜਿੰਨੀ ਮਰਜ਼ੀ ਜੰਗਾਂ ਲੜਨ ਅਖੀਰ ਟੇਬਲ ਤੇ ਆਣਗੇ। ਉਹਨਾਂ ਨੇ ਸਵਾਲ ਕੀਤੇ ਨੇ, ਉਹਨਾਂ ਦੇ ਸ਼ੱਕ ਸ਼ੁਬਾ ਨੇ, ਮੇਰੇ ਜਵਾਬਾਂ ਨਾਲ ਉਹ ਪੂਰੇ ਸੈਟੀਸਫਾਈ ਨਹੀਂ ਹੋਇਆ ਹੋਣਗੇ, ਲੇਕਿਨ ਜ਼ਰੂਰ ਜਦੋਂ ਨਾ ਜਦੋਂ ਵਕਤ ਆਏਗਾ ਹੋ ਸਕਦਾ ਜਾਂ ਮੈਂ ਗਲਤ ਸਾਬਤ ਹੋਵਾਂਗਾ ਜਾਂ ਉਹ ਗਲਤ ਸਾਬਤ ਹੋਣਗੇ। ਗਲਤ ਕੋਈ ਹੋਵੇ ਕੋਈ ਠੀਕ ਹੋਵੇ, ਲੇਕਿਨ ਗੱਲ ਇਹ ਹੈ ਕਿ ਆਪਾਂ ਇਕਜੁੱਟ ਹੋ ਕੇ ਕੌਮ ਦੇ ਮਸਲਿਆਂ ਦੇ ਉੱਤੇ ਜਦੋਜਹਿਦ ਕਰੀਏ ਤੇ ਕੌਮ ਦੇ ਭਲੇ ਵਾਸਤੇ ਕੰਮ ਕਰੀਏ। ਇਹ ਸਾਡਾ ਏਜੰਡਾ ਹੋਣਾ ਚਾਹੀਦਾ। ਹਾਂਜੀ ਮਨਜੀਤ ਸਿੰਘ ਜੀ, ਮੈਂ ਤੁਹਾਨੂੰ ਜਿਹੜਾ ਅੱਗੇ ਸਵਾਲ ਚੱਲ ਰਿਹਾ ਸੀ ਕਿ ਹਰ ਇੱਕ ਬੰਦਾ ਭੰਡਦਾ ਪਲ ਅਕਾਲੀ ਦਲ ਨੂੰ, ਉਹਦਾ ਮੇਨ ਕਾਰਨ ਇਹ ਹੈ ਕਿ ਤੁਸੀਂ ਪਹਿਲੇ ਹੋ ਪਿਛਲੇ 20-25 ਸਾਲਾਂ ਤੋਂ ਜਿਹੜੇ ਇੱਥੇ ਬੈਠੇ ਹੋ। ਬਿਲਕੁਲ ਜੀ। ਨਹੀਂ ਤਾਂ ਆ ਕੇ ਗੁਰਦੁਆਰਿਆਂ 'ਚ ਕੀ ਪਤਾ ਵੀ ਲੱਗਦਾ ਆਏ ਨਹੀਂ। ਚਾਹੀਦਾ ਏ ਤੁਸੀਂ ਆਓ, ਆ ਡਾਇਲੋਗ ਨੈਗੇਟਿਵ ਪੋਜ਼ਿਟਿਵ ਸਾਰੇ ਸਵਾਲ ਹੋਣ। ਪਿਛਲੀ ਵਾਰੀ ਅੱਜ ਤੋਂ 5-7 ਸਾਲ ਪਹਿਲਾਂ ਚੀਮਾ ਜੀ ਆਏ ਸਨ, ਉਹ ਕਿਸੇ ਵਿਆਹ ਸ਼ਾਦੀ ਤੇ ਮੈਂ ਉਹਨਾਂ ਨੂੰ ਇੱਥੇ ਲੈ ਕੇ ਆਇਆ, ਉਹ ਕਹਿੰਦਾ ਨਹੀਂ ਮੈਂ ਆਉਣਾ। ਮੈਂ ਕਿਹਾ ਮੈਂ ਇਹੋ ਜਿਹਾ ਬੰਦਾ ਨਹੀਂ, ਮੈਂ ਤੁਹਾਡੀ ਜਾ ਕੇ ਛਿੱਲ ਲਾਵਾਂ, ਤੁਸੀਂ ਆਓ। ਉਹਨਾਂ ਨੇ ਸਵਾਲ ਉਹਨਾਂ ਜਵਾਬ ਦਿੱਤੇ ਤੇ ਮੈਂ ਕਿਹਾ ਆਹ ਤੁਸੀਂ ਜਿਹੜੀ ਪੋਜ਼ਿਟਿਵ ਚੀਜ਼ਾਂ ਲੋਕਾਂ ਨੂੰ ਪਤਾ ਨਹੀਂ ਲੱਗਦਾ। ਹੁਣ ਜੋ ਤੁਸੀਂ ਦੱਸਿਆ ਲੋਕਾਂ ਨੂੰ ਨਹੀਂ ਪਤਾ ਲੱਗਦਾ ਜੇ ਅਗਰ ਤੁਸੀਂ ਹੋਟਲ ਦੇ ਵਿੱਚੋਂ ਬਹਿ ਕੇ ਮੁੜ ਜਾਂਦੇ। ਆਹ ਤੁਹਾਨੂੰ ਕਰਨਾ ਪੈਣਾ ਕਿ ਹੁਣ ਮੀਡੀਆ ਤੁਹਾਡਾ ਹੈ। ਸੋ ਸਾਡਾ ਹੁਣ ਸਮਾਂ ਬਿਲਕੁਲ ਸਾਡਾ ਸਮਾਂ ਹੁਣ ਬਿਲਕੁਲ ਹੀ ਸਮਾਪਤੀ ਤੇ ਸਾਡੇ ਕੋਲ ਸਿਰਫ 20-25 ਸੈਕਿੰਡ ਰਹਿ ਗਏ ਆ। ਮੈਂ ਦੱਸਦਾ ਜਾਵਾਂ ਕਿ ਸਾਨੂੰ ਬੜੀ ਖੁਸ਼ੀ ਹੈ ਵੀ ਇੱਥੋਂ ਸਰਦਾਰ ਮਨਜੀਤ ਸਿੰਘ ਜੀ ਕੇ ਅਤੇ ਉਹਨਾਂ ਦੇ ਪੂਰੇ ਵਫਦ ਨੇ ਇੱਥੇ ਆ ਕੇ ਸੰਗਤਾਂ ਦੇ ਨਾਲ ਸਾਂਝ ਪਾਈ ਹੈ। ਬੜੀ ਖੁਸ਼ੀ ਹੋਈ ਹੈ ਕਿਉਂਕਿ ਦਿਲ ਦੀਆਂ ਗਹਿਰਾਈਆਂ ਤੋਂ ਬੜੇ ਸਵਾਲ ਜਵਾਬ ਹੋਏ ਨੇ, ਉਹਨਾਂ ਦੇ ਜਵਾਬ ਉਹਨਾਂ ਨੇ ਬੜੇ ਸਪਸ਼ਟੀਕਰਨ ਕਰਦੇ ਹੋਏ ਇੱਕ ਕਹਿ ਲਓ ਭਰਾ ਦੇ ਤੌਰ ਤੇ ਬਹਿ ਕੇ ਜਿਹੜੀਆਂ ਵਿਚਾਰਾਂ ਹੋਈਆਂ ਨੇ, ਮੈਨੂੰ ਖੁਦ ਇਸ
ਪ੍ਰੈਜ਼ੈਂਟ ਕਰਦੇ ਹੋ ਇਸ ਚੀਜ਼ ਨੂੰ ਬੜੀ ਖੁਸ਼ੀ ਹੋਈ ਹੈ। ਖੁਦ ਜਿਹੜੇ ਮੇਰੇ ਆਪਣੇ ਕਈ ਦਿਲ ਦੀਆਂ ਗਹਿਰਾਈਆਂ ਤੋਂ ਭੁਲੇਖੇ ਹੋਣਗੇ, ਮੇਰੇ ਵੀ ਬੜੇ ਦੂਰ ਹੋਏ ਨੇ। ਸੋ ਅਸੀਂ ਆਸ ਰੱਖਦੇ ਹਾਂ ਕਿ ਇਸੇ ਹੀ ਤਰੀਕੇ ਦੇ ਨਾਲ ਇਹ ਵਫਦ ਸਿਰਫ ਯੂਕੇ ਵਿੱਚ ਹੀ ਨਹੀਂ ਪੂਰੇ ਵਰਲਡ ਵਿੱਚ ਜਾਵੇ, ਤਾਂ ਕਿ ਅਸੀਂ ਇੱਕ ਸਾਂਝੀਵਾਲਤਾ, ਭਾਈਚਾਰਾ ਪੂਰਾ ਅਸੀਂ ਇੱਕਮੁੱਠ ਹੋ ਕੇ ਆਪਣੇ ਮਸਲਿਆਂ ਦੇ ਉੱਤੇ ਉਹਨਾਂ ਨੂੰ ਕਾਮਯਾਬੀ ਪ੍ਰਾਪਤ ਕਰੀਏ। ਪਰ ਅਖੀਰ ਦੇ ਵਿੱਚ ਮੈਂ ਇਹ ਜ਼ਰੂਰ ਪੁੱਛਣਾ ਚਾਹਾਂਗਾ ਵੀਰ ਜੀ, ਜਿਹੜੇ ਪਰਮਿੰਦਰ ਸਿੰਘ ਰਾਣਾ ਜੀ ਧਰਮ ਪ੍ਰਚਾਰ ਕਮੇਟੀ ਦੇ ਉਹ ਮੈਂਬਰ ਨੇ, ਮੇਨ ਸੇਵਾਦਾਰ ਨਿਭਾਉਂਦੇ ਨੇ, ਸਿੱਖ ਚੈਨਲ ਤੋਂ ਤੁਸੀਂ ਕੀ ਆਸ ਰੱਖਦੇ ਹੋ ਵੀ ਧਰਮ ਦੇ ਪ੍ਰਚਾਰ ਦੇ ਵਿੱਚ ਤੁਹਾਡੀ ਕਿਵੇਂ ਮਦਦ ਕਰ ਸਕਦਾ ਹੈ? ਦੇਖੋ ਹੁਣ ਜਿਹੜਾ ਸਿੱਖ ਚੈਨਲ ਹੈਗਾ, ਅਸੀਂ ਹੁਣ ਰੀਸੈਂਟਲੀ ਸਿੱਖ ਚੈਨਲ ਦੇ ਨਾਲ ਆਪਣੇ ਜਿਹੜੇ ਧਾਰਮਿਕ ਪ੍ਰੋਗਰਾਮ ਜਿਹੜੇ ਦਿੱਲੀ 'ਚ ਕਰਦੇ ਹਾਂ, ਜਿਹਦੇ ਵਿੱਚ ਅਸੀਂ ਕੋਈ ਸਿਆਸੀ ਗੱਲ ਨਹੀਂ ਕਰਦੇ, ਸਿਰਫ ਧਰਮ ਤੇ ਧਰਮ ਦੀ ਗੱਲ ਕਰਦੇ ਹਾਂ। ਤੁਸੀਂ ਵੇਖੋਗੇ ਪਿਛਲੇ ਕੁਝ ਸਮੇਂ ਤੋਂ ਦਿੱਲੀ ਨਾਲ ਸੰਗਤ ਜੁੜੀ ਹੈ ਔਰ ਸੰਗਤ ਨੇ ਸਾਨੂੰ ਬੜਾ ਐਪਰੀਸ਼ੀਏਟ ਕੀਤਾ ਕਿ ਯੂਰਪ ਦੇ ਵਿੱਚ ਜਿਹੜਾ ਸਿੱਖ ਚੈਨਲ ਦੇ ਰਾਹੀਂ ਅਸੀਂ ਕੀਰਤਨ ਦਰਬਾਰ ਔਰ ਆਪਣੇ ਪ੍ਰੋਗਰਾਮ ਦੇ ਰਹੇ ਹਾਂ, ਉਹਦੇ ਨਾਲ ਚੈਨਲ ਨੂੰ ਵੀ ਅੱਗੇ ਵਧਣ ਦਾ ਚਾਂਸ ਮਿਲ ਰਿਹਾ। ਔਰ ਜਿਹੜਾ ਸਾਡਾ ਧਰਮ ਪ੍ਰਚਾਰ ਦਾ ਮਕਸਦ ਹੈ ਕਿ ਅਸੀਂ ਤੁਹਾਡੇ ਘਰ ਘਰ ਪਹੁੰਚੀਏ, ਉਹ ਅਸੀਂ ਮੀਡੀਆ ਰਾਹੀਂ ਹੀ ਪਹੁੰਚ ਸਕਦੇ ਹਾਂ। ਇਹ ਬਹੁਤ ਵੱਡਾ ਕੰਮ ਹੈ। ਇਹ ਇਕੱਲਾ ਅਸੀਂ ਉੱਥੇ ਬਹਿ ਕੇ ਨਹੀਂ ਕਰ ਸਕਦੇ। ਜਦ ਤੱਕ ਸਾਡੀਆਂ ਬਾਹਾਂ ਮੀਡੀਆ ਅੱਖਾਂ ਨਹੀਂ ਬਣਨਗੀਆਂ ਜਾਂ ਮੀਡੀਆ ਸਾਡੀ ਆਵਾਜ਼ ਤੁਹਾਡੇ ਤੱਕ ਨਹੀਂ ਪਹੁੰਚਾਏਗੀ ਤੇ ਇਹ ਪੋਸੀਬਲ ਨਹੀਂ ਹੈ। ਤੇ ਅਸੀਂ ਵੀ ਚਾਹਾਂਗੇ ਕਿ ਲੋਕੀ ਵੀ ਸਿੱਖ ਚੈਨਲ ਨਾਲ ਜੁੜਨ, ਗੁਰਬਾਣੀ ਨਾਲ ਜੁੜਨ ਔਰ ਗੁਰੂ ਨਾਲ ਜੁੜਨ। ਸੋ ਅਸੀਂ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਬਿਲਕੁਲ ਸਮਾਂ ਹੁਣ ਸਮਾਪਤੀ ਤੇ ਆ, ਤੇ ਅਸੀਂ ਦੱਸ ਜਾਈਏ ਕਿ ਸਿੱਖ ਚੈਨਲ ਸੰਗਤਾਂ ਦਾ ਚੈਨਲ, ਸਿੱਖ ਕੌਮ ਦਾ ਪਹਿਲਾ ਚੈਨਲ, ਜਿਸ ਨੂੰ ਪੂਰੇ ਵਰਲਡ ਵਿੱਚ ਮਾਣ ਹਾਸਲ ਹੈ ਸਿੱਖਾਂ ਦਾ ਪਹਿਲਾ ਚੈਨਲ ਹੋਣ ਦਾ। ਸੋ ਸਾਡੀ ਸਦਾ ਹੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਆਪਣੇ ਸਿੱਖ ਭਾਈਚਾਰੇ ਨਾਲ, ਪੂਰੇ ਸਿੱਖ ਜਗਤ ਦੇ ਨਾਲ ਜੁੜੀਆਂ ਹੋਈਆਂ ਉਹ ਸਾਰੀਆਂ ਖਬਰਾਂ, ਉਹ ਸਾਰੀਆਂ ਸ਼ਖਸੀਅਤਾਂ ਤੁਹਾਡੇ ਰੂਬਰੂ ਕਰਦੇ ਰਹੀਏ, ਤਾਂ ਕਿ ਤੁਹਾਨੂੰ ਹਰ ਇੱਕ ਪਲ, ਹਰ ਇੱਕ ਸਮੇਂ ਦੀ ਜਿਹੜੀ ਖਬਰ ਆ ਤੁਹਾਡੇ ਤੱਕ ਪਹੁੰਚ ਰਹੇ। ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਰੂਬਰੂ ਹੋਏ ਹੋ, ਤੁਸੀਂ ਵਿਚਾਰਾਂ ਸੁਣੀਆਂ ਨੇ ਸਰਦਾਰ ਮਨਜੀਤ ਸਿੰਘ ਜੀ ਕੇ, ਜਿਹੜੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ, ਤੇ ਨਾਲ ਉਹਨਾਂ ਦਾ ਪੂਰਾ ਵਫਦ ਇੱਥੇ ਪਹੁੰਚਿਆ। ਬੜੀਆਂ ਵਿਚਾਰਾਂ ਦੀ ਸਾਂਝ ਪਈ ਹੈ। ਜੇ ਇਸ ਪ੍ਰੋਗਰਾਮ ਨੂੰ ਪ੍ਰੈਜ਼ੈਂਟ ਕਰਦਿਆਂ ਹੋਇਆਂ ਕਿਸੇ ਦੇ ਸ਼ਾਨ ਦੇ ਖਿਲਾਫ ਬੋਲ ਗਿਆ ਹੋਵਾਂ ਤਾਂ ਅਣਜਾਣ ਬੱਚਾ ਸਮਝ ਕੇ ਮਾਫ ਕਰਨਾ। ਇਸੇ ਹੀ ਤਰ੍ਹਾਂ ਅਗਲੇ ਹੋਰ ਪ੍ਰੋਗਰਾਮਾਂ ਨੂੰ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਜਲਦ ਹੀ ਹਾਜ਼ਰ ਹੋਵਾਂਗੇ। ਮੈਨੂੰ ਦਿਓ ਇਜਾਜ਼ਤ, ਤੇ ਸਮੂਹ ਸਾਧ ਸੰਗਤ ਇੱਥੇ ਬੈਠੀ ਹੈ ਤੇ ਗੱਜ ਕੇ ਬੁਲਾਉਂਦੇ ਆ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।